सतगुरु नानक देव आप उपाया, गुर अंगद गुर सिख बबाणे आया। दोहरा कार कर कागज निज हृदय को, मसु सुमत बनाए। श्री सतगुर को जस लिखें तबह परम गत पाए। वाहिगुरु जी का खालसा वाहिगुरु जी की फतेह। कर कागज निज हृदय को, मसु सुमत बनाए। श्री नानक प्रकाश ग्रंथ उत्तरार्ध ਧਿਆਏ 52 ਚੈਪਟਰ 52। ਕਵੀ ਸੰਤੋਖ ਸਿੰਘ ਜੀ ਇੱਥੇ ਗੁਰੂ ਦਾ ਜਸ ਕਰਨਾ ਕਿੰਨਾ ਜ਼ਰੂਰੀ ਹੈ। ਹਾਊ ਇੰਪੋਰਟੈਂਟ ਇਜ਼ ਟੂ ਪ੍ਰੇਜ਼ ਯੋਰ ਗੁਰੂ। ਸੋ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਉਹ ਮਹੱਤਵ ਆਪਾਂ ਨੂੰ ਸਮਝਾਇਆ ਹੈ ਕਿ ਗੁਰੂ ਦਾ ਜਸ, ਗੁਰੂ ਦਾ ਜੀਵਨ, ਗੁਰੂ ਦੀਆਂ ਗਾਥਾਵਾਂ, ਕਥਾ ਕਹਾਣੀਆਂ ਕਰਨੀਆਂ ਕਿਉਂ ਜ਼ਰੂਰੀ ਹਨ। ਕਿਉਂ ਇੱਕ ਸਿੱਖ ਨੂੰ ਆਪਣੇ ਗੁਰੂ ਦਾ ਜਸ ਹਮੇਸ਼ਾ ਹੀ ਕਰਨਾ ਚਾਹੀਦਾ ਹੈ, ਚਾਹੇ ਉਹ ਗੁਰਬਾਣੀ ਤੋਂ ਹੋਵੇ, ਚਾਹੇ ਇਤਿਹਾਸ ਵਿੱਚੋਂ ਹੋਵੇ। ਗੁਰੂ ਦਾ ਜਸ ਸਿੱਖ ਨੇ ਆਪਣੇ ਹਿਰਦੇ ਵਿੱਚ ਕਿਉਂ ਵਸਾਉਣਾ ਹੈ ਤੇ ਗੁਰੂ ਦਾ ਜਸ ਕਰਕੇ ਸਿੱਖ ਨੂੰ ਕੀ ਪ੍ਰਾਪਤੀ ਹੁੰਦੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਕਰ ਕਾਗਜ ਨਿਜ ਹਿਰਦੇ ਕੋ, ਆਪਣਾ ਹਿਰਦਾ, ਆਪਣਾ ਜਿਹੜਾ ਹਾਰਟ ਹੈ, ਇਸ ਨੂੰ ਕਾਗਜ਼ ਬਣਾ ਲਾ, ਇੱਕ ਪੇਪਰ ਬਣਾ ਲਾ। ਮਸੂ ਸੁਮਤ ਬਣਾਏ, ਇੰਕ ਜਿਹੜੀ ਹੈ ਜਾਂ ਜਿਹੜੀ ਹੈ ਦਵਾਤ ਵੀ ਜਿਹਨੂੰ ਕਹਿ ਦਿੰਦੇ ਹਾਂ ਜਾਂ ਸ਼ਾਹੀ ਕਹਿ ਦਿੰਦੇ ਹਾਂ। ਸੋ ਇਹ ਇੰਕ ਜਿਹੜੀ ਹੈ ਕਹਿੰਦੇ ਸੁਮਤ, ਆਪਣੀ ਚੰਗੀ ਮਤ, ਸ੍ਰਿਸ਼ਟ ਮਤ, ਆਪਣੀ ਚੰਗੀ ਜੋ ਕਿ ਸੋਚਣੀ ਹੈ ਉਸ ਨੂੰ ਬਣਾਉਣਾ ਕਰ। ਸ੍ਰੀ ਸਤਗੁਰ ਕੋ ਜਸ ਲਿਖਿਆ ਹੈ। ਸੋ ਇਹ ਜਿਹੜੀ ਸੁਮਤ ਵਾਲੀ ਸ਼ਾਹੀ ਹੈ, ਦਵਾਤ ਹੈ ਜਾਂ ਇੰਕ ਹੈ, ਇਸ ਦੇ ਨਾਲ ਤੂੰ ਹਿਰਦੇ ਰੂਪੀ ਕਾਗਜ਼ ਉੱਤੇ ਗੁਰੂ ਦਾ ਜਸ, ਗੁਰੂ ਦਾ ਪ੍ਰੇਸ ਲਿਖਣਾ ਕਰ। ਤਬ ਹੈ ਪਰਮ ਗਤ ਪਾਏ, ਫਿਰ ਹੀ ਹੈ ਗੁਰਸਿੱਖਾ ਤੈਨੂੰ ਪਰਮ ਗਤ ਦੀ ਪ੍ਰਾਪਤੀ ਹੋਵੇਗੀ। ਤੈਨੂੰ ਉਹ ਮੁਕਤੀ ਪ੍ਰਾਪਤ ਹੋਵੇਗੀ, ਕੇਵਲ ਮੁਕਤੀ, ਜਿਹਦੇ ਵਿੱਚ ਤੇਰੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਜੋ ਅਲਟੀਮੇਟ ਡੈਸਟੀਨੇਸ਼ਨ ਹੈ ਹਰ ਇੱਕ ਮਨੁੱਖ ਦਾ, ਹਰ ਇੱਕ ਮਨੁੱਖ ਦਾ ਅਲਟੀਮੇਟ ਗੋਲ ਵੀ ਇਹੀ ਹੈ ਕਿ ਪਰਮੇਸ਼ਰ ਨਾਲ ਇੱਕ ਹੋਣਾ ਹੈ, ਜਿਹਦੇ ਕਰਕੇ 84 ਕੱਟੀ ਜਾਂਦੀ ਹੈ। ਆਉਣਾ ਜਾਣਾ ਤੇ ਦੁੱਖ ਜਨਮ ਮਰਨ ਦੇ ਮਿਟ ਜਾਂਦੇ ਹਨ। ਇਸ ਨੂੰ ਪਰਮ ਗਤੀ ਕਹਿੰਦੇ ਹਾਂ। ਇਸ ਪ੍ਰਕਾਰ ਕਰਕੇ ਸੋ ਆਪਣੇ ਹਿਰਦੇ ਨੂੰ ਕਾਗਜ਼ ਬਣਾ। ਜੋ ਮਤ ਗੁਰੂ ਉਪਦੇਸ਼, ਗੁਰੂ ਬਾਣੀ ਰਾਹੀਂ ਜੋ ਤੈਨੂੰ ਪ੍ਰਾਪਤ ਹੁੰਦੀ ਹੈ, ਉਸ ਦੀ ਤੂੰ ਇੰਕ ਜਾਂ ਦਵਾਤ ਬਣਾ ਕੇ ਗੁਰੂ ਦਾ ਜਸ ਆਪਣੇ ਹਿਰਦੇ ਰੂਪੀ ਕਾਗਜ਼ ਉੱਤੇ ਲਿਖ ਕੇ ਪਰਮ ਗਤੀ ਨੂੰ ਪਾਉਣਾ ਕਰ। ਚੌਪਈ ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ। ਹੁਣ ਕਵੀ ਸੰਤੋਖ ਸਿੰਘ ਜੀ, ਜਿਵੇਂ ਆਪ ਜੀ ਨੇ ਪਿਛਲੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਕਿਸ ਤਰ੍ਹਾਂ ਕਰਕੇ ਭਾਈ ਲਹਿਣੇ ਜੀ ਨੂੰ ਆਤਮ ਗਿਆਨ ਸਤਿਗੁਰਾਂ ਨੇ ਕਰਾਇਆ ਹੈ। ਜੋ ਆਤਮ ਗਿਆਨ, ਜੋ ਬ੍ਰਹਮ ਗਿਆਨ ਵੀ ਹੈ, ਜੋ ਆਤਮਾ ਦਾ ਗਿਆਨ ਹੈ, ਉਹ ਭਾਈ ਲਹਿਣੇ ਜੀ ਨੂੰ ਸਤਿਗੁਰਾਂ ਨੇ ਆਪ ਕਰਵਾਇਆ। ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਖਜ਼ਾਨੇ ਹਨ। ਇਉਂ ਉਪਦੇਸਿਓ ਤਤ ਗਿਆਨ, ਇਉਂ ਜਿਹੜਾ ਹੈ 51ਵੇਂ ਜਿਹੜੇ ਹਨ ਅਧਿਆਏ ਵਿੱਚ ਇਹ ਸਾਰਾ ਹੀ ਆਤਮ ਦਾ ਗਿਆਨ ਭਾਈ ਲਹਿਣੇ ਨੂੰ ਬਖਸ਼ਿਸ਼ ਕੀਤਾ। ਕੇਤਕ ਬਹੁਰ ਬਿਤਾਇਓ ਕਾਲਾ, ਕੁਝ ਕੁ ਸਮਾਂ ਹੋਰ ਸਤਿਗੁਰਾਂ ਨੇ ਬਤੀਤ ਕੀਤਾ ਸ੍ਰੀ ਕਰਤਾਰਪੁਰ ਵਿੱਚ। ਸੇਵਹਿ ਲਹਿਣਾ ਭਾਉ ਵਿਸਾਲਾ, ਭਾਈ ਲਹਿਣਾ ਜੀ ਬੜੇ ਹੀ ਪ੍ਰੇਮ ਦੇ ਨਾਲ, ਬਹੁਤ ਸਾਰਾ ਪ੍ਰੇਮ ਹੈ। ਸੁਮਤ ਜਿਹੜੇ ਹਨ ਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਭਾਈ ਲਹਿਣਾ ਜੀ ਬੜਾ ਪ੍ਰੇਮ ਹੁੰਦਾ ਹੈ, ਜੋ ਸੱਚਾ ਪ੍ਰੇਮ ਹੈ, ਜਿਹਦੇ ਵਿੱਚ ਜਿਹੜੇ ਹਨ ਕੋਈ ਵੀ ਇੱਛਾ ਨਹੀਂ ਰਹਿ ਗਈ। ਸੋ ਉਹ ਨਿਸ਼ਕਾਮਤਾ ਵਿੱਚ ਜਿਹੜਾ ਪ੍ਰੇਮ ਭਾਈ ਲਹਿਣੇ ਨੇ ਕੀਤਾ, ਉਸਨੂੰ ਬਹੁਤ ਵੱਡਾ ਕਿਹਾ ਹੈ ਕਵੀ ਸੰਤੋਖ ਸਿੰਘ ਜੀ ਨੇ। ਕਿਉਂ ਵੱਡਾ ਕਿਹਾ? ਕਿਉਂ ਉਹ ਪ੍ਰੇਮ ਜਿਹੜਾ ਸੀ ਸਤਿਗੁਰੂ ਨੂੰ ਭਾ ਗਿਆ, ਗੁਰੂ ਨਾਨਕ ਨੂੰ ਚੰਗਾ ਲੱਗਿਆ। ਜਿਉਂ ਤਰ ਸਾਖ ਨਿਵੈ ਫਲ ਪਾਈ। ਦੇਖੋ ਜਿਵੇਂ ਬ੍ਰਿਛ ਦੀ ਟਾਹਣੀ ਜਦੋਂ ਉਸਦਾ ਫਲ ਪੱਕਦਾ ਹੈ ਉਹ ਨੀਵਾਂ ਹੁੰਦਾ ਹੈ, ਐਸੀ ਗਤ ਲਹਿਣੇ ਠਹਿਰਾਈ। ਦੇਖੋ ਭਾਈ ਲਹਿਣੇ ਦੇ ਵਿੱਚ ਜਿਉਂ-ਜਿਉਂ ਗੁਣ ਵੱਧਦੇ ਜਾਂਦੇ ਨੇ, ਜਿਉਂ-ਜਿਉਂ ਦੈਵੀ ਗੁਣਾਂ ਦਾ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਜਿਤਨੇ ਖੁਸ਼ੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਹੁੰਦੀ ਹੈ, ਉਤਨੇ ਹੀ ਉਹ ਨਿਮਰਤਾ ਹੰਬਲ ਹੁੰਦੇ ਨੇ, ਉਤਨੇ ਹੀ ਉਹਨਾਂ ਦੇ ਵਿੱਚ ਐਸੀ ਜਿਹੜੀ ਹੈ ਸੇਵਾ ਭਾਵਨਾ ਨਿਮਰਤਾ ਵਾਲੀ ਜਾਗੀ ਹੈ। ਦੇਖ ਨਿਮਰਤਾ ਪਰਮ ਘਨੇਰੀ। ਦੇਖੋ ਦੇਖ ਨਿਮਰਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਹਿਣੇ ਤੇ ਖੁਸ਼ ਕਿਉਂ ਹਨ?
ਕਿਉਂਕਿ ਭਾਈ ਲਹਿਣੇ ਦੀ ਜਿਹੜੀ ਹੈ ਨਿਮਰਤਾ ਜਿਹੜੀ ਹੈ, ਕਿਤਨਾ ਕੁਛ ਪ੍ਰਾਪਤ ਵੀ ਹੋ ਗਿਆ। ਕਿਉਂਕਿ ਆਪ ਜੀ ਨੇ ਪਿਛਲੇ ਅਧਿਆਏ ਵਿੱਚ ਸੁਣਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਭਾਈ ਲਹਿਣੇ ਵਿੱਚ ਸ਼ਕਤੀਆਂ ਵੀ ਆ ਗਈਆਂ ਸਨ, ਰਿੱਧੀਆਂ ਸਿੱਧੀਆਂ ਉਹਨਾਂ ਨੂੰ ਫੁਰਨ ਲੱਗ ਪਈਆਂ ਸਨ, 9 ਨਿੱਧਾਂ ਉਹਨਾਂ ਦੇ ਕਦਮਾਂ ਤੇ ਸਨ। ਸਾਰੀ ਦੁਨੀਆ ਦਾ ਰਾਜ ਤੋਂ ਵੀ ਪਰੇ ਜੋ ਹੈ, ਸਾਰੀ ਦੁਨੀਆ ਦੀ ਸ਼ਕਤੀ ਮਾਇਆ ਵੀ ਉਹਨਾਂ ਦੇ ਕਦਮਾਂ ਤੇ ਸੀ। ਪਰ ਫਿਰ ਵੀ ਭਾਈ ਲਹਿਣੇ ਦੇ ਵਿੱਚ ਇੰਨੀ ਅਜਰ ਜਰਨ ਦੀ ਸ਼ਕਤੀ ਹੈ ਕਿ ਜਿਤਨੀਆਂ ਜ਼ਿਆਦਾ ਸ਼ਕਤੀਆਂ ਤੇ ਬਖਸ਼ਿਸ਼ ਹੁੰਦੀ ਹੈ, ਉਤਨੇ ਹੀ ਉਹ ਨਿਮਰਤਾ ਵਿੱਚ ਜਾਂਦੇ ਨੇ, ਉਨੇ ਹੀ ਉਹ ਹੰਬਲ ਹੁੰਦੇ ਨੇ। ਉਹਨਾਂ ਨੇ ਸਿਰਫ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਦੇਖਿਆ, ਬਾਕੀ ਜਿਹੜੀਆਂ ਇਹ ਚੀਜ਼ਾਂ ਨੇ ਰਿੱਧੀਆਂ ਸਿੱਧੀਆਂ, ਉਹਨਾਂ ਦਾ ਧਿਆਨ ਬਿਲਕੁਲ ਨਹੀਂ ਇਹਨਾਂ ਤੇ ਜਾਂਦਾ। ਇਸ ਕਰਕੇ ਪਰਮ ਘਨੇਰੀ ਕਹਿ ਲਗੇ ਉਹਨਾਂ ਦੀ ਐਸੀ ਜੋ ਸ੍ਰਿਸ਼ਟ ਕਰਕੇ ਨਿਮਰਤਾ ਹੈ, ਦੇਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿੰਨ ਪ੍ਰਤਿ ਕਿਰਪਾ ਸਵਾਏ ਬਧੇਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਜਿਹੜਾ ਹੈ ਉਹਨਾਂ ਦੀ ਨਿਮਰਤਾ ਵੱਲ ਦੇਖਦੇ ਆ, ਹੋਰ ਵੀ ਸਵਾਈ, ਹੋਰ ਵੀ ਜ਼ਿਆਦਾ ਉਹਨਾਂ ਤੇ ਕਿਰਪਾ ਕਰਦੇ ਨੇ, ਹੋਰ ਵੀ ਉਹਨਾਂ ਤੇ ਜ਼ਿਆਦਾ ਖੁਸ਼ੀ ਕਰਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਅਜਰ ਜਰਨ ਲੱਛਣ ਪਹਿਚਾਨਾ, ਅਜਰ ਨੂੰ ਜਰਨ ਵਾਲੀ ਸ਼ਕਤੀ। ਹੁਣ ਦੇਖੋ, ਅਜਰ ਜਿਹਨੂੰ ਨਹੀਂ ਜਰਿਆ ਜਾਂਦਾ, ਜਿਹੜੀ ਚੀਜ਼ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ, ਅਨਕੰਟਰੋਲੇਬਲ ਹੈ ਜਿਹੜੀ ਚੀਜ਼, ਜਿਹੜੀ ਮੈਂ ਸ਼ਕਤੀ ਹੈ ਕਿਸੇ ਵਿੱਚ, ਤਾਕਤ ਚਾਹੇ ਫਿਜ਼ੀਕਲ ਸਟਰੈਂਥ ਹੈ, ਚਾਹੇ ਉਸਦੇ ਮਨ ਵਿੱਚ ਗਿਆਨ ਦੀ ਸ਼ਕਤੀ ਹੈ, ਤੇ ਉਹਨੂੰ ਜਿਹੜਾ ਹੈ ਇਸ ਤੋਂ ਇਲਾਵਾ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਉਹਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਹੈ ਉਸ ਨੂੰ ਜਰ ਲੈਣਾ, ਕਿਸੇ ਦਾ ਕੌੜਾ ਬਚਨ ਵੀ ਜਰ ਲੈਣਾ, ਕਿਸੇ ਦਾ ਜਿਹੜਾ ਹਨ ਨੀਚ ਊਚ ਵਾਲਾ ਬਚਨ ਵੀ ਸਹਾਰ ਲੈਣਾ, ਦੁੱਖ ਵੀ ਸਹਾਰ ਲੈਣਾ, ਤੇ ਇਹ ਸਭ ਕੁਝ ਸਹਾਰਦਿਆਂ ਹੋਇਆਂ ਵੀ ਉਹ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰਨਾ, ਉਹਨਾਂ ਨੂੰ ਵਰਤਣਾ ਨਹੀਂ। ਇਹਨਾਂ ਨੂੰ ਕਹਿੰਦੇ ਅਜਰ ਨੂੰ ਜਰਨਾ ਹੈ। ਸੋ ਭਾਈ ਲਹਿਣੇ ਦੇ ਵਿੱਚ ਇਹ ਸ਼ਕਤੀ, ਇਹ ਲੱਛਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਚਾਨਿਆ। ਅਦਕ ਪ੍ਰਸਿੱਧੇ ਸ੍ਰੀ ਗਤ ਦਾਨਾ, ਅਦਕ ਕਹਿੰਦੇ ਥੋੜੇ ਨਹੀਂ, ਬਹੁਤ ਜ਼ਿਆਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਗਤੀ ਨੂੰ ਦੇਣ ਵਾਲੇ ਨੇ, ਮੁਕਤੀ ਨੂੰ ਦੇਣ ਵਾਲੇ ਨੇ, ਉਹ ਬਹੁਤ ਹੀ ਖੁਸ਼ ਹੋਏ। ਭਾਈ ਲਹਿਣੇ ਤੇ ਬਹੁਤ ਹੀ ਸਤਿਗੁਰਾਂ ਦੀ ਖੁਸ਼ੀ ਹੈ। ਇਸ ਬਿਦ ਕੋ ਰੁਖ ਜੋ ਗੁਰ ਕੇਰਾ, ਇਸ ਬਿਦ ਇਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਐਸਾ ਰੁਖ, ਐਸਾ ਜਿਹੜਾ ਹਨ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਸਿੱਧੇ ਹਨ, ਖੁਸ਼ ਹੋਏ ਹਨ ਭਾਈ ਲਹਿਣੇ ਤੇ। ਇਹ ਜਿਹੜਾ ਵਰਤਾਵਾ ਦੇਖ ਕਰਕੇ ਦਿਨ ਪ੍ਰਤ ਬਧੈ ਸਰਬ ਨਹਿ ਹੇਰਾ, ਸਾਰਿਆਂ ਜਿਹੜੇ ਹਨ ਸਿੱਖਾਂ ਨੇ, ਉਸ ਜਿਹੜੇ ਹਨ ਕਰਤਾਰਪੁਰ ਚ ਰਹਿਣ ਵਾਲੇ ਲੋਕਾਂ ਨੇ, ਹੋਰ ਵੀ ਜਿਹੜੇ ਸਿੱਖ ਆਉਂਦੇ ਜਾਂਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਰਿਵਾਰ ਹੈ ਉਹ ਸਾਰੇ ਦੇਖਦੇ ਹਨ। ਉਹਨਾਂ ਨੇ ਸਾਰੇ ਨੇ ਆਬਜ਼ਰਵ ਕੀਤਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਦਿਨੋਂ ਦਿਨ ਜਿਹੜਾ ਹਨ ਵੱਧਦਾ ਹੀ ਜਾ ਰਿਹਾ ਹੈ ਭਾਈ ਲਹਿਣੇ ਵੱਲ। ਮਿਲ ਹੈ ਪਰਸ ਪਰਕ ਹੈ ਬਣਾਈ, ਤੇ ਆਪਸ ਵਿੱਚ ਮਿਲ ਕੇ ਹਰ ਕੋਈ ਇਹੀ ਗੱਲਾਂ ਕਰਦੇ, ਇਹੀ ਵਿਚਾਰ ਕਰਦੇ ਹਨ। ਸ੍ਰੀ ਲਹਿਣੇ ਪਰ ਕਿਰਪਾ ਸਵਾਈ, ਕਹਿੰਦੇ ਦੇਖੋ ਭਾਈ ਲਹਿਣੇ ਤੇ ਤਾਂ ਬੜੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜੋ ਹਰ ਰੋਜ਼ ਵੱਧਦੀ ਹੋ ਜਾ ਰਹੀ ਹੈ। ਅਨੁਮਾਨ ਹੈ ਤੇ ਪਰੇ ਲਖਾਈ, ਕਹਿੰਦੇ ਅਨੁਮਾਨ ਹੈ ਤੇ ਕਹਿੰਦੇ ਅੰਦਾਜ਼ੇ ਤੋਂ ਵੀ ਪਰੇ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੰਨੇ ਖੁਸ਼ ਕਿਸੇ ਵੀ ਸਿੱਖ ਤੇ ਨਹੀਂ ਹੋਏ ਜਿਹੜੇ ਕਿ ਅੱਜ ਆਪਾਂ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਵੱਲ, ਭਾਈ ਲਹਿਣੇ ਜੀ ਵੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹੈ। ਇੰਨੀ ਖੁਸ਼ੀ ਗੁਰੂ ਨਾਨਕ ਸਾਹਿਬ ਜੀ ਦੀ ਕਿਸੇ ਸਿੱਖ ਤੇ ਨਹੀਂ ਹੋਈ ਹੋਗੀ। ਆਪਣੋ ਤਖਤ ਦੇਹ ਤੇ ਤਾਈ, ਇਸ ਕਰਕੇ ਅਨੁਮਾਨ ਲਾਇਆ ਜਾਂਦਾ ਹੈ, ਕਹਿੰਦੇ ਵੀ ਜਿਹੜਾ ਤਖਤ ਹੈ, ਗੁਰਿਆਈ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਹਿਣੇ ਨੂੰ ਹੀ ਦੇਣਗੇ। ਭਾਈ ਲਹਿਣਾ ਹੀ ਦੂਜਾ ਗੁਰੂ ਨਾਨਕ ਹੋ ਕੇ ਪ੍ਰਗਟ ਹੋਣਗੇ। ਸ੍ਰੀ ਚੰਦ ਸੁਤ ਲਖਮੀ ਦਾਸੰ, ਫੇਰ ਸੰਗਤਾਂ ਦੇ ਵਿੱਚ ਇਹ ਵਿਚਾਰ ਅੱਗੇ ਵੀ ਚੱਲਦੀ ਹੈ। ਕਹਿੰਦੇ ਜੋ ਬਾਬਾ ਸ੍ਰੀ ਚੰਦ ਹੈ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੇਸ਼ਟ ਪੁੱਤਰ ਹੈ, ਐਲਡਰ ਸਨ ਹੈ, ਤੇ ਉਹਨਾਂ ਤੋਂ ਛੋਟੇ ਭਾਈ ਲਖਮੀ ਦਾਸ ਜੀ ਹਨ। ਇਨਹਿ ਦੇ ਕਛ ਨਹਿ ਪ੍ਰਵਾਸੰ, ਦੇਖੋ ਇਨਹਿ ਦੇ ਕੇਵਲ ਲੋਕਾਂ ਦੇ ਵਿੱਚ ਤਾਂ ਇਹ ਗੱਲ ਹੈ ਨਾ, ਕਿਉਂਕਿ ਆਮ ਇਹ ਰੀਤੀ ਦੁਨੀਆ ਦੀ ਬਣੀ ਹੋਈ ਹੈ। ਕਹਿੰਦੇ ਭਾਵੇਂ ਆਪਣੇ ਸੇਵਕ, ਕਿਉਂਕਿ ਭਾਈ ਲਹਿਣਾ ਤਾਂ ਇੱਕ ਸੇਵਕ ਹੈ, ਇੱਕ ਸਰਵੈਂਟ ਹੈ, ਤੇ ਬਾਬਾ ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਜੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ। ਕਹਿੰਦੇ ਇਹ ਵੀ ਹੋ ਸਕਦਾ ਹੈ ਕਿ ਬਾਬਾ ਸ੍ਰੀ ਚੰਦ ਨੂੰ ਆਪਣਾ ਜੇਸ਼ਟ ਪੁੱਤਰ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਗੱਦੀ ਬਾਬਾ ਸ੍ਰੀ ਚੰਦ ਨੂੰ ਹੀ ਦੇ ਦੇਣ। ਕਹਿੰਦੇ ਕੱਚ ਨਹਿ ਪ੍ਰਵਾਸੰ, ਕੋਈ ਭਰੋਸਾ ਨਹੀਂ, ਕਿਉਂਕਿ ਅੱਜ ਤੱਕ ਦੁਨੀਆ ਵਿੱਚ ਵੀ ਤਾਂ ਐਸਾ ਹੀ ਹੋਇਆ ਹੈ ਨਾ। ਕਿਵੇਂ ਜਿਹੜਾ ਹੈ, ਭਾਵੇਂ ਰਾਮਚੰਦਰ ਜੀ ਜਿਹੜੇ ਸਨ ਉਹ ਅਵਤਾਰ ਸਨ ਤ੍ਰੇਤੇ ਦੇ, ਪਰ ਉਹਨਾਂ ਦੀ ਥਾਂ ਜਿਹੜਾ ਲਹੂ ਖੁਸ਼ ਨਹੀਂ ਲਿਆ, ਤੇ ਅੱਗੇ ਜਿਹੜਾ ਹਨ ਪਾਂਡਵਾਂ ਦੇ ਵਿੱਚੋਂ, ਪਾਂਡਵਾਂ ਦੇ ਜਿਹੜੇ ਹਨ ਅੱਗੇ ਜਿਹੜਾ ਹਨ ਉਹਨਾਂ ਦਾ ਰਾਜ ਵੀ ਆਪਣੇ ਬੱਚਿਆਂ ਨੂੰ ਹੀ ਦਿੱਤਾ ਉਹਨਾਂ ਨੇ।
ਸੋ ਉਹਨਾਂ ਦੇ ਪਰਿਵਾਰ ਤੋਂ ਕਿਤੇ ਵੀ ਜਿਹੜਾ ਹੈ ਉਹਨਾਂ ਨੇ ਗੱਦੀ ਕੋਈ ਸੇਵਕ ਨੂੰ ਨਹੀਂ ਦਿੱਤੀ। ਐਸਾ ਦੁਨੀਆ 'ਚ ਕਿਤੇ ਦੇਖਣ ਨੂੰ ਨਹੀਂ ਆਇਆ। ਇਸ ਕਰਕੇ ਕਹਿੰਦੇ ਇਨਹ ਦੇ ਕਿ ਤਾਂ ਇਹਨਾਂ ਨੂੰ ਹੀ ਦੇ ਦੇਣ ਆਪਣੇ ਸਾਹਿਬਜ਼ਾਦੇ ਜਾਣ ਕੇ। ਇਸ ਪ੍ਰਕਾਰ ਸਹਰਤ ਭਈ ਸਾਰੇ। ਇਸ ਪ੍ਰਕਾਰ ਕਰਕੇ ਐਸੀ ਜਿਹੜੀ ਪ੍ਰਸਿੱਧੀ ਹੈ, ਮਸ਼ਹੂਰੀ ਹੈ, ਐਸਾ ਜਿਹੜੀਆਂ ਗੱਲਾਂ ਹਨ ਲੋਕਾਂ ਵਿੱਚ ਹੋ ਰਹੀਆਂ ਹਨ। ਆਮ ਬੰਦੇ ਇਹ ਗੱਲਾਂ ਦੀ ਵਿਚਾਰ ਕਰ ਰਹੇ ਹਨ। ਬੈਠੇ ਆਪਹਿ ਵਿੱਚ ਉਚਾਰੇ। ਆਪਸ ਵਿੱਚ ਬੈਠ ਕੇ ਐਸੀਆਂ ਵਿਚਾਰਾਂ ਗੁਰਸਿੱਖ ਕਰਦੇ ਹਨ। ਸਿੱਖੇ ਪਰਖੇ ਜਬਹਿ ਕਿਰਪਾਲਾ। ਹੁਣ ਇਹ ਵੀ ਵਿਚਾਰ ਨਾਲ ਚੱਲਦੀ ਹੈ। ਸਿਆਣੇ ਗੁਰਸਿੱਖ ਕਹਿੰਦੇ ਹਨ ਜਦੋਂ ਸਿੱਖੀ ਪਰਖੀ ਸੀ ਨਾ, ਜੋ ਸਿੱਖੀ ਦਾ ਟੈਸਟ ਲਿਆ ਸੀ ਨਾ ਮਹਾਰਾਜ ਨੇ, ਜਦੋਂ ਦੇਖਿਆ ਸੀ ਵੀ ਕੌਣ ਸੱਚਾ ਗੁਰਸਿੱਖ ਹੈ, ਜਿਹਨੇ ਕਿ ਗੁਰੂ ਦੀ ਕਰਨੀ ਵੱਲ ਨਹੀਂ ਦੇਖਿਆ, ਗੁਰੂ ਮਹਾਰਾਜ ਦੇ ਉਪਦੇਸ਼ ਵੱਲ ਜਿਹਨੇ ਧਿਆਨ ਦਿੱਤਾ। ਗੁਰੂ ਦਾ ਉਪਦੇਸ਼ ਭਾਵੇਂ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ, ਪਰ ਜਿਹਨੇ ਗੁਰੂ ਦੇ ਜਿਹੜਾ ਹਨ ਇੰਸਟਰਕਸ਼ਨ ਦੇ ਉੱਤੇ, ਗੁਰੂ ਦੇ ਉਪਦੇਸ਼ ਉੱਤੇ, ਗੁਰੂ ਦੇ ਆਦੇਸ਼ ਉੱਤੇ ਭਰੋਸਾ ਰੱਖਿਆ, ਨਾ ਕਿ ਗੁਰੂ ਦੀ ਹਾਲਾਤ ਵੱਲ ਦੇਖਿਆ ਵੀ ਗੁਰੂ ਕੀ ਕਰ ਰਿਹਾ ਹੈ। ਐਸੇ ਜਿਹੜੇ ਗੁਰਸਿੱਖ ਨੇ, ਗੁਰਸਿੱਖ ਜਿਹੜੇ ਹਨ ਕਦੇ ਵੀ ਗੁਰੂ ਦੀ ਕਰਨੀ ਵੱਲ ਨਹੀਂ ਦੇਖਦੇ, ਗੁਰੂ ਦੀ ਜਿਹੜੇ ਹਨ ਗੁਰੂ ਦੇ ਉਪਦੇਸ਼ ਨੂੰ ਹੀ ਮੰਨਦੇ ਹਨ। ਇੱਥੇ ਗੁਰਸਿੱਖੀ ਖੜੀ ਹੈ। ਇਸ ਪ੍ਰਕਾਰ ਕਰਕੇ ਹੁਣ ਜਿਹੜੇ ਗੁਰਸਿੱਖ ਨੇ ਉਹ ਕਹਿੰਦੇ ਸਿੱਖੀ ਜਦੋਂ ਪਰਖੀ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਜਿਹਦੇ ਵਿੱਚ ਦੇਖੋ ਉਹ ਸਿੱਖੀ ਪਰਖੀ ਵੀ ਕਿਹੜੇ ਤਰੀਕੇ ਨਾਲ, ਕਹਿੰਦੇ ਬੜੀ ਔਖੀ ਤਰੀਕੇ ਨਾਲ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ। ਮਹਾਰਾਜ ਦੇ ਕਿੰਨੇ ਲੇਅਰ ਸੀਗੇ, ਕਿੰਨੇ ਲੇਅਰ ਕਰਕੇ ਅਖੀਰ ਕਰ ਭਾਈ ਲੈਣਾ ਹੀ ਪਾਸ ਹੋਏ। ਕਿਉਂਕਿ ਜਿੰਨਾ ਜਿਹੜਾ ਹੈ ਸਟੂਡੈਂਟ ਵਿਦਿਆਰਥੀ ਹੁਸ਼ਿਆਰ ਹੋਣ, ਇੰਟੈਲੀਜੈਂਟ ਹੋਣ, ਐਗਜ਼ਾਮ ਉਨਾ ਹੀ ਔਖਾ ਹੁੰਦਾ ਹੈ। ਤੇ ਜਿਉਂ ਜਿਹੜਾ ਹੈ ਕਿਸੇ ਨੂੰ ਫਿਲਟਰ ਕਰੀਦਾ ਹੈ ਨਾ, ਉਨਾ ਹੀ ਜਿਹੜਾ ਐਗਜ਼ਾਮ ਹੋਰ ਟਫ ਹੋ ਜਾਂਦਾ ਹੈ, ਹੋਰ ਡਿਫਿਕਲਟ ਹੋ ਜਾਂਦਾ ਹੈ, ਹੋਰ ਚੈਲੰਜਿੰਗ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਈ ਲੈਣੇ ਤੱਕ ਤਾਂ ਆ ਕੇ ਤਾਂ ਮੁਰਦੇ ਖਾਣ ਦੀ ਵੀ ਗੱਲ ਆ ਗਈ ਸੀ। ਦੇਖੋ ਕਿੰਨਾ ਇਹ ਜਿਹੜਾ ਹੈ ਮਹਾਰਾਜ ਨੇ ਐਸਾ ਐਗਜ਼ਾਮ ਲਿਆ। ਕਹਿੰਦੇ ਗੁਰਸਿੱਖੀ ਨੂੰ ਪਰਖਿਆ ਸੀ ਕਿਰਪਾ ਦੇ ਘਰ ਨੇ। ਨਿਸ਼ਚਲ ਰਹਿਓ ਸਰਬ ਹੀ ਕਾਲਾ। ਨਿਸ਼ਚਲ ਕਹਿੰਦੇ ਭਾਈ ਲੈਣਾ ਨਹੀਂ ਕਿਤੇ ਵੀ ਡੋਲਿਆ, ਬਾਕੀ ਸਾਰੇ ਡੋਲ ਗਏ। ਸਾਰਿਆਂ ਨੇ ਗੁਰੂ ਨਾਨਕ ਦਾ ਸਾਥ ਛੱਡ ਦਿੱਤਾ, ਸਾਰੇ ਛੱਡ ਕੇ ਲੁਕ ਗਏ, ਭੱਜ ਕੇ ਘਰਾਂ ਨੂੰ ਚਲੇ ਗਏ। ਪਰ ਇੱਕ ਭਾਈ ਲੈਣਾ ਹੈ ਜਿਹਨੇ ਗੁਰੂ ਨਾਨਕ ਦਾ ਸਾਥ ਨਹੀਂ ਛੱਡਿਆ। ਇੱਥੋਂ ਤੱਕ ਕਿ ਮੁਰਦਾ ਖਾਣ ਨੂੰ ਵੀ ਅਗਰੀਟ ਹੋਏ, ਮੁਰਦਾ ਵੀ ਖਾਧਾ ਉਹਨਾਂ ਨੇ। ਜਾਂ ਤੇ ਦੇਨ ਨਿਆਏ ਹੈ ਤਾਂ ਇਸ ਕਰਕੇ ਗੁਰਸਿੱਖ ਕਹਿੰਦੇ ਹਨ ਜੇ ਨਿਆਏ ਦੇਖਿਆ ਜਾਵੇ, ਜੇ ਕਹਿੰਦੇ ਜਸਟਿਸ ਕੀਤਾ ਜਾਵੇ ਤਾਂ ਭਾਈ ਲੈਣੇ ਨੂੰ ਹੀ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ। ਕਿਉਂਕਿ ਭਾਈ ਲੈਣੇ ਵਰਗਾ ਕੋਈ ਗੁਰਸਿੱਖ ਨਹੀਂ ਹੋ ਸਕਦਾ। ਅਚਰਜ ਕਿਛ ਨਾ ਲਖੋ ਮਨ ਮਾਹੀ। ਕਹਿੰਦੇ ਅਚਰਜ, ਕਹਿੰਦੇ ਇਹ ਅਚਰਜ ਹੈ। ਇਹ ਐਸਾ ਜਿਹੜਾ ਖੇਡ ਹੈ, ਹੈਰਾਨ ਕਰਨ ਵਾਲਾ ਹੈ ਗੁਰੂ ਸਾਹਿਬ ਜੀ ਦਾ, ਜਿਹੜਾ ਕਿ ਕਿਸੇ ਦੇ ਮਨ ਵਿੱਚ ਇਹ ਗੱਲ ਸਮਝ ਨਹੀਂ ਪੈਂਦੀ। ਪਰ ਇਹ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਟੈਸਟ ਜਿਹੜਾ ਹੈ ਨਾ, ਇਹ ਉਹੀ ਪਾਸ ਕਰੇਗਾ ਜਿਹਨੂੰ ਅਟੁੱਟ ਭਰੋਸਾ ਹੋਵੇਗਾ, ਅਨਡਾਊਟਫੁਲ ਭਰੋਸਾ, ਫੇਥ ਜਿਹਦਾ ਗੁਰੂ ਨਾਨਕ ਤੇ ਹੋਵੇਗਾ ਨਾ, ਪਾਸ ਵੀ ਤਾਂ ਉਹਨੇ ਹੋਣਾ ਹੈ ਨਾ। ਜਿਹੜੇ ਆਪਣੇ ਵਰਗੇ ਸੋਚਣ ਵਾਲੇ ਹੁੰਦੇ ਨਾ, ਇੰਟੈਲੀਜੈਂਟ ਲੋਕ, ਜਿਵੇਂ ਅੱਜ ਕੱਲ੍ਹ ਕਿਸੇ ਨੂੰ ਕਹਿ ਦਈਏ ਨਾ ਤੂੰ ਬਾਣੀ ਪੜ੍ਹਿਆ ਕਰ, ਕਹਿੰਦੇ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ ਜੇ ਸਮਝ ਨਾ ਆਵੇ, ਜੇ ਜਿਹੜਾ ਹਾਂਜੀ ਅੰਡਰਸਟੈਂਡ ਨਾ ਹੋਈਏ ਤਾਂ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ। ਕਈਆਂ ਨੂੰ ਮੈਂ ਸੁਣਿਆ ਇਹ ਗੱਲ ਕਰਦਿਆਂ ਨੂੰ, ਬਹੁਤ ਇੰਟੈਲੀਜੈਂਟ ਹੋ ਗਏ ਨਾ, ਉਹਨਾਂ ਵਿੱਚ ਐਡੀ ਬੁੱਧੀ ਆ ਗਈ ਕਿ ਗੁਰਬਾਣੀ ਨੂੰ ਸਮਝ ਸਕਣਗੇ। ਦੇਖੋ ਗੁਰੂ ਦਾ ਉਪਦੇਸ਼ ਇਹ ਹੈ ਤੇ ਪਹਿਲਾਂ ਤੂੰ ਬਾਣੀ ਪੜ੍ਹਨੀ ਹੈ, ਤੇਰਾ ਹੈ ਜਿਹੜਾ ਹੈ ਅੱਗੇ ਜਿਹੜਾ ਵਿਚਾਰ ਹੈ ਉਹ ਅੱਗੇ ਕਰਨਾ ਹੈ। ਪੜ੍ਹਨੀ ਜ਼ਰੂਰੀ ਹੈ। ਕਈ ਤਾਂ ਨਿਤਨੇਮ ਕਰਨਾ ਛੱਡ ਦਿੱਤਾ, ਕਹਿੰਦੇ ਹਰ ਰੋਜ਼ ਆਪਾਂ ਜਪਜੀ ਸਾਹਿਬ ਪੜ੍ਹੀ ਜਾਂਦੇ, ਜੇ ਸਮਝ ਨਹੀਂ ਆਉਂਦੀ ਤਾਂ ਪੜ੍ਹਨ ਦਾ ਫਾਇਦਾ ਕੀ ਹੈ। ਗੁਰੂ ਦਾ ਅੰਤ ਵੱਲ ਜਾਂਦੇ ਨੇ, ਗੁਰੂ ਦੀ ਕਰਨੀ ਵੱਲ ਦੇਖਦੇ ਨੇ। ਇਹਨੂੰ ਕਹਿੰਦੇ ਆ ਗੁਰੂ ਦੀ ਕਰਨੀ ਵੱਲ ਦੇਖਣਾ, ਗੁਰੂ ਦੀ ਸਮਝ ਵੱਲ ਜਾਣਾ ਵੀ ਗੁਰੂ ਨੇ ਇਹ ਸ਼ਬਦ, ਇਹ ਪੰਕਤੀ ਕਿਉਂ ਕਹੀ ਹੈ, ਕਿਉਂਕਿ ਜਿਹੜਾ ਹਨ ਇਹ ਪੰਕਤੀ ਦਾ ਮਤਲਬ ਕੀ ਆ ਐਟ ਦੀ ਐਂਡ ਵਿੱਚ। ਸੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਹ ਜਿਹੜੀਆਂ ਹਨ ਮੂਰਖਤਾ ਹੈ, ਇਹ ਮੂਰਖਤਾ ਵਾਲੀਆਂ ਗੱਲਾਂ ਹੁੰਦੀਆਂ ਨੇ। ਜੇ ਗੁਰੂ ਦਾ ਉਪਦੇਸ਼ ਮੰਨੀਏ ਤਾਂ ਗੁਰੂ ਦੇ ਉਪਦੇਸ਼ ਮੰਨਣ ਦੇ ਵਿੱਚ ਹੀ ਗੁਰੂ ਦੀ ਕਿਰਪਾ ਹੁੰਦੀ ਹੈ। ਸੁਣੀ ਸੁਲੱਖਣੀ ਸੁਧ ਅਸਕਾਨਾ। ਜਦੋਂ ਮਾਤਾ ਸੁਲੱਖਣੀ ਜੀ ਨੇ ਵੀ ਐਸੀਆਂ ਰੂਮਸ ਜਿਹੜੀਆਂ ਸਨ ਉਸ ਕਰਤਾਰਪੁਰ ਵਿੱਚ ਸੁਣੀਆਂ, ਹਿਰਦੇ ਉਪਜੋ ਖੋਬ ਮਹਾਨਾ, ਉਹਨਾਂ ਦੇ ਮਨ ਵਿੱਚ ਬੜਾ ਦੁੱਖ ਆਇਆ। ਕਹਿੰਦੇ ਉਹਨਾਂ ਮਨ ਵਿੱਚ ਬੜਾ ਇਹ ਜਿਹੜੇ ਹੈ ਗੱਲ ਦੀ ਪੀੜਾ ਹੋਈ ਮਾਤਾ ਸੁਲੱਖਣੀ ਜੀ ਨੂੰ। ਚਿੰਤਾਤੁਰ ਹੋਏ ਤੂਰਨ ਆਈ। ਮਾਤਾ ਸੁਲੱਖਣੀ ਜੀ ਬੜੇ ਚਿੰਤਾਤੁਰ ਹੋਏ, ਬੜਾ ਉਹਨਾਂ ਨੂੰ ਫਿਕਰ ਲੱਗਿਆ, ਉਹ ਵਰਿਟ ਹੋ ਗਏ। ਜਹ ਧਰਮਸਾਲ ਹੁਤੇ ਜਗ ਸਾਈਂ, ਜਿੱਥੇ ਧਰਮਸਾਲਾ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ, ਦ્વੈ ਸੁਤ ਬੈਠੇ ਤਹਾਂ ਸਮੀਪਾ, ਉੱਥੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਵੀ ਬੈਠੇ ਸਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਸੇਵਹਿ ਪਦ ਤੇਹਨ ਕੁਲ ਦੀਪਾ, ਬਾਬਾ ਲਹਿਣਾ ਜੀ ਜੋ ਤ੍ਰੇਹਨ ਕੁਲ ਦੇ ਦੀਪ ਜਿਹੜੇ ਹਨ ਪ੍ਰਕਾਸ਼ ਕਰਨ ਵਾਲੇ ਹਨ,
ਬਾਬਾ ਲਹਿਣਾ ਜੀ ਬੈਠੇ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੇਵਾ ਕਰ ਰਹੇ ਸਨ। ਔਰ ਸਿੱਖ ਕੇਤਕ ਨਿਜ ਕਾਨੇ, ਹੋਰ ਵੀ ਕਿੰਨੇ ਹੀ ਸਿੱਖ ਬੈਠੇ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ। ਤਹ ਚਲ ਆਈ ਮਨ ਮੁਰਝਾਨੇ, ਉਸ ਵੇਲੇ ਮਾਤਾ ਸੁਲੱਖਣੀ ਜੀ ਬੜੇ ਦੁੱਖ ਵਿੱਚ, ਮਨ ਕੁਮਲਾਇਆ ਹੋਇਆ ਹੈ, ਮਨ ਵਿੱਚ ਦੁੱਖ ਹੈ, ਪੀੜਾ ਹੈ। ਇਉਂ ਚੱਲ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਤੀ ਕੋਲ ਆਈ ਮਾਤਾ ਜੀ। ਬੈਠ ਸਮੀਪ ਕਹੀ ਅਸਬਾਨੀ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਮਾਤਾ ਸੁਲੱਖਣੀ ਜੀ ਨੇ ਇਉਂ ਕਿਹਾ, ਸੁਨ ਸ੍ਰੀ ਚੰਦ ਪਿਤਾ ਗੁਣ ਖਾਨੀ। ਹੇ ਬਾਬਾ ਸ੍ਰੀ ਚੰਦ, ਹੇ ਸ੍ਰੀ ਚੰਦ ਦੇ ਪਿਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੰਬੋਧਨ ਕੀਤਾ, ਸ੍ਰੀ ਚੰਦ ਦੇ ਪਿਤਾ, ਤੁਸੀਂ ਗੁਣਾ ਦੀ ਖਾਨ, ਗੁਣਾ ਦੇ ਟ੍ਰੈਸ਼ਰ ਹੋ। ਕਿਉਂ ਵਿਪਰੀਤ ਆਪ ਮਨ ਠਾਨੀ, ਕਹਿਣਗੇ ਕਿਉਂ ਤੁਸੀਂ ਆਪਣੇ ਮਨ ਵਿੱਚ ਵਿਪਰੀਤ ਹੁੰਦੀ ਹੈ ਜਿਹੜੀ ਕਿ ਇੱਕ ਕਾਮਨ ਰੂਲ ਤੋਂ ਉਲਟ ਹੋਵੇ, ਜੋ ਕਾਮਨ ਰੂਲ ਦੇ ਅਗੇਂਸਟ ਹੋਵੇ, ਜੋ ਕਾਮਨ ਪ੍ਰੈਕਟਿਸ ਦੇ ਜਿਹੜਾ ਹਨ ਉਲਟ ਹੋਵੇ। ਸੋ ਜਿਹੜਾ ਹਾਂ ਕਹਿੰਦੀ ਅਨਕਾਮਨ ਜਿਹੜੀ ਗੱਲ ਤੁਸੀਂ ਕਿਉਂ ਕਰ ਰਹੇ ਹੋ, ਕਿਉਂ ਵਿਪਰੀਤ ਕਰ ਰਹੇ ਹੋ, ਕਿਉਂ ਤੁਸੀਂ ਆਪਣੇ ਮਨ 'ਚ ਐਸਾ ਫੈਸਲਾ ਕਰ ਰਹੇ ਹੋ। ਕਰੋ ਰੀਤ ਜਗ ਪਰਮ ਸੁਹਾਨੀ, ਦੇਖੋ ਤੁਹਾਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਕਾਮਨ ਰੀਤ ਚੱਲਦੀ ਹੈ, ਕਾਮਨ ਪ੍ਰੈਕਟਿਸ ਹੈ ਸੰਸਾਰ ਦੀ, ਤੁਹਾਨੂੰ ਉਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਸਭ ਬਿਦ ਲਾਇਕ ਤਾਤ ਤੁਮਾਰੇ, ਦੇਖੋ ਤੁਹਾਡੇ ਪੁੱਤਰਾਂ ਵੱਲ ਦੇਖੋ, ਲਾਇਕ ਹਨ। ਬਾਬਾ ਸ੍ਰੀ ਚੰਦ ਜੀ ਬੜੇ ਪੜ੍ਹੇ ਲਿਖੇ ਹਨ, ਇਹ ਗੱਲ ਆਪਾਂ ਨੂੰ ਕਿਤੇ ਭੁੱਲਣੀ ਨਹੀਂ ਚਾਹੀਦੀ। ਬਾਬਾ ਸ੍ਰੀ ਚੰਦ ਜਿਹੜੇ ਸਨ ਉਹ ਵੇਦ ਪੁਰਾਣ ਸ਼ਾਸਤਰ ਸਿਮਰਤੀਆਂ ਸਾਰੇ ਪੜ੍ਹੇ ਹੋਏ ਸਨ। ਉਸ ਵੇਲੇ ਦਾ ਜਿੰਨਾ ਗਿਆਨ ਸੀ ਨਾ, ਬਾਬਾ ਸ੍ਰੀ ਚੰਦ ਪੜ੍ਹੇ ਹੋਏ ਸਨ, ਬਾਬਾ ਲਖਮੀ ਦਾਸ ਪੜ੍ਹੇ ਹੋਏ ਸਨ। ਇਹ ਹੁਣ ਨਾ ਕਹਿ ਲਿਓ ਵੀ ਗੁਰੂ ਨਾਨਕ ਸਾਹਿਬ ਜੀ ਛੱਡ ਕੇ ਚਲੇ ਗਏ ਸਨ, ਉਹ ਪੜ੍ਹੇ ਹੀ ਨਹੀਂ ਜੀ। ਬਹੁਤ ਪੜ੍ਹੇ ਲਿਖੇ ਸੀ ਜੀ। ਉਹਨਾਂ ਨੇ ਵਿਦਿਆ ਜਿਹੜੀ ਪੜ੍ਹੀ ਸੀ ਨਾ ਭਾਈ ਲਹਿਣੇ ਤੋਂ ਕਿਤੇ ਜ਼ਿਆਦਾ ਪੜ੍ਹੀ ਹੋਈ ਸੀ, ਕਿਉਂਕਿ ਬਹੁਤ ਸਿਆਣੇ ਸੀ, ਬਹੁਤ ਇੰਟੈਲੀਜੈਂਟ ਸਨ ਉਹ। ਕਹਿਣ ਲੱਗੇ ਇਸ ਕਰਕੇ ਤੁਹਾਡੇ ਪੁੱਤਰ ਜਿਹੜੇ ਹਨ ਬੜੇ ਲਾਇਕ ਹਨ, ਕੁਆਲੀਫਾਈਡ ਹਨ। ਪ੍ਰੀਤ ਨਾ ਕਰੋ ਤਿਨਹੋ ਸੰਗਾਰੇ, ਪਰ ਤੁਸੀਂ ਉਹਨਾਂ ਨਾਲ ਪ੍ਰੇਮ ਨਹੀਂ ਕਰਦੇ, ਤੁਸੀਂ ਆਪਣੇ ਪੁੱਤਰਾਂ ਨਾਲ ਪਿਆਰ ਨਹੀਂ ਕਰਦੇ। ਜਗ ਮੈਂ ਜਿਨ ਤੇ ਬੰਸ ਬਧੇਰਾ, ਹੁਣ ਦੇਖੋ ਮਾਤਾ ਸੁਲੱਖਣੀ ਜੀ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਇੱਕ ਗੱਲ ਯਾਦ ਰੱਖਿਓ, ਤੁਹਾਡੀ ਜਨਰੇਸ਼ਨ ਜਿਹੜੀ ਆ ਨਾ, ਇਹ ਬਾਬਾ ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਨਾਲ ਹੀ ਅੱਗੇ ਚੱਲਣੀ ਹੈ। ਸੋ ਜਸ ਹੋਏ ਸਭ ਵਿਖੇ ਕਨੇਰਾ, ਫੇ ਤੁਹਾਡਾ ਜਸ, ਤੁਹਾਡਾ ਨਾਂ ਦੁਨੀਆ ਤੇ ਕਿਵੇਂ ਰਹੇਗਾ ਜੇ ਤੁਹਾਡੇ ਪੁੱਤਰਾਂ ਦੇ ਅੱਗੇ ਪੁੱਤਰ ਹੋਣਗੇ, ਉਹਨਾਂ ਦੇ ਪੁੱਤਰ ਹੋਣਗੇ। ਇਹ ਲੀਨੇਜ ਜਿਹੜੀ ਹੈ, ਤੁਹਾਡੀ ਜਨਰੇਸ਼ਨ ਇਸ ਤਰ੍ਹਾਂ ਚੱਲੇਗੀ ਜਿਸ ਕਰਕੇ ਤੁਹਾਡਾ ਜਸ ਦੁਨੀਆ ਵਿੱਚ ਹੁੰਦਾ ਰਹੇਗਾ। ਹੁਣ ਇਹ ਗੱਲ ਜਿਹੜੀ ਹੈ ਮਾਤਾ ਸੁਲੱਖਣੀ ਜੀ ਨੇ ਕੋਈ ਅਨਹੋਣੀ ਗੱਲ ਨਹੀਂ ਕੀਤੀ, ਐਸਾ ਹੀ ਹੁੰਦਾ ਹੈ। ਅੱਜ ਕੱਲ੍ਹ ਜਿਹੜਾ ਹਨ ਉਹ ਸਮੇਂ ਤੋਂ ਲੈ ਕੇ ਅੱਜ ਤੱਕ ਹਰ ਇੱਕ ਪਰਿਵਾਰ ਜਿਹੜਾ ਹਨ ਚਾਹੁੰਦੇ ਹਨ ਸਾਡੇ ਪੁੱਤਰ ਹੋਣ, ਕਿਉਂਕਿ ਪੁੱਤਰਾਂ ਤੋਂ ਅੱਗੇ ਉਹ ਕਹਿੰਦੇ ਵੰਸ਼ ਵੱਧਦੀ ਹੈ। ਸੋ ਵੰਸ਼ ਵਧਣ ਦੀ ਗੱਲ ਇਹ ਹੁੰਦੀ ਹੈ ਕਿ ਸਾਡਾ ਨਾਂ ਰਹਿ ਜਾਵੇ, ਵੀ ਜਿਹੜੇ ਹਨ ਸਾਡੇ ਪੋਤਰੇ ਹੋਣਗੇ, ਉਹ ਸਾਡਾ ਗੋਤ ਜਿਹੜਾ ਹੁੰਦਾ ਹੈ ਉਹ ਕੈਰੀ ਔਨ ਕਰਨਗੇ, ਅੱਗੇ ਜਾਏਗਾ। ਸੋ ਸਾਡਾ ਨਾਂ ਰਹਿ ਜਾਏਗਾ। ਮਾਤਾ ਸੁਲੱਖਣੀ ਜੀ ਨੇ ਵੀ ਇਹੀ ਗੱਲ ਕੀਤੀ ਜਿਹੜੀ ਕਾਮਨ ਸੀ ਸਾਰਿਆਂ ਵਿੱਚ, ਰਹੇ ਨਾਮ ਜਿਨ ਤੇ ਬਖਿਆ। ਦੇਖੋ ਤੁਹਾਡਾ ਨਾਂ ਪ੍ਰਗਟ ਰਹੇਗਾ ਦੁਨੀਆ ਵਿੱਚ ਤੁਹਾਡੇ ਪੁੱਤਰਾਂ ਕਰਕੇ। ਅਮੁਕੇ ਕੀ ਕੁਲ ਜਗਤ ਸੁਹਾਤੀ, ਤੇ ਸਾਡੀ ਕੁਲ ਜਿਹੜੀ ਹੈ ਕਹਿੰਦੇ ਫੇਰ ਤੁਹਾਡੀ ਕੁਲ ਜਿਹੜੀ ਇਸ ਤਰ੍ਹਾਂ ਹੀ ਜਿਹੜੀ ਹੈ ਪ੍ਰਗਟ ਰਹੇਗੀ। ਲੋਕੋਂਗੇ ਆ ਫਲਾਣੀ ਕੁਲ ਬੇਦੀ ਕੁਲ, ਹਾਂਜੀ ਹਾਂਜੀ ਗੁਰੂ ਨਾਨਕ, ਹਾਂਜੀ ਉਹ ਇਹਨਾਂ ਦਾ ਪੁੱਤਰ ਹੈ, ਪੋਤਰਾ ਹੈ, ਪੜਪੋਤਰਾ ਹੈ। ਇੱਥੋਂ ਫੇਰ ਕਹਿੰਦੇ ਇਹ ਜਿਹੜਾ ਹਨ ਸੋਭਾ ਦਿੰਦੀ ਹੈ, ਲੋਕਾਂ ਦੇ ਵਿੱਚ ਜਸ ਵੱਧਦਾ ਹੈ। ਇਸ ਪ੍ਰਕਾਰ ਕਰਕੇ ਲੋਕਾਂ ਨੂੰ ਜਿਹੜਾ ਹੈ ਇਹੀ ਰਹਿੰਦਾ ਹੈ ਕਿ ਸਾਡੀ ਕੁਲ ਬਚ ਜਾਵੇ ਦੁਨੀਆ ਤੇ। ਅਸ ਗੁਣਕਾਰ ਸੁਤਨ ਕੋ ਤਿਆਗਾ, ਇਸ ਕਰਕੇ ਇੰਨੇ ਗੁਣਾਂ ਵਾਲੇ ਆਪਣੇ ਪੁੱਤਰਾਂ ਨੂੰ ਛੱਡ ਕੇ ਤੁਹਾਡਾ ਨਾਂ ਅੱਗੇ ਕੈਰੀ ਔਨ ਕਰਨ ਵਾਸਤੇ, ਤੁਹਾਡਾ ਨਾਂ ਅੱਗੇ ਲਿਜਾਣ ਵਾਸਤੇ, ਕਈ ਪੀੜ੍ਹੀਆਂ ਕਈ ਜਨਰੇਸ਼ਨ ਤੱਕ ਤੁਹਾਡਾ ਨਾਂ ਲਿਜਾਣ ਵਾਲੇ ਤੁਸੀਂ ਉਹਨਾਂ ਨੂੰ ਛੱਡ ਰਹੇ ਹੋ। ਤੇ ਤੁਸੀਂ ਆਪਣੇ ਸੇਵਕ ਨੂੰ ਦੋਗੇ ਤਾਂ ਕੀ ਹੋਵੇਗਾ? ਤੁਹਾਡੀ ਜਨਰੇਸ਼ਨ ਤਾਂ ਜਿਹੜਾ ਹਨ ਇਸ ਤਰ੍ਹਾਂ ਹੀ ਰਹਿ ਜਾਏਗੀ। ਕਰੋ ਦਾਸ ਪਰ ਬਹੁ ਅਨੁਰਾਗਾ, ਦੇਖੋ ਮੈਂ ਦੇਖਦੀ ਹਾਂ ਤੁਸੀਂ ਆਪਣੇ ਦਾਸ ਭਾਈ ਲਹਿਣੇ ਤੇ ਬੜਾ ਹੀ ਪਿਆਰ ਕਰਦੇ ਹੋ, ਬੜਾ ਝੁਕਾਓ ਹੈ ਤੁਹਾਡਾ ਬੜਾ ਇੰਟਰਸਟ ਹੈ। ਤੁਸੀਂ ਭਾਈ ਲਹਿਣੇ ਨੂੰ ਹਮੇਸ਼ਾ ਹੀ ਅੱਗੇ ਰੱਖਦੇ ਹੋ। ਦੋਹਰਾ ਬਹੁਰ ਕਲਾ ਨਿਜ ਵਸਤ ਜੋ ਦਈ ਚਹਿਤ ਹੋ ਤਾਹੇ, ਕਹਿਣਗੇ ਬਹੁਰ ਕਲਾ ਨਿਜ ਵਸਤ ਜੋ, ਕਹਿਣਗੇ ਜਿੰਨੀਆਂ ਸ਼ਕਤੀਆਂ ਹਨ, ਕਹਿਣ ਲੱਗੇ ਸੋ ਉਹ ਤਾਂ ਤੁਸੀਂ ਦੇ ਦਿਓ ਭਾਈ ਲਹਿਣੇ ਨੂੰ, ਕੋਈ ਗੱਲ ਨਹੀਂ, ਜਿੰਨੀ ਵਡਿਆਈ ਦੇਣੀ ਆ ਦੇ ਦਿਓ, ਪਰ ਗੁਰਤਾ ਗੱਦੀ ਇਹ ਨਾ ਦਿਓ। ਬਾਕੀ ਜਿੰਨਾ ਕੁਛ ਹੈਗਾ ਸ਼ਕਤੀਆਂ ਦੇਣੀਆਂ, ਤੁਸੀਂ ਬਖਸ਼ਿਸ਼ ਕਰਨੀ, ਰਿੱਧੀਆਂ ਸਿੱਧੀਆਂ ਦੇਣੀਆਂ, ਉਹ ਦੇ ਦਿਓ ਜਿੰਨੀਆਂ ਮਰਜੀ, ਪਰ ਗੱਦੀ ਆਪਣੇ ਪੁੱਤਰਾਂ ਨੂੰ ਹੀ ਦਿਓ। ਤਾਤਨ ਤੇ ਅਧਿਕਾਏ ਕਰ ਬੈਠਾ ਰਹੋ ਜਗ ਮਾਹੇ, ਜੇ ਕਹਿੰਦੇ ਤੁਸੀਂ ਆਪਣੇ ਪੁੱਤਰਾਂ ਤੋਂ ਆਪਣੇ ਸੇਵਕ ਭਾਈ ਲਹਿਣੇ ਨੂੰ ਵੱਡਾ ਕਰਕੇ ਗੱਦੀ ਤੇ ਬਿਠਾ ਦਿੱਤਾ
ਤਾਂ ਫਿਰ ਕੀ ਹੋਵੇਗਾ? ਚੌਪੇ ਅਵਤਾਰ ਆਦਿਕ ਭਏ ਅਗਾਰੀ। ਦੇਖੋ ਕਹਿੰਦੇ ਫੇਰ ਤਾਂ ਤੁਹਾਡੇ ਬੱਚੇ ਮੰਗਤੇ ਬਣ ਜਾਣਗੇ, ਜਿਹੜਾ ਤੁਹਾਡਾ ਸੇਵਕ ਜਿਹੜਾ ਹੈ ਉਹ ਮਾਲਕ ਬਣ ਜਾਏਗਾ। ਕਹਿੰਦੇ ਤੁਹਾਡੇ ਬੱਚੇ ਫਿਰ ਉਹਦੇ ਤੋਂ ਮੰਗ ਕੇ ਖਾਇਆ ਕਰਨਗੇ। ਸੋ ਇਹ ਜਿਹੜੇ ਹਨ ਭਾਵਨਾ ਜਿਹੜੀ ਹੈ ਭਾਈ ਮਾਤਾ ਸੁਲੱਖਣੀ ਜੀ ਨੇ ਉਜਾਗਰ ਕੀਤੀ, ਪ੍ਰਗਟ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਤੇ ਕਹਿੰਦੇ ਹੁਣ ਮਾਤਾ ਸੁਲੱਖਣੀ ਜੀ ਜਿਹੜੇ ਹਨ, ਦੇਖੋ ਮਾਤਾ ਸੁਲੱਖਣੀ ਜੀ ਵੀ ਪੜ੍ਹੇ ਲਿਖੇ ਸਨ। ਕਹਿੰਦੇ ਦੇਖੋ ਪਤੀ ਦੇਵ, ਕਹਿੰਦੇ ਜਿੰਨੇ ਵੀ ਅਵਤਾਰ ਹੋਏ ਹਨ, ਪ੍ਰੋਫਿਟਸ ਹੋਏ ਹਨ ਦੁਨੀਆ ਤੇ, ਕਿਨਹੁ ਕਬ ਐਸੀ ਮਤ ਧਾਰੀ। ਕਿਸੇ ਨੇ ਵੀ ਐਸਾ ਨਹੀਂ ਕੀਤਾ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਗੱਦੀ ਦਿੱਤੀ ਹੋਵੇ। ਹੋਤ ਸੁਤਨ ਕੇ ਦਾਸ ਵਧਾਵਾ। ਦੇਖੋ ਹੋਤ ਸੁਤਨ ਕੇ ਦਾਸ ਵਧਾਵਾ, ਆਪਣੇ ਦਾਸ ਨੂੰ ਆਪਣੇ ਪੁੱਤਰਾਂ ਨਾਲੋਂ ਵੱਡਾ ਕੀਤਾ ਹੋਵੇ, ਐਸਾ ਨਹੀਂ ਹੋਇਆ ਦੁਨੀਆ ਤੇ ਕਿਤੇ ਵੀ। ਹਮੇਸ਼ਾ ਪੁੱਤਰਾਂ ਨੂੰ ਵੱਡਾ ਥਾਂ ਦਿੱਤਾ ਜਾਂਦਾ, ਸੇਵਕ ਨੂੰ ਸੇਵਕ ਦੇ ਥਾਂ ਤੇ ਰੱਖਿਆ ਜਾਂਦਾ ਹੈ। ਨਿਜ ਸਥਾਨ ਹੈ ਤਾਹੇ ਬਿਠਾਵਾ। ਤੇ ਆਪਣੇ ਥਾਂ ਤੇ ਹਮੇਸ਼ਾ ਆਪਣੇ ਪੁੱਤਰਾਂ ਨੂੰ ਹੀ ਬਿਠਾ ਕੇ, ਆਪਣੇ ਪੋਤਰਿਆਂ ਨੂੰ ਬਿਠਾ ਕੇ ਜਾਂਦੇ ਹਨ। ਬਾਤ ਨਾ ਨੀਕੀ ਲੇਹੋ ਵਿਚਾਰੀ। ਇਸ ਕਰਕੇ ਤੁਹਾਡੀ ਜਿਹੜੀ ਗੱਲ ਦਾ ਤੁਸੀਂ ਵਿਚਾਰ ਕਰ ਰਹੇ ਹੋ, ਕੰਟੈਂਪਲੇਟ ਕਰ ਰਹੇ ਹੋ, ਕਹਿੰਦੇ ਇਹ ਗੱਲ ਚੰਗੀ ਨਹੀਂ ਹੈਗੀ ਜਿਹੜਾ ਤੁਸੀਂ ਆਪਣੇ ਸੇਵਕ ਨੂੰ ਦੇਣਾ ਚਾਹੁੰਦੇ ਹੋ। ਜੋ ਹਿਰਦੇ ਇਉ ਚਾਹੇ ਤੁਮਾਰੀ। ਜੇ ਤੁਹਾਡੇ ਹਿਰਦੇ ਵਿੱਚ ਐਸੀ ਚਾਹਨਾ ਹੈ ਤਾਂ ਫਿਰ ਸੰਤਤ ਚਿਤ ਮੈਂ ਤਪ ਹੈ ਨੀਤੀ। ਫੇਰ ਕਹਿੰਦੇ ਤੁਹਾਡੇ ਜਿਹੜੇ ਬੱਚੇ ਹਨ ਉਹਨਾਂ ਦੇ ਹਿਰਦੇ ਤਪਦੇ ਰਹਿਣਗੇ, ਹਮੇਸ਼ਾ ਇਹੀ ਸੋਚਣਗੇ ਵੀ ਸਾਡੇ ਪਿਤਾ ਨੇ ਇਨਜਸਟਿਸ ਕੀਤਾ, ਸਾਡੇ ਨਾਲ ਧੱਕਾ ਕੀਤਾ, ਸਾਡੇ ਸੇਵਕ ਨੂੰ ਆਪਣਾ ਥਾਂ ਦੇ ਦਿੱਤਾ ਤੇ ਸਾਨੂੰ ਜਿਹੜਾ ਹੈ ਇਹ ਗੱਦੀ ਸਾਨੂੰ ਨਾ ਦਿੱਤੀ, ਸਾਨੂੰ ਜਿਹੜਾ ਰੋਲ ਦਿੱਤਾ ਸਾਡੇ ਪਿਤਾ ਨੇ। ਕਹਿੰਦੀ ਇਹ ਦੋਸ਼ ਬਣਿਆ ਰਹੇਗਾ। ਸੁਖ ਨ ਹੈ ਪਾਵ ਹੈ ਪਿਖ ਹੈ ਅਨੀਤੀ। ਦੇਖੋ ਫਿਰ ਇਹ ਅਨੀਤੀ ਦੇ ਕੇ ਪੁੱਤਰਾਂ ਵਿੱਚ ਕਿਤੇ ਸੁੱਖ ਨਹੀਂ ਹੋਵੇਗਾ। ਕਹਿੰਦੀ ਸਾਰੀ ਗੱਲ ਦੇ ਵਿੱਚ ਮਾਤਾ ਸੁਲੱਖਣੀ ਜੀ ਕਹਿੰਦੇ ਵਿਰੋਧ ਕਰਨਗੇ, ਫਿਰ ਤੁਹਾਡੇ ਬਿਠਾਏ ਸੇਵਕ ਨੂੰ ਮੰਨਣਗੇ ਨਹੀਂਗੇ, ਕਿੰਨਾ ਕੁਝ ਹੋਵੇਗਾ, ਝਗੜਾ ਪਵੇਗਾ। ਭਗਤ ਵਛਲ ਸੁਨ ਕੇ ਅਸਵਾਨੀ। ਦੇਖੋ ਇਹ ਤਾਂ ਸਾਰੀ ਦੁਨੀਆ ਦੀ ਰੀਤੀ ਹੈ ਜੋ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੱਸੀ, ਜੋ ਬਹੁਤ ਹੀ ਠੀਕ ਹੈ, ਕੋਈ ਗਲਤ ਨਹੀਂ ਇਹਦੇ ਵਿੱਚ। ਪਰ ਗੁਰੂ ਨਾਨਕ ਦਾ ਆਸ਼ਾ, ਸਿੱਖੀ ਦਾ ਆਸ਼ਾ ਤਾਂ ਸਿੱਖ ਜਿਹੜਾ ਹਨ ਇਹ ਤਾਂ ਗੁਰੂ ਨਾਨਕ ਹੀ ਸਮਝ ਸਕਦਾ ਹੈ ਨਾ, ਕਿਉਂਕਿ ਗੁਰੂ ਨਾਨਕ ਨੇ ਇੱਕ ਨਵੀਂ ਰੀਤੀ ਸੰਸਾਰ ਨੂੰ ਦੇਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਜਿਹੜਾ ਹੈ ਪਰਫਾਰਮੈਂਸ ਦੇਖ ਕੇ ਮਹਾਰਾਜ ਨੇ ਆਪਣਾ ਜਿਹੜਾ ਹਨ ਆਪਣੇ ਥਾਂ ਤੇ ਭਾਈ ਲਹਿਣੇ ਨੂੰ ਬਿਠਾਉਣਾ ਹੈ। ਉਹਨਾਂ ਨੇ ਲਹੂ ਦਾ ਰਿਸ਼ਤਾ ਨਹੀਂ ਦੇਖਣਾ, ਉਹਨਾਂ ਨੇ ਦੇਖਣਾ ਹੈ ਕੌਣ ਕੁਆਲੀਫਾਈਡ ਹੈ, ਦ ਮੋਸਟ ਅਪਰੋਪਰੀਏਟ ਹੈ, ਕੌਣ ਗੱਦੀ ਤੇ ਬੈਠ ਸਕਦਾ, ਉਹਨੂੰ ਬਿਠਾਉਣਾ ਹੈ। ਕਿਉਂਕਿ ਇਹ ਰੀਤੀ ਤਾਂ ਗੁਰੂ ਨਾਨਕ ਨੇ ਤੋਰੀ ਹੈ ਸੰਸਾਰ ਦੇ ਵਿੱਚ। ਗੁਰੂ ਨਾਨਕ ਨੂੰ ਕੋਈ ਪਰਵਾਹ ਨਹੀਂ ਸੀ ਆਪਣੀ ਬਲੱਡ ਲਾਈਨ ਦੀ। ਉਹਨੀ ਚ ਕਹਿੰਦੇ ਸੀ ਵੀ ਮੇਰੀ ਬਲੱਡ ਲਾਈਨ ਹੈ ਜਾਂ ਇਹ ਗੱਦੀ ਸਾਡੀ ਫੈਮਿਲੀ ਦੀ ਜਾਇਦਾਦ ਐਸੈਟ ਹੈ, ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਗੱਦੀ ਹੈ, ਉਹ ਅਕਾਲ ਪੁਰਖ ਦੀ ਉਹ ਰੱਖੀ ਹੈ, ਮਨੁੱਖਾਂ ਦੇ ਹੱਦਬੰਦੀ ਬਾਉਂਡਰੀਜ਼ ਤੋਂ ਪਰੇ ਹੈ। ਇਸ ਪ੍ਰਕਾਰ ਕਰਕੇ ਜਦੋਂ ਭਗਤ ਵਛਲ ਭਗਤਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਤਨੀ ਵਾਈਫ ਮਾਤਾ ਸੁਲੱਖਣੀ ਚੋਂ ਐਸੇ ਬਚਨ ਸੁਣੇ। ਕਿਤਕ ਕਾਲ ਲੋ ਤੂਸਨ ਠਾਨੀ। ਕੁਝ ਕੁ ਸਮੇਂ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੁੱਪ ਹੀ ਕਰਕੇ, ਮਹਾਰਾਜ ਜੀ ਬੋਲੇ ਨਹੀਂ। ਤੇ ਛਿਨ ਲੈ ਮੁਖਕ ਮੰਜਾਰੀ। ਉਸ ਵੇਲੇ ਕੀ ਹੋਇਆ, ਇੱਕ ਬਿੱਲੀ ਜਿਹੜੀ ਹੈ ਜਿਸ ਦੇ ਮੂੰਹ ਦੇ ਵਿੱਚ ਇੱਕ ਚੂਹੀ ਫੜੀ ਹੋਈ, ਉਹ ਚੂਹੀ ਜਿਹੜੀ ਸੀ ਉਹ ਰੈਡ ਜਿਹੜਾ ਸੀਗਾ ਉਹਨੇ ਅੱਧਾ ਖਾਧਾ ਹੋਇਆ ਸੀ। ਉਹ ਬਿੱਲੀ ਨੇ ਅੱਧਾ ਖਾ ਲਿਆ ਤੇ ਅੱਧਾ ਉਹਦੇ ਮੂੰਹ ਵਿੱਚ ਸੀ। ਹਜੇ ਉਹ ਥਾਂ ਭਾਲਦੀ ਸੀ ਵੀ ਕੋਈ ਨੁੱਕਰ ਵਿੱਚ ਮੈਨੂੰ ਰੱਖ ਦੇਵਾਂ ਤੇ ਮੈਂ ਹੌਲੀ ਹੌਲੀ ਇਸ ਨੂੰ ਖਾਵਾਂ। ਤੇ ਇਹ ਬਿੱਲੀ ਇਹ ਚੂਹੀ ਨੂੰ ਚੱਕ ਕੇ ਮਹਾਰਾਜ ਦੇ ਦਰਬਾਰ ਵਿੱਚ ਆ ਗਈ। ਅਰਧ ਚਰਬ ਕਰ ਗੇਰ ਅਗਾਰੇ। ਤੇ ਕੀ ਹੋਇਆ, ਅਰਧ ਚਰਬ ਕਹਿ ਲਈਏ ਅੱਧਾ ਚੱਬਿਆ ਹੋਇਆ ਉਹ ਚੂਹਾ ਜਿਹੜਾ ਸੀ, ਉਹ ਚੂਹੀ ਤੇ ਗੇਰ ਅਗਾਰੀ ਉਹ ਦਰਬਾਰ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਵਿੱਚ ਬੈਠੇ ਤੇ ਮਹਾਰਾਜ ਦੇ ਅੱਗੇ ਲਿਆ ਕੇ ਉਹ ਚੂਹਾ ਸੱਟ ਦਿੱਤਾ। ਉਹ ਜਿਹੜਾ ਹਨ ਆਪਣੇ ਮੂੰਹ ਵਿੱਚੋਂ ਸੱਟ ਗਈ। ਸਿੱਖ ਨੇ ਡਰਾਈ ਭੈ ਕਰ ਭਾਗੀ। ਤੇ ਸਿੱਖਾਂ ਨੇ ਜਦੋਂ ਬਿੱਲੀ ਨੂੰ ਡਰਾਇਆ ਵੀ ਤੂੰ ਇੱਥੇ ਜਿਹੜਾ ਹਨ ਚੂਹਾ ਚੱਕ ਕੇ ਲਿਆਈ ਹੈ ਮਰਿਆ ਹੋਇਆ, ਜਿੱਥੇ ਤੋਂ ਬਦਬੂ ਆਉਂਦੀ, ਬੋ ਮਾਰਦੀ ਹੈ, ਉਹਦੇ ਵਿੱਚੋਂ ਜਿਹੜੀ ਹੈ ਬੜੀ ਜਿਹੜੀ ਹਨ ਮੁਸ਼ਕ ਆਉਂਦਾ ਹੈ, ਤਾਂ ਸਿੱਖਾਂ ਨੇ ਉਸ ਵੇਲੇ ਬਿੱਲੀ ਨੂੰ ਡਰਾਇਆ ਵੀ ਉਹ ਚੂਹਾ ਚੁੱਕ ਕੇ ਭੱਜ ਜਾਏਗੀ। ਪਰ ਕੀ ਹੋਇਆ, ਮੁਖਕ ਪਰੇ ਰਹੀ ਤਹ ਆਗੇ। ਉਹ ਕੀ ਹੋਇਆ, ਉਹ ਡਰਦੀ ਹੋਈ ਜਿਹੜੀ ਹੈ ਦਰਬਾਰ ਵਿੱਚੋਂ ਭੱਜ ਗਈ ਤੇ ਉਹ ਚੂਹੀ ਉੱਥੇ ਛੱਡ ਗਈ ਅੱਧੀ ਚੱਬੀ ਹੋਈ।
ਜਿਹੜੀ ਕਿ ਬੋ ਮਾਰ ਰਹੀ ਹੈ, ਉਹਦੇ ਵਿੱਚੋਂ ਸਟਿੰਕ ਹੋ ਰਿਹਾ ਹੈ। ਕਿਰਪਾ ਨਿਧਾਨ ਜਬ ਹੈ ਚਖ ਦੇਖੀ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਮਰੀ ਹੋਈ ਚੂਹੀ ਦਰਬਾਰ ਵਿੱਚ ਦੇਖੀ, ਕਰਨ ਸੁਲੱਖਣੀ ਨਿਸਾ ਵਿਸੇਖੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਸੁਲੱਖਣੀ ਨੂੰ ਦਿਖਾਉਣਾ ਚਾਹੁੰਦੇ ਨੇ ਵੀ ਗੱਦੀ ਦਾ ਲਾਇਕ ਕੌਣ ਹੈ, ਅਗਲਾ ਗੁਰੂ ਕੌਣ ਬਣ ਸਕਦਾ ਹੈ, ਕਿਉਂ ਨਹੀਂ ਸਾਡੇ ਪੁੱਤਰ ਬਣ ਸਕਦੇ। ਇਹ ਮਹਾਰਾਜ ਨੇ ਸਮਝਾਉਣ ਵਾਸਤੇ ਸ੍ਰੀ ਚੰਦ ਸੋ ਗਿਰਾ ਅਲਾਈ, ਮਹਾਰਾਜ ਨੇ ਬਾਬਾ ਸ੍ਰੀ ਚੰਦ ਜੀ ਵੱਲ ਦੇਖ ਕੇ ਮਹਾਰਾਜ ਨੇ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਮੁਖ ਕਪਰੀ ਨਾ ਭਲ ਇਹ ਥਾਈ। ਦੇਖ ਕਹਿੰਦੇ ਪੁੱਤਰ ਆ ਦੇਖ ਚੂਹੀ ਸਾਹਮਣੇ ਮਰੀ ਪਈ ਹੈ, ਇਹ ਚੂਹੀ ਅੱਧੀ ਚੱਬੀ ਹੋਈ, ਅੱਧੀ ਜਿਹੜੀ ਹਨ ਖਾਧੀ ਹੋਈ, ਤੇ ਇਹ ਜਿਹੜੀ ਹਨ ਇਹਦੇ ਵਿੱਚੋਂ ਬਦਬੂ ਆ ਰਹੀ ਹੈ, ਇਹ ਸੋਹਣੀ ਨਹੀਂ ਲੱਗਦੀ ਦਰਬਾਰ ਵਿੱਚ। ਨਿਜ ਕਰ ਸੰਗ ਉਚਾਏ ਲਿਜਾਵ ਹੋ, ਕਹਿੰਦੇ ਨਿਜ ਕਰ, ਕਹਿੰਦੇ ਆਪਣੇ ਹੱਥਾਂ ਨਾਲ ਪੁੱਤਰ ਇਹਨੂੰ ਆਪਣੇ ਹੱਥਾਂ ਨਾਲ ਚੱਕ ਕੇ ਤੂੰ ਇਸ ਮਰੀ ਹੋਈ ਚੂਹੀ ਨੂੰ ਜਿਹੜਾ ਬਾਹਰ ਜਾ ਕੇ ਛੱਟ ਕੇ ਆ, ਕਹਿੰਦੇ ਬਾਹਰ ਲੈ ਜਾ, ਇਸ ਨੂੰ ਆਪਣੇ ਹੱਥਾਂ ਨਾਲ ਚੱਕੀ, ਇਸ ਨੂੰ ਬਾਹਰ ਦਰ ਗੇਰੋ ਪੁਨ ਆਵ, ਤੇ ਬਾਹਰ ਜਾ ਕੇ ਇਹਨੂੰ ਜਿਹੜਾ ਹਨ ਚੰਗੇ ਥਾਂ ਤੇ ਜਿਹੜਾ ਦੱਬ ਕੇ ਜਾਂ ਜਿਹੜਾ ਹਨ ਚੰਗੀ ਤਰ੍ਹਾਂ ਇਹਦਾ ਕਿਰਿਆ ਕਰਮ ਕਰਦੇ, ਕਿਤੇ ਪਾਸੇ ਰੱਖਦੇ ਤੇ ਇਸ ਨੂੰ ਪਾਸੇ ਕਰਦੇ ਇੱਥੋਂ। ਸ੍ਰੀ ਚੰਦ ਸਨ ਬੈਨ ਅਲਾਏ, ਬਾਬਾ ਸ੍ਰੀ ਚੰਦ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਦੇ ਇਹ ਬਚਨ ਸੁਣ ਕੇ ਦੇਖੇ ਮੈਂ ਇਸਤੀ ਬਹੁਤ ਥਾਏ, ਕਹਿਣ ਲੱਗੇ ਪਿਤਾ ਜੀ ਮੈਂ ਬੜੇ ਮੈਜੀਸ਼ੀਅਨਸ ਦੇਖੇ ਨੇ, ਬੜੇ ਮੈਂ ਦੇਖੇ ਨੇ ਜੋ ਟ੍ਰਿਕਸ ਕਰਦੇ ਨੇ, ਜੋ ਕਹਿੰਦੇ ਲੋਕਾਂ ਨੂੰ ਭਰਮਾ ਦਿੰਦੇ ਨੇ, ਕਹਿੰਦੇ ਐਸੇ ਜਿਹੜੇ ਇਸ਼ਟੀ ਲੋਕ ਨੇ, ਮੈਜੀਸ਼ੀਅਨ ਲੋਕ ਨੇ, ਮੈਂ ਬਹੁਤ ਮਦਾਰੀ ਲੋਕ ਮੈਂ ਬਹੁਤ ਦੇਖੇ ਹਨ ਬਹੁਤ ਥਾਵਾਂ ਤੇ। ਖਾਲਨ ਕੀ ਮੰਜਾਰ ਬਣਾਵਤ, ਕਹਿਣ ਲੱਗੇ ਖੱਲਾਂ ਦੀ, ਕਹਿਣਗੇ ਮੰਜਾਰ ਬਣਾਵਤ, ਕਹਿਣਗੇ ਉਹ ਖੱਲ ਨੂੰ ਲੈ ਕੇ ਉਹ ਬਿੱਲੀ ਬਣਾ ਦਿੰਦੇ ਨੇ, ਕਹਿੰਦੇ ਮਰੀ ਹੋਈ ਚੀਜ਼ ਤੋਂ ਜਿਉਂਦੀ ਚੀਜ਼ ਬਣਾ ਦਿੰਦੇ ਹਨ। ਪੰਖ ਕਬੂਤਰ ਕਰਹਿ ਉਡਾਵਤ, ਫਿਰ ਉਹ ਬਿੱਲੀ ਨੂੰ ਕਬੂਤਰ ਦੇ ਜਿਹੜੇ ਹਨ ਫੈਦਰਸ ਲਾ ਕੇ, ਵਿੰਗਸ ਲਾ ਕੇ ਉਹਨੂੰ ਉਡਾ ਵੀ ਦਿੰਦੇ ਹਨ। ਐਸੀਆਂ ਐਸੀਆਂ ਮੈਜਿਕਸ ਮੈਂ ਦੇਖੀਆਂ ਹਨ, ਐਸੀਆਂ ਐਸੀਆਂ ਜਿਹੜੀਆਂ ਖੇਡਾਂ ਮੈਂ ਦੇਖੀਆਂ ਹਨ। ਕਰਹੋ ਰੀਤ ਕਛ ਤਿਨਹਿ ਸਮਾਨਾ, ਕਹਿੰਦੇ ਪਿਤਾ ਜੀ ਤੁਹਾਡੇ ਵੀ ਕੰਮ ਉਹੋ ਜਿਹੇ ਹੀ ਨੇ, ਤੁਸੀਂ ਵੀ ਜਿਹੜੇ ਹੋ ਇੱਕ ਮਦਾਰੀ ਦੀ ਤਰ੍ਹਾਂ ਹੀ ਕਰਦੇ ਹੋ, ਮੈਜੀਸ਼ੀਅਨ ਦੀ ਤਰ੍ਹਾਂ ਕਰਦੇ ਹੋ। ਹਾਂਜੀ ਐਸੀਆਂ ਜਿਹੜੀਆਂ ਹਨ ਬੜੀਆਂ ਜਿਹੜੀਆਂ ਅਣਹੋਈਆਂ ਗੱਲਾਂ ਜੀਆਂ ਤੁਸੀਂ ਬਣਾ ਕੇ ਕਰ ਦਿੰਦੇ ਹੋ। ਠੱਟਿਓ ਕਪਟ ਤੁਮ ਮੈਂ ਮਨ ਜਾਨਾ, ਕਹਿਣ ਲੱਗੇ ਹੁਣ ਦੇਖੋ ਬਾਬਾ ਸ੍ਰੀ ਚੰਦ ਕਹਿੰਦੇ ਹਨ ਠੱਠਿਓ ਕਪਟ, ਕਹਿੰਦੇ ਪਿਤਾ ਜੀ ਤੁਹਾਡੇ ਮਨ 'ਚ ਕਪਟ ਹੈ, ਤੁਹਾਡੀ ਜ਼ਬਾਨ ਤੇ ਕੁਝ ਹੋਰ ਆ, ਤੁਹਾਡੇ ਦਿਲ ਵਿੱਚ ਕੁਝ ਹੋਰ ਆ, ਤੁਹਾਡੇ ਮਨ ਦੇ ਵਿੱਚ ਸੋਚਣੀ ਤੁਹਾਡੀ ਜਿਹੜੀ ਹਨ ਜ਼ਬਾਨ ਤੇ ਮਨ ਤੇ ਹੋਰ ਹੈ। ਕਪਟ ਤੁਮ ਇਹ ਤੇਰਾ ਹੈ, ਤੁਸੀਂ ਸਾਡੇ ਨਾਲ ਧੋਖਾ ਕਰਨਾ ਚਾਹੁੰਦੇ ਹੋ। ਮੈਂ ਜਾਣਾ, ਮੈਂ ਸਮਝ ਲਈ ਸਾਰੀ ਗੱਲ। ਬਾਬਾ ਸ੍ਰੀ ਚੰਦ ਜੀ ਕਹਿੰਦੇ ਸੂਕਰ ਕੂਕਰ ਨਿਜ ਸੰਗ ਲਾਏ, ਦੇਖੋ ਕਹਿੰਦੇ ਪਿਤਾ ਜੀ ਹਜੇ ਤੁਸੀਂ ਥੋੜੇ ਦਿਨ ਹੋਏ ਨੇ, ਜਿਹੜੀਆਂ ਸੂਰੀਆਂ ਕੁੱਤੇ ਲੈ ਕੇ ਤੁਸੀਂ ਤੁਰ ਪਏ ਸੀ ਹੰਟਰ ਬਣ ਕੇ, ਵਹਿਰ ਫਿਰੇ ਸਭ ਕੋ ਦਿਖਰਾਏ, ਫਿਰ ਜਿਹੜਾ ਵਹਿਰ ਫਿਰੇ ਕਹਿਣਗੇ ਬਾਹਰ ਜਾ ਕੇ ਤੁਸੀਂ ਇੱਕ ਮੁਰਦਾ ਸਰੀਰ ਦਿਖਾ ਦਿੱਤਾ, ਜਿਹਨੂੰ ਭਾਈ ਲੈਣੇ ਨੂੰ ਕਿਹਾ ਵੀ ਖਾ ਲਾ, ਕਰਕੇ ਦਿਓ ਤੇ ਹਾਵਲ ਸੋਏ। ਫਿਰ ਜਦੋਂ ਭਾਈ ਲੈਣੇ ਨੇ ਉਸ ਨੂੰ ਛਕਿਆ ਤੇ ਉਸ ਵੇਲੇ ਉਹ ਕੜਾ ਪ੍ਰਸ਼ਾਦ ਬਣ ਗਿਆ। ਸੋ ਕੜਾ ਪ੍ਰਸ਼ਾਦ ਬਦਲ ਦਿੱਤਾ ਤੁਸੀਂ, ਉਹ ਕੜਾ ਪ੍ਰਸ਼ਾਦ ਬਣ ਗਿਆ। ਕਹਿੰਦੇ ਐਸਾ ਪਾਤਸ਼ਾਹ ਜੀ ਤੁਸੀਂ ਕੀਤਾ ਹੈ। ਸੋ ਇਹ ਜਿਹੜੀਆਂ ਹਨ ਐਸਾ ਜਿਹੜਾ ਕਹਿੰਦੇ ਤੁਹਾਡੀ ਜਿਹੜੀਆਂ ਮੈਜਿਕ ਸ਼ੋਅ ਜਿਹੜੀਆਂ ਨਾ, ਇਹ ਜਿਹੜੀ ਸ਼ੋਅ ਤੁਸੀਂ ਕਰਦੇ ਮਦਾਰੀ ਵਰਗੀਆਂ, ਇਹ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ। ਕੋ ਐਸੋ ਛਲ ਬਹਰੋ ਹੋਏ, ਹੁਣ ਤੁਸੀਂ ਕੋਈ ਹੋਰ ਛਲ ਕਰਨ ਲੱਗੇ ਹੋ ਮੇਰੇ ਤੋਂ ਚੂਹੀ ਚਕਾ ਕੇ। ਇਹ ਮੁਝ ਬਿਲੋਕ ਨੇ ਚਾਹੇ ਨਾ ਕੋਈ, ਕਹਿਣ ਲੱਗੇ ਬਾਬਾ ਸ੍ਰੀ ਚੰਦ ਕਹਿੰਦਾ ਮੈਨੂੰ ਨਹੀਂ ਮੈਨੂੰ ਕੋਈ ਚਾਹ ਨਹੀਂ ਐਸੀਆਂ ਸ਼ੋਅ ਦੇਖਣ ਦੀਆਂ, ਮੈਜੀਸ਼ੀਅਨਸ ਦੀਆਂ ਸ਼ੋਅ, ਮਦਾਰੀ ਦੀਆਂ ਜਿਹੜੀਆਂ ਖੇਡਾਂ ਦੇਖਣ ਦਾ ਮੈਨੂੰ ਕੋਈ ਚਾਹ ਨਹੀਂ, ਮੈਨੂੰ ਕੋਈ ਇੰਟਰਸਟ ਨਹੀਂ ਗੱਲਾਂ ਵਿੱਚ। ਹਾਂ ਨਾ ਉਚਾਵੋ ਮਿਰਤਕ ਜੋਏ, ਇਸ ਕਰਕੇ ਬਾਬਾ ਸ੍ਰੀ ਚੰਦ ਨੇ ਜਵਾਬ ਇਹ ਦੇਤਾ, ਕਹਿੰਦਾ ਮੈਂ ਨਹੀਂ ਚੱਕਣੀ ਇਹ ਚੂਹੀ ਜਿਹੜੀ ਮਰੀ ਪਈ ਹੈ। ਅਸ ਕਹਿ ਤੁਸਨ ਮੁਖ ਤੇ ਠਾਨੀ, ਮਹਾਰਾਜ ਇਹ ਜਿਹੜੇ ਹਨ ਬਾਬਾ ਸ੍ਰੀ ਚੰਦ ਦੇ ਜੋ ਉਹਨਾਂ ਨੇ ਕਿਹਾ ਸੁਣ ਕਰਕੇ ਸਤਿਗੁਰੂ ਚੁੱਪ ਹੀ ਕਰ ਗਏ। ਦੁੱਤੇ ਤਾਤ ਸੋ ਕਹਿ ਗੁਰਬਾਨੀ, ਤੇ ਆਪਣੇ ਦੂਸਰੇ ਪੁੱਤਰ ਬਾਬਾ ਲਖਮੀ ਦਾਸ ਨੂੰ ਸਤਿਗੁਰਾਂ ਨੇ ਇਹ ਕਿਹਾ, ਲਖਮੀ ਦਾਸ ਸੁਨੋ ਸੋ ਉਠਾਵੋ, ਕਹਿਣਗੇ ਪੁੱਤਰ ਲਖਮੀ ਦਾਸ ਕਹਿਣਗੇ ਸੁਣੋ ਤੂੰ ਜਾ ਕੇ ਉਠਾ ਲਾ, ਤੂੰ ਚੱਕ ਜਾ ਕੇ ਉਹ ਮਰੀ ਹੋਈ ਚੂਹੀ ਨੂੰ। ਨਿਕਟ ਨਾ ਨੀਕੇ ਵਹਿਰ ਬਗਾਵ ਹੋ, ਕਹਿਣਗੇ ਨਿਕਟ ਨਾ ਨੀਕੇ, ਇਹ ਨੇੜੇ ਪਈ ਚੰਗੀ ਨਹੀਂ ਲੱਗਦੀ, ਬਦਬੂ ਆਉਂਦੀ ਹੈ ਤੇ ਸੋਹਣੀ ਨਹੀਂ ਲੱਗਦੀ, ਇਸ ਕਰਕੇ ਤੂੰ ਚੁੱਕ ਕਰਕੇ ਹੱਥਾਂ ਨਾਲ ਬਾਹਰ ਸੱਟ ਕੇ ਆ ਜਾ। ਤਬ ਬੋਲਿਓ ਸੋ ਸੁਣੀਏ ਤਾਤਾ, ਉਸ ਵੇਲੇ ਬਾਬਾ ਲਖਮੀ ਦਾਸ ਇਹ ਗੱਲ ਸੁਣ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਹੇ ਪਿਤਾ ਜੀ ਸੁਣੋ, ਹਮਕੋ ਉਚਿਤ ਨਾ ਐਸੀ ਬਾਤਾਂ, ਕਹਿਣ ਲੱਗੇ ਪਿਤਾ ਜੀ ਸਾਨੂੰ ਚੰਗੇ ਲੱਗਦੇ ਅਸੀਂ ਚੂਹੀਆਂ ਮਰੀਆਂ ਹੋਈਆਂ ਚੱਕਦੇ, ਕਿਉਂਕਿ ਉਸ ਸਮੇਂ ਦੇ ਵਿੱਚ ਨਾ ਚੰਡਾਲਾਂ ਦਾ ਕੰਮ ਹੁੰਦਾ ਸੀ ਜਿਹੜੀ ਮਰੀ ਹੋਈ ਚੀਜ਼ ਨੂੰ ਚੁੱਕਣਾ।
ਸੋ ਇਹ ਐਕਟ ਨੂੰ ਜਿਹੜਾ ਹੈ ਬਹੁਤ ਲੋਲੀ ਮੰਨਿਆ ਜਾਂਦਾ ਸੀ ਵੀ ਬਹੁਤ ਨੀਵਾਂ ਕਾਰਜ ਹੈ। ਸੋ ਚੰਡਾਲ ਲੋਕਾਂ ਦਾ ਕੰਮ ਜਿਹੜਾ ਸੀਗਾ ਉਹ ਸਭ ਤੋਂ ਨੀਵਾਂ ਮੰਨਿਆ ਸੀਗਾ ਵੀ ਵਰਸ ਟੂ ਵਰਸ ਬੰਦੇ ਜਿਹੜੇ ਹਨ ਉਹ ਚੰਡਾਲਾਂ ਦਾ ਕੰਮ ਕਰਦੇ ਸਨ, ਜਿਹੜੇ ਮੁਰਦਿਆਂ ਨੂੰ ਸੰਭਾਲਦੇ ਨੇ, ਮੁਰਦਿਆਂ ਦਾ ਸੰਸਕਾਰ ਕਰਦੇ ਨੇ। ਸੋ ਜਿਹੜੀਆਂ ਮਰੇ ਹੋਏ ਜਾਨਵਰਾਂ ਨੂੰ ਚੱਕਣ ਵਾਲੇ ਸਾਰੇ ਚੰਡਾਲਾਂ ਵਾਲਾ ਕੰਮ ਸੀ, ਬੁੱਚੜਾਂ ਦਾ ਕੰਮ ਸੀ। ਸੋ ਇਸ ਪ੍ਰਕਾਰ ਕਰਕੇ ਬਾਬਾ ਲਖਮੀ ਦਾਸ ਕਹਿੰਦੇ ਵੀ ਮੇਤੋਂ ਇੰਨਾ ਲੋਲੀ, ਇੰਨਾ ਜਿਹੜਾ ਗਿਰਿਆ ਹੋਇਆ ਕੰਮ ਮੇਤੋਂ ਨਹੀਂ ਹੁੰਦਾ। ਮ੍ਰਿਤਕ ਮੁਖ ਕੀ ਹੱਥ ਨਾ ਲਾਵੋ, ਮੈਂ ਇਹ ਮਰੀ ਹੋਈ ਚੂਹੀ ਨੂੰ ਹੱਥ ਕਿਉਂ ਲਾਵਾਂ, ਮੈਂ ਨਹੀਂ ਹੱਥ ਲਾਉਣਾ ਇਹਨੂੰ। ਕਹੋ ਤਾਂ ਔਰ ਪਾਸ ਉਚਵਾਵੋ, ਕਹਿਣ ਲੱਗੇ ਪਿਤਾ ਜੀ ਜੇ ਤੁਸੀਂ ਕਹੋ ਤਾਂ ਮੈਂ ਹੋਰ ਕੋਈ ਸੇਵਕ ਨੂੰ ਕਹਿ ਦਿੰਦਾ ਹਾਂ, ਕੋਈ ਨੌਕਰ ਨੂੰ ਕਹਿ ਦਿੰਦੇ ਵੀ ਉਹ ਚੁੱਕ ਕੇ ਬਾਹਰ ਸੱਟ ਦੇਣਗੇ। ਅਸ ਕਹਿ ਤੂੰ ਸਨਮਾਨ ਵਿਸੇਖਾ, ਕਹਿਣ ਲੱਗੇ ਅਸ ਕਹਿ। ਇਹ ਬਚਨ ਕਰਕੇ ਬਾਬਾ ਲਖਮੀ ਦਾਸ ਵੀ ਚੁੱਪ ਕਰ ਗਏ। ਹੁਣ ਦੇਖੋ ਨਾ ਇੱਥੇ ਸਵਾਲ ਉੱਠਦਾ ਹੈ, ਹੁਣ ਬਾਬਾ ਲਖਮੀ ਦਾਸ ਜਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਸੇਵਕਾਂ ਦੀ ਕੋਈ ਘਾਟ ਨਹੀਂ ਸੀ, ਸਿੱਖਾਂ ਦੀ ਕੋਈ ਘਾਟ ਨਹੀਂ ਸੀ ਉੱਥੇ ਕੰਮ ਕਰਨ ਵਾਸਤੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਪੈਸੀਫਿਕਲੀ ਆਪਣੇ ਪੁੱਤਰਾਂ ਨੂੰ ਕਹਿੰਦੇ ਨੇ ਵੀ ਤੁਸੀਂ ਇਹ ਕੰਮ ਕਰਨਾ ਹੈ, ਤੇ ਉਹ ਜਵਾਬ ਦੇ ਰਹੇ ਨੇ। ਅੱਜ ਵੀ ਆਪਾਂ ਇਹੀ ਕੰਮ ਕਰ ਰਹੇ ਨੇ। ਆਪਾਂ ਕਹਿੰਦੇ ਹਾਂ ਮੈਂ ਪੈਸੇ ਦੇਤੇ ਜੀ, ਮੈਂ ਇਹ ਦੇਤਾ, ਮੈਂ ਇਹ ਕਰਾ ਲਿਆ। ਅੱਜ ਕੱਲ੍ਹ ਲੰਗਰ ਕਿਵੇਂ ਬਣਦੇ ਨੇ? ਹਾਂਜੀ, ਪੈਸੇ ਦੇ ਕੇ ਬਣਦੇ ਨੇ, ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਉਹ ਲੰਗਰ ਤਿਆਰ ਕਰਦੇ, ਉਹਨਾਂ ਦੀ ਫੀਸ ਉਹਨਾਂ ਨੂੰ ਦਿੱਤੀ ਜਾਂਦੀ ਹੈ। ਲਾਂਗਰੀ ਰੱਖੇ ਹੋਏ ਨੇ ਤਨਖਾਹ ਤੇ, ਉਹਨਾਂ ਨੂੰ ਪੈਸੇ ਦਿੱਤੇ ਜਾਣੇ, ਤਨਖਾਹ ਦਿੱਤੀ ਜਾਂਦੀ ਹੈ। ਸੰਗਤਾਂ ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਜਾ ਕੇ ਲੰਗਰ ਪਕਾਉਣ ਦੀ ਸੇਵਾ ਬਿਲਕੁਲ ਨਹੀਂ ਕਰਦੀਆਂ, ਲੋੜ ਹੀ ਨਹੀਂ, ਪੈਸੇ ਦਿਓ ਤੇ ਕੰਮ ਕਰਾਓ। ਹਾਂਜੀ, ਸੋ ਐਸੀ ਜਿਹੜੀ ਭਾਵਨਾ ਹੈ, ਦੇਖੋ ਐਸਾ ਜਿਹੜਾ ਹੈ, ਫਿਰ ਇੰਨੇ ਆਪਾਂ ਵਿਗੜ ਚੁੱਕੇ ਹਾਂ। ਪਾਠ ਆਪ ਨਹੀਂ ਕਰਨਾ, ਗ੍ਰੰਥੀ ਸਿੰਘ ਨੂੰ ਪੈਸੇ ਦੇ ਕੇ ਉਹ ਤੋਂ ਕਰਾ ਲੈਣਾ ਹੈ, ਉਹ ਕਰਨਾ ਵੀ ਨਹੀਂ ਹੈ, ਨਾ ਆਪਾਂ ਸੁਣਨਾ ਹੀ ਹੈ। ਗ੍ਰੰਥੀ ਸਿੰਘ ਨੂੰ ਪੈਸੇ ਦੇ ਕੇ ਜੇ ਅਸੀਂ ਪਾਠ ਕਰਾਤਾ ਜੀ, ਹਾਂਜੀ ਸਾਡੇ ਮਾਂ-ਬਾਪ ਦੀ ਬਰਸੀ ਸੀ ਜੀ, ਅਸੀਂ ਕਰਾਤਾ ਜੀ ਪਾਠ, ਹਾਂਜੀ ਪਤਾ ਨਹੀਂ ਜਿਹੜਾ ਹਾਂ ਦੇਖੋ ਪੈਸੇ ਦੇ ਕੇ ਕਰਾ ਲਿਆ। ਤੁਹਾਡੇ ਮਾਂ-ਬਾਪ ਨੇ ਕਿਹੜੇ ਗ੍ਰੰਥੀ ਨੂੰ ਕਿਹਾ ਸੀ ਤੁਹਾਨੂੰ ਪਾਲਣ ਵਾਸਤੇ? ਉਹਨਾਂ ਨੇ ਵੀ ਤਾਂ ਤੁਹਾਨੂੰ ਹੱਥੀਂ ਪਾਲਿਆ ਹੈ ਨਾ, ਤੇ ਉਹਨਾਂ ਵਾਸਤੇ ਪਾਠ ਤੁਸੀਂ ਆਪ ਨਹੀਂ ਕਰ ਸਕਦੇ, ਉਹ ਵੀ ਗ੍ਰੰਥੀ ਸਿੰਘ ਤੋਂ ਕਰਾਉਂਦੇ ਹੋ ਤੁਸੀਂ ਪੈਸੇ ਦੇ ਕੇ। ਤੇ ਜਿਹੜਾ ਪਾਠ ਤੁਸੀਂ ਆਪ ਨਹੀਂ ਜਾ ਕੇ ਸੁਣਿਆ ਜਦੋਂ ਗ੍ਰੰਥੀ ਸਿੰਘ ਨੇ ਕੀਤਾ, ਕੋਈ ਪਰਵਾਹ ਨਹੀਂ ਕਿਸੇ ਨੂੰ। ਸੋ ਇਸ ਪ੍ਰਕਾਰ ਕਰਕੇ ਇਹ ਸੇਵਾ ਜਿਹੜੀ ਆ ਪ੍ਰਵਾਨ ਨਹੀਂ ਹੈ ਭਾਈ। ਕਿਦੋਂ ਇਹ ਨਾ ਕਹਿ ਦਿਓ ਅਸੀਂ ਵੱਡੇ ਜੋੜ ਮੇਲੇ ਕਰ ਲਏ, ਲੋਕਾਂ ਨੂੰ ਪੈਸੇ ਦੇ ਕੇ ਕੰਮ ਕਰਾ ਲਿਆ, ਆਹ ਕਰਾ ਲਿਆ, ਉਹ ਕਰਾ ਲਿਆ। ਭਾਈ ਐਸਾ ਨਹੀਂ ਹੁੰਦਾ, ਹੱਥੀਂ ਕਰਨੀ ਪੈਂਦੀ ਆ। ਗੁਰੂ ਨਾਨਕ ਸਾਹਿਬ ਨੂੰ ਤਾਂ ਪਤਾ ਹੀ ਸੀਗਾ ਵੀ ਕਿੰਨੇ ਸੇਵਕ ਨੇ। ਉਹਨਾਂ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਕਹਿਣਾ ਕਿਉਂ ਸੀਗਾ? ਕੀ ਫਾਇਦਾ ਸੀ ਉਹਨਾਂ ਨੂੰ ਕਹਿਣ ਦਾ? ਕਿੰਨੇ ਕਾਰਜ ਹੋ। ਤੇ ਦੂਜੀ ਗੱਲ ਇਹ ਹੈ, ਸੰਗਤ ਦੀ ਸੇਵਾ ਵਿੱਚ ਕੋਈ ਲੋਲੀ ਕੰਮ, ਕੋਈ ਮਾੜਾ ਕੰਮ ਤੇ ਚੰਗਾ ਕੰਮ ਨਹੀਂ ਹੁੰਦਾ। ਜਿਹੜੇ ਪ੍ਰਧਾਨ ਜਿਹੜੇ ਹਨ ਛਾਤੀਆਂ ਤਾਣ ਕੇ ਫਿਰਦੇ ਨਾ, ਉਹਨਾਂ ਨੂੰ ਡਿੱਗੀਆਂ ਧੁਣੀਆਂ ਚਾਹੀਦੀਆਂ। ਜਾ ਕੇ ਸਿੱਖ ਲੋ ਨਵਾਬ ਕਪੂਰ ਸਿੰਘ ਵਰਗਿਆਂ ਕੋ, ਜਿਨ੍ਹਾਂ ਨੇ ਲਿੱਦ ਚੱਕਦੇ ਹੁੰਦੇ ਸੀਗੇ। ਉਹਨਾਂ ਨੇ ਲਿੱਦ ਚੱਕਣ ਦੀ ਸੇਵਾ ਨਹੀਂ ਛੱਡੀ, ਭਾਵੇਂ ਲੀਡਰ ਬਣ ਕੇ ਸਨ ਖਾਲਸੇ ਪੰਥ ਦੇ। ਇਹ ਜਿਹੜੀਆਂ ਹਨ ਸੇਵਾ ਹੋਣੀਆਂ ਚਾਹੀਦੀਆਂ ਨੇ। ਬਾਬਾ ਬੁੱਢਾ ਜੀ ਉਹ ਕਿੰਨੀ ਸੇਵਾ ਕਰਦੇ ਰਹੇ ਨੇ, ਵੱਡੀ ਉਮਰ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਕਿੰਨੇ ਹੀ ਐਸੇ ਐਗਜ਼ਾਮਪਲਸ ਆਉਂਦੇ ਨੇ। ਜਿਹੜਾ ਭਾਈ ਬਹਿਲੋ ਜੀ ਕਿੰਨੀ ਸੇਵਾ ਕਰਦੇ ਰਹੇ, ਲਿੱਦ ਚੱਕਦੇ ਰਹੇ ਨੇ। ਹਾਂਜੀ, ਜਿਹੜਾ ਕਾਊ ਡੰਗ ਚੱਕਦੇ ਰਹੇ ਨੇ, ਉਹਨਾਂ ਦਾ ਜਿਹੜਾ ਹੈ ਕਾਊ ਜਿਹੜਾ ਹਨ ਉਹਨਾਂ ਦੀ ਉਹ ਚੱਕ ਕੇ ਉਹਨਾਂ ਨੇ ਇੱਟਾਂ ਪਕਾਉਣ ਵਾਸਤੇ ਵਰਤਿਆ। ਕੂੜਾ ਕਚਰਾ ਸ਼ਹਿਰ ਦਾ ਇਕੱਠਾ ਕਰਕੇ ਉਹਨਾਂ ਨੇ ਉਹ ਚੂਨਾ ਬਣਾਇਆ। ਦੇਖੋ ਕਿੰਨੀ ਉਹ ਸੇਵਾ ਹੈ। ਹੁਣ ਸਿੱਖ ਜਿਹੜੇ ਹਨ ਐਸੇ ਹੀ ਹੁੰਦੇ ਨੇ, ਹੱਥੀਂ ਸੇਵਾ ਕਰਨੀ ਪੈਂਦੀ ਹੈ। ਤਬ ਲਹਿਣੇ ਦਿਸ ਸ੍ਰੀ ਗੁਰ ਦੇਖਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਲਹਿਣੇ ਵੱਲ ਦੇਖਿਆ। ਉਠੋ ਤੁਹੀਂ ਕਰਤਾਰ ਪਿਆਰੇ, ਭਾਈ ਲਹਿਣੇ ਵੱਲ ਦੇਖ ਕੇ ਕਹਿੰਦੇ ਹੇ ਕਰਤਾਰ ਦੇ ਪਿਆਰੇ, ਹੇ ਪਰਮੇਸ਼ਰ ਦੇ ਪਿਆਰੇ, ਤੂੰ ਉੱਠ, ਹੁਣ ਤੂੰ ਕਰੇ ਕਾਰਜ। ਮੁਖ ਕਚਾਏ ਵਹਿਰ ਦੇਹੋ ਡਾਰੇ, ਕਹਿਣਗੇ ਇਹ ਜਿਹੜੀ ਚੂਹੀ ਮਰੀ ਪਈ ਹੈ, ਇਸ ਨੂੰ ਚੁੱਕ ਕੇ ਹੱਥਾਂ ਦੇ ਨਾਲ ਬਾਹਰ ਜਾ ਕੇ ਇਸ ਨੂੰ ਸੁੱਟ ਦੇ। ਆਦੋ ਬਚਨ ਸੁਨਤ ਤਤਕਾਲ, ਹਾਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਧਾ ਹੀ ਬਚਨ ਕੀਤਾ ਸੀ, ਅਜ ਪੂਰਾ ਵੀ ਨਹੀਂ ਕਿਹਾ। ਉਸੇ ਵੇਲੇ ਉਠਿਓ ਉਠਾਈ ਤੁਰਤ ਬਿਸਾਲਾ, ਉਸੇ ਵੇਲੇ ਖੜੇ ਪੈਰ ਭਾਈ ਲਹਿਣਾ ਜੀ ਉੱਠ ਕੇ ਖੜੇ ਹੋ ਗਏ। ਬਸ ਅੱਧਾ ਬਚਨ ਹਜੇ ਗੁਰੂ ਨਾਨਕ ਸਾਹਿਬ ਜੀ ਕਰੇ ਰਹੇ ਨੇ, ਬੋਲੇ ਰਹੇ ਨੇ, ਮੱਥਾ ਟੇਕ ਕੇ ਉੱਠ ਖੜੇ। ਬਸ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਵੀ ਗੁਰੂ ਨਾਨਕ ਨੇ ਅੱਗੇ ਕੀ ਕਹਿਣਾ ਹੈ। ਉਹਨਾਂ ਨੂੰ ਪਤਾ ਵੀ ਕਰਨਾ ਹੀ ਹੈ, ਵੀ ਇਹ ਜਿਹੜਾ ਹਨ ਇਹ ਤਾਂ ਮੇਰਾ ਡਿਸੀਸ਼ਨ ਨਹੀਂ, ਵੈਦਰ ਟੂ ਐਕਸੈਪਟ ਔਰ ਨਾਟ ਟੂ ਐਕਸੈਪਟ। ਦੇਖੋ ਇੱਥੇ ਸਿੱਖੀ ਨਹੀਂ ਖੜਦੀ। ਆਪਾਂ ਸੋਚਦੇ ਹਾਂ ਵੀ ਇਹ ਕੰਮ ਮੈਂ ਐਕਸੈਪਟ ਕਰਾਂ ਜਾਂ ਨਾ ਕਰਾਂ। ਭਾਈ ਐਕਸੈਪਟੈਂਸ ਨਹੀਂ ਹੁੰਦਾ ਸਿੱਖੀ ਵਿੱਚ। ਸਿੱਖੀ ਵਿੱਚ ਮੰਨਣਾ ਹੀ ਹੈ, ਜੋ ਗੁਰੂ ਨੇ ਕਹਿਤਾ ਮੰਨਣਾ। ਆਪਣੀ ਮੱਤ ਨਹੀਂ ਆਪਾਂ ਨੂੰ ਵਰਤਣੀ ਚਾਹੀਦੀ ਵੀ ਇਹ ਠੀਕ ਹੈ ਜਾਂ ਗਲਤ ਹੈ। ਜੋ ਗੁਰੂ ਨੇ ਕਿਹਾ ਉਹ ਠੀਕ ਹੀ ਹੈ, ਉਹਦਾ ਕੋਈ ਨੋ ਕੁਐਸਚਨ ਆਸਕ ਹੈ। ਐਸੀ ਭਾਵਨਾ ਭਾਈ ਲਹਿਣੇ ਦੀ ਹੈ। ਕੇਤਕ ਦੂਰ ਜਾਏ ਸੋ ਡਾਰੀ, ਕਿਤਕ ਦੂਰ ਜਾ ਕੇ ਭਾਈ ਲਹਿਣੇ ਨੇ ਆਪਣੇ ਹੱਥਾਂ ਨਾਲ ਚੱਕ ਕੇ ਜਿਹੜਾ ਹਨ ਉਸ ਚੂਹੀ ਨੂੰ ਬੜੇ ਸਤਿਕਾਰ ਨਾਲ, ਕਿਉਂਕਿ ਗੁਰੂ ਨਾਨਕ ਦੀ ਨਿਗਾਹ ਪਈ ਆ ਉਸ ਚੂਹੀ ਤੇ।
ਗੁਰੂ ਨਾਨਕ ਨੇ ਉਹ ਚੂਹੀ ਵੱਲ ਦੇਖਿਆ ਹੈ, ਕਿਉਂਕਿ ਆਪ ਜੀ ਨੂੰ ਸਾਖੀ ਵੀ ਯਾਦ ਹੋਵੇਗੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਪਈ ਸੀ ਮੁਰਦੇ ਨੂੰ ਜਿਹੜਾ ਹਨ ਉਹਦੇ ਸੰਸਕਾਰ ਦਾ ਧੂਆਂ ਜਿਹੜਾ ਉੱਤੇ ਨੂੰ ਉੱਡਦਾ ਸੀ, ਗੁਰੂ ਨਾਨਕ ਸਾਹਿਬ ਦੀ ਨਿਗਾਹ ਧੂਏ ਤੇ ਪਈ ਸੀਗੀ। ਉਹ ਪਾਪੀ ਨੂੰ ਵੀ ਜਿਹੜਾ ਹੈ ਮੁਕਤੀ ਮਿਲ ਗਈ। ਗੁਰੂ ਨਾਨਕ ਸਾਹਿਬ ਨੇ ਉਹਦੇ ਧੂਏ ਵੱਲ ਹੀ ਦੇਖਿਆ ਸੀ, ਹਜੇ ਉਹਦੇ ਸਰੀਰ ਵੱਲ ਵੀ ਨਹੀਂ ਦੇਖਿਆ ਸੀ। ਹੁਣ ਭਾਈ ਲਹਿਣੇ ਨੂੰ ਇਹ ਗੱਲ ਦਾ ਇੰਨਾ ਵਿਸ਼ਵਾਸ ਹੈ ਕਿ ਚੂਹੀ ਤਰ ਗਈ ਹੈ, ਜਿਹਨੂੰ ਗੁਰੂ ਨਾਨਕ ਦੀ ਨਿਗਾਹ ਜਿਹੜਾ ਹਨ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਨਿਗਾਹ ਪ੍ਰਾਪਤ ਹੋ ਗਈ। ਉਹਨਾਂ ਨੇ ਇਹ ਚੂਹੀ ਨੂੰ ਸਤਿਕਾਰ ਨਾਲ ਚੁੱਕ ਕੇ ਬੜੇ ਸਤਿਕਾਰ ਨਾਲ ਜਿਹੜਾ ਹਨ ਬਾਹਰ ਲੈ ਕੇ ਗਏ। ਕੇਤਕ ਦੂਰ ਜਾਏ ਸੋ ਡਾਰੀ, ਕਿੰਨੀ ਕੁ ਦੂਰ ਜਾ ਕੇ ਉਸ ਚੂਹੀ ਨੂੰ ਰੱਖਿਆ ਭਾਈ ਲਹਿਣੇ ਨੇ ਸਤਿਕਾਰ ਨਾਲ। ਛਿਨ ਸਿਰੇ ਗੁਰ ਗਿਰਾ ਉਚਾਰੀ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਮੂਲੇ ਸੁਤਾ ਭਿਖੋ ਮਨ ਗੁਣੀਏ। ਇਹ ਮੂਲੇ ਸੁਤਾ, ਹੇ ਬਾਬਾ ਮੂਲਾ ਜੀ ਦੀ ਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਸਿਆਣੀਏ, ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਮੈਨੂੰ ਸੁਣਾਈਆਂ ਸੀ, ਠੀਕ ਹੈ, ਪਰ ਆ ਦੇਖਿਆ ਕੀ ਹੋਇਆ ਹੁਣ। ਇਹ ਨਿਜ ਸੁਤ ਸੋ ਪਰ ਸੁਤ ਜਣੀਏ। ਦੇਖੋ ਕਹਿੰਦੇ ਇਹ ਨਿਜ ਸੁਤ, ਆ ਦੇਖ ਤੇਰੇ ਪੁੱਤਰ ਬੈਠੇ ਨੇ ਦੋ ਜਿਹੜੇ ਤੂੰ ਜੰਮੇ ਨੇ, ਜਿਹਨੂੰ ਆਪਾਂ ਆਪਣੇ ਪੁੱਤਰ ਕਹਿੰਦੇ ਹਾਂ। ਸੋ ਪਰਸੁੱਤ ਕਹਿੰਦੇ ਬਾਬਾ ਲਹਿਣਾ ਹੀ ਵੱਲ ਗੁਰੂ ਨਾਨਕ ਸਾਹਿਬ ਨੇ ਆਪਣਾ ਇਸ਼ਾਰਾ ਕੀਤਾ, ਕਹਿੰਦੇ ਉਹ ਪਰਸੁੱਤ ਵੱਲ ਦੇਖ, ਉਹ ਦੂਸਰੇ ਦੇ ਪੁੱਤਰ ਵੱਲ ਦੇਖ, ਬਗਾਨੇ ਪੁੱਤਰ ਵੱਲ। ਮਨ ਹੈ ਕਹਿਓ ਨਾ ਬਚਨ ਕਦਾਈ। ਦੇਖੋ ਉਹਦਾ ਜਿਹੜਾ ਵਰਤਾਵਾ ਪੁੱਤਰਾਂ ਤੋਂ ਵੀ ਵੱਧਦਾ ਹੈ ਤੇ ਆਪਣੇ ਪੁੱਤਰਾਂ ਦਾ ਵਰਤਾਵਾ ਪਰਸੁੱਤ ਬਗਾਨੇ ਪੁੱਤਰ ਤੋਂ ਵੀ ਪਰੇ ਹੈ, ਜਿਨ੍ਹਾਂ ਨੇ ਕੋਈ ਗੱਲ ਮੰਨਦੇ ਹੀ ਕੋਈ ਨਹੀਂ ਹੈਗੇ। ਮਾਨੇ ਕਹਿਓ ਨਾ ਬਚਨ ਕਦਾਈ, ਇਹ ਕਿਤੇ ਵੀ ਬਚਨ ਨਹੀਂ ਮੰਨਦੇ ਸਾਡਾ। ਸੋ ਆਇਸ ਅਨੁਸਾਰ ਸਦਾਈ। ਦੇਖੋ ਸੋ ਉਹ ਭਾਈ ਲਹਿਣਾ ਜਿਹੜੇ ਹਨ ਸਦਾ ਹੀ ਹੁਕਮ ਦੇ ਵਿੱਚ ਹੀ ਰਹਿੰਦੇ ਨੇ, ਉਹਨਾਂ ਨੂੰ ਤਾਂ ਕਹਿਣ ਦੀ ਹਜੇ ਜ਼ਰੂਰਤ ਜਿਹੜੀ ਹੈ ਉਹ ਵੀ ਨਹੀਂ ਹੁੰਦੀ। ਥੋੜਾ ਬਹੁਤਾ ਕਹਦੇ ਉਦੋਂ ਹੀ ਕਰ ਦਿੰਦੇ ਹਨ, ਪੁੱਛਦੇ ਨਹੀਂ ਹੈਗੇ। ਦੋਹਰਾ ਨਹਿ ਕਿਸ ਹੂੰ ਕੇ ਕਰ ਬਿਖੈ ਸਭ ਕਰਤਾਰ ਅਧੀਨ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਤਾ ਸੁਲੱਖਣੀ ਜੀ ਨੂੰ ਇਹ ਸਾਰਾ ਪਰਮਾਤਮਾ ਦੇ ਹੱਥ ਵਿੱਚ ਹੈ। ਇਹ ਗੱਦੀ ਜਿਹੜੀ ਉਸ ਪਰਮਾਤਮਾ ਦੀ ਆਪਣੀ ਹੈ, ਸਥਾਪਿਤ ਕੀਤੀ ਹੋਈ ਸੰਸਾਰ ਦੇ ਵਿੱਚ, ਇਹ ਐਸਟੈਬਲਿਸ਼ ਕੀਤੀ ਹੈ ਪਰਮਾਤਮਾ ਨੇ ਆਪ ਪਰਮਾਤਮਾ ਇਹਦੇ ਉੱਤੇ ਬਿਰਾਜਦੇ ਹਨ। ਇਸ ਕਰਕੇ ਇਹ ਕਿਸੇ ਦੇ ਹੱਥ ਦੀ ਗੱਲ ਨਹੀਂ ਹੈਗੀ। ਜਿਸ ਪਰ ਕਰਨਾ ਦ੍ਰਿਸ਼ਟ ਹੋਇਆ ਤਿਨਹਿ ਬਸਤ ਇਹ ਲੀਨ। ਦੇਖੋ ਇਹ ਵਸਤੂ, ਇਹ ਤਖਤ, ਇਹ ਗੱਦੀ ਉਸਨੂੰ ਮਿਲੇਗੀ ਜਿਨ੍ਹਾਂ ਤੇ ਉੱਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ। ਚੌਪੇ ਜਿਸ ਧਰਨੀ ਮਹਿ ਹੋਏ ਨਿਵਾਨਾ। ਦੇਖੋ ਜਿਹੜੀ ਧਰਤੀ ਨਿਵਾਣ ਵਾਲੀ ਹੋਵੇ, ਨੀਵੀਂ ਹੋਵੇ, ਜਿਹੜੀ ਧਰਤੀ ਜਿਹੜੀ ਹੈ ਉਹ ਨੀਵੀਂ ਜਿਹੜੀ ਹੁੰਦੀ ਹੈ, ਤਹਿ ਜਲ ਜਾਵਹਿ ਟਿਕਹਿ ਮਹਾਨਾ। ਤੇ ਜਿਹੜਾ ਹਨ ਜਲ, ਜਿਹੜਾ ਹਨ ਪਾਣੀ ਜਿਹੜਾ ਹੈ ਉੱਥੇ ਜਾ ਕੇ ਟਿਕਦਾ ਹੈ ਜੋ ਨੀਵਾਂ ਥਾਂ ਹੁੰਦਾ ਹੈ। ਉੱਚੇ ਥਾਂ ਤੋਂ ਤਾਂ ਪਾਣੀ ਰੁੜ ਕੇ ਥੱਲੇ ਨੂੰ ਆ ਜਾਂਦਾ ਹੈ, ਟਿਕਦਾ ਖੜਦਾ ਕਿੱਥੇ, ਜਿੱਥੇ ਨੀਵਾਂ ਥਾਂ ਹੋਵੇ। ਇਸ ਪ੍ਰਕਾਰ ਕਰਕੇ ਜਿਹੜਾ ਹਨ ਗੁਰੂ ਨਾਨਕ ਸਾਹਿਬ ਜੀ ਜਿਹੜਾ ਐਗਜ਼ਾਮਪਲ ਦੇ ਕੇ ਕਹਿੰਦੇ ਹਨ, ਟਿੱਬਾ ਜਹਾਂ ਉਚੇਰਾ ਹੋਈ। ਜਿਹੜਾ ਟਿੱਬਾ ਹੁੰਦਾ ਹੈ ਨਾ, ਜਿਹੜਾ ਉੱਚਾ ਥਾਂ ਹੁੰਦਾ ਹੈ, ਜਿਵੇਂ ਕੋਈ ਹਿੱਲ ਹੋਈ ਜਾਂ ਕੋਈ ਮਾਊਂਟਨ ਹੋਈ, ਤਹਿ ਜਲ ਬੂੰਦ ਟਿਕੈ ਨਹਿ ਕੋਈ। ਉੱਥੇ ਇੱਕ ਡ੍ਰੌਪ ਨਹੀਂ ਜਿਹੜਾ ਹੈ ਪਾਣੀ ਦਾ ਉੱਥੇ ਟਿਕਦਾ, ਉਹ ਵਾਟਰ ਦਾ ਜਿਹੜਾ ਹੈ ਇੱਕ ਡ੍ਰੌਪ ਵੀ ਉੱਥੇ ਨਹੀਂ ਟਿਕਦਾ, ਇੱਕ ਕਿਣਕਾ ਪਾਣੀ ਦਾ ਨਹੀਂ ਉੱਥੇ ਟਿਕਦਾ, ਸਾਰਾ ਰੁੜ ਕੇ ਥੱਲੇ ਹੀ ਆ ਜਾਂਦਾ ਹੈ। ਸੁਣ ਕੇ ਬਚਨ ਦੇਖ ਨਿਜ ਨੈਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਾਤਾ ਸੁਲੱਖਣੀ ਜੀ ਨੂੰ ਇਹੀ ਸਮਝਾਇਆ, ਨੀਵਾ ਸੋ ਗੋਰਾ ਹੋਏ। ਦੇਖੋ ਜੋ ਨੀਵਾ ਉਹੀ ਤਾਂ ਭਾਰਾ ਹੁੰਦਾ ਹੈ ਨਾ, ਨੀਵਾਂਪਣ ਦੇ ਵਿੱਚ ਹੀ ਸਾਰੀਆਂ ਵਡਿਆਈਆਂ ਨੇ। ਸਭ ਕੁਝ ਕਿਰਪਾ ਜਿਹੜੀ ਉਹਨਾਂ ਤੇ ਹੁੰਦੀ ਜੋ ਨੀਵੇਂ ਹੁੰਦੇ ਨੇ। ਇਸ ਕਰਕੇ ਜਦੋਂ ਇਹ ਸਾਰਾ ਹੀ ਜਿਹੜੇ ਹਨ ਬਚਨ ਸਤਿਗੁਰਾਂ ਦੇ ਮਾਤਾ ਸੁਲੱਖਣੀ ਜੀ ਨੇ ਸੁਣੇ ਤੇ ਆਪਣੇ ਅੱਖੀਂ ਸਾਰਾ ਦ੍ਰਿਸ਼ਟ ਦੇਖਿਆ। ਗਏ ਸੁਲੱਖਣੀ ਉੱਠ ਨਿਜ ਐਨਾ। ਉਸ ਵੇਲੇ ਮਾਤਾ ਸੁਲੱਖਣੀ ਜੀ ਉੱਠ ਕਰਕੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਆਪਣੇ ਘਰ ਨੂੰ ਚਲੀ ਗਈ। ਕਿਤਕ ਦਿਵਸ ਜਬ ਬਿਤੇ ਬਹੋਰੀ। ਜਦੋਂ ਕੁਝ ਕੁ ਦਿਨ ਹੋਰ ਬੀਤ ਗਏ, ਪਰਖਣ ਕੀ ਠਾਨੀ ਬਿਦ ਔਰੀ। ਮਹਾਰਾਜ ਨੇ ਇੱਕ ਹੋਰ ਜਿਹੜਾ ਹਨ ਹੁਣ ਟੈਸਟ ਲਿਆ। ਮਹਾਰਾਜ ਨੇ ਇੱਕ ਹੋਰ ਟੈਸਟ ਰੱਖਿਆ ਸਿੱਖਾਂ ਦਾ। ਭਵ ਅੰਬੁਦ ਤਾਰਨ ਗੁਰ ਪੋਤਾ। ਜਿਹੜਾ ਹਮ ਭਵ ਅੰਬੁਦ ਕਹਿੰਦੇ ਸੰਸਾਰ ਸਾਗਰ ਦੇ ਤਾਰਨ ਵਾਸਤੇ ਕਹਿਣ ਲੱਗੇ, ਦੇਖੋ ਉਹ ਜਹਾਜ਼ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਹੜੇ ਕਿ ਆਪ ਜਹਾਜ਼ ਨੇ ਤੇ ਲੱਖਾਂ ਕਰੋੜਾਂ ਨੂੰ ਤਾਰਨ ਵਾਲੇ ਨੇ। ਜਾਮਨ ਏਕ ਭਾਉ ਨਿਜ ਸੋਤਾ। ਦੇਖੋ ਜਾਮਨ ਏਕ ਭਾਉ ਨਿਜ ਸੋਤਾ, ਕਹਿਣਗੇ ਆਪਣੇ ਰੰਗ ਦੇ ਵਿੱਚ ਸਤਿਗੁਰੂ ਜੀ ਇੱਕ ਵਾਰ ਸੁੱਤੇ ਪਏ ਸਨ। ਜਿਹੜਾ ਹਨ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਮੰਜੇ ਤੇ ਲੇਟੇ ਸਨ ਤੇ ਲੰਮੇ ਪਿਆ ਜਾਮਨ ਇੱਕ ਰਾਤ ਦੀ ਗੱਲ ਹੈ, ਜਦੋਂ ਸਤਿਗੁਰੂ ਜੀ ਰੈਸਟ ਕਰ ਰਹੇ ਸਨ। ਬੈ ਤਾਤ ਤੇ ਕਾਲ ਸਮੀਪਾ। ਉਸ ਵੇਲੇ ਸਤਿਗੁਰਾਂ ਨੇ ਆਪਣੇ ਦੋਨੋਂ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲੇ ਸਨ, ਉਸੇ ਕਮਰੇ ਦੇ ਵਿੱਚ ਇਕੱਠੇ ਸਨ। ਤੇ ਉਸ ਵੇਲੇ ਸ੍ਰੀ ਸੱਸ ਪ੍ਰਤ ਤਬ ਨਿਕਟ ਬੁਲੀਪਾ। ਬਾਬਾ ਸ੍ਰੀ ਚੰਦ ਵੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ
ਜਿਹੜਾ ਹਨ ਇਹ ਬਚਨ ਕੀਤੇ। ਬਾਬਾ ਸ੍ਰੀ ਚੰਦ ਨੂੰ ਕੋਲ ਸੱਦ ਕੇ ਕਿਹਾ, ਤਾਤ ਸੰਬਿਆਨ ਧੋਨ ਸਰ ਜਾਈਏ। ਕਹਿਣਗੇ ਪੁੱਤਰ ਆ ਜਿਹੜੀਆਂ ਸਾਡੀਆਂ ਚਾਦਰਾਂ ਨੇ ਇਹ ਥੋੜੀਆਂ ਮੈਲੀਆਂ ਹੋ ਗਈਆਂ, ਇਉਂ ਕਰ ਇਹਨੂੰ ਜਾ ਕੇ ਨਾ ਉਸ ਨਦੀ ਦੇ ਵਿੱਚ ਰਾਵੀ ਦੇ ਵਿੱਚ ਧੋ ਕੇ ਲਿਆ। ਅੱਧੀ ਰਾਤ ਦਾ ਸਮਾਂ ਹੈ ਜੀ, ਵਿੰਟਰ ਦਾ ਮੌਸਮ ਹੈ, ਸਰਦੀਆਂ ਵਾਲਾ ਸਮਾਂ ਹੈ, ਅੱਧੀ ਰਾਤ ਵਾਲਾ ਹੈ। ਤੇ ਮਹਾਰਾਜ ਜੀ ਬਾਬਾ ਸ੍ਰੀ ਚੰਦ ਨੂੰ ਸੁੱਤੇ ਪਿਆਂ ਨੂੰ ਉਠਾ ਕੇ ਕਹਿੰਦੇ, ਪੁੱਤਰ ਆ ਚਾਦਰਾਂ ਜਿਹੜੀਆਂ ਨਾ ਥੋੜੀਆਂ ਮੈਲੀਆਂ ਹਨ, ਤੂੰ ਐਂ ਕਰ ਜਾ ਹੁਣੇ ਚਾਦਰਾਂ ਨੂੰ ਚੁੱਕ ਪੰਡ ਬਣਾ ਕੇ ਜਾ ਕੇ ਧੋ ਕੇ ਲਿਆ। ਸੁਖਤ ਕਰ ਤੂਰਨ ਢਿਗ ਲਈਏ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਰ ਕੀ ਬਚਨ ਕੀਤਾ, ਕਹਿੰਦੇ ਧੋ ਕੇ ਸੁਕਾ ਕੇ ਲਿਆਉਣੀਆਂ ਏ। ਹਾਂਜੀ, ਅੱਜ ਕੱਲ੍ਹ ਤਾਂ ਡਰਾਈ ਕਲੀਨਿੰਗ ਹੁੰਦੀ ਆ ਨਾ, ਉਸ ਸਮੇਂ ਕਿਹੜੀਆਂ ਡਰਾਈ ਕਲੀਨਿੰਗ ਹੁੰਦੀਆਂ ਸਨ। ਹਾਂਜੀ, ਉੱਥੇ ਕਿਹੜੇ ਡਰਾਈਅਰ ਹੁੰਦੇ ਸਨ। ਮਹਾਰਾਜ ਨੇ ਕਿਹਾ ਕਿ ਇਹਨੂੰ ਸੁਕਾ ਕੇ ਲਿਆਉਣਾ, ਇਹਨੂੰ ਡਰਾਈ ਕਰਕੇ ਲਿਆ ਕੇ ਫਿਰ ਇੱਥੇ ਰੱਖਣੀਆਂ ਹਨ ਧਰਮਸ਼ਾਲਾ ਵਿੱਚ। ਤਾਤ ਕਹਿਤ ਹਮ ਸ਼ਰਮਤ ਕਰਨ ਤੇ। ਉਸ ਵੇਲੇ ਜਿਹੜੇ ਬਾਬਾ ਸ੍ਰੀ ਚੰਦ ਜੀ ਅੱਖਾਂ ਮਲਦੇ ਹੋਏ ਉੱਠੇ, ਜਦੋਂ ਇਹ ਗੱਲ ਸੁਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ, ਕਹਿਣ ਲੱਗੇ, ਪਿਤਾ ਜੀ ਮੈਂ ਤਾਂ ਥੱਕਿਆ ਪਿਆ, ਮੈਨੂੰ ਬਹੁਤ ਥਕੇਮਾ ਹੋਇਆ ਪਿਆ, ਨੀਂਦ ਵੀ ਬੜੀ ਆਈ ਹੋਈ ਹੈ। ਕੋਮਲ ਕਰ ਹਮ ਨਿਸਾ ਠਰਨ ਤੇ। ਕਹਿਣ ਲੱਗੇ, ਦੇਖੋ ਪਿਤਾ ਜੀ ਇਹ ਤਾਂ ਜਿਹੜਾ ਹਨ ਕਮਰੇ ਦੇ ਵਿੱਚ ਅਸੀਂ ਠਰੀ ਜਾਂਦੇ ਹਾਂ, ਸ਼ਿਵਰਿੰਗ ਹੋ ਰਹੀ ਆ ਸਾਡੀ, ਇੰਨੀ ਠੰਡ ਹੈ, ਸਾਡਾ ਤਾਂ ਜਿਹੜਾ ਹਨ ਰਜਾਈ ਤੋਂ ਇਹ ਜਿਹੜਾ ਹਨ ਚਾਦਰ ਤੋਂ ਬਲੈਂਕਟ ਤੋਂ ਹੱਥ ਨਹੀਂ ਬਾਹਰ ਨਿਕਲਦਾ। ਕਹਿੰਦੇ ਨਿਸ ਠਰਨ ਤੇ, ਉਹ ਬਾਹਰ ਤਾਂ ਪਤਾ ਨਹੀਂ ਕਿੰਨੀ ਕੁ ਠੰਡ ਸਰਦੀਆਂ ਪੈ ਰਹੀਆਂ ਹਨ। ਬਾਸਰ ਹੋਇਆ ਭ੍ਰਿਤ ਧੋ ਕਰ ਲਿਆਵੈ। ਅੱਛਾ ਜੀ, ਕਹਿੰਦੇ ਪਿਤਾ ਜੀ ਇਸ ਤਰ੍ਹਾਂ ਕਰੋ, ਥੋੜਾ ਜਿਹਾ ਸਬਰ ਕਰੋ, ਦਿਨ ਚੜ ਜਾਂਦੋ, ਸੂਰਜ ਚੜ ਗਿਆ, ਆਪਣੇ ਦਾਸ ਹੈਗੇ ਨੇ, ਆਪਾਂ ਚਾਦਰਾਂ ਇਹਨਾਂ ਨੂੰ ਕਹਿ ਦੇਣਾ, ਇਹਨਾਂ ਨੇ ਆਪੇ ਚੁੱਕ ਕੇ ਲੈ ਜਾਣੀ, ਆਪੇ ਧੋ ਕੇ ਲਿਆਉਣੇ, ਆਪੇ ਸੁਕਾ ਕੇ ਇੱਥੇ ਆ ਕੇ ਤਿਆਂ ਲਾ ਕੇ ਇੱਥੇ ਫੋਲਡ ਕਰਕੇ ਇੱਥੇ ਰੱਖ ਦੇਣੀਆਂ। ਪਿਤਾ ਜੀ ਸਾਰਾ ਸੈਟਲ ਹੋ ਜਾਏਗਾ, ਸਵੇਰ ਹੁੰਦਿਆਂ ਤੱਕ ਡੀਕ ਲੋ। ਹਮ ਤੇ ਇਹ ਕ੍ਰਿਤ ਹੋਏ ਨਾ ਆਵੇ। ਕਿ ਕਹਿੰਦੇ ਪਿਤਾ ਜੀ ਸਾਤੋਂ ਨਹੀਂ ਇਹ ਕੰਮ ਹੋਣਾ, ਤੁਸੀਂ ਸਾਤੋਂ ਚਾਦਰਾਂ ਧੋਂਦੇ ਹੋ। ਹਾਂਜੀ, ਉਹ ਵੀ ਅੱਧੀ ਰਾਤ ਨੂੰ, ਉਹ ਵੀ ਸਰਦੀਆਂ ਦੇ ਵਿੱਚ। ਮਹਾਰਾਜ ਕਹਿੰਦੇ ਪਿਤਾ ਜੀ ਇਹ ਨਹੀਂ ਹੋਣਾ ਸਾਡੇ ਤੋਂ। ਲੱਗ ਸਤ ਪ੍ਰਤ ਜਬ ਕਹਿ ਗੁਰ ਐਸੇ। ਉਸ ਵੇਲੇ ਬਾਬਾ ਲਖਮੀ ਦਾਸ ਵੀ ਸੁੱਤੇ ਪਏ ਸੀ। ਮਹਾਰਾਜ ਨੇ ਬਾਬਾ ਲਖਮੀ ਦਾਸ ਨੂੰ ਹਿਲਾਇਆ। ਹੁਣ ਕਹਿੰਦੇ ਪੁੱਤਰ ਤੂੰ ਉੱਠ ਹੁਣ। ਪ੍ਰਤ ਉੱਤਰ ਸੋ ਕਹਿਤ ਹੋ ਕੈਸੇ। ਉਸ ਵੇਲੇ ਬਾਬਾ ਲਖਮੀ ਦਾਸ ਵੀ ਉਸੇ ਤਰ੍ਹਾਂ ਹੀ ਉੱਠੇ, ਉੱਠਦੇ ਹੋਏ ਅੱਖਾਂ ਮਲਦੇ ਹੋਏ ਉੱਠੇ। ਕਹਿੰਦੇ ਕਿਵੇਂ ਪਿਤਾ ਜੀ ਕਿਵੇਂ। ਹਾਂਜੀ, ਜਬ ਲਹਿਣੇ ਪ੍ਰਤ ਸਤਗੁਰ ਭਾਖਾ। ਉਸ ਵੇਲੇ ਜਿਹੜਾ ਕਿਵੇਂ ਕਰਕੇ ਬਾਬਾ ਲਖਮੀ ਦਾਸ ਵੇ ਸੌਂਗੇ। ਹਾਂਜੀ, ਹੋ ਗਿਆ ਜੀ ਕੰਮ ਹੁਣ। ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਬਾ ਲਹਿਣਾ ਜੀ ਵੱਲ ਦੇਖਿਆ। ਬਾਬਾ ਲਹਿਣਾ ਜੀ ਉਸ ਵੇਲੇ ਨਾ ਮਹਾਰਾਜ ਦੀ ਸੇਵਾ ਕਰ ਰਹੇ ਸਨ, ਕਿਉਂਕਿ ਸਾਰੀ ਰਾਤ ਉਹਨਾਂ ਨੇ ਮਹਾਰਾਜ ਦੇ ਚਰਨ ਦੱਬਿਆ ਕਰਦੇ ਸਨ। ਜਾਨੇ ਸੋ ਮਹਾਰਾਜ ਦੇ ਅੱਗੇ ਜਾਂ ਚਰਨਾਂ ਵੱਲ ਬੈਠੇ ਰਹਿੰਦੇ ਸਨ ਸਾਰੀ ਰਾਤ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਵੱਲ ਦੇਖਿਆ। ਹਮ ਚਾਦਰ ਪੁਰਖਾ ਧੋਲਾ ਰਾਖਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਹਾ, ਲਹਿਣਿਆ ਤੂੰ ਉੱਠ। ਕਹਿੰਦਾ ਲੈ ਫੜ ਚਾਦਰਾਂ ਧੋ ਕੇ ਲਿਆ। ਹਾਂਜੀ, ਆਪਾਂ ਧੋ ਕੇ ਲਿਆਉਣੀਆਂ ਇਹ ਚਾਦਰਾਂ ਹੁਣ। ਤਬ ਹੈ ਉੱਠਿਓ ਲਹਿਣਾ ਵੱਡ ਭਾਗਾ। ਵੱਡੇ ਭਾਗਾਂ ਵਾਲਾ ਬਾਬਾ ਲਹਿਣਾ ਜੀ ਉਸੇ ਵੇਲੇ ਉੱਠ ਖੜੇ ਜੀ। ਸਰ ਮਹਿ ਜਾ ਪਟ ਧੋਵਨ ਲਾਗਾ। ਤੇ ਰਾਤ ਪਈ, ਅੱਧੀ ਰਾਤ ਦਾ ਸਮਾਂ, ਠੰਡ ਕੜਕਦੀ ਠੰਡ ਹੈ। ਕਹਿੰਦੇ ਪਾਣੀ ਵੀ ਜਿਹੜਾ ਆਈਸ ਵਰਗਾ ਠੰਡਾ ਹੈ ਰਾਵੀ ਦਾ। ਉੱਥੇ ਜਾ ਕੇ ਭਾਈ ਲਹਿਣਾ ਜੀ ਲੈ ਗਏ ਚਾਦਰਾਂ, ਧੋਣ ਲੱਗ ਪਏ ਜੀ ਬਹਿ ਕੇ। ਬਾਸੁਰ ਅਰਧ ਭਾਨ ਖੈਨ ਪਰੰਤੂ। ਬਸ ਉਹ ਚਾਦਰਾਂ ਧੋਣ ਦੀ ਦੇਰ ਸੀ ਕਿ ਕੀ ਹੋਇਆ, ਆਫਟਰਨੂਨ ਹੋ ਗਿਆ ਜੀ। ਉਸ ਸਮੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸਾ ਕੌਤਕ ਵਰਤਾਇਆ। ਉਸ ਵੇਲੇ ਸੂਰਜ ਬਿਲਕੁਲ ਉੱਤੇ ਆ ਗਿਆ ਜੀ, ਐਨ ਗਰਮੀ ਹੋ ਗਈ ਜਿਵੇਂ ਦੁਪਹਿਰਾ ਆਫਟਰਨੂਨ ਦਾ ਸਮਾਂ ਹੁੰਦਾ ਹੈ। ਇਉਂ ਕਰਕੇ ਜਿਹੜਾ ਭਾਈ ਲਹਿਣੇ ਦੇ ਧੋਣ ਤੱਕ ਜਦੋਂ ਸੁਕਾਉਣ ਦਾ ਸਮਾਂ ਆਇਆ, ਸੂਰਜ ਚੜ ਗਿਆ ਜੀ, ਬੜੀ ਗਰਮੀ ਹੋ ਗਈ। ਲੱਖ ਲਹਿਣੇ ਮਨ ਅਚਰਜ ਸਮਤੂ। ਭਾਈ ਲਹਿਣਾ ਦੇਖ ਕੇ ਹੈਰਾਨ ਹੋ ਗਏ ਵੀ ਅੱਧੀ ਰਾਤ ਨੂੰ ਸੂਰਜ ਕਿਵੇਂ ਚੜ ਗਿਆ ਹੁਣ। ਧੋਏ ਸੁਕਾਏ ਚੈਲ ਲੈ ਆਵਾ। ਸੋ ਧੋ ਕੇ ਸੁਕਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਭਾਈ ਲਹਿਣਾ ਜੀ ਸਾਰੀਆਂ ਜਿਹੜੀਆਂ ਚਾਦਰਾਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਲੈ ਕੇ ਆ ਗਏ। ਧਰ ਸਤਗੁਰ ਢਿਗ ਪਾਲ ਨਿਵਾਵਾ। ਪਰ ਹੁਣ ਜਦੋਂ ਆ ਕੇ ਧਰਮਸ਼ਾਲਾ ਪਹੁੰਚੇ ਫਿਰ ਅੱਧੀ ਰਾਤ ਦਾ ਸਮਾਂ ਹੋ ਗਿਆ। ਫਿਰ ਉਹੀ ਸਮਾਂ ਆ ਗਿਆ ਜਿਹੜੇ ਸਮੇਂ ਵਿੱਚ ਗਏ ਸਨ। ਸੋ ਇਉਂ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਧਰ ਕੇ ਮੱਥਾ ਟੇਕਿਆ ਭਾਈ ਲਹਿਣਾ ਜੀ ਨੇ। ਜਗਤੇਸ਼ਵਰ ਨਿਜ ਪਾਨ ਉਠਾਇਓ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਠ ਕੇ ਨਾ ਭਾਈ ਲਹਿਣੇ ਦਾ ਸੀਸ ਜਿਹੜਾ ਹੈ ਆਪਣੇ ਚਰਨਾਂ ਤੋਂ ਆਪ ਉਠਾਇਆ, ਆਪ ਫੜ ਕੇ ਉਹਨਾਂ ਦਾ ਸੀਸ ਜਿਹੜਾ ਹੈ ਸਿੱਧਾ ਕੀਤਾ। ਕਹੇ ਸੁਮਤੇ ਜਗ ਅਪਰ ਨਾ ਜਾਇਓ। ਤੇ ਗੁਰੂ ਨਾਨਕ ਸਾਹਿਬ ਸੱਚੇ ਨਾਲ ਨੇ ਬਖਸ਼ਿਸ਼ ਕੀਤੀ ਨਾ ਭਾਈ ਲਹਿਣੇ ਤੇ। ਕਹਿੰਦੇ ਸੁਮਤੇ ਹੇ ਸ੍ਰਿਸ਼ਟ ਮਤ ਵਾਲੇ, ਹੇ ਉੱਚੀ ਮਤ ਵਾਲੇ ਲਹਿਣਿਆ ਜਗ ਅਪਰ ਨਾ ਜਾਇਓ। ਕਹਿਣ ਲੱਗੇ ਤੇਰੇ ਵਰਗਾ ਸੰਸਾਰ ਵਿੱਚ ਕੋਈ ਦੂਜਾ ਨਹੀਂ ਜੰਮਿਆ, ਤੂੰ ਇੱਕੋ ਇੱਕ ਹੈ ਜੋ ਐਸਾ ਹੈ, ਜੋ ਐਸੀ ਬਖਸ਼ਿਸ਼, ਜੋ ਐਸੀ ਕਿਰਪਾ ਦਾ ਪਾਤਰ ਹੈ। ਕਿਤਕ ਨੇ ਸਾਥੀ ਪਟ ਧੋ ਆਨੇ। ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੱਸ ਕੇ ਪੁੱਛਣ ਲੱਗੇ, ਕਹਿੰਦੇ ਲਹਿਣਿਆ
ਕਹਿੰਦੇ ਜਦੋਂ ਤੂੰ ਕੱਪੜੇ ਧੋਣ ਗਿਆ ਤਾਂ ਉਸ ਵੇਲੇ ਰਾਤ ਕਿੰਨੀ ਕੁ ਰਹਿ ਗਈ ਸੀ? ਹਾਂਜੀ, ਤੂੰ ਤਾਂ ਸਕਾ ਕੇ ਲਿਆਂਦੇ ਸਾਰੇ ਕੱਪੜੇ, ਇਹ ਕਿਵੇਂ ਹੋ ਗਿਆ? ਤੇਰੀ ਗੱਤ ਤੂੰ ਜਾਣ ਬਖਾਨੇ। ਬਾਬਾ ਲਹਿਣਾ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਪਾਤਸ਼ਾਹ ਜੀ ਤੁਹਾਡੀ ਗੱਤ ਤੁਸੀਂ ਜਾਣੋ, ਤੁਸੀਂ ਤੁਹਾਡੀਆਂ ਗੱਲਾਂ ਤੁਸੀਂਓ ਜਾਣੋ, ਮੇਰੇ ਨਹੀਂ ਸਮਝ ਪੈਂਦਾ ਕੁਛ। ਦੋਹਰਾ ਸਤਿਗੁਰ ਕਹਿ ਜੋ ਵਸਤ ਹੈ, ਭਾਗ ਜਿਸੇ ਸੋ ਪਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇਖੋ ਇਹ ਗੱਲ ਜਿਹੜੀ ਸੁਣ ਕਰਕੇ, ਦੇਖੋ ਆਪਣੇ ਵਰਗਾ ਹੁੰਦਾ ਨਾ ਆਪਾਂ ਕਹਿਣਾ ਸੀ ਓਹੋ, ਬਿਕੋਜ਼ ਕਹਿੰਦਾ ਮੈਂ ਗਿਆ ਸੀ ਉੱਥੇ ਤਾਂ ਧੁੱਪ ਚੜ ਗਈ, ਮੇਰੇ ਕਰਕੇ ਹੀ ਹੋਇਆ। ਭਾਈ ਲੈਣਾ ਚਾਹੁੰਦੇ ਨੇ ਮਹਾਰਾਜ ਜਿਵੇਂ ਜਿਵੇਂ ਤੁਹਾਡਾ ਕਾਰਜ ਹੈ ਤੁਸੀਂ ਆਪੇ ਹੀ ਜਾਣਦੇ ਹੋ, ਮੈਨੂੰ ਨਾ ਪੁੱਛੋ, ਤੁਸੀਂ ਕਰਨ ਵਾਲੇ ਹੋ, ਮੈਂ ਨਹੀਂ ਹੈਗਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਵਸਤ ਹੈ ਭਾਗ ਜਿਸੇ, ਕਹਿੰਦੇ ਜਿਹੜੀ ਵਸਤੂ ਜਿਹੜੇ ਭਾਗਾਂ ਵਿੱਚ ਹੋਵੇ ਉਹਨੂੰ ਹੀ ਪ੍ਰਾਪਤ ਹੁੰਦੀ ਹੈ, ਹੋਰ ਕਿਸੇ ਨੂੰ ਨਹੀਂ ਮਿਲਦੀ। ਬਿਨ ਭਾਗਾ ਨਹਿ ਮਿਲਤ ਹੈ, ਕੋਟਿਕ ਜਤਨ ਕਮਾਏ। ਦੇਖੋ ਭਾਵੇਂ ਕੋਈ ਕਿੰਨੇ ਹੀ ਕਰੋੜਾਂ ਹੀ ਯਤਨ ਕਰ ਲਵੇ, ਬਿਨਾਂ ਭਾਗਾਂ ਤੋਂ, ਬਿਨਾਂ ਗੁਰੂ ਦੀ ਕਿਰਪਾ ਸਦਕਾ, ਬਿਨਾਂ ਪਰਮੇਸ਼ਰ ਦੀ ਕਿਰਪਾ ਨਾਲ ਕੋਈ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਲੱਤਾਂ ਬਾਹਾਂ ਭਾਵੇਂ ਕੋਈ ਜਿੰਨੀਆਂ ਮਾਰੀ ਜਾਵੇ, ਕਹਿੰਦੇ ਜਿੰਨੀਆਂ ਕੋਸ਼ਿਸ਼ਾਂ ਕੋਈ ਕਰ ਲਵੇ, ਮਿਲਦਾ ਉਸੇ ਨੂੰ ਹੈ ਜਿਹਨੂੰ ਪਰਮਾਤਮਾ ਆਪ ਦਿੰਦਾ ਹੈ। ਅਪਰ ਪ੍ਰੀਖਿਆ ਲੈਣ ਕੀ ਸਤਿਗੁਰ ਕੇ ਮਨ ਚਾਹੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ 'ਚ ਫੈਸਲਾ ਕੀਤਾ ਕਿ ਹੋਰ ਟੈਸਟ ਲੈਣਾ ਚਾਹੀਦਾ ਹੈ, ਇਹ ਹੋਰ ਵੀ ਜਿਹੜਾ ਹਨ ਹੋਰ ਅਸੈਸਮੈਂਟ ਲੈਣੇ ਚਾਹੀਦੇ ਹਨ। ਇੱਕ ਦਿਨ ਸਿੱਖਣ ਕਰ ਬਲਤ ਉਬੈ ਤਾਤ ਢਿਗ ਆਹੇ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠੇ ਸਨ, ਬਹੁਤ ਸਾਰੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਆਲੇ ਦੁਆਲੇ ਸਨ। ਉਬੈ ਤਾਤ ਢਿਗ ਆਹੇ। ਉਸ ਵੇਲੇ ਦੋਨੋਂ ਮਹਾਰਾਜ ਦੇ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਵੀ ਆ ਗਏ। ਚੌਪੇ ਹੁਤੀ ਸੁਲਖਣੀ ਢਿਗ ਤੇ ਤਕਾਲਾ। ਮਾਤਾ ਸੁਲਖਣੀ ਜੀ ਵੀ ਨਾਲ ਸਨ। ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਤਿਆਰ ਹੋ ਕੇ ਆਏ, ਬੜੇ ਸੋਹਣੇ ਕੱਪੜੇ ਪਾਏ ਹੋਏ ਸਨ, ਕਿਉਂਕਿ ਉਹਨਾਂ ਦੇ ਕੱਪੜੇ ਜਿਹੜੇ ਸਨ ਖਾਸ ਹੁੰਦੇ ਸਨ, ਬੜੇ ਸੁੰਦਰ ਹੋਇਆ ਕਰਦੇ ਸਨ। ਬਾਬਾ ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਨਹਾ ਧੋ ਕੇ ਚੰਗੀ ਤਰ੍ਹਾਂ ਜਿਹੜਾ ਹੈ ਤਿਆਰ ਹੋ ਕੇ ਆਏ, ਤੇ ਮਾਤਾ ਸੁਲਖਣੀ ਜੀ ਵੀ ਨਾਲ ਆ ਗਏ। ਕਹਿਆ ਬੈਸਨ ਲੀਨ ਕਿਰਪਾਲਾ। ਉਸ ਵੇਲੇ ਇੱਕ ਬ੍ਰੌਂਜ਼ ਦਾ ਮਹਾਰਾਜ ਕੋਲ ਇੱਕ ਬੋਲ ਸੀਗਾ, ਇੱਕ ਬੋਲ ਬ੍ਰੌਂਜ਼ ਦਾ ਸੀਗਾ, ਜੋ ਕਿ ਜਿਹੜਾ ਹੈ ਮਹਾਰਾਜ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਝੂਠ ਨੀਰ ਕਰਦਮ ਗੰਭੀਰਾ। ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਲੰਗਰਾਂ ਦੇ ਪਿਛਲੇ ਪਾਸੇ ਜਿੱਥੇ ਨਿਵਾਨ ਸੀਗਾ, ਨੀਵਾਂ ਥਾਂ ਸੀਗਾ, ਇਹ ਥਾਂ ਵੈਸੇ ਉਸ ਵੇਲੇ ਇਸ ਤਰ੍ਹਾਂ ਬਣਾਈ ਜਾਂਦੇ ਸਨ, ਜਿਹੜੇ ਕਿ ਭਾਂਡੇ ਮਾਂਜੇ ਜਾਂਦੇ ਸਨ ਲੰਗਰਾਂ ਵਾਲੇ, ਉਹਨਾਂ ਦੀ ਜਿੰਨੀ ਝੂਠ ਹੁੰਦੀ ਸੀ ਉਹ ਜਾ ਕੇ ਇੱਕ ਚੁਬੱਚੇ ਦੇ ਵਿੱਚ ਜਾ ਕੇ ਇਕੱਠੀ ਹੋ ਜਾਂਦੀ ਸੀ। ਸੋ ਚੁਬੱਚਾ ਜਿਹਾ ਬਣਿਆ ਹੋਇਆ ਸੀਗਾ, ਉਹਦੇ ਵਿੱਚ ਜਾ ਕੇ ਸਾਰੀ ਝੂਠ ਇਕੱਠੀ ਹੋ ਜਾਂਦੀ ਸੀ। ਸੋ ਉਹ ਸਥਾਨ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਪਹੁੰਚ ਗਏ। ਉਹ ਜਿਹੜਾ ਕੌਲਾ ਸੀ ਨਾ ਸਤਿਗੁਰਾਂ ਦੇ ਹੱਥ ਵਿੱਚ, ਤੇ ਮੈਂ ਡਾਰਿਓ ਗੁਣੀ ਗਹੀ। ਮਹਾਰਾਜ ਨੇ ਚੱਕ ਕੇ ਉਹ ਕੌਲਾ ਸਿੱਧਾ ਜਾ ਕੇ ਉਹ ਕਰਦਮ ਉਹ ਗਾਰੇ ਵਿੱਚ ਪਾਤਾ, ਉਹ ਝੂਠ ਵਿੱਚ ਪਾ ਦਿੱਤਾ। ਜੇ ਆਪ ਜੀ ਨੇ ਕਿਤੇ ਵੀ ਭਾਂਡੇ ਧੋਤੇ ਹੋਣਗੇ ਨਾ ਲੰਗਰਾਂ ਵਿੱਚ, ਆਪ ਜੀ ਨੂੰ ਪਤਾ ਹੁੰਦਾ ਹੈ ਕਿ ਉਹ ਝੂਠ ਜਿਹੜੀ ਹੁੰਦੀ ਆ ਨਾ, ਜਿਹੜੀ ਸੰਗਤਾਂ ਦੇ ਪਲੇਟਾਂ ਦੇ ਵਿੱਚ ਵੱਧ ਜਿਹੜਾ ਉਹਨਾਂ ਨੇ ਨਹੀਂ ਛਕਿਆ ਖਾਣਾ, ਉਹ ਜਿਹੜਾ ਵੇਸਟ ਹੁੰਦਾ ਹੈ ਨਾ, ਉਹ ਇੱਕ ਡੱਬੇ 'ਚ ਪਾਇਆ ਜਾਂਦਾ ਹੈ। ਤੇ ਜਿਹੜਾ ਹਨ ਉਹਨੂੰ ਦੇਖ ਕੇ ਨਾ ਉਹਦੇ ਵਿੱਚ ਹੱਥ ਪਾਉਣਾ ਵੀ ਔਖਾ ਹੋ ਜਾਂਦਾ ਹੈ, ਹਿੰਮਤ ਨਹੀਂ ਪੈਂਦੀ ਕਿਸੇ ਦੀ। ਪਹਿਲੀ ਗੱਲ ਤਾਂ ਜਿਹੜੀਆਂ ਪਲੇਟਾਂ ਵਿੱਚੋਂ ਝੂਠ ਧੋਣੀ ਵੀ ਕਈ ਲੋਕ ਆਏ ਜੇ ਕਰਕੇ ਪਾਸੇ ਹੋ ਜਾਂਦੇ ਨੇ, ਉਹ ਕਹਿੰਦੇ ਵੀ ਕਾਹਨੂੰ ਹੱਥ ਲਾਉਣਾ ਹੈ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਸੋ ਇੱਥੇ ਜਿਹੜਾ ਉਹ ਸਾਰੀ ਝੂਠ ਕੱਟੀ ਹੋਈ, ਉਹ ਵੀ ਇੱਕ ਦਿਨ ਦੀ ਨਹੀਂ, ਕਿੰਨੇ ਦਿਨਾਂ ਦੀ, ਕਿੰਨਾ ਹੀ ਉੱਥੇ ਚਿੱਕੜ ਬਣਿਆ ਪਿਆ ਸੀ ਸਾਰਾ, ਕਿੰਨੇ ਦਿਨਾਂ ਦੀ। ਹੁਣ ਜੇ ਭੋਜਨ ਜਿਹੜਾ ਹਨ ਗਲ ਜਾਂਦਾ, ਉਹਦੇ ਵਿੱਚ ਬੁਦਬੂ ਵੀ ਬਹੁਤ ਆਉਂਦੀ ਹੈ, ਬਹੁਤ ਸਮੈਲ ਆਉਂਦੀ ਹੈ, ਉਹਦੇ ਕੋਲ ਖੜਿਆ ਨਹੀਂ ਜਾਂਦਾ। ਉੱਥੇ ਸਤਿਗੁਰਾਂ ਨੇ ਜਾ ਕੇ ਆਪਣਾ ਕੌਲਾ ਛੱਡ ਦਿੱਤਾ। ਸ੍ਰੀ ਚੰਦ ਸੋ ਆਏ ਸਪਰਾਹੀ। ਮਹਾਰਾਜ ਨੇ ਬਾਬਾ ਸ੍ਰੀ ਚੰਦ ਵੱਲ ਦੇਖ ਕੇ ਕਿਹਾ, ਬਾਸਨ ਗਿਰਿਓ ਪੰਕ ਕੇ ਮਾਹੀ। ਕਹਿਣਗੇ ਪੁੱਤਰ ਆ ਦੇਖ, ਸਾਡਾ ਜਿਹੜਾ ਭਾਂਡਾ ਸੀ, ਕੌਲਾ ਸੀ, ਇਹ ਡਿੱਗ ਪਿਆ, ਇਸ ਜਿਹੜਾ ਹਨ ਚੁਬੱਚੇ ਵਿੱਚ ਡਿੱਗ ਪਿਆ, ਇਹ ਝੂਠ ਵਿੱਚ ਡਿੱਗ ਪਿਆ। ਸੋ ਨਿਕਾਸ ਅਨਹੋ ਮਮ ਪਾਹੀ। ਕਹਿਣਗੇ ਪੁੱਤਰ ਜਾ, ਭੱਜ ਕੇ ਜਾ, ਚੁੱਕ ਕੇ ਲਿਆ ਸਾਡਾ ਬਾਂਸ। ਤੇ ਮਹਾਰਾਜ ਨੇ ਬਾਸਨ ਸੱਟਿਆ ਵੀ ਕਿਤੇ ਐਨ ਬਚਾ ਲੇ ਸੈਂਟਰ ਦੇ ਵਿੱਚ। ਹੁਣ ਜਿਹੜਾ ਕੋਈ ਅੰਦਰ ਜਾਏਗਾ ਉਹਦਾ ਤਾਂ ਸਾਰਾ ਹੀ ਭਿੱਜ ਜਾਣਾ, ਉਹਨੇ ਲਿਬੜ ਜਾਣਾ ਸਾਰੇ ਵਿੱਚ, ਕਿਉਂਕਿ ਵਿਚਾਲੇ ਸੱਟਿਆ ਨਾ, ਪਾਸੇ ਥੋੜੋ ਪਿਆ ਸੀਗਾ। ਤੇ ਮਹਾਰਾਜ ਨੇ ਐਨ ਵਿਚਾਲੇ ਸੁੱਟ ਦਿੱਤਾ ਜਿੱਥੇ ਸਭ ਤੋਂ ਡੂੰਘਾ ਥਾਂ ਸੀਗਾ। ਤੇ ਬਾਬਾ ਸ੍ਰੀ ਚੰਦ ਕਹਿੰਦੇ ਲੈ ਕੇ ਆਓ ਜੀ ਕੱਢ ਕੇ। ਚੱਲ ਹੈ ਪਖਾਰ ਸਵੱਛ ਕਰ ਤਾਹੀ। ਤੇ ਫੇਰ ਪੁੱਤਰ ਇਸ ਭਾਂਡੇ ਨੂੰ, ਕੌਲ ਨੂੰ ਕੱਢ ਕੇ ਤੂੰ ਇਹਨੂੰ ਧੋ ਕੇ ਲਿਆਈ, ਚੰਗੀ ਤਰ੍ਹਾਂ ਮਾਂਜ ਕੇ ਲਿਆਈ। ਦੋਹਰਾ ਸੋ ਸੁਣ ਕੇ ਬੋਲਿਓ ਬਚਨ, ਗਰ ਬਹੁ ਮੋਲੇ ਚੀਰ। ਉਸ ਵੇਲੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਦਾ ਦੇਖੋ ਮੇਰੇ ਕੱਪੜੇ ਕਿੰਨੇ ਸੋਹਣੇ ਹਨ, ਕਿੰਨੇ ਮਹਿੰਗੇ ਕੱਪੜੇ ਪਾਏ ਹੋਏ ਹਨ। ਹਾਂਜੀ ਦੇਖੋ ਸਾਰਿਆਂ ਨਾਲੋਂ ਮੇਰੇ ਕੱਪੜੇ ਸੋਹਣੇ ਨੇ, ਕਿੰਨੇ ਸੋਹਣੇ ਮੈਂ ਕੱਪੜੇ ਪਾ ਕੇ ਆਇਆ, ਅੱਜ ਨਵੇਂ ਹੀ ਪਾਏ ਹਨ, ਇਹ ਬ੍ਰੈਂਡ ਨਿਊ ਹਨ। ਹਿਤ ਬਾਸਨ ਕੇ ਨਹਿ ਬਰੋ ਮਲੇ ਨ ਝੂਠ ਯਹ ਨੀਰ। ਦੇਖੋ ਇੱਕ ਭਾਂਡੇ ਕਰਕੇ, ਉਹ ਭਾਂਡਾ ਤਾਂ ਸਸਤਾ ਹੈ, ਮੇਰੇ ਕੱਪੜੇ ਉਹਦੇ ਨਾਲੋਂ ਕਿੰਨੇ ਗੁਣਾ ਮਹਿੰਗੇ ਨੇ,
ਤੇ ਉਹ ਜਿਹੜਾ ਹਨ ਮੇਰੇ ਕੱਪੜੇ ਇੰਨੇ ਐਕਸਪੈਂਸਿਵ ਨੇ, ਉਹ ਭਾਂਡਾ ਤਾਂ ਛੋਟਾ ਜਿਹਾ, ਕੀ ਵੱਡੀ ਗੱਲ, ਸਸਤਾ ਜਿਹਾ ਭਾਂਡਾ ਹੈ, ਉਹ ਕੋਲਾ ਜਿਹੜਾ ਬਾਂਸ ਦਾ ਕੀ ਚੀਜ਼ ਹੈ, ਕੁਝ ਵੀ ਨਹੀਂ ਹੈ। ਕਹਿਣਗੇ ਬਰੋਂ, ਕਹਿਣਗੇ ਜੇ ਮੈਂ ਵਿੱਚ ਵੜ ਗਿਆ ਮੇਰੇ ਕੱਪੜੇ ਖਰਾਬ ਹੋ ਜਾਣਗੇ ਸਾਰੇ। ਚੌਪੇ ਦਾਸ ਸਿੱਖ ਆਗੇ ਬਹੁ ਮੇਰੇ, ਕਹਿਣਗੇ ਦੇਖੋ ਪਿਤਾ ਜੀ, ਆ ਦੇਖੋ ਮੇਰੇ ਸਾਹਮਣੇ ਕਿੰਨੇ ਨੌਕਰ ਖੜੇ ਨੇ, ਮੈਂ ਇਹਨਾਂ ਨੂੰ ਕਹਿ ਦਿੰਦਾ, ਕਿਹੜੀ ਵੱਡੀ ਗੱਲ ਹੈ, ਇਹਨਾਂ ਦੇ ਕੱਪੜੇ ਤਾਂ ਮਾੜੇ ਮੋਟੇ ਜਿਹੇ ਨੇ, ਉਹਨੇ ਮਹਿੰਗੇ ਵੀ ਨਹੀਂ ਹੈਗੇ। ਮਨ ਹੈ ਬਚਨ ਨਾ ਕਰਹੀ ਹਾਂ, ਦੇ, ਕਹਿਣ ਲੱਗੇ ਇਹਨਾਂ ਨੇ ਬਚਨ ਮੰਨ ਲੈਣਾ, ਇਹਨਾਂ ਨੂੰ ਕਹਿ ਦਿੰਦੇ ਆ, ਇਹਨਾਂ ਨੇ ਚੁੱਕ ਲਿਆਉਣਾ ਜਾ ਕੇ ਅੰਦਰੋਂ। ਆਇਸ ਦੇਹੋ ਨਿਕਾਸੇ ਸੋਈ, ਕਹਿੰਦੇ ਪਿਤਾ ਜੀ ਆਇਸ ਦੇ ਦਿਓ, ਆਗਿਆ ਦੋ, ਮੈਂ ਇਹਨਾਂ ਨੂੰ ਹੁਕਮ ਕਰਦਾ, ਇਹ ਚੱਕ ਲਿਆਉਣਗੇ ਜਾ ਕੇ ਅੰਦਰੋਂ। ਮੈਂ ਕਾਢੋ ਮਹਿਮਾ ਘਟ ਹੋਈ। ਤੇ ਕਹਿੰਦੇ ਪਿਤਾ ਜੀ ਇਹ ਜੇ ਗੰਦੇ ਕੰਮ ਸਾਡੇ ਤੋਂ ਕਿਉਂ ਕਰਾਉਂਦੇ ਹੋ, ਸਾਡੀ ਵਡਿਆਈ, ਸਾਡੀ ਪੋਜੀਸ਼ਨ ਜਿਹੜੀ ਹੈ ਅੰਡਰ ਥ੍ਰੈਟ ਹੋ ਜਾਂਦੀ ਹੈ। ਕਹਿੰਦੇ ਅਸੀਂ ਤੁਹਾਡੇ ਪੁੱਤਰ ਹਾਂ ਤੇ ਗਾਰੀ 'ਚ ਵੜਦੇ ਫਿਰੀਏ, ਝੂਠ ਵਿੱਚ ਵੜਦੇ, ਅਸੀਂ ਤਾਂ ਕਿਤੇ ਭਾਂਡਾ ਨਹੀਂ ਧੋਤਾ ਲੰਗਰ ਦਾ ਵੀ ਝੂਠ ਹੈ। ਹਾਂਜੀ, ਤੁਸੀਂ ਕਹਿੰਦੇ ਗਾਰੇ ਵਿੱਚ ਵੜ ਜਾਓ ਜਾ ਕੇ, ਜਿੱਥੇ ਸਾਰੀ ਝੂਠ ਕੱਟੀ ਹੁੰਦੀ ਹੈ ਪਤਾ ਨਹੀਂ ਕਿੰਨੇ ਸਾਲਾਂ ਦੀ। ਹਾਂਜੀ ਮਹਾਰਾਜ, ਇਹ ਕਹਿੰਦੇ ਪਿਤਾ ਜੀ ਇਹ ਨਹੀਂ ਸਾਤੋਂ ਹੋਣਾ। ਹਾਂਜੀ, ਸਾਡੀ ਪੋਜੀਸ਼ਨ ਦੇਖੋ, ਸਾਡਾ ਥੋੜਾ ਜਿਹੜਾ ਸਟੈਂਡਰਡ ਜਿਹਾ ਰੱਖੋ। ਇਸ ਪ੍ਰਕਾਰ ਸੁਣ ਕੇ ਜਗਨਾਥਾ, ਜਦੋਂ ਐਸੇ ਬਚਨ ਬਾਬਾ ਸ੍ਰੀ ਚੰਦ ਦੇ ਸੁਣੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੋਲੇ ਪੁਨ ਦੂਸਰ ਸੁਤ ਸਾਥਾ। ਮਹਾਰਾਜ ਨੇ ਉਸ ਵੇਲੇ ਬਾਬਾ ਲਖਮੀ ਦਾਸ ਵਾਲਾ ਦੇਖ ਕੇ ਇਹ ਬਚਨ ਕੀਤੇ। ਲਖਮੀ ਦਾਸ ਨਿਕਾਸ ਹੋ ਸੋ, ਕਹਿੰਦੇ ਲਖਮੀ ਦਾਸ ਤੂੰ ਕੱਢ ਲਿਆ ਜਾ ਕੇ, ਜੇ ਤੇਰਾ ਭਰਾ ਨਹੀਂ ਕੱਢਦਾ ਤਾਂ ਤੂੰ ਜਾ ਫਿਰ। ਮਾਂਜ ਹੋ ਸੱਚ ਕਰੀਏ ਤੇ ਤਾਂ। ਹਾਂ, ਕਹਿੰਦੇ ਪੁੱਤਰ ਮਾਂਜ ਕੇ ਲਿਆਈ ਚੰਗੀ ਤਰ੍ਹਾਂ, ਇਹ ਚਿਲਕਦਾ ਚਾਹੀਦਾ ਹੈ। ਸੁਨਤ ਸਰਵਣ ਤਿਨ ਬੈਨ ਬਖਾਨੇ, ਜਦੋਂ ਇਹ ਬਚਨ ਸੁਣੇ ਆਪਣੇ ਪਿਤਾ ਦੇ ਬਾਬਾ ਲਖਮੀ ਦਾਸ ਜੀ ਨੇ, ਪਿਤ ਜੀ ਤੁਮ ਹੋ ਅਧਿਕ ਸਿਆਣੇ। ਕਹਿੰਦੇ ਪਿਤਾ ਜੀ ਤੁਸੀਂ ਤਾਂ ਬਹੁਤ ਸਿਆਣੇ ਹੋ, ਹਾਂਜੀ ਇੰਨੇ ਤੁਸੀਂ ਸਿਆਣੇ ਹੋ, ਪਰ ਗੱਲਾਂ ਜਿਹੜੀਆਂ ਹਨ ਮੰਦ ਕਾਮ ਹਮ ਪੈ ਕਰਵਾਵੋ। ਇਹ ਗੰਦੇ ਕੰਮ ਸਾਤੋਂ ਕਿਉਂ ਕਰਾਉਂਦੇ ਹੋ ਤੁਸੀਂ, ਇਹ ਭੈੜੇ ਕੰਮ ਕਿਉਂ ਕਰਾਉਂਦੇ ਸਾਡੇ ਤੋਂ, ਤੁਸੀਂ ਆਪ ਸਿਆਣੇ ਹੋ। ਹਾਂਜੀ ਥੋੜਾ ਸੋਚ ਲਿਆ ਕਰੋ ਸਾਨੂੰ ਕਹਿਣ ਤੋਂ ਪਹਿਲਾਂ, ਇਹ ਮੰਦੇ ਕੰਮ ਭੈੜੇ ਕੰਮ ਸਾਤੋਂ ਨਾ ਕਰਾਇਆ ਕਰੋ। ਸਭ ਲੋਕਾਂ ਮਹਿਮਾਨ ਘਟਾਵੋ। ਆ ਦੇਖੋ ਤੁਸੀਂ ਹੁਣ ਕਿਹਾ ਨਾ, ਲੋਕ ਸਾਡੇ ਵੱਲ ਦੇਖਣ ਲੱਗੇ, ਸਾਡੀ ਇੱਜ਼ਤ ਦਾ ਸਵਾਲ ਹੈ, ਸਾਡਾ ਮਾਣ ਘਟ ਰਿਹਾ ਹੈ, ਸਾਡੀ ਪੋਜੀਸ਼ਨ ਜਿਹੜੀ ਹੈ ਉਹ ਜਿਹੜੀ ਘਟ ਰਹੀ ਹੈ, ਲੋਕ ਸਾਡੇ ਵੱਲ ਦੇਖਦੇ ਆ ਵੀ ਇਹਨਾਂ ਦਾ ਪਿਤਾ ਕੀ ਗੰਦੇ ਕੰਮ ਕਰਾਉਂਦਾ ਆਪਣੇ ਪੁੱਤਰਾਂ ਤੋਂ। ਹਾਂਜੀ ਸੋ ਕਹਿੰਦਾ ਥੋੜਾ ਜਿਹਾ ਦੇਖ ਕੇ ਬੋਲਿਆ ਕਰੋ ਪਿਤਾ ਜੀ। ਹਾਂਜੀ ਲੋਕ ਸੁਣਦੇ ਹਨ। ਇਸੇ ਪ੍ਰਕਾਰ ਤੁਮਾਰ ਸੁਭਾਉ, ਕਹਿਣ ਲੱਗੇ ਪਿਤਾ ਜੀ ਤੁਹਾਡਾ ਤਾਂ ਸੁਭਾਅ ਐਸਾ ਹੀ ਰਿਹਾ ਹੈ ਪਹਿਲਾਂ ਤੋਂ ਹੀ। ਕਹੋ ਆਪ ਹਮ ਕਰੈ ਨਾ ਕਾਓ। ਕਹਿਣ ਲੱਗੇ ਕੋਈ ਨਹੀਂ ਪਿਤਾ ਜੀ ਤੁਸੀਂ ਕਹੀ ਜਾਓ, ਅਸੀਂ ਕਿਹੜੇ ਕਰਨਾ, ਸਾਨੂੰ ਕੀ ਫਰਕ ਪੈਂਦਾ, ਕਹੀ ਜਾਓ ਜੋ ਕਹਿਣਾ ਤੁਸੀਂ। ਤਬ ਲਹਿਣੇ ਦਿਸ ਕਿਰਪਾ ਨਿਧਾਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੁਝ ਨਹੀਂ ਕਿਹਾ, ਸਿਰਫ ਭਾਈ ਲੈਣੇ ਵੱਲ ਇੱਕ ਵਾਰੀ ਦੇਖਿਆ ਗੁਰੂ ਨਾਨਕ ਸਾਹਿਬ ਜੀ ਨੇ। ਅਬ ਲੋਕਿਓ ਅਸ ਬਚਨ ਬਖਾਨਾ। ਬਸ ਦੇਖਦਿਆਂ ਸਾਰ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤਾ, ਮਹਾਭਾਗ ਕਰਦਮ ਕਹਿ ਮਾਹੀ। ਕਹਿਣਗੇ ਮਹਾਭਾਗ ਹੈ ਵੱਡੇ ਭਾਗਾਂ ਵਾਲਿਆ, ਜਾ ਛਾਲ ਮਾਰ ਉਸ ਕਰਦਮ ਦੇ ਵਿੱਚ, ਉਸ ਚਿੱਕੜ ਦੇ ਵਿੱਚ, ਜਾਏ ਨਿਕਾਸ ਸਵੱਛ ਕਰਤਾ ਹੀ। ਕਹਿਣਗੇ ਉਹ ਜਾ ਕੇ ਸਾਡਾ ਕੌਲ ਕੱਢ ਕੇ ਲਿਆ, ਸਾਡਾ ਕੌਲਾ, ਤੇ ਉਹਨੂੰ ਜਿਹੜਾ ਮਾਂਜ ਕੇ ਸਾਨੂੰ ਵਾਪਸ ਦੇ ਦੀਆਂ ਕਿ ਘਰ ਬਹੁ ਮੋਲੇ ਚੀਰ ਸੁਹਾਈ। ਉਸ ਵੇਲੇ ਭਾਈ ਲੈਣੇ ਦੇ ਕੱਪੜੇ ਵੀ ਬਾਬਾ ਸ੍ਰੀ ਚੰਦ ਦੇ ਕੱਪੜਿਆਂ ਨਾਲੋਂ ਵੀ ਮਹਿੰਗੇ ਸਨ, ਬਾਬਾ ਲਖਮੀ ਦਾਸ ਦੇ ਕੱਪੜਿਆਂ ਨਾਲੋਂ ਕਿਤੇ ਮਹਿੰਗੇ ਸਨ, ਕਿਉਂਕਿ ਭਾਈ ਲੈਣਾ ਵੀ ਜਿਹੜੇ ਹਨ ਬਹੁਤ ਧਨੀ ਸੀਗੇ, ਕੋਈ ਗਰੀਬ ਨਹੀਂ ਸੀਗੇ। ਕਹਿੰਦੇ ਬਹੁਤ ਜਿਹੜੇ ਹਨ ਸੋਹਣੇ ਕੱਪੜੇ ਪਾਏ ਹੋਏ ਸਨ, ਉਹਨਾਂ ਨੇ ਜਿਹੜਾ ਹਨ ਉਹ ਕੱਪੜੇ ਜਿਹੜੇ ਹਨ ਬੜੀ ਸੁੰਦਰ ਦਸਤਾਰ ਸਜਾਈ ਹੋਈ ਸੀ। ਸੁਨ ਆਇਸ ਨਹਿ ਦੇਰ ਲਗਾਈ। ਬਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੋਣ ਦੀ ਦੇਰ ਸੀ, ਬਸ ਕੂਦ ਪਰਿਓ ਕਰਦਮ ਕੇ ਮਾਹੀ। ਦੇਖੋ ਭਾਈ ਲੈਣਾ ਤੁਰ ਕੇ ਨਹੀਂ ਗਏ, ਭੱਜ ਕੇ ਜਾ ਕੇ ਛਾਲ ਮਾਰੀ ਉਸ ਚੁਬੱਚੇ ਦੇ ਵਿੱਚ। ਉਹਨਾਂ ਨੇ ਕਿਤੇ ਵੀ ਇਹ ਨਾ ਸੋਚਿਆ ਕਿ ਮੇਰਾ ਇਹ ਕੱਪੜਾ ਨਾ ਭਿੱਜ ਜਾਵੇ, ਜਾਂ ਕਈ ਹੁੰਦਾ ਨਾ ਆਪਣਾ ਪਜਾਮਾ ਜਾਂ ਉੱਤੇ ਨੂੰ ਚੁੱਕ ਲੈਂਦੇ ਨੇ, ਆਪਣਾ ਚੋਲਾ ਉੱਤੇ ਨੂੰ ਚੁੱਕ ਲੈਂਦੇ ਨੇ ਵੀ ਗੰਦਾ ਨਾ ਹੋ ਜਾਵੇ। ਹਾਂਜੀ ਕੋਈ ਐਸਾ ਗੱਲ ਨਹੀਂ ਕੀਤੀ। ਜਾ ਕੇ ਜਿਹੜਾ ਹੈ ਜਿਵੇਂ ਸਵਿਮਿੰਗ ਪੂਲ 'ਚ ਨਹੀਂ ਕੋਈ ਵੜਦਾ ਹੁੰਦਾ, ਹਾਂਜੀ ਦੂਰੋਂ ਜਾ ਕੇ ਛਾਲ ਮਾਰ ਕੇ ਵੜਦੇ ਨੇ, ਕਹਿੰਦੇ ਇਸ ਤਰ੍ਹਾਂ ਦੀ ਛਾਲ ਮਾਰੀ ਜੀ। ਆਇਸ ਅਨੁਸਾਰੀ ਪ੍ਰਣ ਜਾਹੀ। ਦੇਖੋ ਆਈਐਸ ਵਿੱਚ ਰਹਿਣਾ ਹੈ, ਗੁਰੂ ਮਹਾਰਾਜ ਦਾ ਹੁਕਮ ਮੰਨਣਾ ਹੈ, ਭਾਵੇਂ ਜਾਨ ਵੀ ਚਲੀ ਜਾਵੇ, ਜਾਨ ਦੀ ਕੋਈ ਪਰਵਾਹ ਨਹੀਂ ਹੈਗੀ। ਬਾਸਨ ਕੋ ਨਿਕਾਸ ਲੈ ਆਵਾ। ਸੋ ਬਾਸਨ ਉਸ ਜਿਹੜਾ ਹਨ ਕੌਲ ਨੂੰ, ਜਿਹੜਾ ਹਨ ਭਾਂਡੇ ਨੂੰ ਕੱਢ ਲਿਆਏ ਉੱਥੋਂ ਭਾਈ ਲੈਣਾ ਜੀ। ਮਾਂਜ ਪਖਾਰਿਓ ਭਲੋ ਬਣਾਵਾ। ਤੇ ਉਸ ਕੌਲੇ ਨੂੰ ਆ ਕੇ ਚੰਗੀ ਤਰ੍ਹਾਂ ਧੋ ਕੇ ਮਾਂਜ ਦਿੱਤਾ। ਪੰਕ ਸੰਗ ਪਟ ਭਏ ਮਲੀਨਾ। ਪਰ ਉਹ ਕੌਲ ਤਾਂ ਸਾਫ਼ ਹੋ ਗਿਆ, ਪਰ ਭਾਈ ਲੈਣੇ ਦੇ ਹਜੇ ਕੱਪੜੇ ਸਾਰੀ ਗਾਰੇ ਨਾਲ, ਉਸ ਝੂਠ ਨਾਲ ਭਰੇ ਪਏ, ਜਿਹਦੇ ਤੋਂ ਬਹੁਤ ਬਦਬੂ ਆਉਂਦੀ ਹੈ, ਬਹੁਤ ਜ਼ਿਆਦਾ ਸਮੈਲ ਆਉਂਦੀ ਹੈ। ਅੰਗਨ ਲੱਗਿਓ ਜਾਤ ਨਹਿ ਚੀਨਾ। ਦੇਖੋ ਕਹਿੰਦੇ ਅੰਗਨ ਲੱਗੇ, ਕਹਿੰਦੇ ਇੰਨਾ ਗਾਰਾ ਲੱਗਿਆ, ਇੰਨਾ ਝੂਠ ਉਸ ਭਾਈ ਲੈਣੇ ਦੇ ਸਰੀਰ ਤੇ ਲੱਗਿਆ, ਭਾਈ ਲੈਣਾ ਪਛਾਣੇ ਨਹੀਂ ਜਾਂਦੇ ਸਨ। ਸੋ ਕਾਲੇ ਹੋ ਗਏ ਸਨ ਸਾਰੇ,
ਸਾਰਾ ਜਿਹੜਾ ਝੂਠ ਨਾਲ ਭਰਿਆ ਪਿਆ ਸੀ ਉਹਨਾਂ ਦਾ ਸਰੀਰ। ਸਰਬ ਬਿਲੋਕ ਬਿਸਮਤਾ ਠਾਨੀ। ਸਾਰੇ ਲੋਕ ਦੇਖ ਕੇ ਹੈਰਾਨ ਹੋ ਗਏ ਭਾਈ ਲਹਿਣੇ ਦਾ ਐਸੀ ਭਾਵਨਾ, ਐਸਾ ਪਿਆਰ, ਐਸੀ ਸੇਵਾ। ਧੰਨ ਧੰਨ ਕਹਿ ਕੇ ਤਕਬਾਨੀ। ਬਸ ਸਾਰੇ ਭਾਈ ਲਹਿਣੇ ਨੂੰ ਧੰਨ ਧੰਨ ਕਰਨ ਲੱਗੇ ਵੀ ਭਾਈ ਲਹਿਣਿਆ ਤੇਰੇ ਵਰਗਾ ਤਾਂ ਤੂੰ ਹੀ ਹੈ। ਗੁਰਸਿੱਖੀ ਤਿੱਖੀ ਅਸ ਹੂੰ ਤੇ। ਦੇਖੋ ਤਲਵਾਰ ਨਾਲੋਂ ਵੀ ਤਿੱਖੀ ਹੈ ਗੁਰਸਿੱਖੀ। ਧੰਨ ਸੇ ਨਰ ਜੇ ਜਾਏ ਪਹੁੰਚੇ। ਪਰ ਧੰਨ ਹਨ ਉਹ ਨਰ, ਉਹ ਮਨੁੱਖ, ਉਹ ਸਿੱਖ ਜਿਹੜੇ ਤਿੱਖੀ ਤਲਵਾਰ ਦੀ ਧਾਰਾ ਤੇ ਵੀ ਤੁਰ ਪੈਂਦੇ ਹਨ। ਅਧਿਕ ਪ੍ਰਸਿੱਧੇ ਕਿਰਪਾ ਨਿਧਾਨਾ। ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦੇ ਭਾਈ ਲਹਿਣੇ ਤੇ ਖੁਸ਼ ਹੋਏ, ਬਹੁਤ ਹੀ ਉਹਨਾਂ ਤੇ ਖੁਸ਼ੀ ਹੋਈ ਕਿਰਪਾ ਖਜ਼ਾਨੇ ਦੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਮ੍ਰਿਦੁਲ ਸੁਮਤ ਸੋ ਬਚਨ ਬਖਾਨਾ। ਮਿਰਦੁਲ ਬੜੇ ਮਿੱਠੇ ਆਵਾਜ਼ ਦੇ ਵਿੱਚ ਜਿਹੜਾ ਹਨ ਸ੍ਰੇਸ਼ਟ ਮਤ ਵਾਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸੇ ਬਚਨ ਕੀਤੇ। ਦੋਹਰਾ ਕਰ ਜੋਰੇ ਕਰਤਾਰ ਕੋ ਬੰਧਨ ਕਰ ਸਿਰ ਨਿਆਏ। ਕਹਿਣਗੇ ਕਰ ਜੋਰੇ ਕਰਤਾਰ ਕੋ ਰਹੇ ਭਾਈ ਲੈਣਿਆ ਤੂੰ ਕਰਤਾਰ ਪਰਮੇਸ਼ਰ ਅੱਗੇ ਹੱਥ ਜੋੜ ਕੇ ਉਹਨੂੰ ਮੱਥਾ ਟੇਕ ਦੇ। ਦੇਖੋ ਆਪ ਜੀ ਨੇ ਇਹ ਕਥਾ ਜਿਹੜੀ ਪਹਿਲਾਂ ਵੀ ਸੁਣੀ ਹੈ, ਜਿਹਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਆ ਨਾ, ਜਿਨ੍ਹਾਂ ਨੂੰ ਪਰਮੇਸ਼ਰ ਨਾਲ ਮਿਲਾਤਾ ਨਾ, ਇਹੀ ਬਚਨ ਸਤਿਗੁਰੂ ਜੀ ਕਰਿਆ ਕਰਦੇ ਨੇ। ਕਰ ਜੋਰੇ ਕਰਤਾਰ ਕੋ, ਉਹਨਾਂ ਨੂੰ ਇਹੀ ਗੱਲ ਕਹਿੰਦੇ ਹੁੰਦੇ ਨੇ ਵੀ ਹੁਣ ਤੂੰ ਮੇਰਾ ਸਰੀਰ, ਮੈਨੂੰ ਨਾਨਕ ਸਰੀਰ ਨਾ ਜਾਣ, ਮੈਨੂੰ ਉਹ ਪਰਮਾਤਮਾ ਜਾਣ, ਤੇ ਪਰਮਾਤਮਾ ਜਾਣਦਿਆਂ ਹੋਇਆਂ ਇੱਥੇ ਹੁਣ ਮੱਥਾ ਟੇਕ ਉਸ ਪਰਮਾਤਮਾ ਨੂੰ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਰਿਵੀਲ ਕਰਦੇ ਨੇ ਉਸ ਪਰਮੇਸ਼ਰ ਦਾ ਸਰੂਪ, ਪਰ ਉਹਨਾਂ ਅੱਗੇ ਕਰਦੇ ਨੇ ਜੋ ਉਹਨਾਂ ਦੇ ਅਨੰਨ ਸੇਵਕ ਹੁੰਦੇ ਨੇ, ਜਿਨ੍ਹਾਂ ਤੇ ਮਹਾਰਾਜ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਅੱਜ ਭਾਈ ਲੈਣੇ ਨੂੰ ਵੀ ਉਹੀ ਬਚਨ ਕਰਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਕਹਿੰਦੇ ਦੋਨੋਂ ਹੱਥ ਬੰਨ ਕੇ ਅੱਜ ਉਸ ਕਰਤਾਰ ਨੂੰ ਮੱਥਾ ਟੇਕ। ਤਵ ਸਮਤਾ ਨਹਿ ਅਪਰ ਮਹਿ ਅਤ ਉਤੰਗ ਪਦ ਪਾਏ। ਕਹਿੰਦੇ ਲੈਣਿਆ ਤੇਰੇ ਵਰਗਾ ਕੋਈ ਨਹੀਂ ਹੈਗਾ, ਤੇਰਾ ਇਕੁਅਲਨ ਕੋਈ ਨਹੀਂ ਹੈਗਾ, ਤੇਰਾ ਬਰਾਬਰ ਤੇ ਤੇਰੇ ਬਰਾਬਰ ਤੇ ਕੋਈ ਐਸਾ ਸਿੱਖ ਨਹੀਂ, ਐਸੀ ਕੋਈ ਭਾਵਨਾ ਨਹੀਂ, ਐਸਾ ਕੋਈ ਪ੍ਰੇਮ ਨਹੀਂ, ਐਸੀ ਕੋਈ ਸ਼ਰਧਾ ਨਹੀਂ ਕਿਸੇ ਦੀ ਹੈਗੀ। ਕਹਿੰਦੇ ਅਤ ਉਤੰਗ ਪਦ ਪਾਏ, ਅੱਜ ਤੂੰ ਜਿਹੜਾ ਹਾਂ ਸਭ ਤੋਂ ਵੱਡੀ ਪਦਵੀ ਨੂੰ ਪ੍ਰਾਪਤ ਕਰੇਗਾ, ਤੂੰ ਅੱਜ ਜਿਹੜਾ ਹਾਂ ਸਭ ਤੋਂ ਵੱਡੇ ਪੋਜੀਸ਼ਨ ਦਾ ਜਿਹੜਾ ਮਾਲਕ ਤੂੰ ਬਣੇਗਾ। ਚੌਪੇ ਸੁਨ ਲਹਿਣੇ ਗਹਿ ਪਦ ਅਰਬਿੰਦਾ। ਉਸ ਵੇਲੇ ਭਾਈ ਲੈਣੇ ਨੇ ਸਤਿਗੁਰਾਂ ਦੇ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਦਮ ਜਿਹੜੇ ਹਨ ਮਹਾਰਾਜ ਦੇ ਚਰਨ ਪਕੜ ਲਏ। ਧਰਿਓ ਸੀਸ ਲਹਿ ਹਿਰਦੇ ਆਨੰਦਾ। ਬਸ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਤੇ ਟਿਕਾ ਦਿੱਤਾ ਭਾਈ ਲੈਣੇ ਜੀ ਨੇ। ਮੋਹਰੋ ਕਿਤਕ ਬਿਤਾਇਓ ਕਾਲਾ। ਹੁਣ ਕੁਝ ਕੁ ਸਮਾਂ ਹੋਰ ਬੀਤ ਗਿਆ। ਸੇਵਹਿ ਸ੍ਰੀ ਗੁਰ ਚਰਨ ਰਸਾਲਾ। ਮਹਾਰਾਜ ਦੇ ਜਿਹੜੇ ਹਨ ਪਿਆਰੇ ਮਿੱਠੇ ਚਰਨਾਂ ਦੀ ਸੇਵਾ ਵਿੱਚ ਭਾਈ ਲਹਿਣਾ ਜੀ ਬੜੇ ਹੀ ਜਿਹੜੇ ਚਾਅ ਨਾਲ ਲੱਗੇ ਹੋਏ ਹਨ। ਇੱਕ ਦਿਨ ਬੂੜੇ ਕੇ ਮਨ ਆਏ। ਹੁਣ ਦੇਖੋ ਅੱਜ ਬਾਬਾ ਬੁੱਢਾ ਜੀ, ਜੋ ਬਾਬਾ ਬੁੱਢਾ ਜੀ ਵੀ ਬੜੇ ਪਿਆਰੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਉਹ ਵੀ ਜਿਹੜੇ ਹਨ ਖਾਸ ਅਨੰਨ ਸਿੱਖ ਨੇ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਅੱਜ ਬਾਬਾ ਬੁੱਢਾ ਜੀ ਦੇ ਜਿਹੜੇ ਮਨ ਵਿੱਚ ਜਿਹੜੀ ਇੱਕ ਵਿਚਾਰ ਆਈ, ਹੋ ਪੀ ਸੇਵ ਕਰੋ ਅਧਿਕਾਰੀ। ਕਹਿਣ ਲੱਗੇ ਮੈਂ ਵੀ ਬੜੀ ਸੇਵਾ ਕਰਦਾ। ਬਾਬਾ ਬੁੱਢਾ ਜੀ ਕਹਿੰਦੇ ਜੋ ਗੁਰੂ ਨਾਨਕ ਕਹਿੰਦਾ ਮੈਂ ਵੀ ਕਰਦਾ ਹਾਂ, ਹਰ ਵੇਲੇ ਮੈਂ ਗੁਰੂ ਨਾਨਕ ਦਾ ਜਿਹੜਾ ਬਚਨ ਆ ਸਿਰ ਮੱਥੇ ਰੱਖਦਾ, ਮੈਂ ਕਿਤੇ ਗੁਰੂ ਨਾਨਕ ਨੂੰ ਨਾ ਨਹੀਂ ਕੀਤੀ। ਸਦਾ ਰਹੋ ਆਇਸ ਅਨੁਸਾਰ। ਮੈਂ ਉਹਨਾਂ ਦੀ ਆਗਿਆ ਵਿੱਚ ਹੀ ਰਹਿਣ ਵਾਲਾ ਹਾਂ ਹਮੇਸ਼ਾ। ਤਦਪ ਕਿਰਪਾ ਲਹਿਣੇ ਪਰ ਪਰ ਭਾਰੀ। ਕਿਉਂ ਭਾਈ ਲੈਣੇ ਤੇ ਜ਼ਿਆਦਾ ਕਿਰਪਾ ਗੁਰੂ ਨਾਨਕ ਸਾਹਿਬ ਜੀ ਮੇਰੇ ਤੇ ਨਹੀਂ ਹੁੰਦੀ? ਕਿਉਂਕਿ ਜਿਹੜਾ ਹਨ ਜਿੰਨੀ ਸੇਵਾ ਭਾਈ ਲੈਣਾ ਕਰਦੇ, ਜਿੰਨੇ ਹੁਕਮ ਭਾਈ ਲੈਣਾ ਜੀ ਮੰਨਦੇ ਹਨ, ਉਹਨਾਂ ਤਾਂ ਮੈਂ ਵੀ ਮੰਨਦਾ ਹਾਂ। ਮੈਂ ਵੀ ਕਿਤੇ ਗੁਰੂ ਨਾਨਕ ਤੇ ਸ਼ੱਕ ਨਹੀਂ ਕਰਦਾ, ਡਾਊਟ ਨਹੀਂ ਕਰਦਾ। ਤੇ ਫਿਰ ਭਾਈ ਲੈਣੇ ਤੇ ਇੰਨਾ ਖੁਸ਼ ਗੁਰੂ ਨਾਨਕ ਦੇਵ ਜੀ ਕਿਉਂ ਹਨ? ਕੀ ਗੱਲ ਹੈ? ਅੰਤਰਜਾਮੀ ਸ੍ਰੀ ਗੁਰੂ ਜਾਨੀ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਾਣ ਲਿਆ ਬਾਬਾ ਬੁੱਢਾ ਜੀ ਦੇ ਮਨ ਵਿੱਚ ਵੀ ਇਹ ਸ਼ੰਕਾ ਜਾਗਿਆ ਹੈ, ਇਹ ਡਾਊਟ ਆ ਗਿਆ ਬਾਬਾ ਬੁੱਢਾ ਜੀ ਦੇ ਮਨ ਵਿੱਚ। ਇਸਕੇ ਪਰਖਣ ਕੀ ਬਿਦਠਾਨੀ। ਹੁਣ ਬਾਬਾ ਬੁੱਢਾ ਜੀ ਨੂੰ ਪਰਖਣ ਵਾਸਤੇ, ਬਾਬਾ ਬੁੱਢਾ ਜੀ ਦਾ ਟੈਸਟ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਤੇ ਨਿਸਾ ਇੱਕ ਇਹ ਦਵਾ ਪਾਸਾ। ਦੇਖੋ ਇੱਕ ਦਿਨ ਕੀ ਹੋਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਲੰਮੇ ਪਏ ਸਨ। ਮਹਾਰਾਜ ਦੇ ਕੋਲ ਬਾਬਾ ਲਹਿਣਾ ਜੀ ਵੀ ਸਨ ਤੇ ਨਾਲ ਬਾਬਾ ਬੁੱਢਾ ਜੀ ਵੀ ਸਨ। ਬੋਲੇ ਬਚਨ ਤਬਹਿ ਸੁਖ ਰਾਸਾ। ਉਸ ਵੇਲੇ ਸੁੱਖਾਂ ਦੀ ਰਾਸ, ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ। ਬੂੜੇ ਵਹਿਰ ਨਿਕਸ ਕੇ ਦੇਖ। ਕਹਿਣ ਲੱਗੇ ਬੂੜਿਆ ਤੂੰ ਜਾ ਬਾਹਰ ਜਾ ਕੇ ਆਕਾਸ਼ ਵੱਲ ਦੇਖ। ਕਿਤਕ ਜਾਮਨੀ ਹੈ ਅਬ ਸੇਖ। ਤੂੰ ਇਹ ਦੱਸ ਜਾ ਕੇ ਅਸਮਾਨ ਵੱਲ ਦੇਖ ਕੇ ਇਹ ਦੱਸ ਰਾਤ ਕਿੰਨੀ ਕੁ ਬਾਕੀ ਰਹਿੰਦੀ ਹੈ। ਕਿਉਂਕਿ ਉਸ ਵੇਲੇ ਘੜੀਆਂ ਥੋੜੋ ਹੁੰਦੀਆਂ ਸਨ ਵੀ ਜਿਹੜਾ ਘੜੀ ਦੇਖ ਕੇ ਦੱਸ ਦੇਵੇ ਵੀ ਆਹ ਟਾਈਮ ਹੋਇਆ, ਜਾਂ ਜਿਹੜਾ ਹਨ ਹੈਂਡਫੋਨ ਨੂੰ ਦੇਖ ਕੇ, ਸਮਾਰਟਫੋਨ ਨੂੰ ਦੇਖ ਕੇ ਕੋਈ ਘੜੀ ਦੱਸ ਦਿੰਦਾ ਹੈ ਵੀ ਭਾਈ ਆਹ ਟਾਈਮ ਹੋਇਆ। ਹਾਂਜੀ, ਉਦੋਂ ਕਿਹੜੀਆਂ ਕੋਈ ਟਾਈਮ ਪੀਸ ਹੋਈਆਂ ਕਰਦੀਆਂ ਸਨ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਹਰ ਜਾ ਕੇ ਆਕਾਸ਼ ਵੱਲ ਦੇਖ, ਅੱਜ ਹੁਣ ਟਾਈਮ ਕੀ ਹੋਇਆ ਹੈ।
ਤੇ ਕਿੰਨੀ ਕੁ ਰਾਤ ਬਾਕੀ ਰਹਿੰਦੀ ਹੈ? ਜੇਤੀ ਰਹੀ ਬਤਾਵੋ ਸੋ। ਕਹਿਣਗੇ ਜਿੰਨੀ ਕੁ ਰਾਤ ਬਾਕੀ ਰਹਿ ਗਈ ਹੈ ਉਹ ਦੱਸੋ। ਕਾਲ ਸਨਾਨ ਭਇਓ ਕੇ ਨਾ ਹੋ। ਹੁਣ ਇਹ ਸਮਾਂ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਦਾ ਸਮਾਂ ਹੋ ਗਿਆ ਕਿ ਨਹੀਂ ਹੋਇਆ? ਹੁਣ ਕਿਸੇ ਬੂੜਾ ਦੇਖ ਬਤਾਏ। ਬਾਬਾ ਬੁੱਢਾ ਜੀ ਬਾਹਰ ਚਲੇ ਗਏ। ਬਾਹਰ ਜਾ ਕੇ ਧਰਮਸ਼ਾਲਾ ਤੋਂ ਦੇਖਣ ਲੱਗੇ ਆਕਾਸ਼ ਵੱਲ। ਅਰਧ ਨਿਸਾ ਅਬ ਹੈ ਗਤ ਦਾਏ। ਆ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਕੀਤਾ। ਬਾਬਾ ਬੁੱਢਾ ਜੀ ਨੇ ਦੱਸਿਆ, ਪਾਤਸ਼ਾਹ ਜੀ ਅੱਧੀ ਰਾਤ ਬੀਤੀ ਹੈ, ਕਿਉਂਕਿ 4 ਪਹਿਰ ਰਾਤ ਦੇ ਹੁੰਦੇ ਆ ਨਾ। ਸੋ ਜੇ ਹਿਸਾਬ ਲਾਈਏ ਤਾਂ 4 ਪਹਿਰ। ਹਾਂਜੀ, ਸੋ ਕਹਿੰਦੇ ਵੀ ਪਾਤਸ਼ਾਹ ਜੀ ਅੱਧੀ ਰਾਤ ਦਾ ਸਮਾਂ, ਮਤਲਬ ਕਿ ਜਿਹੜੇ ਹਨ ਅੱਧੀ ਰਾਤ ਬੀਤ ਗਈ, ਅੱਧੀ ਬਾਕੀ ਰਹਿੰਦੀ ਹੈ। ਗੁਰੂ ਕਹਿਓ ਏਤੀ ਅਬ ਨਾਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਕਹਿੰਦੇ, ਬੁੜਿਆ ਇੰਨੀ ਤਾਂ ਨਹੀਂ ਰਹਿੰਦੀ, ਘੱਟ ਹੈ। ਕਹਿ ਜਾਮ ਜਾਮ ਨਹੀਂ ਆਹੇ। ਸਾਡੇ ਹਿਸਾਬ ਨਾਲ ਤਾਂ ਬਸ 1 ਪਹਿਰ ਬਾਕੀ ਰਹਿ ਗਿਆ ਰਾਤ ਦਾ, ਮਤਲਬ ਕਿ 3 ਆਵਰਸ ਬਿਫੋਰ ਸਨਰਾਈਜ਼ ਹੋ ਗਿਆ। ਇਹ ਸਮਾਂ ਹੁਣ ਉਹ ਹੈ। ਭਲੀ ਪ੍ਰਕਾਰ ਬਿਲੋਕ ਬਹੋਰੀ। ਕਹਿਣਗੇ ਬੁੜਿਆ ਤੂੰ ਜਾ ਕੇ ਫੇਰ ਦੇਖ, ਚੰਗੀ ਤਰ੍ਹਾਂ ਦੇਖ ਉੱਤੇ ਖੜ ਕੇ। ਦੇਹੋ ਬਤਾਏ ਖੋਏ ਮਤ ਭੋਰੀ। ਹਾਂ, ਕਹਿਣਗੇ ਦੇਹੋ ਬਤਾਏ, ਕਹਿਣਗੇ ਆ ਕੇ ਫੇਰ ਦੱਸ ਦੀ ਸਾਨੂੰ, ਖੋਏ ਮਤ ਭੋਰੀ। ਇਹ ਭੋਲੀ ਮਤ ਜਿਹੜੀ ਤੇਰੀ ਆ ਨਾ, ਬਾਬਾ ਬੁੱਢਾ ਜੀ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਭੋਲੀ ਮਤ ਜਿਹੜੀ ਆ ਨਾ, ਇਹਨੂੰ ਪਾਸੇ ਕਰਕੇ ਚੰਗੀ ਤਰ੍ਹਾਂ ਦੇਖ, ਜਾ ਕੇ ਜੋ ਹੈ ਉਹ ਦੱਸ ਸਾਨੂੰ ਕਲੀਅਰਲੀ। ਤਬ ਬੂੜੇ ਪਿੱਖ ਨੀਕੀ ਭਾਂਤੀ। ਉਸ ਵੇਲੇ ਬਾਬਾ ਬੁੱਢਾ ਜੀ ਨੇ ਬਾਹਰ ਜਾ ਕੇ ਫੇਰ ਚੰਗੀ ਤਰ੍ਹਾਂ ਦੇਖਿਆ। ਕਹਿਓ ਪ੍ਰਭੂ ਜੀ ਆਧੀ ਰਾਤੀ। ਆ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ, ਪ੍ਰਭੂ ਜੀ ਅੱਧੀ ਰਾਤ ਦਾ ਹੀ ਸਮਾਂ, ਮਤਲਬ ਕਿ 6 ਘੰਟੇ ਰਹਿੰਦੇ ਨੇ ਬਿਫੋਰ ਸਨਰਾਈਜ਼, ਵੀ ਇੰਨਾ ਸਮਾਂ ਹੀ ਹੈ ਹੁਣ। ਜਾਮ ਨਹੀਂ ਮੈਂ ਦੇਖੀ ਨੀਕੇ। ਕਹਿਣ ਲੱਗੇ ਮੈਂ ਚੰਗੀ ਤਰ੍ਹਾਂ ਦੇਖ ਲਿਆ ਮਹਾਰਾਜ ਜੀ, ਇਹ 3 ਘੰਟੇ ਨਹੀਂ ਰਹਿੰਦੇ, 6 ਘੰਟੇ ਰਹਿੰਦੇ ਨੇ ਸਨਰਾਈਜ਼ ਹੋਣ ਨੂੰ, ਸੂਰਜ ਉਦੇ ਹੋਣ ਨੂੰ। ਸੁਣ ਬੋਲੇ ਪ੍ਰਿਆ ਸਿੱਖਨ ਜੀ ਕੇ। ਉਸ ਵੇਲੇ ਸਿੱਖਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਏਕੈ ਜਾਮ ਜਾਮ ਨਹੀਂ ਹੋਏ। ਕਹਿਣ ਲੱਗੇ ਨਹੀਂ ਬੁੜਿਆ, ਇੱਕੇ ਜਾਮ ਰਹਿੰਦਾ, 3 ਘੰਟੇ ਰਹਿੰਦੇ ਨੇ ਸਨਰਾਈਜ਼ ਨੂੰ। ਗੱਲ ਸੁਣ ਲਾ ਤੂੰ। ਤੈਨ ਹੈ ਪਿੱਖੀ ਭਲੀ ਬਿਦ ਸੋਈ। ਤੂੰ ਚੰਗੀ ਤਰ੍ਹਾਂ ਨਹੀਂ ਜਾ ਕੇ ਦੇਖਿਆ। ਜਦੋਂ ਤੇਰੇ ਦੇਖਣ 'ਚ ਕੋਈ ਫਰਕ ਹੈ, ਬਾਬਾ ਬੁੱਢਾ ਜੀ ਨੂੰ ਕਹਿੰਦੇ ਤੂੰ ਚੰਗੀ ਤਰ੍ਹਾਂ ਨਹੀਂ ਦੇਖ ਕੇ ਆਉਂਦਾ। ਹਾਂਜੀ, ਅੱਖਾਂ ਖੋਲ ਕੇ ਨਹੀਂ ਤੂੰ ਚੰਗੀ ਤਰ੍ਹਾਂ ਦੇਖਿਆ ਹੋਣਾ। ਬਹਰੋ ਬੂੜੇ ਦੇਖ ਆਕਾਸਾ। ਬਾਬਾ ਬੁੱਢਾ ਜੀ ਫੇਰ ਚਲੇ ਗਏ ਬਾਹਰ। ਬਾਬਾ ਬੁੱਢਾ ਜੀ ਵੀ ਜੱਟ ਸਨ। ਹਾਂਜੀ, ਸੋ ਬਾਬਾ ਬੁੱਢਾ ਜੀ ਨੇ ਜਾ ਕੇ ਫੇਰ ਦੇਖਿਆ ਬਾਹਰ ਜਾ ਕੇ ਚੰਗੀ ਤਰ੍ਹਾਂ। ਅਰਧ ਰਾਤਰ ਅਬ ਹੈ ਸੁਖਰਾਸਾ। ਮਹਾਰਾਜ ਨੂੰ ਕਿ ਮਹਾਰਾਜ ਅੱਧੀ ਰਾਤ ਦਾ ਸਮਾਂ ਰਹਿੰਦਾ ਹੈ ਹੁਣ। 3 ਵਾਰ ਯੋਂ ਬਚਨ ਹਟਾਏ। 3 ਵਾਰੀ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਹਟਾਤੇ। ਮਹਾਰਾਜ ਜੀ ਕਹਿੰਦੇ 3 ਘੰਟੇ, ਬਾਬਾ ਬੁੱਢਾ ਜੀ 6 ਘੰਟੇ ਕਹੀ ਜਾਂਦੇ ਨੇ। ਸੋ ਬਾਬਾ ਬੁੱਢਾ ਜੀ ਨੇ 3 ਵਾਰ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਨਾ ਕੀਤੀ ਹੈ, ਹਟਾਤੇ ਮਹਾਰਾਜ ਦੇ ਬਚਨ। ਸ੍ਰੀ ਗੁਰ ਕੋ ਆਸੈ ਨਹਿ ਪਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸ਼ਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਮਤਲਬ ਸੀ ਨਾ, ਉਹ ਨਾ ਸਮਝ ਸਕੇ ਬਾਬਾ ਬੁੱਢਾ ਜੀ। ਲਹਿਣੇ ਸੋ ਬੋਲੇ ਗਤ ਦਾਏ। ਉਸ ਵੇਲੇ ਭਾਈ ਲਹਿਣਾ ਜੀ ਕੋਲੇ ਸਨ ਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਵੱਲ ਦੇਖ ਕੇ ਕਿਹਾ, ਤੂੰ ਅਵਲੋਕ ਵਹਿਰ ਅਬ ਜਾਏ। ਕਹਿਣ ਲੱਗੇ ਹੇ ਪੁਰਖਾ ਤੂੰ ਉੱਠ, ਤੂੰ ਜਾ ਕੇ ਦੇਖ ਕੇ ਆ ਬਾਹਰ ਹੁਣ। ਜੇਤੀ ਨਿਸ ਹੈ ਦੇਹੋ ਬਤਾਏ। ਜਿੰਨੀ ਕ ਰਾਤ ਬਾਕੀ ਰਹਿੰਦੀ ਆ ਤੂੰ ਦੇਖ ਕੇ ਦੱਸ ਹੁਣ। ਨਿਕਸਿਓ ਤੂਰਨ ਦੇਰ ਨਾ ਲਾਈ। ਬਹੁਤ ਛੱਤੀ ਭਾਈ ਲਹਿਣਾ ਜੀ ਛਾਲ ਮਾਰ ਕੇ ਗਏ ਤੇ ਬਾਹਰ ਜਾ ਕੇ ਅਸਮਾਨ ਵੱਲ ਦੇਖਿਆ। ਉੱਡਗਨ ਕੋ ਬਿਲੋਕ ਕਹਿ ਬਾਨੀ। ਸਾਰੇ ਤਾਰੇ ਦੇਖੇ, ਜਿਹੜਾ ਹਨ ਚੰਗੀ ਤਰ੍ਹਾਂ ਸੂਰਜ ਦਾ ਅਨੁਮਾਨ ਲਾਇਆ, ਸਟੱਡੀ ਕੀਤੀ ਚੰਗੀ ਤਰ੍ਹਾਂ। ਸੋ ਤਾਰਿਆਂ ਨੂੰ ਦੇਖ ਕੇ ਚੰਗੀ ਤਰ੍ਹਾਂ। ਅਰਧ ਨਿਸਾ ਅਬ ਸ੍ਰੀ ਗੁਣ ਖਾਨੀ। ਸੋ ਐਸਟ੍ਰੋਲੋਜੀ ਵਾਲਾ ਹੀ ਕੰਮ ਹੁੰਦਾ ਹੈ ਨਾ। ਕਹਿੰਦੇ ਫਿਰ ਅਰਧ ਨਿਸਾ ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹਾ, ਹੇ ਗੁਣਾ ਦੀ ਖਾਨ, ਅੱਧੀ ਰਾਤ ਦਾ ਸਮਾਂ ਹੈ। ਉਹੀ ਗੱਲ ਕੀਤੀ ਜਿਹੜੀ ਬਾਬਾ ਬੁੱਢਾ ਜੀ ਨੇ ਕੀਤੀ, ਕਿਉਂਕਿ ਉਹੀ ਟਾਈਮ ਤਾਂ ਅਸਲ ਤਾਂ ਟਾਈਮ ਉਹੀ ਸੀ। ਤੋ ਉਹੀ ਜਾ ਕੇ ਆਕੇ ਭਾਈ ਲਹਿਣੇ ਨੇ ਵੀ ਦੱਸ ਦਿੱਤਾ। ਗੁਰ ਬੋਲੇ ਦੇਖੋ ਤੁਮ ਨੀਕੇ। ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪੁਰਖਾ ਚੰਗੀ ਤਰ੍ਹਾਂ ਦੇਖ ਕੇ ਆ, ਥੋੜਾ ਧਿਆਨ ਲਾ। ਜਾਮ ਜਾਮ ਨਹੀਂ ਹੈ ਅਬ ਠੀਕੇ। ਕਹਿਣਗੇ ਹੁਣ ਜਿਹੜਾ 1 ਪਹਿਰ ਰਾਤ ਦੀ ਬਾਕੀ ਰਹਿ ਗਈ ਹੈ। ਦੋਹਰਾ ਲਹਿਣਾ ਹਿਰਦੇ ਵਿਚਾਰ ਇਹ ਹੈ ਆਦੀ ਹੀ ਰਾਤ। ਭਾਈ ਲਹਿਣੇ ਨੇ ਆਪਣੇ ਹਿਰਦੇ ਵਿੱਚ ਬਾਹਰ ਜਾ ਕੇ ਅਸਮਾਨ ਵੱਲ ਦੇਖ ਕੇ ਦੇਖਿਆ, ਅਨੁਮਾਨ ਲਾਇਆ, ਤੇ ਇਹੀ ਜਿਹੜਾ ਹੈ ਉਹਨਾਂ ਨੂੰ ਇਹੀ ਪਤਾ ਲੱਗਿਆ ਕਿ ਅੱਧੀ ਰਾਤ ਦਾ ਹੀ ਸਮਾਂ ਹੈ। ਜੇ ਅਸਮਾਨ ਵੱਲ ਦੇਖਿਆ ਜਾਵੇ, ਜਿਸ ਤਰ੍ਹਾਂ ਇਹ ਕੈਲਕੂਲੇਸ਼ਨ ਹੁੰਦੇ ਨੇ ਕੀਤੇ ਜਾਣ, ਤਾਂ ਅੱਧੀ ਰਾਤ ਦਾ ਹੀ ਸਮਾਂ ਸੀ। ਤਦਿਅਪ ਗੁਰੂ ਸੁਹਾਵ ਜੋ ਸੋ ਨਹਿ ਜਾਣਿਓ ਜਾਤ। ਤੇ ਕਹਿੰਦੇ ਫਿਰ ਕਹਿੰਦੇ ਗੁਰੂ ਨਾਨਕ ਆਪ ਕਰਤਾ ਹੈ, ਆਪ ਪਰਮੇਸ਼ਰ ਹੈ। ਉਹੀ ਦਿਨ ਬਣਾਉਂਦੇ ਨੇ, ਉਹੀ ਰਾਤ ਬਣਾਉਂਦੇ ਨੇ। ਸਮਾਂ ਵੀ ਉਹਨਾਂ ਦੇ ਹੱਥ ਵਿੱਚ ਹੈ। ਸਭ ਕੁਝ ਉਹ ਆਪ ਹੀ ਬਣਾਉਂਦੇ ਨੇ। ਇਸ ਕਰਕੇ ਕਹਿੰਦੇ ਵੀ ਕਿ ਉਹ ਬਚਨ ਜਿਹੜੇ ਹਨ, ਜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ 3 ਘੰਟੇ ਰਹਿ ਗਏ,
ਤਾਂ ਫਿਰ ਮੈਂ ਗਲਤ ਹੋ ਸਕਦਾ, ਗੁਰੂ ਨਾਨਕ ਤਾਂ ਨਹੀਂ ਨਾ ਗਲਤ ਹੋ ਸਕਦੇ। ਚੌਪੇ ਇਉ ਮਨ ਗੁਣ ਕਹਿ ਬੈਨ ਅਲਾਏ। ਇਉਂ ਮਨ ਚ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਗੇ ਪਾਈ ਲੈਣਾ ਜੀ। ਪ੍ਰਭ ਮਮ ਨੈਣ ਹੁਤੇ ਅਲਸਾਏ। ਮਹਾਰਾਜ ਜੀ ਮੇਰੇ ਨਾ ਜਿਹੜੇ ਨੈਣ ਸਨ, ਅੱਖਾਂ ਕੀਪਤਾ ਅਲਸਾਏ ਹੋਏ ਹਨ, ਨਿੰਦਰ ਆਈ ਹੋਈ ਹੈ, ਮੇਰੀ ਕੀਪਤਾ ਜਾਂ ਉਨਿੰਦੇ ਮੇਰੇ ਜਿਹੜੇ ਹਨ ਨੇਤਰ ਹਨ, ਮੈਂ ਚੰਗੀ ਤਰ੍ਹਾਂ ਨਹੀਂ ਦੇਖ ਸਕਿਆ। ਭੂਲ ਕਹਿਓ ਮੈਂ ਆਦੀ ਰਾਤ। ਚਲੋ ਮੇਰੇ ਤੋਂ ਭੁੱਲ ਹੋ ਗਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜਾ ਹਨ ਮੈਂ ਜਿਹੜੀ ਅੱਧੀ ਰਾਤ ਦਾ ਸਮਾਂ ਤੁਹਾਨੂੰ ਆ ਕੇ ਦੱਸ ਦਿੱਤਾ। ਜਾਮ ਏਕ ਹੀ ਅਬ ਸੁਧ ਜਾਤੀ। ਮਹਾਰਾਜ ਬਸ ਇੱਕੇ ਜਾਮ, ਇੱਕੇ ਪਹਿਰ ਹੁਣ ਰਹਿੰਦਾ ਹੈ ਰਾਤ ਦਾ। ਜਿਤਨੀ ਨਿਸਾ ਬਿਤਾਈ ਰਾਉ। ਬਸ ਇਹ ਗੱਲ ਹੈ। ਕਹਿੰਦੇ ਪਾਤਸ਼ਾਹ ਜੀ ਜਿੰਨੀ ਰਾਤ ਤੁਸੀਂ ਬਤੀਤ ਕਰਵਾਈ ਹੈ ਹੁਣ ਤੱਕ, ਕਿਤਨੀ ਬੀਤੀ ਨਾ ਮੈਂ ਲੱਖ ਬਾਉਰ। ਉਨੀਓ ਬੀਤੀ ਹੈ, ਉਸਦੇ ਬਾਰੇ ਮੈਂ ਨਹੀਂ ਜਾਣ ਸਕਦਾ। ਅਬ ਜਿਤਨੀ ਰਾਖੀ ਸੋ ਰਹੇ। ਪਾਤਸ਼ਾਹ ਜੀ ਜਿੰਨੀ ਕੁ ਰਾਤ ਤੁਸੀਂ ਬਾਕੀ ਰੱਖੀ ਹੈ ਹੁਣ, ਸਰਬ ਕਾਲ ਕੋ ਕਰਤਾ ਤੁਹੀ। ਮਹਾਰਾਜ ਸਾਰੇ ਸਮੇਂ ਦੇ ਕਰਤਾ ਤਾਂ ਤੁਸੀਂ ਆਪ ਹੀ ਹੋ। ਤੁਹਾਡੇ ਜਿਹੜਾ ਹਨ ਕੀਤਾ ਸਭ ਕੁਝ ਹੁੰਦਾ ਹੈ। ਤੁਸੀਂ ਉਹ ਦਿਨ ਬਣਾਉਣਾ, ਤੁਸੀਂ ਰਾਤ ਬਣਾਉਣੀ ਹੈ, ਤੁਹਾਡੇ ਹੱਥ ਵਿੱਚ ਹੈ ਸਾਰਾ। ਭਾਈ ਅਵਗਿਆ ਛਿਮਾ ਕਰੀ। ਮਹਾਰਾਜ ਮੇਰੇ ਤੋਂ ਅਵਗਿਆ ਹੋ ਗਈ, ਮੈਨੂੰ ਮਾਫ ਕਰ ਦਿਓ ਕਿ ਮੈਂ ਤੁਹਾਡੇ ਬਚਨ ਦੇ ਉਲਟ ਗੱਲ ਕਹੀ ਹੈ। ਔਗਣ ਹਾਰ ਸਦਾ ਬਖਸ਼ੀਜੈ। ਮੈਂ ਤੁਹਾਡੀ ਜਿਹੜੇ ਹਨ ਬਚਨਾਂ ਤੋਂ ਉਲਟ ਮੈਂ ਕੁਝ ਸੋਚਿਆ ਹੈ, ਮੈਂ ਕੁਝ ਬਚਨ ਕੀਤਾ, ਇਸ ਕਰਕੇ ਮੈਂ ਔਗਣ ਆ ਰਹਾ। ਮੈਂ ਜਿਹੜਾ ਹਨ ਮੇਰੇ ਤੋਂ ਇੱਕ ਪਾਪ ਹੋ ਗਿਆ, ਪਾਤਸ਼ਾਹ ਜੀ ਮੈਨੂੰ ਮੁਆਫ ਕਰ ਦਿਓ। ਮੰਦਮਤੀ ਮੈਂ ਪਿਖਿਓ ਨਾ ਨੀਕੇ। ਮੈਂ ਭੈੜੀ ਮੱਤ ਵਾਲਾ ਹਾਂ ਪਾਤਸ਼ਾਹ ਜੀ, ਮੈਂ ਚੰਗੀ ਤਰ੍ਹਾਂ ਨਾ ਦੇਖ ਸਕਿਆ। ਬੋਲਿਓ ਕੂਰ ਤੁਮਾਰੋ ਨਜੀਕੇ। ਮੈਂ ਤੁਹਾਡੇ ਕੋਲ ਆ ਕੇ ਝੂਠ ਬੋਲ ਪਿਆ। ਮਹਾਰਾਜ ਜੀ ਇਹ ਮੇਰੇ ਤੋਂ ਗਲਤੀ ਹੋ ਗਈ, ਪਾਤਸ਼ਾਹ ਜੀ ਇਸ ਕਰਕੇ ਮੈਨੂੰ ਮੁਆਫ ਕਰੋ। ਦੇਖੋ ਇਹ ਆ ਸਿੱਖ ਦੀ ਸੋਚਣੀ, ਸਿੱਖ ਦੀ ਭਾਵਨਾ ਐਸੀ ਹੁੰਦੀ ਹੈ, ਉਹ ਆਪਣੇ ਆਪ ਨੂੰ ਗਲਤ ਕਹਿੰਦਾ ਹੈ ਤੇ ਗੁਰੂ ਨੂੰ ਠੀਕ ਕਹਿੰਦਾ ਹੈ। ਤੇ ਅੱਜ ਕੱਲ ਜਿਹੜੇ ਸਿੱਖ ਬਣੇ ਫਿਰਦੇ ਨੇ ਉਹ ਆਪਣੇ ਆਪ ਨੂੰ ਠੀਕ ਕਹਿੰਦੇ ਨੇ, ਗੁਰੂ ਤੇ ਸ਼ੱਕ ਕਰਦੇ ਨੇ ਵੀ ਗੁਰੂ ਨੇ ਇਹ ਨਹੀਂ ਕਿਹਾ ਹੋਣਾ, ਇਹ ਕਹਿਤਾ ਹੋਣਾ, ਇਹ ਕਿਵੇਂ ਹੋ ਗਿਆ ਜੀ, ਇਹ ਨਹੀਂ ਹੋ ਸਕਦਾ। ਦੇਖੋ ਗੁਰੂ ਤੇ ਉਂਗਲੀ ਉਠਾਉਂਦੇ ਨੇ, ਆਪਣੇ ਆਪ ਨੂੰ ਸਿਆਣੇ ਜਾਣਦੇ ਨੇ। ਗੁਰੂ ਅਰਜਨ ਦੇਵ ਜੀ ਨੇ ਰਾਗਮਾਲਾ ਲਿਖ ਦਿੱਤੀ ਤੇ ਕਹਿੰਦੇ ਨਹੀਂ ਲਿਖੀ ਜੀ, ਨਹੀਂ ਹੈਗੀ ਜੀ, ਨਹੀਂ ਉਚਾਰੀ ਜੀ। ਹਾਂਜੀ, ਸੋ ਦੇਖੋ ਆਪਣੀ ਮੱਤ ਵੱਡੀ ਹੈ ਗੁਰੂ ਦੀ ਮੱਤ ਨਾਲੋਂ। ਗੁਰੂ ਦੀ ਮੱਤ ਨਾਲੋਂ ਤਾਂ ਨਹੀਂ ਨਾ ਵੱਡੀ ਹੋ ਸਕਦੀ ਆਪਣੀ ਮੱਤ। ਜੇ ਗੁਰੂ ਮਹਾਰਾਜ ਨੇ ਚਤੁਰਪਖਿਆਨ ਲਿਖ ਦਿੱਤਾ ਤਾਂ ਉਹਦੇ ਲਿਖਣ ਵਿੱਚ ਕੋਈ ਗਲਤੀ ਨਹੀਂ, ਆਪਣੀ ਨਾ ਸਮਝ ਵਿੱਚ ਗਲਤੀ ਹੈ। ਇਸ ਕਰਕੇ ਜਿਹੜਾ ਹੈ ਗੁਰੂ ਦੇ ਆਸ਼ੇ ਤੇ ਚੱਲਣਾ ਹੀ ਸਿੱਖ ਦਾ ਧਰਮ ਹੈ। ਇਸ ਪ੍ਰਕਾਰ ਕਰਕੇ ਇਹੀ ਸਾਖੀ ਜਿਹੜੀ ਹੈ, ਮਹਿਮਾ ਪ੍ਰਕਾਸ਼ ਜਿਹੜਾ ਗ੍ਰੰਥ ਹੈ, ਉਸ ਗ੍ਰੰਥ ਦੇ ਵਿੱਚ ਜਿਹੜਾ ਹਨ ਇਹ ਸਾਖੀ ਇਸ ਤਰ੍ਹਾਂ ਆਉਂਦੀ ਹੈ ਕਿਉਂਕਿ ਮਹਿਮਾ ਪ੍ਰਕਾਸ਼ ਜਿਹੜਾ ਗ੍ਰੰਥ ਹੈ ਇਸ ਨਾਨਕ ਪ੍ਰਕਾਸ਼ ਗ੍ਰੰਥ ਨਾਲੋਂ ਪੁਰਾਣਾ ਗ੍ਰੰਥ ਹੈ। ਸੋ ਉਹਦਾ ਵੀ ਆਪਾਂ ਸੁਣ ਲਈਏ, ਆਪਾਂ ਇਹਦਾ ਵੀ ਵਿਚਾਰ ਕਰ ਲਈਏ ਬਹੁਤ ਛੇਤੀ ਦੇ ਨਾਲ ਕਿ ਉੱਥੇ ਇਹ ਸਾਖੀ ਕਿਵੇਂ ਲਿਖੀ ਹੈ। ਸੋਰਠਾ ਦਿਵਸ ਏਕ ਪ੍ਰਭ ਦਿਆਲ ਨਿਸ ਸੈਨ ਕਰਿਓ ਆਨੰਦ ਜੋਤ। ਕਹਿੰਦੇ ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਤ ਨੂੰ ਆਰਾਮ ਕਰ ਰਹੇ ਸਨ। ਭਈ ਅਰਧ ਰੈਨ ਜਬ ਕਾਲ ਜਗੇ ਦਿਆਲ ਪੁੱਛਣ ਕੀਆ। ਜੋ ਅੱਧੀ ਰਾਤ ਦਾ ਸਮਾਂ ਹੋਇਆ ਉਸ ਵੇਲੇ ਦਿਆ ਦੇ ਘਰ ਗੁਰੂ ਨਾਨਕ ਸਾਹਿਬ ਜੀ ਪੁੱਛਣ ਲੱਗੇ। ਚੌਪੇ ਬਾਬਾ ਜੀ ਪੁੱਛੀ ਬਿਰਤ ਬਿਨਾਨੀ। ਉਸ ਵੇਲੇ ਬਾਬਾ ਜੀ ਕਹਿਣਗੇ ਬਾਬਾ ਜੀ, ਸੋ ਉਸ ਵੇਲੇ ਬਾਬਾ ਜੀ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇੱਕ ਜਿਹੜੇ ਹਨ ਆਪਣੀ ਬਿਰਤੀ ਤੋਂ ਇੱਕ ਜਿਹੜੀ ਹਨ ਹਾਲਾਤ ਪੁੱਛੀ। ਇਹ ਬੁੱਢਾ ਨਿਸਕੇਤਕ ਬਿਤਾਨੀ। ਕਹਿੰਗੇ ਹੇ ਬੁੱਢਿਆ ਤੂੰ ਜਾ ਕੇ ਦੇਖ ਰਾਤ ਕਿੰਨੀ ਬੀਤ ਗਈ। ਬੁੱਢੇ ਸਮਝ ਮਨ ਬਾਤ ਬਖਾਨੀ। ਉਸ ਵੇਲੇ ਬਾਬਾ ਬੁੱਢਾ ਜੀ ਨੇ ਦੇਖ ਕੇ ਸਾਰੀ ਗੱਲ ਆਪਣੇ ਮਨ ਵਿੱਚ ਸਮਝ ਕੇ ਕਿਹਾ ਪ੍ਰਭ ਅਰਧ ਰੈਨ ਉੱਪਰ ਬੀਤਾਨੀ। ਕਹਿੰਗੇ ਅੱਧੀ ਰਾਤ ਦਾ ਸਮਾਂ ਮਹਾਰਾਜ, ਅੱਧੀ ਰਾਤ ਬੀਤ ਚੁੱਕੀ ਹੈ ਹੁਣ ਤੱਕ। ਹੁਣ ਭਗੀਰਥ ਸੋ ਪ੍ਰਭ ਕਹਾ। ਫੇਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਭਗੀਰਥ ਜੀ ਜਿਹੜੇ ਹੋਏ ਨੇ ਕਹਿੰਦੇ ਉਹਨਾਂ ਨੂੰ ਜਿਹੜਾ ਸਦਕੇ ਕਿਹਾ ਤੁਮ ਬੂਝ ਕਹੋ ਨਿਸਕੇਤਕ ਰਹਾ। ਤੇ ਉਹ ਭਾਈ ਭਗੀਰਥ ਜੀ ਨੂੰ ਕਿਹਾ ਤੂੰ ਜਾ ਕੇ ਦੇਖ ਵੀ ਕਿੰਨੀ ਕੁ ਰਾਤ ਬੀਤੀ ਹੈ। ਕਹੀ ਭਗੀਰਥ ਬੂਝ ਸੁਜਾਨੀ। ਭਾਈ ਭਗੀਰਥ ਨੇ ਜਾ ਕੇ ਰਾਤ ਬਾਹਰ ਜਾ ਕੇ ਖੜ ਕੇ ਅਸਮਾਨ ਵੱਲ ਦੇਖ ਕੇ ਕਿਹਾ ਜੋ ਸਿਆਣੇ ਸਨ। ਅਰਧ ਰੈਨ ਬੀਤੀ ਪ੍ਰਭ ਗਿਆਨੀ। ਪ੍ਰਭ ਗਿਆਨੀ ਪ੍ਰਭੂ हे ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਰੇ ਦੇ ਗਿਆਨੀ ਹੋ, ਸਭ ਕੁਝ ਜਾਣਨ ਵਾਲੇ ਹੋ, ਅੱਧੀ ਰਾਤ ਦਾ ਸਮਾਂ ਬੀਤਿਆ ਹੈ। ਸਾਧਾਰਨ ਸੋ ਪ੍ਰਭ ਕਹੇ। ਉਸ ਵੇਲੇ ਮਹਾਰਾਜ ਨੇ ਤੀਜੇ ਗੁਰਸਿੱਖ ਨੂੰ ਭਾਈ ਸਾਧਾਰਨ ਜੀ ਨੂੰ ਕਿਹਾ ਤੇ ਉਹਨਾਂ ਨੂੰ ਜਾ ਕੇ ਕਿਹਾ ਕਹੋ ਮੀਤ ਨਿਸਕੇਤਕ ਰਹੇ। ਕਹਿੰਦੇ ਕਹੋ हे ਮਿੱਤਰ, ਸਾਧਾਰਨ ਜੀ ਨੂੰ ਮਿੱਤਰ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਕਿ हे ਮਿੱਤਰ ਤੂੰ ਜਾ ਕੇ ਦੇਖ ਰਾਤ ਕਿੰਨੀ ਕੁ ਬਾਕੀ ਰਹਿੰਦੀ ਹੈ। ਕਹੇ ਸਮਝ ਸਾਧਾਰਨ ਆਧੀ ਰਾਤ। ਉਸ ਵੇਲੇ ਭਾਈ ਸਾਧਾਰਨ ਜੀ ਨੇ ਵੀ ਆਕੇ ਇਹੀ ਗੱਲ ਕੀਤੀ ਵੀ ਅੱਧੀ ਰਾਤ ਦਾ ਸਮਾਂ ਬੀਤਿਆ ਹੈ। ਬੀਤ ਗਈ ਪ੍ਰਭ ਸੋ ਕਹੀ ਬਾਤ। ਮਹਾਰਾਜ ਕਹਿੰਦੇ ਬੀਤ ਗਈ ਪ੍ਰਭ ਸੋ ਕਹੀ ਬਾਤ। ਕਹਿਣ ਲੱਗੇ ਅੱਧੀ ਰਾਤ ਦਾ ਸਮਾਂ ਬੀਤਣ ਦਾ ਆਕੇ ਸਤਿਗੁਰੂ ਨੂੰ ਦੱਸ ਦਿੱਤਾ ਸਾਰਾ। ਸੁਣ ਬਚਨ ਵਿਸਾਲ ਬਾਬਾ ਜੀ ਹੱਸੇ। ਉਸ ਵੇਲੇ
ਇਹ ਸਾਰਿਆਂ ਦੇ ਬਚਨ ਸੁਣ ਕਰਕੇ ਗੁਰੂ ਨਾਨਕ ਦੇਵ ਜੀ ਹੱਸਣ ਲੱਗ ਪਏ। ਪੁਨ ਪੁੱਛਾ ਸਾਹਿਬ ਹਰ ਰੰਗ ਰਸੇ। ਤੇ ਜਿਹੜਾ ਹਨ ਪੁਨ ਪੁੱਛਾ, ਕਹਿੰਦੇ ਫੇਰ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਜੋ ਮਹਾਰਾਜ ਸਾਹਿਬ ਨੇ ਜੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨੇ, ਜਾਂ ਉਸ ਵੇਲੇ ਜਿਹੜਾ ਹੈ ਮਹਾਰਾਜ ਨੇ ਉਸ ਵੇਲੇ ਇਹ ਗੱਲ ਜਿਹੜੀ ਹੈ ਉਹਨਾਂ ਨੂੰ ਸਿਆਣੇ ਸਮਝ ਕੇ ਪੁੱਛਿਆ ਤੇ ਕੀ ਕਿਹਾ? ਤੁਮ ਤੋਂ ਪੜੇ ਗੁੜੇ ਕਛ ਨਾਹੀ। ਕਹਿਣਗੇ ਤੁਮ ਤੋਂ ਪੜੇ ਗੁੜੇ ਕਛ ਨਾਹੀ, ਕਹਿਣਗੇ ਤੁਸੀਂ ਤਾਂ ਕੋਈ ਪੜੇ ਲਿਖੇ ਵੀ ਨਹੀਂ ਬਹੁਤੇ ਹੈਗੇ। ਰਾਤ ਕੀ ਬੂਝ ਕੈਸੇ ਤੁਮ ਆਹੇ। ਕਹਿਣਗੇ ਰਾਤ ਦੀ ਜਿਹੜੀ ਹੈ ਸਮਝ ਜਾਂ ਤੁਸੀਂ ਪੁੱਛਣਾ ਜਿਹੜਾ ਕੀਤਾ ਤੁਹਾਨੂੰ ਇੰਨਾ ਪਤਾ ਨਹੀਂ। ਹੁਣ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਹਨ ਸਿੱਖਾਂ ਨੇ ਕਿਹਾ, ਪਾਤਸ਼ਾਹ ਜੀ ਤੁਹਾਨੂੰ ਇਹ ਗਿਆਨ ਨਹੀਂ ਹੈਗਾ, ਕਿਉਂਕਿ ਤੁਸੀਂ ਕਿਹੜੇ ਬਹੁਤੇ ਲੰਮੇ ਸਮੇਂ ਤੱਕ ਤੁਸੀਂ ਖੇਤੀਬਾੜੀ ਕੀਤੀ, ਤੁਸੀਂ ਤਾਂ ਖੱਤਰੀ ਹੋ। ਕਹਿੰਦੇ ਜਿਹੜਾ ਹਨ ਬਾਬਾ ਬੁੱਢਾ ਜੀ ਕਹਿੰਦੇ ਅਸੀਂ ਤਾਂ ਜੱਟ ਹਾਂ, ਸਾਡਾ ਤਾਂ ਰੋਜ਼ ਦਾ ਕੰਮ ਆ ਰਾਤ ਦੇਖਣ ਦਾ, ਦਿਨ ਦੇਖਣਾ ਰਾਤ ਦੇਖਣੇ ਤਾਂ ਸਾਡਾ ਕੰਮ ਬਣਿਆ ਰਹਿੰਦਾ ਪਾਤਸ਼ਾਹ ਜੀ, ਇਸ ਕਰਕੇ ਸਾਨੂੰ ਗਿਆਨ ਹੈ ਇਹ ਗੱਲ ਦਾ, ਅਸੀਂ ਸਮਝ ਰੱਖਦੇ ਹਾਂ। ਦੋਹਰਾ ਸਭਨ ਬਾਤ ਵਿਚਾਰ ਕੇ ਕਰ ਜੋੜ ਕਰੀ ਅਰਦਾਸ। ਸੋ ਉਸ ਵੇਲੇ ਦੇਖੋ ਨਾ ਐਸੀ ਗੱਲ ਹੋਈ, ਕਹਿੰਦੇ ਉਸ ਵੇਲੇ ਫਿਰ ਇਹ ਵੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਪਾਤਸ਼ਾਹ ਜੀ ਜੇ ਤੁਹਾਨੂੰ ਪਤਾ ਹੈ ਤੁਸੀਂ ਕਿਉਂ ਪੁੱਛਦੇ ਹੋ? ਹਾਂਜੀ, ਜੇ ਤੁਹਾਨੂੰ ਦੇਖਣੀ ਆਉਂਦੀ ਆ ਤਾਂ ਜੇ ਤੁਹਾਨੂੰ ਜਿਹੜਾ ਹਨ ਕੋਈ ਨਹੀਂ ਦੇਖਣੀ ਤਾਂ ਹੀ ਤਾਂ ਤੁਸੀਂ ਸਾਨੂੰ ਪੁੱਛਿਆ ਹੈ। ਤਾਂ ਫਿਰ ਕਹਿੰਦੇ ਦੇਖੋ ਦੋਹਰਾ ਸਭਨ ਬਾਤ ਵਿਚਾਰ ਕੇ, ਸਾਰਿਆਂ ਦੀਆਂ ਗੱਲਾਂ ਦੀ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ, ਵੀ ਜੋ ਉਹਨਾਂ ਨੇ ਕਿਹਾ ਜੋ ਉਹਨਾਂ ਨੇ ਸਮਝਿਆ, ਕਰ ਜੋੜ ਕਰੀ ਅਰਦਾਸ। ਸੋ ਜੋੜ ਕਰਕੇ ਜੋ ਸਿੱਖਾਂ ਨੇ ਅਰਦਾਸ ਕੀਤੀ, ਹਮ ਖੇਤੀ ਰਾਖੇ ਨਿਸ ਜਗੇ ਦੇਖ ਤਾਰੇ ਭਇਓ ਅਭਿਆਸ। ਕਹਿੰਦੇ ਪਾਤਸ਼ਾਹ ਜੀ ਸਾਡਾ ਤਾਂ ਰੋਜ਼ ਦਾ ਕੰਮ ਆ ਤਾਰੇ ਦੇਖਣ ਦਾ, ਅਸੀਂ ਤਾਂ ਰੋਜ਼ ਤਾਰੇ ਦੇਖਦੇ ਹਾਂ। ਹਾਂਜੀ, ਸੋ ਤਾਰੇ ਦੇਖ ਕੇ ਅਸੀਂ ਅਨੁਮਾਨ ਲਾਉਂਦੇ ਹਾਂ ਵੀ ਕਿੰਨਾ ਕੁ ਸਮਾਂ ਬੀਤ ਗਿਆ, ਕਿੰਨਾ ਕੁ ਰਹਿੰਦਾ ਹੈ, ਇਹ ਸਾਨੂੰ ਗਿਆਨ ਹੈ ਪੂਰਾ। ਚੌਪੇ ਪੁਨ ਬਾਬਾ ਲਹਿਣਾ ਜੀ ਸੋ ਬੋਲੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਕਿਹਾ, ਅੰਮ੍ਰਿਤ ਬਚਨ ਪ੍ਰੇਮ ਝੱਕ ਝੋਲੇ। ਦੇਖੋ ਅੰਮ੍ਰਿਤ ਬਚਨ ਹਨ ਸਤਿਗੁਰਾਂ ਦੇ, ਅੰਮ੍ਰਿਤ ਜੋ ਕਿ ਮੌਤ ਤੋਂ ਜਿਹੜੇ ਹਨ ਬਚਾਉਣ ਵਾਲੇ ਨੇ, ਮੌਤ ਤੋਂ ਰਹਿਤ ਕਰਨ ਵਾਲੇ ਬਚਨ ਨੇ। ਪ੍ਰੇਮ ਨੂੰ ਜਿਹੜਾ ਹੈ ਹਿਰਦੇ ਵਿੱਚ ਜਗਾਉਣ ਵਾਲੇ। ਇਹ ਪੁਰਖਾ ਨਿਸਕੇਤਕ ਗਏ। ਪੁੱਛਿਆ, ਕਹਿੰਦੇ ਪੁਰਖਾ ਤੂੰ ਜਾ ਕੇ ਦੇਖ ਰਾਤ ਕਿੰਨੀ ਕੁ ਬੀਤ ਗਈ, ਬਾਕੀ ਕੇਤਕ ਹੈ ਅਬ ਰਹੇ, ਤੇ ਬਾਕੀ ਕਿੰਨੀ ਕੁ ਰਹਿੰਦੀ ਆ ਉਹ ਵੀ ਆ ਕੇ ਦੱਸ ਦੀ। ਕਰ ਜੋੜ ਲਹਿਣਾ ਜੀ ਬੇਨਤੀ ਕੀਨਾ। ਹੱਥ ਜੋੜ ਕੇ ਭਾਈ ਲਹਿਣਾ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤੁਮ ਸਭ ਕਿਛ ਜਾਣੋ ਦਿਆਲ ਪਰਬੀਨਾ। ਮਹਾਰਾਜ ਤੁਸੀਂ ਦਇਆ ਦੇ ਘਰ ਹੋ, ਸਭ ਤੋਂ ਸਿਆਣੇ ਹੋ, ਤੁਸੀਂ ਸਾਰੇ ਜਾਣੀ ਜਾਣ ਹੋ, ਤੁਸੀਂ ਆਪੇ ਹੀ ਜਾਣਦੇ ਹੋ ਸਾਰਾ। ਰਾਤ ਦਿਵਸ ਤੁਮਰੋ ਹੈ ਕੀਆ। ਮਹਾਰਾਜ ਰਾਤ ਦਿਨ ਤਾਂ ਤੁਹਾਡਾ ਹੀ ਬਣਾਇਆ ਹੋਇਆ ਹੈ ਸਾਰਾ। ਤੁਮ ਬਿਨ ਅਵਰ ਨਾ ਜਾਣਤ ਬੀਆ। ਮਹਾਰਾਜ ਤੁਹਾਡੇ ਤੋਂ ਬਗੈਰ ਕੌਣ ਜਾਣ ਸਕਦਾ ਹੈ, ਤੁਹਾਡੇ ਤੋਂ ਵੱਧ ਕੌਣ ਜਾਣ ਸਕਦਾ ਹੈ ਵੀ ਰਾਤ ਕਿੰਨੀ ਕੁ ਬੀਤੀ ਕਿੰਨੀ ਕੁ ਬਾਕੀ। ਤੇ ਇਹ ਸਾਰਾ ਗਿਆਨ ਤਾਂ ਤੁਹਾਨੂੰ ਹੀ ਹੈ ਕਿਉਂਕਿ ਤੁਸੀਂ ਬਣਾਉਣ ਵਾਲੇ ਹੋ। ਹੁਣ ਦੇਖੋ ਨਾ, ਜੇ ਇੱਕ ਮਿੱਟੀ ਦਾ ਢੇਰ ਇੱਕ ਘੁਮਿਆਰ ਦੇ ਹੱਥ ਵਿੱਚ ਹੈ, ਹੁਣ ਘੁਮਿਆਰ ਨੇ ਉਸ ਦਾ ਫੈਸਲਾ ਕਰਨਾ ਕਿ ਉਹ ਮਿੱਟੀ ਦੇ ਢੇਰ ਨੂੰ ਉਹਨੇ ਕੀ ਬਣਾਉਣਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਵੀ ਤਾਂ ਐਸੇ ਹੀ ਹੋ ਨਾ, ਤੁਸੀਂ ਸਾਰੀ ਦੁਨੀਆ ਦੀ ਕ੍ਰੀਏਸ਼ਨ ਕਰਨ ਵਾਲੇ ਹੋ, ਜਿਵੇਂ ਮਰਜ਼ੀ ਬਣਾ ਲਓ। ਲਗੀ ਲਗਨ ਮਨ ਚਰਨ ਸਰੋਜਨ। ਉਸ ਵੇਲੇ ਜਿਹੜਾ ਲੱਗੀ ਲਗਨ, ਭਾਈ ਲਹਿਣੇ ਦੀ ਲਗਨ ਲੱਗੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਗਈ। ਮਹਾਰਾਜ ਦੇ ਚਰਨ ਕਵਲ ਵਰਗੇ ਜਿਹੜੇ ਹਨ। ਇਸ ਦਿਨ ਸੋ ਕਛ ਨਹੀਂ ਪਰੋਜਨ। ਦੇਖੋ ਨਿਸ ਦਿਨ, ਕਹਿੰਦੇ ਕਿ ਭਾਈ ਲਹਿਣੇ ਨੂੰ ਰਾਤ ਦਿਨ ਦਾ ਕੋਈ ਉਹਨਾਂ ਦਾ ਪ੍ਰਯੋਜਨ ਨਹੀਂ, ਭਾਵੇਂ ਰਾਤ ਹੋਵੇ ਕਿੰਨੀ ਕੁ ਬਾਕੀ ਰਹਿੰਦੀ ਹੋਵੇ, ਕਿਹੜਾ ਹਿਸਾਬ ਕਿਤਾਬ ਕੈਲਕੂਲੇਸ਼ਨ ਜਿਹੜਾ ਹੈ ਉਹਦੇ ਵਿੱਚ ਭਾਈ ਲਹਿਣੇ ਦਾ ਕੋਈ ਇੰਟਰਸਟ ਨਹੀਂ। ਭਾਈ ਲਹਿਣੇ ਦਾ ਸਿਰਫ ਇੱਕ ਕਮਿਟਮੈਂਟ ਹੈ, ਡੈਡੀਕੇਸ਼ਨ ਹੈ ਜੋ ਗੁਰੂ ਨਾਨਕ ਦੇ ਹੁਕਮ ਵਿੱਚ ਹੈ। ਚਾਤਰਿਕ ਬੂੰਦ ਕਿਰਖੀ ਕੋ ਮੈਂ ਹੋ। ਦੇਖੋ ਜਿਵੇਂ ਚਾਤਰਕ ਜਿਹੜਾ ਹੈ ਸਵੰਤੀ ਬੂੰਦ ਦੀ ਉਡੀਕ ਕਰਦਾ ਹੈ। ਹਮਰੋ ਪ੍ਰਭ ਚਰਨ ਕਮਲ ਸੋ ਨੇ ਹੋ। ਕਹਿੰਦੇ ਹਮਰੋ ਜਿਹੜਾ ਪ੍ਰਭ, ਕਹਿੰਦੇ ਹੇ ਮੇਰੇ ਪ੍ਰਭੂ ਚਰਨ ਕਮਲ ਸੋ ਨੇ ਹੋ। ਕਹਿੰਦਾ ਸਾਡਾ ਤਾਂ ਥੋੜੇ ਚਰਨਾਂ ਕਮਲਾਂ ਨਾਲੇ ਪ੍ਰੇਮ ਹੈ, ਅਸੀਂ ਕੀ ਲੈਣਾ ਦਿਨ ਰਾਤੋਂ। ਪ੍ਰਭ ਅੰਤਰਜਾਮੀ ਜਾਨੀ ਜਾਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਉਸ ਵੇਲੇ। ਸਰਦਾ ਰੱਖਣ ਪਰਮ ਸੁਜਾਨ। ਦੇਖੋ ਸ਼ਰਧਾ ਰੱਖਣ ਵਾਲਿਆਂ ਵਿੱਚੋਂ ਤਾਂ ਭਾਈ ਲਹਿਣਾ ਜੀ ਇਕੱਲੇ ਸਨ, ਭਾਵੇਂ ਬਾਕੀ ਸਿੱਖ ਜਿਹੜਾ ਸੱਚ ਬੋਲਦੇ ਸਨ, ਹੈ ਤਾਂ ਅੱਧੀ ਰਾਤ ਦਾ ਸਮਾਂ, ਪਰ ਗੱਲ ਤਾਂ ਇਹ ਸੀ ਵੀ ਸ਼ਰਧਾ ਗੁਰੂ ਦੇ ਬਚਨਾਂ ਤੇ ਕਿੰਨੀ ਸ਼ਰਧਾ ਹੈ। ਰਾਤ ਦਿਵਸ ਜਾਣਤ ਹਮ ਨਾਹੀ। ਇਸ ਕਰਕੇ ਪਾਤਸ਼ਾਹ ਜੀ ਅਸੀਂ ਨਹੀਂ ਜਾਣਦੇ ਭਾਈ ਲਹਿਣਾ ਜੀ ਕਿੰਨੀ ਕੁ ਰਾਤ ਬੀਤ ਗਈ, ਕਿੰਨੀ ਕੁ ਰਹਿੰਦੀ ਹੈ। ਦੋਹਰਾ ਸੁਨਤ ਬਚਨ ਬਾਬਾ ਬਿਗਸਾਨੇ ਇਹ ਬੂਝਾ ਪਰਮ ਸਨੇਹ। ਸੋ ਇਹ ਗੱਲ ਜਿਹੜੀ ਹਨ ਇਹ ਬਚਨ ਜਿਹੜਾ ਹਨ ਭਾਈ ਲਹਿਣੇ ਦੇ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਬੜੇ ਖੁਸ਼ ਹੋਏ ਤੇ ਉਸ ਵੇਲੇ ਪੁੱਛਿਆ ਬੜੇ ਪ੍ਰੇਮ ਵਿੱਚ, ਪ੍ਰੇਮ ਬਾਰੀ ਬੋਈ ਇਨੈ ਸੰਚਿਤ ਸਦ ਜਲ ਨੇਹ। ਦੇਖੋ ਪ੍ਰੇਮ ਬਾਰੀ ਬੋਈ, ਕਹਿਣਗੇ ਇਹਨਾਂ ਨੇ ਪ੍ਰੇਮ ਦਾ ਬੀਜ ਬੀਜਿਆ ਹੈ ਭਾਈ ਲਹਿਣੇ ਜੀ ਨੇ, ਸੰਚਤ ਉਹਦੇ ਉੱਤੇ ਜਲ ਵੀ ਪ੍ਰੇਮ ਦਾ ਹੀ ਪਾਇਆ ਹੈ। ਕਹਿੰਦੇ ਦੇਖੋ ਇਹ ਆ ਪ੍ਰੇਮ, ਇਹ ਆ ਪਿਆਰ, ਇਹਦੇ ਵਿੱਚ ਸ਼ਰਧਾ ਹੈ।
ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਸਿਆਣਪ ਨਹੀਂ। ਜਿਹਨੇ ਆਪਣੀ ਸਿਆਣਪ ਨੂੰ ਜਿਹੜਾ ਹੈ ਗੁਰੂ ਦੇ ਚਰਨਾਂ 'ਚ ਨਿਸ਼ਾਵਰ ਕਰਤਾ ਉਹੀ ਤਰਦਾ ਹੈ। ਸੋ ਇਹ ਸੀਗਾ ਮਹਿਮਾ ਪ੍ਰਕਾਸ਼ ਦਾ ਜੋ ਉੱਥੇ ਲਿਖਿਆ ਹੋਇਆ ਹੈ। ਹੁਣ ਬਾਕੀ ਆਪਾਂ ਵਾਪਸ ਫੇਰ ਨਾਨਕ ਪ੍ਰਕਾਸ਼ ਤੇ ਆਈਏ। ਸੁਣ ਕੇ ਪਰਮ ਪ੍ਰਸਿੱਧੇ ਦਿਆਲਾ। ਉਸ ਵੇਲੇ ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਬੜੇ ਖੁਸ਼ ਹੋਏ। ਭਾਈ ਲਹਿਣੇ ਨੇ ਕਿਹਾ ਕਿ 19 ਰਾਤ ਬੀਤ ਗਈ ਜਿੰਨੀ ਤੁਸੀਂ ਬਤੀਤ ਕਰਾਈ ਹੈ, 19 ਕੁ ਰਾਤ ਰਹਿ ਗਈ ਜਿੰਨੀ ਤੁਸੀਂ ਰੱਖੀ ਹੈ। ਲਖਿਓ ਸਰਬਤੇ ਦਾਸ ਬਿਸਾਲਾ। ਉਸ ਵੇਲੇ ਦਾਸ ਬਿਸਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਵੀ ਇਹ ਭਾਈ ਲਹਿਣਾ ਸਾਰੇ ਦਾਸਾਂ ਵਿੱਚੋਂ ਸੇਵਕਾਂ ਤੋਂ ਵੱਡੇ ਹਨ। ਤਾਓ ਕਸੌਟੀ ਉਤਰਿਓ ਪੂਰਾ। ਤੇ ਸਾਰੀਆਂ ਜਿਹੜਾ ਤਾਓ ਕਸੌਟੀ, ਸਾਰੇ ਜਿਹੜੇ ਟੈਸਟ ਹਨ, ਸਾਰੇ ਜਿਹੜੇ ਬੈਂਚਮਾਰਕ ਗੁਰੂ ਨਾਨਕ ਸਾਹਿਬ ਜੀ ਨੇ ਰੱਖੇ, ਉਹਨਾਂ ਤੋਂ ਜਿਹੜਾ ਹਨ ਅਵਲ ਨੰਬਰਾਂ ਦੇ ਵਿੱਚ ਭਾਈ ਲਹਿਣਾ ਹੀ ਪਾਸ ਹੋਏ। ਸੋ ਭਾਈ ਲਹਿਣੇ ਨੇ ਹੀ ਜਿਹੜਾ ਹਨ ਪਾਸ ਕੀਤਾ। 12 ਬੰਨੀ ਭਇਓ ਸਰੂਰਾ। ਕਹਿਣਗੇ 12 ਅੰਗਾਂ ਦਾ ਜਿਹੜਾ ਤਾਓ, ਜਿਹੜਾ ਸੇਕ ਸਹਾਰਦਾ ਹੈ ਸੋਨਾ, 12 ਵਾਰੀ ਜਿਹਨੂੰ ਪਿਊਰੀਫਾਈ ਕੀਤਾ ਜਾਂਦਾ ਹੈ ਸੋਨੇ ਨੂੰ, ਉਹੀ ਸੋਨਾ ਸਭ ਤੋਂ ਮਹਿੰਗਾ ਹੁੰਦਾ ਹੈ। ਪਰਖਿਓ ਸੇਵਕ ਸਭ ਹੀ ਭਾਂਤੀ। ਇਸ ਕਰਕੇ ਸਾਰੇ ਸੇਵਕ ਪਰਖ ਕਰਕੇ ਟੈਸਟ ਲਿਆ ਸਾਰਿਆਂ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਤਾਂ ਪਤਾ ਹੀ ਸੀ ਭਾਈ ਲਹਿਣੇ ਦਾ, ਉਹਨਾਂ ਨੂੰ ਟੈਸਟ ਲੈਣ ਦੀ ਕੋਈ ਲੋੜ ਨਹੀਂ ਸੀ। ਪਰ ਦੂਜਿਆਂ ਦੇ ਜਿਹੜੇ ਹਨ ਉਹਨਾਂ ਦੇ ਭਰੋਸੇ ਵਾਸਤੇ, ਉਹਨਾਂ ਨੂੰ ਸਿੱਖਿਆ ਦੇਣ ਵਾਸਤੇ, ਉਹਨਾਂ ਨੂੰ ਸਿਖਲਾਈ ਦੇਣ ਵਾਸਤੇ ਵੀ ਸਿੱਖੀ ਕੀ ਹੁੰਦੀ ਹੈ, ਗੁਰੂ ਨਾਨਕ ਨੇ ਤਾਂ ਟੈਸਟ ਲਏ ਨੇ। ਗੁਰੂ ਨਾਨਕ ਤਾਂ ਪਤਾ ਹੀ ਸੀ ਭਾਈ ਲਹਿਣੇ ਦਾ, ਉਹਨਾਂ ਨੂੰ ਟੈਸਟ ਲੈਣ ਦੀ ਕੀ ਲੋੜ ਨੇ, ਉਹ ਆਪ ਸਾਰਿਆਂ ਦੇ ਹਿਰਦੇ ਵਿੱਚ ਵਸਣ ਵਾਲੇ ਨੇ। ਪਰ ਇਹ ਤਾਂ ਸਿੱਖਿਆ ਦੇਣ ਵਾਸਤੇ ਹੈ ਤੇ ਦੂਸਰਿਆਂ ਨੂੰ ਵੀ ਜਿਹੜਾ ਹਨ ਇਹ ਜਿਹੜਾ ਹਨ ਦੱਸਣ ਵਾਸਤੇ ਵੀ ਭਾਈ ਲਹਿਣਾ ਤੁਹਾਡੇ ਨਾਲੋਂ ਵੱਡਾ ਕਿਉਂ ਹੈ, ਭਾਈ ਲਹਿਣਾ ਜਿਹੜਾ ਹੈ ਤੁਹਾਡੇ ਤੋਂ ਵੱਧ ਗੁਰਤਾ ਗੱਦੀ ਦਾ ਲਾਇਕ ਕਿਉਂ ਹੈ, ਉਹ ਲੋਕਾਂ ਨੂੰ ਦੱਸਣ ਵਾਸਤੇ ਸੀਗਾ। ਭਾਈ ਲਹਿਣੇ ਬਾਰੇ ਤਾਂ ਗੁਰੂ ਨਾਨਕ ਜਾਣਦੇ ਹਨ। ਕਮਤੀ ਰਹੀ ਨਾ ਜਾਣੀ ਜਾਤੇ। ਇਸ ਕਰਕੇ ਜਿਹੜਾ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਮਹਾਰਾਜ ਦਾ ਮੈਥਡ ਹੈ, ਕੋਈ ਮੈਸ਼ਰ ਕਰਕੇ ਨਹੀਂ ਦੱਸ ਸਕਦਾ, ਕੋਈ ਅਨੁਮਾਨ ਲਾ ਕੇ ਐਸਟੀਮੇਟ ਕਰਕੇ ਨਹੀਂ ਜਾ ਸਕਦਾ। ਉਚਿਤ ਖਜ਼ਾਨੇ ਪਾਵਨ ਦੇਖਾ। ਦੇਖੋ ਉਚਿਤ ਖਜ਼ਾਨੇ ਭਾਈ ਲਹਿਣੇ ਨੂੰ ਲਾਇਕ ਕੁਆਲੀਫਾਈਡ ਜਾਣਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਨੇ ਸਾਰੀ ਦੁਨੀਆ ਦੀ ਵਾਗ ਡੋਰ ਨੂੰ ਸੰਭਾਲਣਾ ਹੈ। ਕਰੇ ਕਿਰਪਾ ਪ੍ਰਸੀਦ ਵਿਸੇਖਾ। ਬਹੁਤ ਸਤਿਗੁਰਾਂ ਦੀ ਕਿਰਪਾ ਹੋਈ, ਬੜੇ ਮਹਾਰਾਜ ਦਾ ਜਿਹੜੀ ਖੁਸ਼ੀ ਭਾਈ ਲਹਿਣੇ ਤੇ ਹੋਈ। ਤਖਤ ਦੇਣ ਕੀ ਮਨ ਬਿਦਾਨੀ। ਬਸ ਮਹਾਰਾਜ ਨੇ ਅੱਜ ਫੈਸਲਾ ਕਰ ਲਿਆ ਵੀ ਗੱਦੀ ਤੇ ਭਾਈ ਲਹਿਣੇ ਨੂੰ ਬਿਠਾਉਣਾ ਹੀ ਬਿਠਾਉਣਾ ਹੈ। ਪਲਟੋ ਬੇਖ ਭਲੇ ਔਰ ਠਾਨੀ। ਤੇ ਮਹਾਰਾਜ ਨੇ ਇਹ ਵੀ ਫੈਸਲਾ ਕਰ ਲਿਆ ਵੀ ਅਸੀਂ ਆਪਣਾ ਜਾਮਾ ਅੱਜ ਪਲਟ ਦੇਣਾ ਹੈ। ਅੱਜ ਆਪਾਂ ਜਿਹੜਾ ਹਾਂ ਅਸੀਂ ਆਪਣੀ ਬਾਡੀ ਬਦਲ ਦੇਣੀ ਹੈ। ਅਸੀਂ ਅੱਜ ਭਾਈ ਲਹਿਣੇ ਦੇ ਵਿੱਚ ਸਮਾ ਕਰਕੇ ਦੂਜੀ ਗੁਰਤਾ ਗੱਦੀ ਦਾ ਕਾਰਜ ਸੰਭਾਲਣਾ ਹੈ। ਸੁਖ ਸਾਗਰ ਪੂਰਨ ਅਬਿਨਾਸੀ। ਦੇਖੋ ਸੁੱਖਾਂ ਦੇ ਸਾਗਰ ਪੂਰਨ ਕੰਪਲੀਟ ਜਿਹੜੇ ਹਨ, ਨਾਸ ਤੋਂ ਰਹਿਤ। ਜੋ ਕਾਟਤ ਸੇਵਕ ਜਮ ਫਾਸੀ। ਜੋ ਸੇਵਕਾਂ ਦੇ ਜਿਹੜੇ ਹਨ ਜਮਾਂ ਦੇ ਫਾਸੀਆਂ ਕੱਟਣ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ। ਸਵਈਆ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸਰੂਪ ਨੇ। ਪਾਤਸ਼ਾਹ ਜੀ ਉਹੀ ਸਾਖਸ਼ਾਤ ਸਰੂਪ ਨੇ, ਉਹੀ ਪਰਮੇਸ਼ਰ ਦੇ ਨਿਰਗੁਣ ਸਰੂਪ ਨੇ, ਜਿਨ੍ਹਾਂ ਦਾ ਰੂਪ ਕੋਈ ਨਹੀਂ ਹੈਗਾ, ਕੋਈ ਰੇਖ, ਕੋਈ ਮਾਰਕ ਡੈਸਟਨੀ ਉਹ ਵੀ ਹੈ ਨਹੀਂ, ਜਿਹਦਾ ਕੋਈ ਪੱਕਾ ਰੰਗ ਵੀ ਕੋਈ ਨਹੀਂ ਹੈਗਾ, ਜਿਸਦਾ ਜਿਹੜਾ ਹਨ ਰਾਗ, ਉਸਦਾ ਰਾਗ ਵੀ ਕੋਈ ਨਹੀਂ ਹੈਗਾ। ਰੋਗ ਨਾ ਸੋਗ ਅਕਾਲ ਸਦਾਏ। ਨਾ ਉਹ ਪਰਮੇਸ਼ਰ ਨੂੰ ਕੋਈ ਰੋਗ ਹੈ, ਨਾ ਕੋਈ ਸੋਗ, ਕੋਈ ਦੁੱਖ ਹੈ। ਉਹ ਅਕਾਲ ਤੋਂ ਪਰੇ ਸਦਾ ਹੈ। ਪੂਰਨ ਸ੍ਰੀ ਪਰਮੇਸ਼ਰ ਜੋ। ਉਹੀ ਸ੍ਰੀ ਪਰਮੇਸ਼ਰ ਹੈ ਜੋ ਸੰਪੂਰਨਤਾ ਦੇ ਵਿੱਚ, ਉਹੀ ਪਰਮਾਤਮਾ ਜੋ ਨਿਰਗੁਣ ਤੇ ਸੁਰਗੁਣ ਸਰੂਪ ਵਿੱਚ ਆਪ ਹੀ ਹਨ। ਪੁਰਸ਼ੋਤਮ ਪਾਰ ਨਹੀਂ ਕਹਿ ਪਾਏ। ਕਹਿਣਗੇ ਪੁਰਸ਼ੋਤਮ ਪਰ ਜਿਹੜਾ ਹਨ ਸਾਰਿਆਂ ਤੋਂ ਉੱਤੇ, ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸਰੂਪ ਗੁਰੂ ਪਾਰ ਪਰਮੇਸ਼ਰ ਦੇ ਹਨ, ਜਿਨ੍ਹਾਂ ਦਾ ਪਾਰ ਨਹੀਂ ਪਾਇਆ ਜਾਂਦਾ। ਕਹਿੰਦੇ ਕਿਸੇ ਨੇ ਵੀ ਅੱਜ ਤੱਕ ਪਰਮਾਤਮਾ ਦਾ ਅੰਤ ਨਹੀਂ ਪਾਇਆ। ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ। ਇਸ ਗੱਲ ਉਹਨਾਂ ਦੀ ਪੰਕਤੀ ਸ਼੍ਰੇਣੀ ਜਾਂ ਉਹਨਾਂ ਦੀ ਕਾਸਟ ਜਿਹੜੀ ਹੈ ਨਹੀਂ ਜਾਣੀ ਜਾਂਦੀ, ਉਹਨਾਂ ਦੀ ਜਾਤ ਨਹੀਂ ਜਾਣੀ ਜਾਂਦੀ। ਉਹਨਾਂ ਦਾ ਨਾ ਕੋਈ ਮਾਤਾ ਹੈ ਨਾ ਕੋਈ ਪਿਤਾ ਹੈ। ਭਰਾਤ ਨਾ ਬੇਦ ਅਨੰਤ ਅਲਾਏ। ਨਾ ਉਹਨਾਂ ਦਾ ਕੋਈ ਭਰਾ ਹੈ ਨਾ ਕੋਈ ਸੰਬੰਧੀ ਹੈ। ਵੇਦ ਅਨੰਤ। ਇਸ ਕਰਕੇ ਵੇਦਾਂ ਨੇ ਵੀ ਜਿਹੜਾ ਹਨ ਪਰਮਾਤਮਾ ਨੂੰ ਬੇਅੰਤ ਹੀ ਕਿਹਾ ਹੈ। ਬਰਮਾ ਵਰਗਿਆਂ ਨੇ ਵੀ ਬੇਅੰਤ ਹੀ ਕਹਿਣਾ ਪਿਆ ਉਹਨਾਂ ਨੂੰ। ਸੋ ਕਰਤਾਰ ਧਰਾ ਅਵਤਾਰ। ਉਹੀ ਕਰਤਾਰ ਪਰਮੇਸ਼ਰ ਨੇ ਗੁਰੂ ਨਾਨਕ ਸਰੂਪ ਧਾਰਨ ਕੀਤਾ ਆਪਣਾ ਇਸ ਸੰਸਾਰ ਦੇ ਵਿੱਚ। ਆਪਣੇ ਜਿਹੜਾ ਹਨ ਗੁਰੂ ਸਰੂਪ ਹੋ ਕੇ ਪਰਮੇਸ਼ਰ ਆਪ ਆਇਆ ਇਸ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਧਰਾ ਪਹਿ ਨਾਨਕ ਰੂਪ ਸੁਹਾਏ। ਧਰਤੀ ਦੇ ਉੱਤੇ ਉਹੀ ਪਰਮੇਸ਼ਰ ਨੇ ਆਪਣਾ
ਨਾਮ ਨਾਨਕ ਕੁਹਾਇਆ। ਜੰਗਮ ਔ ਜੜ ਜਾਹੇ ਰਚੇ। ਭਾਵੇਂ ਜਿਹੜੀ ਜੜ ਸ੍ਰਿਸ਼ਟੀ ਹੈ, ਭਾਵੇਂ ਚੇਤਨ ਸ੍ਰਿਸ਼ਟੀ ਹੈ, ਜਿਹੜੀ ਸਾਰੀ ਇਹ ਪਰਮੇਸ਼ਰ ਦੀ ਹੀ ਰਚੀ ਹੋਈ ਹੈ। ਨਰ ਨਾਰਨ ਕੇ ਜਿਹੇ ਚਿੰਨ ਬਣਾਏ। ਜਿਨ੍ਹਾਂ ਨੇ ਨਰ ਤੇ ਨਾਰੀਆਂ, ਜਿਹੜਾ ਮੇਲ ਫੀਮੇਲ ਤੇ ਉਹਨਾਂ ਦੇ ਅੱਡ ਅੱਡ ਚਿੰਨ, ਅੱਡ ਅੱਡ ਜਿਹੜੇ ਅੰਗ ਬਣਾਏ ਹਨ ਸਾਰੇ। ਜੋਤ ਸਰੂਪ ਅਨੁਪਮ ਰੂਪ ਹੈ। ਪਰ ਸਾਰਿਆਂ ਦੇ ਵਿੱਚ ਇੱਕ ਸਾਰ ਪਰਮੇਸ਼ਰ ਆਪ ਹੀ ਜੋਤ ਸਰੂਪ ਆਤਮਾ ਹੋ ਕੇ ਜੋ ਉਪਮਾ ਤੋਂ ਪਰੇ ਹੈ, ਆਪ ਹੀ ਵਰਤ ਰਿਹਾ ਹੈ। ਭੂਪਨ ਭੂਪ ਜੋ ਰਾਵਣ ਰਾਏ। ਜੋ ਰਾਜੇ ਮਹਾਰਾਜਿਆਂ ਦੇ ਵੀ ਮਹਾਰਾਜੇ ਹਨ, ਜੋ ਰਾਜਿਆਂ ਦੇ ਵੀ ਵੱਡੇ ਰਾਜੇ ਹਨ। ਆਦ ਅਨਾਦ ਅਗਾਧ ਆਬਾਦ। ਉਹ ਆਦ ਤੋਂ ਵੀ ਪਰੇ ਹਨ, ਉਹ ਆਦ ਤੋਂ ਵੀ ਪਹਿਲੇ ਹਨ, ਬਿਗਨਿੰਗ ਤੋਂ ਵੀ ਪਹਿਲੇ ਹਨ, ਪ੍ਰਾਈਮਲ ਹਨ। ਅੰਨ ਆਦ ਕਹਿੰਦੇ ਜਿਹਦਾ ਕੋਈ ਆਦ ਹੀ ਕੋਈ ਨਹੀਂ ਹੈਗਾ, ਕੋਈ ਬਿਗਨਿੰਗ ਨਹੀਂ ਹੈਗੀ ਉਸ ਪਰਮੇਸ਼ਰ ਦੀ। ਅਗਾਧ ਜਿਹੜੇ ਡੂੰਘੇ ਹਨ, ਜਿਨ੍ਹਾਂ ਨੂੰ ਨਹੀਂ ਸਮਝਿਆ ਜਾ ਸਕਦਾ। ਆਬਾਦ ਉਹ ਹਨ ਜੋ ਸਤਿਗੁਰੂ ਜੀ ਪੀੜਾ ਤੋਂ ਵੀ ਪਰੇ ਹਨ, ਉਹਨਾਂ ਨੂੰ ਕੋਈ ਪੀੜਾ ਵੀ ਨਹੀਂ ਹੈ। ਆਰਾਧਤ ਸਾਧ ਸਦਾ ਚਿਤ ਲਾਏ। ਜਿਨ੍ਹਾਂ ਦਾ ਸਿਮਰਨ ਜਿਹੜੇ ਹਨ ਸਾਧ ਲੋਕ, ਸਾਰਾ ਜੀਵਨ ਉਹਨਾਂ ਦੇ ਵਿੱਚ ਧਿਆਨ ਜੋੜ ਕੇ ਫੋਕਸ ਕਰਕੇ ਉਹਨਾਂ ਦਾ ਸਿਮਰਨ ਕਰਦੇ ਹਨ। ਸੋ ਗੁਰੂ ਨਾਨਕ ਠਾਨ ਲਈ ਮਨ। ਉਹੀ ਗੁਰੂ ਨਾਨਕ, ਉਹੀ ਪਰਮੇਸ਼ਰ ਸਰੂਪ। ਅੱਜ ਗੁਰੂ ਨਾਨਕ ਨੇ ਆਪਣੇ ਮਨ ਵਿੱਚ ਇਹ ਫੈਸਲਾ ਕਰ ਲਿਆ ਅੰਗਦ ਦੇਹ ਮੈਂ ਜਾਉ ਸਮਾਏ। ਵੀ ਹੁਣ ਉਹ ਜੋਤ ਸਰੂਪ ਹੋ ਕੇ ਅਸੀਂ ਅੰਗਤ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋ ਭਾਈ ਲਹਿਣਾ ਜੀ ਹਨ, ਉਹਨਾਂ ਦੇ ਵਿੱਚ ਅੰਦਰ ਜਾ ਕੇ ਇਹੀ ਜੋਤ ਜਗਾ ਕੇ ਅਸੀਂ ਉਹਨਾਂ ਦਾ ਸਰੂਪ ਦੇ ਵਿੱਚ ਦੂਸਰੀ ਗੁੱਤਾ ਗੱਦੀ ਨੂੰ ਸੰਭਾਲਣਾ ਹੈ। ਸ੍ਰੀ ਪਰਮਾਤਮਾ ਵਿਆਪਕ ਥਾਪਕ। ਦੇਖੋ ਭਾਵੇਂ ਪਰਮਾਤਮਾ, ਇੱਥੇ ਕਵੀ ਸੰਤੋਖ ਸਿੰਘ ਜੀ ਇੱਕ ਗੱਲ ਆਪਾਂ ਨੂੰ ਸਮਝਾ ਰਹੇ ਨੇ। ਕਹਿੰਦੇ ਉਹ ਸ਼੍ਰੀ ਜੋ ਮਾਇਆ ਦੇ ਪਤੀ ਨੇ, ਮਾਇਆ ਜਿਨ੍ਹਾਂ ਨੇ ਬਣਾਈ ਹੈ, ਉਹ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਵਿਆਪਕ ਹੈ, ਸਾਰੇ ਥਾਵਾਂ ਤੇ ਇੱਕ ਸਾਰ ਹੈ ਤੇ ਉਹੀ ਥਾਪਣ ਵਾਲਾ ਹੈ। ਹੁਣ ਦੇਖੋ ਭਾਈ ਲੈਣੇ ਨੂੰ ਗੁਰੂ ਅੰਗਦ ਕਰਕੇ ਥਾਪਣਾ ਹੈ, ਉਹੀ ਜੋਤ ਨੇ। ਉਹ ਜੋਤ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ, ਉਸ ਨੂੰ ਇੱਕ ਸਰੂਪ ਵਿੱਚ ਲੈ ਕੇ ਆ ਰਹੇ ਹਨ, ਇੱਕ ਸਰੂਪ ਵਿੱਚ ਦਿਖਾ ਰਹੇ ਨੇ। ਉਹ ਸਾਰੀ ਸ਼ਕਤੀ ਨੂੰ ਸੰਕੋਚ ਕਰਕੇ ਇੱਕ ਸਰੂਪ ਦੇ ਵਿੱਚ ਉਹ ਬਰਕਤ ਪਾ ਕੇ ਜਿਹੜਾ ਕਲਯੁਗੀ ਜੀਵਾਂ ਦਾ ਉਧਾਰ ਕਰਨਾ ਹੈ। ਖਾਪਕ ਹੈ ਭਵ ਤਾਪ ਮਿਟਾਏ। ਜੇ ਕਹਿੰਦੇ ਖਾਪਕ, ਜਿਹੜੇ ਹਨ ਖਤਮ ਕਰਨ ਵਾਲੇ, ਖੈ ਕਰਨ ਵਾਲੇ, ਜੋ ਡਿਸਟਰੋਇਰ ਹੈ, ਕਹਿਣਗੇ ਭਵ ਤਾਪ ਮਿਟਾਏ। ਇਹ ਸੰਸਾਰ ਆਦੀਆਂ ਬੇਦੀਆਂ ਉਪਾਧੀਆਂ ਨੂੰ ਮਿਟਣ ਵਾਲੇ ਜਿਹੜੇ ਹਨ, ਰਜੋ ਤਮੋ ਸਤੋ ਤਾਪਾਂ ਨੂੰ ਦੂਰ ਕਰਨ ਵਾਲੇ। ਪਾਪ ਕਲਾਪ ਨਸੈ ਜਿਹੇ ਜਾਪ ਤੇ। ਜਿਨ੍ਹਾਂ ਦੇ ਜਾਪ ਉਹੀ ਗੁਰੂ ਨਾਨਕ ਦਾ ਨਾਮ ਲਿਆ, ਸਾਰੇ ਹੀ ਪਾਪ ਦੂਰ ਹੋ ਜਾਂਦੇ ਨੇ, ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦਿਆਂ ਹੀ ਸਾਰੇ ਪਾਪ ਮਿਟ ਜਾਂਦੇ ਹਨ। ਆਪ ਹੀ ਆਪ ਅਮਾਪ ਰਹਾਏ। ਇਸ ਕਰਕੇ ਉਹ ਆਪ ਹੀ ਆਪ ਹੈ, ਉਹ ਆਪ ਹੀ ਨਿਰਗੁਣ ਹੈ, ਉਹ ਆਪ ਹੀ ਸਰਗੁਣ ਸਰੂਪ ਹੈ। ਅਮਾਪ, ਉਸ ਦਾ ਮੈਸ਼ਰਮੈਂਟ ਕੋਈ ਨਹੀਂ ਕਰ ਸਕਦਾ, ਉਸ ਦੀ ਜਿਹੜੀ ਸ਼ਕਤੀ ਨੂੰ ਕੋਈ ਤੋਲ ਨਹੀਂ ਸਕਦਾ। ਉਹ ਪਰਮੇਸ਼ਰ ਆਪਣੇ ਆਪ ਦੇ ਵਿੱਚ ਹੀ ਪ੍ਰਗਟ ਰੂਪ ਹੈ। ਸ੍ਰੀ ਜਗ ਕਾਰਨ ਦੰਭ ਵਿਧਾਰਨ। ਇਸ ਕਰਕੇ ਉਹ ਸ੍ਰੀ ਮਾਇਆ ਦੇ ਪਤੀ, ਜਗਤ ਦੇ ਕਾਰਨ, ਜਗਤ ਨੂੰ ਬਣਾਉਣ ਵਾਲੇ ਹਨ ਤੇ ਸਾਰੀ ਪਖੰਡ ਹਿਪੋਕ੍ਰੇਸੀ ਨੂੰ ਖਤਮ ਕਰਨ ਵਾਲੇ ਹਨ। ਦਾਸ ਉਦਾਹਰਨ ਜਾਂ ਬਿਰਦਾਏ। ਦੇਖੋ ਜਿਸ ਦਾ ਬਿਰਧ ਹੈ, ਜਿਹੜਾ ਤਰਸ ਕਰਕੇ, ਉਹੀ ਗੁਰੂ ਨਾਨਕ, ਉਹ ਪਰਮੇਸ਼ਰ ਤਰਸ ਕਰਕੇ ਆਪਣੇ ਸੇਵਕਾਂ ਨੂੰ ਤਾਰਦਾ ਹੈ, ਆਪਣੇ ਸੇਵਕਾਂ ਦੇ ਪਾਪ ਦੂਰ ਕਰਕੇ ਆਪਣੇ ਗਲੇ ਨਾਲ ਲਾਉਂਦਾ ਹੈ, ਆਪ ਹੀ ਉਹਨਾਂ ਨੂੰ ਸਵੱਛ ਕਰਦਾ ਹੈ, ਆਪ ਹੀ ਉਹਨਾਂ ਨੂੰ ਧੋਂਦਾ ਸਾਫ਼ ਕਰਦਾ ਹੈ ਪਾਪਾਂ ਤੋਂ, ਤੇ ਆਪ ਹੀ ਉਹਨਾਂ ਨੂੰ ਤਾਰਦਾ ਹੈ। ਕਹਿੰਦੇ ਐਸਾ ਹੀ ਗੁਰੂ ਨਾਨਕ, ਉਹ ਪਰਮੇਸ਼ਰ ਸਰੂਪ, ਆਪ ਹੀ ਸਿੱਖਿਆ ਦੇ ਕੇ, ਉਪਦੇਸ਼ ਦੇ ਕੇ, ਆਪਣਾ ਚਰਨਾਮ੍ਰਿਤ ਦੇ ਕੇ, ਸਿੱਖ ਬਣਾ ਕੇ, ਉਹਨਾਂ ਨੂੰ ਉਪਦੇਸ਼ ਦੇ ਕੇ, ਫੇਰ ਉਹਨਾਂ ਦਾ ਗਾਡੀ ਰਾਹ ਬਣਾ ਕੇ, ਉਹਨਾਂ ਨੂੰ ਗਾਈਡ ਕਰਕੇ ਆਪ ਹੀ ਮੁਕਤੀ ਦੇ ਕਿਨਾਰੇ ਤੇ ਪਹੁੰਚਾਉਂਦੇ ਹਨ। ਸੋ ਗੁਰੂ ਨਾਨਕ ਜੀ ਅਠਟੀ। ਦੇਖੋ ਉਹ ਗੁਰੂ ਨਾਨਕ ਨੇ ਅੱਜ ਮਨ ਵਿੱਚ ਜਿਹੜਾ ਹਨ ਇਹ ਫੈਸਲਾ ਗੁਰੂ ਨਾਨਕ ਨੇ ਕਰ ਲਿਆ। ਅੱਜ ਲਹਿਣੇ ਤਨ ਵਿੱਚ ਬਿਰਾਜ ਹੋ ਜਾਏ। ਵੀ ਜਾ ਕੇ ਹੁਣ ਅਸੀਂ ਲਹਿਣੇ ਦੇ ਸਰੀਰ ਦੇ ਵਿੱਚ ਜਾ ਕੇ ਬਿਰਾਜਣਾ ਹੈ, ਇਹ ਜੋਤ ਉੱਥੇ ਜਗਣੀ ਹੈ ਜਾ ਕੇ। ਹੁਣ ਦੋਹਰਾ ਕਰ ਸਨਾਨ ਐ ਰਾਵਤੀ, ਗਮਨੇ ਉੱਠ ਭੁਨਸਾਰ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ ਹਨ, ਰਾਵੀ ਤੇ ਜਾ ਕੇ ਸਤਿਗੁਰਾਂ ਨੇ ਇਸ਼ਨਾਨ ਕੀਤਾ। ਗਮਨੇ ਉੱਠ ਕਹਿੰਦੇ ਫੇਰ ਉੱਥੋਂ ਉੱਠ ਕਰਕੇ ਸੇਵਾ ਹਿਤ ਲਹਿਣਾ ਚਲਿਓ, ਜਾ ਕੋ ਚਰਨ ਆਧਾਰ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਵੀ ਨੂੰ ਜਾਂਦੇ ਨੇ, ਪਿੱਛੇ ਪਿੱਛੇ ਭਾਈ ਲਹਿਣਾ ਵੀ ਚਲੇ ਜਾਂਦੇ ਨੇ ਸਤਿਗੁਰਾਂ ਦੀ ਸੇਵਾ ਵਾਸਤੇ। ਸਤਿਗੁਰਾਂ ਦੇ ਜਿਹੜੇ ਹਨ ਕੱਪੜੇ
ਫੜਨ ਵਾਸਤੇ, ਸਤਿਗੁਰਾਂ ਦੀ ਉਡੀਕ ਕਰਨ ਵਾਸਤੇ ਰਾਵੀ ਤੇ ਆ ਵੀ ਚਲੇ ਜਾਂਦੇ ਨੇ। ਤੇ ਕਹਿੰਦੇ ਜਾਂ ਕੋ ਚਰਨ ਆਧਾਰ, ਜਿਹੜੇ ਭਾਈ ਲਹਿਣੇ ਨੂੰ ਗੁਰੂ ਨਾਨਕ ਦੇ ਚਰਨਾਂ ਦਾ ਹੀ ਆਸਰਾ ਹੈ। ਚੌਪੇ ਜਾਏ ਤੀਰ ਪਰ ਬਸਤਰ ਉਤਾਰੇ, ਜਦੋਂ ਜਾ ਕੇ ਜਿਹੜੇ ਹਨ ਭਾਈ ਲਹਿਣੇ ਨੇ ਭੱਜ ਕਰਕੇ ਜਾ ਕੇ ਪਹਿਲਾਂ ਆਪ ਇਸ਼ਨਾਨ ਕਰ ਲੈਣਾ ਆਪਣੇ ਬਸਤਰ ਉਤਾਰ ਕੇ। ਸ੍ਰੀ ਗੁਰ ਪ੍ਰਵੇਸੇ ਨੀਰ ਮਝਾਰੇ, ਫਿਰ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੱਪੜੇ ਜਿਹੜੇ ਹਨ, ਮਹਾਰਾਜ ਜੀ ਜਿਹੜੇ ਹਨ ਰਾਵੀ ਵਿੱਚ ਜਾਣ ਤੋਂ ਪਹਿਲਾਂ ਕੱਪੜੇ ਉਤਾਰ ਕੇ ਉਹ ਵੀ ਭਾਈ ਲਹਿਣਾ ਜੀ ਫੜ ਲੈਂਦੇ ਹਨ। ਹਰ ਸਨਾਨ ਮਦ ਠਾਂਡੇ ਰਹੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 3 ਘੰਟੇ ਰਾਵੀ ਵਿੱਚ ਖੜੇ ਰਹਿੰਦੇ ਹਨ ਇਸ਼ਨਾਨ ਕਰਕੇ। ਜਿਨ ਬਹੁ ਦਾਸਨ ਕੇ ਦੁਖ ਦਹੇ, ਜਿਨ੍ਹਾਂ ਨੇ ਬਹੁ ਦਾਸਾਂ ਦੇ ਤਪ ਕਿਉਂ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਆਪਣੇ ਦਾਸਾਂ ਆਪਣੇ ਸੇਵਕਾਂ ਦੀ ਮੁਕਤੀ ਵਾਸਤੇ, ਉਹਨਾਂ ਨੂੰ ਜਿਹੜਾ ਹਨ ਥੋੜੇ ਵਿੱਚ ਜ਼ਿਆਦੇ ਫਲ ਦੇਣ ਵਾਸਤੇ, ਥੋੜੀ ਕਮਾਈ ਪਿੱਛੇ, ਥੋੜੇ ਸਿਮਰਨ ਪਿੱਛੇ ਜ਼ਿਆਦੇ ਇਹ ਜਿਹੜੀ ਕਮਾਈ ਹੈ ਉਹਨਾਂ ਨੂੰ ਜਿਹੜਾ ਜ਼ਿਆਦੇ ਫਲ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਤਪ ਕਰਦੇ ਹਨ। ਤੇ ਛਿਨ ਲਹਿਣੇ ਕੀਨ ਸਨਾਨਾ, ਉਸ ਵੇਲੇ ਭਾਈ ਲਹਿਣੇ ਨੇ ਵੀ ਉੱਠ ਕਰਕੇ ਫਿਰ ਜਾ ਕੇ ਇਸ਼ਨਾਨ ਕਰਦੇ ਹਨ। ਬੈਠਿਓ ਤਟ ਪਰ ਲਾਏ ਧਿਆਨਾ, ਤੇ ਤਟ ਉੱਤੇ ਬਹਿ ਕਰਕੇ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਵੀ ਵਿੱਚ ਨੇ, ਭਾਈ ਲਹਿਣਾ ਜੀ ਉਸ ਦੇ ਕਿਨਾਰੇ ਤੇ ਬੈਠ ਕੇ ਆ ਵੀ ਧਿਆਨ ਵਿੱਚ ਜੁੜ ਜਾਂਦੇ ਹਨ। 10ਵੇਂ ਦੁਆਰੇ ਸਵਾਸ ਟਿਕਾਇਓ, ਭਾਈ ਲਹਿਣਾ ਜੀ ਆਪਣੇ ਸਵਾਸ ਜਿਹੜੇ ਹਨ, ਆਪਣੇ ਪ੍ਰਾਣ ਜਿਹੜੇ ਹਨ 10ਵੇਂ ਦੁਆਰ ਵਿੱਚ ਚੜਾ ਲੈਂਦੇ ਹਨ। ਪ੍ਰੇਮ ਨਿਮਗਨ ਧਿਆਨ ਰਸ ਆਇਓ, ਪ੍ਰੇਮ ਵਿੱਚ ਨਿਭਗਣ ਮਿਲ ਕਰਕੇ ਮਗਨ ਹੋ ਕੇ ਪ੍ਰੇਮ ਦੇ ਵਿੱਚ ਧਿਆਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਾਰਦੇ ਹਨ। ਜੋ ਸਰੂਪ ਸ੍ਰੀ ਨਾਨਕ ਸੁੰਦਰ, ਜੋਗ ਸਰੂਪ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ। ਦੇਖੋ ਇੱਥੇ ਹੈ ਕਈ ਸਵਾਲ ਕਰਦੇ ਨੇ, ਬਾਣੀ ਗੁਰੂ ਹੈ, ਠੀਕ ਹੈ ਬਾਣੀ ਗੁਰੂ ਹੈ, ਗੁਰੂ ਨਾਨਕ ਦਾ ਗੁਰੂ ਬਾਣੀ ਦਾ ਸਰੂਪ ਕੀ ਹੈ? ਗੁਰੂ ਨਾਨਕ ਹੈ। ਗੁਰੂ ਨਾਨਕ ਹੀ ਗੁਰਬਾਣੀ ਦਾ ਸਰੂਪ ਹੈ ਤੇ ਗੁਰਬਾਣੀ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਵੀ ਨਹੀਂ ਹੈ, ਇੱਕੋ ਸਰੂਪ ਨੇ। ਜੇ ਇਹਨਾਂ ਵਿੱਚ ਫਰਕ ਦੇਖਿਆ ਜਾਵੇ ਤਾਂ ਸ਼ੱਕ ਹੀ ਰਹਿ ਜਾਂਦਾ ਹੈ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਰੂਪ ਜੋ ਦੇਖਣ ਵਿੱਚ ਆਉਂਦਾ ਹੈ ਉਸ ਦਾ ਧਿਆਨ ਭਾਈ ਲਹਿਣਾ ਜੀ ਆਪਣੇ ਅੰਦਰ ਧਾਰਦੇ ਹਨ। ਸੋ ਠਹਿਰਾਏ ਹਿਰਦੇ ਕੇ ਅੰਦਰ, ਆਪਣੇ ਹਿਰਦੇ ਵਿੱਚ ਗੁਰੂ ਨਾਨਕ ਦੇ ਸਰੂਪ ਨੂੰ ਠਹਿਰਾ ਕੇ ਟਿਕਾ ਕੇ ਉਸ ਦੇ ਵਿੱਚ ਧਿਆਨ ਜੋੜ ਕੇ ਬੈਠੇ ਹਨ ਭਾਈ ਲਹਿਣਾ ਜੀ। ਭਇਓ ਬਿਦੇਹ ਦੇਹ ਸੁਧ ਨਾਹੀ, ਐਸੀ ਸਮਾਧੀ ਲੱਗੀ ਭਾਈ ਲਹਿਣੇ ਨੂੰ ਆਪਣਾ ਸਰੀਰ ਹੀ ਭੁੱਲ ਗਿਆ, ਸਰੀਰ ਦੀ ਅਵਸਥਾ ਨਾਲੋਂ ਉੱਚੇ ਹੋ ਗਏ। ਐਸੀ ਸਮਾਧੀ ਲੱਗੀ ਕਿ ਉਹਨਾਂ ਦੇਹ ਤੋਂ ਵਿਦੇਹ ਹੋ ਗਏ। ਸੁਖ ਅਮੋਲ ਪਾਇਓ ਔਰ ਮਾਹੀ, ਬਹੁਤ ਸੁਖ ਜਿਹੜਾ ਅਮੋਲ, ਜਿਹਦਾ ਕੋਈ ਮੁੱਲ ਨਹੀਂ, ਕੋਈ ਅੰਦਾਜ਼ਾ ਨਹੀਂ, ਕੋਈ ਲਫ਼ਜ਼ ਨਹੀਂ ਜਿਹਨੂੰ ਕੋਈ ਬਿਆਨ ਕਰ ਸਕੇ ਵੀ ਇੰਨਾ ਕੁ ਸੁੱਖ ਹੋਵੇਗਾ। ਬਹੁਤ ਵੱਡੇ ਸੁੱਖ ਨੂੰ ਪਾ ਕਰਕੇ ਮਨ ਵਿੱਚ ਜਿਹੜਾ ਹਨ ਭਾਈ ਲਹਿਣਾ ਜੀ ਬੈਠੇ ਹਨ ਧਿਆਨ ਜੋੜ ਕੇ। ਨਿਸ਼ਚਲ ਬੈਠਿਓ ਧਿਆਨ ਨਿਮਗਨਾ, ਨਿਸ਼ਚਲ ਬੈਠੇ ਹਨ, ਹਿੱਲ ਨਹੀਂ ਰਹੇ। ਚੌਂਕੜਾ ਜਿਹੜਾ ਅਟਲ ਜਿਹੜਾ ਚੌਂਕੜੀ ਮਾਰ ਕੇ ਬੈਠੇ ਹਨ। ਗੁਰ ਸਰੂਪ ਕੀ ਇੱਕ ਲਿਵ ਲਗਨਾ, ਬਸ ਗੁਰੂ ਸਰੂਪ ਦੇ ਵਿੱਚ ਆਪਣੀ ਜਿਹੜੀ ਹਨ ਲਗਨ, ਆਪਣਾ ਧਿਆਨ ਜੋੜ ਕੇ ਬੈਠੇ ਹਨ। ਇਸ ਪ੍ਰਕਾਰ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਜਿਹੜੀਆਂ ਹਨ ਪੋਰਟਰੇਟ, ਆਪਣੀਆਂ ਪੇਂਟਿੰਗਸ ਬਣਵਾਈਆਂ। ਤੇ ਗੁਰੂ ਸਾਹਿਬਾਨ ਨੇ ਸਮੇਂ-ਸਮੇਂ ਸਿਰ ਕਿੰਨੇ ਗੁਰੂ ਸਾਹਿਬਾਨ ਨੇ ਆਪਣੀਆਂ ਪੇਂਟਿੰਗਸ ਆਪ ਬਣਵਾਈਆਂ ਹਨ। ਕਿਉਂ ਬਣਵਾਈਆਂ? ਕਿ ਸਿੱਖ ਸਾਡੇ ਸਰੂਪ ਦੇ ਵਿੱਚ ਧਿਆਨ ਜੋੜਿਆ ਕਰਨਗੇ। ਸਾਡੇ ਧਿਆਨ ਜਿਹੜਾ ਹਨ, ਕਿਉਂਕਿ ਜਦੋਂ ਆਪਾਂ ਇਹ ਰਸਤੇ ਤੇ ਤੁਰਦੇ ਹਾਂ ਸਰੂਪ ਵਿੱਚ ਧਿਆਨ ਧਾਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਸਰਗੁਣ ਨਾਲ ਜੁੜ ਕਰਕੇ ਫਿਰ ਹੀ ਨਿਰਗੁਣ ਵਿੱਚ ਜਾ ਸਮਾਵਾਂਗੇ। ਜੇ ਸਰਗੁਣ ਦਾ ਹੀ ਧਿਆਨ ਨਹੀਂ ਆਪਾਂ ਧਾਰ ਸਕੇ ਤਾਂ ਨਿਰਗੁਣ ਵਿੱਚ ਜਾਵਾਂਗੇ ਕਿਵੇਂ? ਸੋ ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਆਪਣੇ ਸਰੂਪ ਦੀ ਬਖਸ਼ਿਸ਼ ਕਰਦੇ ਨੇ, ਕਿਉਂਕਿ ਉਹੀ ਪਰਮਾਤਮਾ ਨੇ ਜਿਹੜੇ ਸਰਗੁਣ ਰੂਪ ਵਿੱਚ ਆਏ। ਜੇ ਸਰਗੁਣ ਰੂਪ ਗਲਤ ਹੈ, ਅੱਜ ਜੇ ਪੇਂਟਿੰਗ ਸਤਿਗੁਰਾਂ ਦੀ ਗਲਤ ਹੈ, ਤਾਂ ਪਰਮੇਸ਼ਰ ਨੂੰ ਇਹ ਰੂਪ 'ਚ ਆਉਣ ਦੀ ਲੋੜ ਕੀ ਸੀਗੀ? ਜਦੋਂ ਗੁਰੂ ਨਾਨਕ ਦੇ ਸਰੂਪ ਵਿੱਚ ਨਹੀਂ ਆਏ ਸੀ ਪਰਮੇਸ਼ਰ, ਕਿ ਪਰਮੇਸ਼ਰ ਦੁਨੀਆ 'ਚ ਹੈ ਨਹੀਂ ਸੀ? ਉਦੋਂ ਵੀ ਤਾਂ ਹੈਗੇ ਹੀ ਸੀ ਨਾ। ਜਿੰਨਾ ਜਦ ਕਹਿੰਦੇ ਆਦਿ ਕਾਲ ਤੋਂ ਪਰਮੇਸ਼ਰ ਹੈ, ਕਹਿਣਗੇ ਪਰਮੇਸ਼ਰ ਹੁੰਦਾ ਹੈ, ਹਰ ਸਮੇਂ ਵਿੱਚ ਸੀਗਾ, ਪਰ ਫਿਰ ਵੀ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਆਉਣ ਦੀ ਲੋੜ ਕੀ ਪਈ ਸੀਗੀ? ਹੁਣ ਇਹ ਸਵਾਲ ਦਾ ਜਵਾਬ ਨਹੀਂ ਨਾ ਆਪਾਂ ਦੇ ਸਕਦੇ। ਉਹਦਾ ਮਤਲਬ ਤਾਂ ਇਹੀ ਹੈ, ਜਿਵੇਂ ਬੱਚੇ ਨੂੰ ਆਪਾਂ ਕਹਿ ਦਈਏ ਐਪਲ 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 ਕਹਿ ਦਈਏ, ਜਦੋਂ ਤੱਕ ਐਪਲ ਉਹਦੇ ਮੂੰਹ ਜਿਹੜਾ ਉਹਦੇ ਸਾਹਮਣੇ ਨਾ ਲਿਆ ਕੇ ਰੱਖ ਦਈਏ, ਉਹਨੂੰ ਐਪਲ ਖਾਣ ਵਾਸਤੇ ਨਾ ਦਈਏ, ਬੱਚੇ ਨੂੰ ਐਪਲ ਦਾ ਪਤਾ ਕਿਵੇਂ ਲੱਗੇਗਾ? ਇਹੀ ਤਾਂ ਗੱਲ ਹੈ ਨਾ ਸਾਰੀ। ਪਰਮੇਸ਼ਰ ਪਰਮੇਸ਼ਰ ਕਰਦਿਆਂ ਕਰਦਿਆਂ ਕਿੰਨੇ ਯੁੱਗ ਬੀਤ ਗਏ, ਜਦੋਂ ਤੱਕ ਪਰਮਾਤਮਾ ਆਪ ਗੁਰੂ ਨਾਨਕ ਬਣ ਕੇ ਪ੍ਰਗਟ ਹੋ ਕੇ ਸਾਹਮਣੇ ਨਾ ਖੜੇ, ਉਦੋਂ ਤੱਕ ਜਿਹੜਾ ਹੈ ਬਹੁਤ ਘੱਟ ਲੋਕਾਂ ਦੀ ਮੁਕਤੀ ਹੋਈ ਸੀ, ਜੋ ਉਹਨਾਂ ਦਾ ਵਿਸ਼ਵਾਸ ਬੜਾ ਤਕੜਾ ਸੀਗਾ ਉਹ ਲੋਕਾਂ ਦਾ। ਪਰ ਅੱਜ ਕੱਲ੍ਹ ਜਿਹੜੇ ਹਨ
ਜਿਹੜਾ ਹਨ ਉਹ ਜਿਹੜੇ ਆਪਾਂ ਜਿਹੜਾ ਮਨ ਵਿੱਚ ਵੀ ਕਮਜ਼ੋਰ ਹਨ, ਆਪਣੀ ਬੁੱਧੀ ਵੀ ਕਮਜ਼ੋਰ ਹੈ, ਸਮਾਂ ਵੀ ਆਪਣੇ ਕੋਲ ਘੱਟ ਹੈ, ਇਸ ਕਰਕੇ ਗੁਰੂ ਨਾਨਕ ਦੇ ਸਰੂਪ ਦੀ ਲੋੜ ਹੈ। ਸਿਰੇ ਗੁਰ ਬੰਦੇ ਪ੍ਰੇਮ ਕੀ ਡੋਰੀ। ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਵਿੱਚ ਜਿਹੜਾ ਵੀ ਸਿੱਖ ਧਿਆਨ ਧਾਰਦਾ ਹੈ, ਜਿਵੇਂ ਭਾਈ ਲਹਿਣੇ ਨੇ ਅੱਜ ਧਾਰਨ ਕੀਤਾ, ਉਸ ਪ੍ਰੇਮ ਦੀ ਡੋਰੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਖਿੱਚ ਪਾਈ। ਨਿਜ ਤਪ ਕਰਨ ਦੀਨ ਤਬ ਛੋਰੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਾਵੀ ਵਿੱਚ ਖੜਿਆ ਹੋਇਆ ਜਿਹੜਾ ਤਪ ਕਰ ਰਹੇ ਸਨ ਉਹ ਵੀ ਛੱਡ ਦਿੱਤਾ। ਤਟ ਪਰ ਆਏ ਦਾਸ ਕੋ ਹੇਰਾ। ਮਹਾਰਾਜ ਜੀ ਉਸ ਤੱਟ ਤੇ ਆ ਗਏ, ਕਿਨਾਰੇ ਤੇ ਆ ਗਏ ਜਿੱਥੇ ਭਾਈ ਲਹਿਣਾ ਜੀ ਬੈਠੇ ਸਨ ਸਮਾਧੀ ਲਾ ਕੇ। ਜਿਹ ਸੁਧ ਨਹਿ ਤਨ ਕੀ ਤਿਸ ਬੇਰਾ। ਉਸ ਵੇਲੇ ਭਾਈ ਲਹਿਣੇ ਨੂੰ ਕੋਈ ਖਬਰ ਨਹੀਂ ਸੀ ਆਪਣੇ ਸਰੀਰ ਦੀ, ਬਸ ਸਮਾਧੀ ਵਿੱਚ ਬੈਠੇ ਸਨ। ਵਹਿਰ ਰੂਪ ਨਹਿ ਪਿਖੇ ਅਨੂਪਾ। ਗੁਰੂ ਨਾਨਕ ਸੱਚੇ ਪਾਤਸ਼ਾਹ ਉਹੀ ਸਰੂਪ ਬਾਹਰ ਖੜੇ ਨੇ, ਭਾਈ ਲਹਿਣੇ ਵੱਲ ਦੇਖ ਰਹੇ ਹਨ। ਤੇ ਅੱਜ ਭਾਈ ਲਹਿਣੇ ਦੀਆਂ ਅੱਖਾਂ ਬੰਦ ਨੇ, ਸਮਾਧੀ ਵਿੱਚ ਜੁੜੇ ਹੋਏ ਨੇ, ਜੋ ਸਾਖਸ਼ਾਤ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਕਰ ਰਹੇ। ਅੰਤਰ ਧਿਆਨ ਰੂਪ ਅਨਰੂਪਾ। ਪਰ ਗੁਰੂ ਭਾਈ ਲਹਿਣੇ ਦੇ ਅੰਦਰ ਉਹੀ ਸਰੂਪ ਗੁਰੂ ਨਾਨਕ ਦਾ ਵਸਿਆ ਹੋਇਆ ਹੈ, ਧਿਆਨ ਵੀ ਤਾਂ ਅੰਦਰ ਉਹੀ ਸਰੂਪ ਵਿੱਚ ਜੁੜਿਆ ਹੋਇਆ ਹੈ। ਛਿਨ ਰੂਪ ਧਿਆਨ ਮਹਿ ਜੋ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਦਾਸ ਨੂੰ ਉਠਾਉਣ ਵਾਸਤੇ, ਸਮਾਧੀ ਵਿੱਚੋਂ ਜਿਹੜਾ ਹਨ ਠਾਉਣ ਵਾਸਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਕੀਤਾ, ਜੋ ਅੰਦਰ ਜਿਹੜਾ ਧਿਆਨ ਦਾ ਸਰੂਪ ਧਾਰਨ ਕੀਤਾ ਸੀ ਨਾ ਗੁਰੂ ਨਾਨਕ ਦਾ ਭਾਈ ਲਹਿਣੇ ਨੇ, ਲਹਿਣੇ ਤੇ ਛਿਪਾਏ ਲਿਆ ਸੋ। ਉਹ ਅੰਦਰੋਂ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਛੁਪਾ ਲਿਆ, ਹਿਡਨ ਕਰ ਲਿਆ। ਤੇ ਹੁਣ ਭਾਈ ਲਹਿਣੇ ਦਾ ਧਿਆਨ ਜਿਹੜਾ ਉਹ ਟੁੱਟ ਗਿਆ, ਕਿਉਂਕਿ ਉਹ ਸਰੂਪ ਉੱਥੇ ਨਹੀਂ ਰਿਹਾ ਅੰਦਰ। ਤਬ ਸੰਪ੍ਰਮ ਹੋਏ ਖੁੱਲੇ ਬਿਲੋਚਨ। ਉਸ ਵੇਲੇ ਸ਼ਕਤੀ ਦੇ ਨਾਲ ਭਾਈ ਲਹਿਣੇ ਜੀ ਨੇ ਜਿਹੜਾ ਹਨ ਅੱਖਾਂ ਖੋਲੀਆਂ, ਸਮਾਧੀ ਤੋਂ ਉੱਠੇ। ਦੇਖੇ ਅੱਗੇ ਸੋਚ ਵਿਮੋਚਨ। ਪਰ ਅੱਗੇ ਕੀ ਦੇਖਿਆ, ਸੋਚਾਂ ਨੂੰ ਖਤਮ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾ ਉਹੀ ਸਰੂਪ ਮੂਹਰੇ ਖੜੇ, ਸਾਹਮਣੇ ਖੜੇ ਹਨ। ਹੱਥ ਬੰਦ ਕਹਿ ਕੀਨ ਪ੍ਰਣਾਮ। ਹੱਥ ਜੋੜ ਕੇ ਭਾਈ ਲਹਿਣੇ ਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਲੈ ਨਿਜ ਸੰਗ ਚਲੇ ਸੁਖ ਧਾਮਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣੇ ਨੂੰ ਨਾਲ ਲੈ ਕੇ ਧਰਮਸਾਲਾ ਵੱਲ ਤੁਰ ਪਏ। ਧਰਮਸਾਲ ਮਹਿ ਆਨ ਬਿਰਾਜੇ। ਤੇ ਆ ਕਰਕੇ ਗੁਰੂ ਨਾਨਕ ਸਾਹਿਬ ਜੀ ਧਰਮਸਾਲ ਵਿੱਚ ਆ ਕੇ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਤੇ ਉੱਥੇ ਆਣ ਬਿਰਾਜੇ। ਤੇ ਆ ਕਰਕੇ ਉਸ ਵੇਲੇ ਭਾਈ ਲਹਿਣੇ ਨੂੰ ਜਿਹੜਾ ਹੈ ਨਾਲ ਲੈ ਕੇ ਭਾਈ ਗੁਰੂ ਨਾਨਕ ਸਾਹਿਬ ਜੀ ਆਗੇ ਜਿਹੜਾ ਹਨ ਧਰਮਸਾਲਾ ਵਿੱਚ। ਜੋ ਸਿੱਖਣ ਕੇ ਸਭ ਸੁਖ ਛਾਜੇ। ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੇ ਹੀ ਸਿੱਖਾਂ ਦੇ ਸੁਖ ਦੇਣ ਵਾਲੇ ਹਨ, ਆ ਸ਼ੋਭਤ ਹੋਏ। ਆ ਕੇ ਮਹਾਰਾਜ ਨੇ ਜਿਹੜੀਆਂ ਹਨ ਧਰਮਸਾਲਾ ਨੂੰ ਭਾਗ ਲਾਏ। ਲਹਿਣੇ ਕੋ ਬਿਠਾਏ ਤੇ ਕਾਲਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਮਹਾਰਾਜ ਜੀ ਆਪ ਬੈਠਿਆ ਕਰਦੇ ਸਨ ਜਿਹੜੀ ਗੱਦੀ ਦੇ ਉੱਤੇ, ਉੱਥੇ ਭਾਈ ਲਹਿਣੇ ਨੂੰ ਬਿਠਾ ਦਿੱਤਾ। ਅੱਜ ਸੰਗਤ ਸਰਬ ਬੁਲਾਏ ਬਿਸਾਲਾ। ਉਸ ਵੇਲੇ ਸੰਗਤ ਨੂੰ ਬੁਲਾ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਸਾਰੀ ਸੰਗਤ ਨੂੰ ਬੁਲਾ ਲਿਆ ਕਰਤਾਰਪੁਰ ਵਿੱਚ। ਦੋਨੋਂ ਸੁਤ ਕੋ ਨਿਕਟ ਹਕਾਰਾ। ਫਿਰ ਦੋਨੇ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲక్ష్ਮੀ ਦਾਸ ਨੂੰ ਵੀ ਬੁਲਾ ਲਿਆ। ਆਏ ਤਬੈ ਧਰਮਸਾਲ ਮਝਾਰਾ। ਇਹ ਸਾਰੇ ਜਿਹੜੇ ਸਿੱਖਾਂ ਸਮੇਤ ਧਰਮਸਾਲਾ ਵਿੱਚ ਆ ਗਏ। ਲਹਿਣੇ ਕੋ ਕਰੁਣਾ ਯੁਤ ਹੇਰਾ। ਉਸ ਵੇਲੇ ਬੜੀ ਕਿਰਪਾ ਦੀ ਨਿਗਾਹ ਭਾਈ ਲਹਿਣੇ ਤੇ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹੁਣ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਦੀ ਤੇ ਭਾਈ ਲਹਿਣਾ ਜੀ ਬੈਠੇ ਹਨ। ਲਿਆ 5 ਪੈਸੇ ਇੱਕ ਨਲ ਰਿਆ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਥਾਲ ਲਿਆ ਜਿਹਦੇ ਉੱਤੇ 5 ਪੈਸੇ ਤੇ ਇੱਕ ਨਾਰੀਅਲ ਰੱਖਿਆ। ਕੀਨ ਪ੍ਰਦਛਨ 3 ਚੁਫੇਰੇ। ਤੇ 3 ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਥਾਲ ਲੈ ਕੇ ਭਾਈ ਲਹਿਣੇ ਦੀਆਂ ਪਰਿਕਰਮਾ ਕੀਤੀਆਂ। ਆਲੇ ਦੁਆਲੇ ਗੁਰੂ ਨਾਨਕ ਸਾਹਿਬ ਜੀ ਤੁਰੇ ਤੇ ਭਾਈ ਲਹਿਣੇ ਦੇ ਆਲੇ ਦੁਆਲੇ 3 ਵਾਰ ਇਹ ਪਰਿਕਰਮਾ ਕੀਤੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਕਰਤੇ ਧਰ ਕੇ ਭੇਟ ਅਗੇਰੇ। ਫਿਰ ਉਹ ਥਾਲ ਦੀ ਭੇਟਾ ਜਿਹੜੀ ਸੀ ਭਾਈ ਲਹਿਣੇ ਦੇ ਜਿਹਨਾਂ ਚਰਨਾਂ ਉੱਤੇ ਰੱਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਸੀਸ ਨਿਵਾਇਓ। ਹੱਥ ਜੋੜੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਭਾਈ ਲਹਿਣੇ ਦੇ ਅੱਗੇ ਥਾਲ ਰੱਖ ਕੇ ਭੇਟਾ ਹੱਥ ਜੋੜ ਕੇ ਤੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਲਹਿਣੇ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ। ਅੱਜ ਪਹਿਲੀ ਵਾਰ ਦੁਨੀਆ ਤੇ ਐਸਾ ਹੋਇਆ ਕਿ ਸੇਵਕ ਦੇ ਚਰਨਾਂ ਤੇ ਗੁਰੂ ਨੇ ਮੱਥਾ ਟੇਕਿਆ। ਜੋ ਗੁਰੂ ਨੇ ਜਿਹੜਾ ਹਨ ਆਪਣੇ ਸੇਵਕ ਨੂੰ ਉਸ ਪਦਵੀ ਦਾ ਲਾਇਕ ਬਣਾਇਆ, ਅੱਜ ਉਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣੇ ਦੇ ਚਰਨਾਂ ਤੇ ਜਾ ਮੱਥਾ ਟੇਕਿਆ। ਲਹਿਣਾ ਪਿੱਖ ਡਰਿਓ ਬਿਸਮਾਇਓ। ਉਸ ਵੇਲੇ ਭਾਈ ਲਹਿਣਾ ਜੀ ਇਨਸ਼ੌਕਟ ਹੋ ਗਏ। ਭਾਈ ਲਹਿਣਾ ਜੀ ਜਿਹੜੇ ਸਨ ਡਰ ਗਏ ਦੇਖ ਕੇ, ਇਹ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ ਅੱਜ। ਔਰ ਵਿਚਾਰ ਵਿਪਰੀਤ ਮਹਾਨਾ। ਉਹ ਭਾਈ ਲਹਿਣੇ ਜੀ ਨੇ ਮਨ ਵਿੱਚ ਵਿਚਾਰ ਕੀਤੀ, ਇਹ ਤਾਂ ਬੜੀ ਵਿਪਰੀਤ ਹੋ ਗਈ, ਇਹ ਤਾਂ ਗੱਲ ਗਲਤ ਹੈ, ਇਹ ਤਾਂ ਜਿਹੜੀ ਪੁੱਠੀ ਰੀਤੀ ਹੋ ਗਈ। ਮੈਨੂੰ ਮੱਥਾ ਟੇਕਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦੇ, ਨਾ ਕਿ ਗੁਰੂ ਨਾਨਕ ਮੈਨੂੰ ਮੱਥਾ ਟੇਕੇ। ਇਹ ਬਿਦ ਬਚਨ ਬਖਾਨਾ। ਉਸ ਵੇਲੇ ਭਾਈ ਲਹਿਣੇ ਨੇ ਜਿਹੜਾ ਹਨ ਬੈਠਿਆਂ ਗੱਦੀ ਦੇ ਉੱਤੇ ਐਸਾ ਬਚਨ ਕੀਤਾ
ਪਹਿਲਾ ਬਚਨ ਭਾਈ ਲਹਿਣੇ ਨੇ ਗੁਰਤਾ ਗੱਦੀ ਤੇ ਬਹਿ ਕੇ ਕੀਤਾ। ਤੁਮ ਕਰਤਾਰ ਸਰਬ ਸਿਰ ਤਾਜਾ। ਹੇ ਮੇਰੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤੁਮ ਕਰਤਾਰ, ਤੁਸੀਂ ਆਪ ਪਰਮੇਸ਼ਰ ਹੋ। ਸਰਬ ਜਿਹੜਾ ਹਾਂ ਸਿਰ ਤਾਜਾ, ਸਾਰਿਆਂ ਦੇ ਸੀਸ ਦੇ ਕਰਾਊਨ ਹੋ ਤੁਸੀਂ ਸਾਰੇ ਜੀਵਾਂ ਤੋਂ ਉੱਤੇ ਹੋ, ਤੁਹਾਤੋਂ ਨੀਵਾਂ ਤਾਂ ਕੋਈ ਵੀ ਨਹੀਂ ਹੈਗਾ। ਪਰਮ ਪਰਮੇਸ਼ਰ ਸ੍ਰੀ ਮਹਾਰਾਜਾ, ਤੁਸੀਂ ਸ੍ਰੇਸ਼ਟ ਉਹ ਪਰਮੇਸ਼ਰ ਸਰੂਪ ਆਪ ਹੋ, ਮਾਇਆ ਦੇ ਪਤੀ ਹੋ, ਤੁਸੀਂ ਮਹਾਰਾਜਾ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ ਤੁਸੀਂ। ਜਿਸ ਤਨ ਕੋ ਤੁਮ ਨੇ ਸਿਰ ਨਿਆਇਓ। ਕਹਿਣਗੇ ਹੇ ਪਾਤਸ਼ਾਹ, ਜਿਹੜੇ ਸਰੀਰ ਦੇ ਅੰਗ ਨੂੰ ਤੁਸੀਂ ਆ ਕੇ ਅੱਜ ਮੱਥਾ ਟੇਕਿਆ ਹੈ ਨਾ, ਜਿਹੜੇ ਮੇਰੇ ਸਰੀਰ ਦੇ ਨਾਲ ਤੁਹਾਡਾ ਮੱਥਾ ਲੱਗਿਆ ਹੈ, ਤੁਹਾਡੇ ਹੱਥ ਜਿਹੜੇ ਹਨ, ਤੁਹਾਡੇ ਹੱਥ ਲੱਗੇ ਹਨ, ਉਚਿਤ ਵੱਡੇ ਦੁੱਖ ਮੈਂ ਲੱਖ ਪਾਇਓ। ਉਹ ਮੇਰੇ ਸਰੀਰ ਦੇ ਅੰਗ ਨੂੰ ਦੁੱਖ ਮਿਲਣਾ ਚਾਹੀਦਾ ਹੈ, ਜਿਹੜੇ ਅੰਗ ਨੂੰ ਤੁਸੀਂ ਮੱਥਾ ਟੇਕਿਆ ਹੈ। ਪਾਤਸ਼ਾਹ ਜੀ, ਇਹ ਸਰੀਰ ਦੇ ਅੰਗ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਹਨੂੰ ਦੁੱਖ ਹੋਣਾ ਚਾਹੀਦਾ ਹੈ, ਜਿਹੜੇ ਅੰਗ ਦੇ ਨਾਲ ਤੁਸੀਂ ਮੱਥਾ ਲਾਇਆ ਪਾਤਸ਼ਾਹ ਜੀ, ਕਿਉਂਕਿ ਤੁਸੀਂ ਵੱਡੇ, ਤੁਸੀਂ ਗੁਰੂ ਹੋ, ਮੈਂ ਤੁਹਾਡਾ ਸੇਵਕ ਹਾਂ। ਦੋਹਰਾ ਸੁਣ ਕੇ ਸ੍ਰੀ ਗੁਰ ਤਬ ਕਹਿਓ, ਕਿਰਪਾ ਰਸੀਲੇ ਨੈਣ। ਦੇਖੋ, ਇਹ ਭਾਵਨਾ ਹੈ ਇੱਕ ਸਿੱਖ ਦੀ, ਜੋ ਭਾਈ ਲਹਿਣੇ ਨੇ ਪ੍ਰਗਟ ਕੀਤੀ, ਭਾਵੇਂ ਗੁਰਤਾ ਗੱਦੀ ਤੇ ਬਹਿ ਗਏ ਹਨ, ਫੇਰ ਵੀ ਭਾਵਨਾ ਇੱਕ ਸਿੱਖ ਦੀ ਉਹ ਰੱਖੀ, ਨਿਮਰਤਾ ਉਹੀ ਰੱਖੀ, ਅਜਰ ਨੂੰ ਜਰਨ ਦੀ ਜਿਹੜੀ ਹਨ ਸੁਭਾਅ ਉਹੀ ਰੱਖਿਆ। ਕਹਿੰਦੇ ਸੁਣ ਕੇ ਇਹ ਜਦੋਂ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣੇ ਭਾਈ ਲਹਿਣੇ ਦੇ, ਉਸ ਵੇਲੇ ਕਿਰਪਾ ਭਰੇ, ਰਸੀਲੇ, ਮਿੱਠੇ, ਮਿਠਾਸ ਦੇਣ ਵਾਲੇ, ਆਨੰਦ ਦੇਣ ਵਾਲੀਆਂ ਅੱਖਾਂ ਦੇ ਨਾਲ ਭਾਈ ਲਹਿਣੇ ਨੂੰ ਦੇਖਦਿਆਂ ਸਾਰ ਪੁਰਖਾ ਬਸ ਤੂਸਨ ਕਰੋ, ਬਹੁਰ ਨਾ ਬੋਲੋ ਬੈਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਲਹਿਣੇ ਨੂੰ, ਪੁਰਖਾ ਬਸ ਕਰ, ਹੁਣ ਅੱਗੇ ਨਾ ਕੁਝ ਬੋਲੀ ਤੂੰ, ਆਪਣੀ ਜਿਹੜਾ ਹਾਂ ਜ਼ਬਾਨ ਤੋਂ, ਆਪਣੇ ਮੁਖ ਤੋਂ ਹੋਰ ਕੁਝ ਨਾ ਤੂੰ ਕਹੀਂ ਹੁਣ। ਚੌਪੇ ਜੋ ਉਚਰੋ ਸੋ ਹੋਵੇ ਸਾਚੀ। ਕਿਉਂਕਿ ਅੱਜ ਲੈਣਿਆ ਤੂੰ ਉਹ ਗੱਦੀ ਤੇ ਬੈਠਾ ਹੈ ਜਿੱਥੇ ਜੋ ਅੱਜ ਜੋ ਵੀ ਕੁਝ ਕਹੇਗਾ ਉਹ ਸੱਚ ਹੋ ਜਾਣਾ ਹੈ, ਉਹ ਰਿਐਲਿਟੀ ਹੈ ਦੁਨੀਆ ਦੀ, ਜੋ ਤੇਰਾ ਬਚਨ ਹੋਵੇਗਾ। ਅੱਜ ਤੂੰ ਉਹ ਗੱਦੀ ਤੇ ਬਹਿ ਗਿਆ ਹਾਂ, ਅੱਜ ਤੇਰਾ ਜਿਹੜੇ ਹਨ ਤੇਰੇ ਬਚਨਾਂ ਦੇ ਪਿੱਛੇ ਇਹ ਕੁਦਰਤ ਚੱਲੇਗੀ। ਅੱਗੇ ਤਾਂ ਆਪਾਂ ਤਾਂ ਕੁਦਰਤ ਦੇ ਅਧੀਨ ਹਨ ਸਾਰੇ, ਪਰ ਗੁਰੂ ਦੇ ਬਚਨ ਦੇ ਪਿੱਛੇ ਕੁਦਰਤ ਚੱਲਦੀ ਹੈ। ਇਹ ਜਿਵੇਂ ਕੁਝ ਹੋਣਾ ਹੈ ਉਹ ਗੁਰੂ ਦੇ ਬਚਨਾਂ ਨਾਲ ਚੱਲਣਾ ਹੈ, ਇਸ ਕਰਕੇ ਤੂੰ ਅੱਜ ਹੋਰ ਕੁਝ ਨਾ ਬੋਲੀ ਹੁਣ। ਪੁੰਨ ਅਸ ਕਰੋ ਨਾ ਗਿਰਾ ਉਬਾਚੇ। ਕਹਿਣਗੇ ਪੁੰਨ ਅਸ ਕਰੋ, ਕਹਿੰਦੇ ਇਹ ਜਾ ਗੱਲ ਤੂੰ ਕਿਤੇ ਵੀ ਨਾ ਕਰੀ ਜਿਹੜੀ ਤੂੰ ਹੁਣ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਲਹਿਣੇ ਨੂੰ, ਆਇਸ ਮੰਨੋ ਅਸਮਤ ਮੇਰੋ। ਕਹਿਣਗੇ ਮੇਰੀ ਆਗਿਆ ਮੰਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੀ ਆਗਿਆ ਤੋਂ ਮੰਨਣਾ ਕਰ ਤੇ ਐਸੀ ਹੀ ਮਤ ਨੂੰ ਧਾਰਨ ਕਰ। ਭਾ ਸਭ ਕੋ ਗੁਰ ਹੋਇ ਜਗ ਚੇਰੋ। ਤੂੰ ਅੱਜ ਤੋਂ ਸਾਰਿਆਂ ਦਾ ਗੁਰੂ ਹੋ ਗਿਆ, ਇਹ ਜਗਤ ਦਾ ਗੁਰੂ ਲੈਣਿਆ ਤੂੰ ਬਣ ਗਿਆ ਅੱਜ। ਕਹਿੰਦਾ ਹੋਇਆ ਜਗ ਚੇਰੋ, ਸਾਰਾ ਜਗਤ ਤੇਰਾ ਚੇਲਾ ਹੋ ਗਿਆ ਅੱਜ। ਅੰਗਦ ਨਾਮ ਆਜ ਤੇ ਹੋਹੀ। ਦੇਖੋ ਹੁਣ ਭਾਈ ਲਹਿਣੇ ਦਾ ਨਾਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੰਗਤ ਰੱਖਿਆ। ਕਹਿੰਦੇ ਅੱਜ ਤੋਂ ਤੇਰਾ ਨਾਂ ਅੰਗਤ ਹੋ ਗਿਆ, ਸ੍ਰੀ ਗੁਰੂ ਅੰਗਦ ਸਾਹਿਬ ਜੀ। ਨਿਜ ਅੰਗਨ ਤੇ ਕੀਨੋ ਤੋਹੀ। ਕਿਉਂ ਅੰਗਤ? ਕਹਿਣ ਲੱਗੇ ਭਾਈ ਲਹਿਣਿਆ ਮੈਂ ਤੈਨੂੰ ਆਪਣੇ ਅੰਗਾਂ ਤੋਂ ਪ੍ਰਗਟ ਕੀਤਾ ਹੈ, ਤੂੰ ਗੁਰੂ ਨਾਨਕ ਦੇ ਅੰਗਾਂ ਤੋਂ ਬਣਿਆ ਹਾਂ, ਤੂੰ ਗੁਰੂ ਨਾਨਕ ਦਾ ਅੰਗ ਹੈ ਤੇ ਤੇਰੇ ਵਿੱਚ ਗੁਰੂ ਨਾਨਕ ਦੀ ਜੋਤ ਜਗੇਗੀ। ਸਿਮਰਨ ਸਤਨਾਮ ਪ੍ਰਗਟਾਵੋ। ਇਸ ਕਰਕੇ ਤੇਰਾ ਕੰਮ ਕੀ ਹੈ? ਤੂੰ ਸਿਮਰਨ, ਪਰਮੇਸ਼ਰ ਦੇ ਨਾਮ ਦਾ ਸਿਮਰਨ ਉਹੀ ਪ੍ਰਗਟ ਕਰਨਾ ਦੁਨੀਆ ਤੇ। ਜਿਹਤ ਹੈ ਸਿੱਖੀ ਰੀਤ ਚਲਾਵੋ। ਜਿੱਥੇ ਕਿਤੇ ਵੀ ਸਿੱਖੀ ਦੀ ਰੀਤ ਚਲਾਉਣੀ ਹੈ ਸੰਸਾਰ ਦੇ ਵਿੱਚ। ਅਸ ਕਹਿ ਪ੍ਰਭ ਦੁਇ ਰੂਪ ਸੁਹਾਇਓ। ਦੇਖੋ ਅਸ ਕਹਿ, ਇਹ ਕਹਿ ਕਰਕੇ ਪ੍ਰਭੂ ਦੁਇ ਰੂਪ ਸੁਹਾਇਓ। ਅੱਜ ਦੋ ਗੁਰੂ ਨਾਨਕ ਦਿਸਦੇ ਹਨ। ਪਹਿਲਾਂ ਤਾਂ ਇੱਕ ਗੁਰੂ ਨਾਨਕ ਹੋਇਆ ਕਰਦਾ ਸੀ, ਅੱਜ ਸੰਗਤ ਨੂੰ ਦੋ ਗੁਰੂ ਨਾਨਕ ਦਿਸ ਰਹੇ ਨੇ। ਪ੍ਰਤੱਖ ਅੱਜ ਦੋ ਗੁਰੂ ਨਾਨਕ ਹਨ ਅੱਖਾਂ ਦੇ ਸਾਹਮਣੇ। ਜਨ ਸ੍ਰੀ ਗੰਗ ਤਰੰਗ ਉਠਾਇਓ। ਜਿਵੇਂ ਕਹਿੰਦੇ ਗੰਗਾ ਵਿੱਚੋਂ ਲਹਿਰਾਂ ਉੱਠਦੀਆਂ ਹਨ। ਨਿੱਕੇ ਦਿਪਿਓ ਪ੍ਰਕਾਸ਼ ਵਿਸਾਲਾ। ਕਹਿਣਗੇ ਨਿੱਕੇ ਵੈਸਾ ਹੀ ਹੈ, ਦੋਵਾਂ ਦੇ ਵਿੱਚੋਂ ਉਹੀ ਪ੍ਰਕਾਸ਼ ਅੱਜ ਜਗਮਗਾ ਰਿਹਾ ਹੈ। ਜੋ ਮਸਾਲ ਤੇ ਜਗੇ ਮਸਾਲਾ। ਜਿਵੇਂ ਇੱਕ ਮਸਾਲ ਤੋਂ ਟੁੱਚ ਤੋਂ ਦੂਜੀ ਟੁੱਚ ਜਗ ਜਾਂਦੀ ਹੈ। ਜਗ ਮਹਿ ਉਲਟੀ ਗੰਗ ਵਹਾਈ। ਦੇਖੋ ਅੱਜ ਗੁਰੂ ਨਾਨਕ ਨੇ ਇਸ ਸੰਸਾਰ ਦੇ ਵਿੱਚ ਉਲਟੀ ਗੰਗਾ ਵਹਾ ਦਿੱਤੀ। ਅੱਜ ਇੱਕ ਨਵੀਂ ਰੀਤ ਸਤਿਗੁਰਾਂ ਨੇ ਤੋਰ ਦਿੱਤੀ, ਸੇਵਕ ਨੂੰ ਆਪਣੇ ਗੱਦੀ ਤੇ ਬਿਠਾ ਦਿੱਤਾ। ਕਿਤੇ ਐਸਾ ਦੁਨੀਆ ਤੇ ਨਹੀਂ ਹੋਇਆ। ਰਾਮਚੰਦਰ ਜੀ ਆਏ, ਉਹ ਪ੍ਰੋਫਟ ਸਨ, ਉਹਨਾਂ ਦੇ ਸੇਵਕ ਹੀ ਰਹੇ। ਪਰ ਅੱਜ ਦੇਖੋ ਉਹ ਜਿਹੜਾ ਗੁਰੂ ਨਾਨਕ ਆਪ ਪਰਮੇਸ਼ਰ ਹੈ, ਉਹ ਆਪ ਸਿੱਖ ਬਣ ਗਏ ਤੇ ਆਪਣੇ ਜਿਹੜੇ ਚੇਲੇ ਨੂੰ ਗੁਰੂ ਬਣਾ ਦਿੱਤਾ। ਆਪ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ। ਤੇ ਜਦੋਂ ਲੋਕ ਸਵਾਲ ਕਰਦੇ ਨੇ ਵੀ ਗੁਰੂ ਨਾਨਕ ਦਾ ਗੁਰੂ ਕੌਣ ਹੋਇਆ, ਆਪਾਂ ਕਹਿੰਦੇ ਪਰਮੇਸ਼ਰ ਹੈ। ਤੇ ਕਹਿੰਦੇ ਜੇ ਫਿਜ਼ੀਕਲ ਜਿਹੜਾ ਹੁਣ ਫਾਰਮ ਦੇ ਵਿੱਚ ਗੁਰੂ ਨਾਨਕ ਦਾ ਗੁਰੂ ਕੌਣ ਹੈ? ਗੁਰੂ ਨਾਨਕ ਦਾ ਗੁਰੂ ਅੰਗਦ ਦੇਵ ਜੀ ਨੇ। ਸੋ ਇਹ ਜਿਹੜਾ ਜੇ ਫਿਜ਼ੀਕਲ ਗੱਲ ਕਰਨੀ ਹੈ
ਤਾਂ ਫਿਜ਼ੀਕਲ ਦੇ ਵਿੱਚ ਵੀ ਗੁਰੂ ਨਾਨਕ ਦਾ ਗੁਰੂ ਅੰਗਦ ਦੇਵ ਜੀ ਹੋਏ ਹਨ। ਸਿੱਖ ਕੋ ਕਰ ਗੁਰ ਦੀ ਗੁਰਿਆਈ। ਦੇਖੋ, ਸਿੱਖ ਨੂੰ ਗੁਰੂ ਬਣਾ ਕੇ, ਗੁਰਿਆਈ ਦੇ ਕੇ, ਆਪ ਸਿੱਖ ਬਣ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੇ। ਇਹ ਰੀਤ ਸਤਿਗੁਰੂ ਨੇ ਆਪ ਤੋਰੀ ਹੈ। ਇਸ ਪ੍ਰਕਾਰ ਤੇ ਤਖਤ ਬਿਠਾਇਓ। ਇਸ ਪ੍ਰਕਾਰ ਕਰਕੇ ਆਪਣੇ ਤਖਤ ਗੁਰਤਾ ਗੱਦੀ ਤੇ ਬਿਠਾ ਦਿੱਤਾ ਆਪਣਾ ਜਿਹੜਾ ਸੇਵਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਬਹੁਰੋ ਸਭ ਸੋ ਬਚਨ ਅਲਾਇਓ। ਸਾਰਿਆਂ ਨੂੰ ਮਹਾਰਾਜ ਨੇ ਇਹੀ ਆਦੇਸ਼ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਜੇ ਕੋ ਹੋਏ ਮੇਰੋ ਅਨੁਸਾਰੀ। ਜੇ ਕੋਈ ਮੇਰੀ ਗੱਲ ਮੰਨਣ ਵਾਲਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਮੇਰਾ ਸਿੱਖ ਅਖਵਾਉਣ ਵਾਲੇ ਨੇ, ਜੋ ਕਹਿੰਦੇ ਨੇ ਵੀ ਗੁਰੂ ਨਾਨਕ ਸਾਡਾ ਗੁਰੂ ਹੈ, ਨਮੋ ਕਰਹਿ ਪਦ ਪਰ ਸਿਰ ਧਾਰੀ। ਆਓ ਅੱਜ ਸਾਰੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕੋ ਆ ਕੇ। ਇਹੀ ਅੱਜ ਤੁਹਾਡਾ ਗੁਰੂ ਹੈ। ਮਮ ਸਰੂਪ ਕੋ ਜੈਸਾ ਜਾਣੈ। ਜਿਵੇਂ ਤੁਸੀਂ ਸਾਡੇ ਸਰੂਪ ਨੂੰ ਦੇਖਿਆ ਹੈ ਹੁਣ ਤੱਕ, ਇਸੇ ਪ੍ਰਕਾਰ ਇਸੈ ਮਨ ਮਾਨੈ। ਕਹਿੰਗੇ ਇਸੇ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਗੁਰੂ ਨਾਨਕ ਸਾਡਾ ਹੀ ਸਰੂਪ ਜਾਣ ਕੇ ਉਹੀ ਸਰੂਪ, ਉਹੀ ਭਾਵਨਾ, ਉਹੀ ਪ੍ਰੇਮ, ਉਹੀ ਸ਼ਰਧਾ ਰੱਖਣੀ ਹੈ। ਸੁਨ ਰਜਾਏ ਸਤਿਗੁਰ ਕੀ ਤਬਹੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਸਤਿਗੁਰਾਂ ਦੀ ਖੁਸ਼ੀ ਰਜਾ ਨੂੰ ਜਾਣ ਕਰਕੇ ਬੁੱਢੇ ਤੇ ਆਦਿਕ ਸਿੱਖ ਸਭ ਹੀ। ਬਾਬਾ ਬੁੱਢਾ ਜੀ ਚੱਲ ਕੇ ਆਏ ਸਭ ਤੋਂ ਪਹਿਲਾਂ, ਤੇ ਬਾਕੀ ਸਿੱਖ ਵੀ ਚੱਲ ਕੇ ਆਏ ਗੁਰੂ ਅੰਗਦ ਸਾਹਿਬ ਜੀ ਨੂੰ ਦੇ ਕੋਲ ਮੱਥਾ ਟੇਕਣ ਵਾਸਤੇ। ਰੁੱਖ ਬਿਲੋਕ ਕਹਿ ਦੋਖ ਨਿਕੰਦਨ। ਦੇਖੋ, ਰੁੱਖ ਬਿਲੋਕ ਕਹਿ ਦੋਖ ਨਿਕੰਦਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਮਾਹੌਲ ਨੂੰ ਦੇਖ ਕਰਕੇ ਉੱਠ ਤਤਕਾਲ ਕੀਨ ਸਭ ਬੰਧਨ। ਉੱਠ ਕਰਕੇ ਜਾਣਿਆ ਵੀ ਸਾਡੇ ਗੁਰੂ ਨਾਨਕ ਦੀ ਖੁਸ਼ੀ ਉਹਨਾਂ ਦੇ ਉਪਦੇਸ਼ ਦੇ ਵਿੱਚ, ਉਹਨਾਂ ਦੇ ਹੁਕਮ ਵਿੱਚ ਹੈ। ਸਾਰੇ ਸਿੱਖਾਂ ਨੇ ਉੱਠ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕਿਆ। ਅੱਜ ਪਹਿਲੀ ਵਾਰ ਐਸਾ ਹੋਇਆ ਗੁਰੂ ਨਾਨਕ ਜੀ ਖੜੇ ਨੇ ਤੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ। ਜੁਗਲ ਆਤਮਾ ਜ ਉੱਠੇ ਨਾ ਕੋਈ। ਪਰ ਇਉਂ ਹੋਇਆ ਕਿ ਸਾਰੀ ਸੰਗਤ ਉੱਠ ਕੇ ਉਹਨਾਂ ਨੇ ਮੱਥਾ ਟੇਕਿਆ। ਸਿਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਉੱਠ ਕੇ ਨਹੀਂ ਆਏ ਮੱਥਾ ਟੇਕਣ ਵਾਸਤੇ। ਬੈਠੇ ਰਹੇ ਮਾਨ ਭਰ ਸੋਏ। ਤੇ ਬੈਠੇ ਰਹੇ ਬੜੇ ਮਾਣ ਕਰਕੇ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਅਸੀਂ ਸੇਵਕ ਨੂੰ ਕਿਉਂ ਮੱਥਾ ਟੇਕੀਏ। ਪਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੇ ਇਹ ਨਾ ਜਾਣਿਆ ਕਿ ਸਾਡੇ ਪਿਤਾ ਗੁਰੂ ਨੇ ਆਪ ਉਹਨੂੰ ਮੱਥਾ ਟੇਕਿਆ, ਗੁਰੂ ਅੰਗਦ ਦੇਵ ਜੀ ਨੂੰ। ਜੇ ਉਹਨਾਂ ਨੇ ਮੱਥਾ ਟੇਕਤਾ ਤਾਂ ਅਸੀਂ ਕੌਣ ਹੁੰਦੇ ਹਾਂ। ਪਰ ਐਸਾ ਨਹੀਂ ਸੋਚਿਆ। ਸ੍ਰੀ ਗੁਰ ਤਿਨ ਕੋ ਗਿਰਾ ਅਲਾਏ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫੇਰ ਵੀ ਆਪਣੇ ਪੁੱਤਰਾਂ ਨੂੰ ਇਹ ਕਿਹਾ, ਤੁਮ ਭੀ ਉੱਠ ਬੰਦੋ ਸਿਰ ਨਿਆਏ। ਕਹਿਣ ਲੱਗੇ, ਹੇ ਪੁੱਤਰੋ ਉੱਠੋ, ਉੱਠ ਕਰਕੇ ਤੁਸੀਂ ਵੀ ਮੱਥਾ ਟੇਕੋ ਗੁਰੂ ਅੰਗਦ ਦੇਵ ਜੀ ਨੂੰ। ਕਹਿਤ ਪਏ ਇਹ ਦਾਸ ਤਿਹਾਰਾ। ਕਹਿੰਦੇ ਭਾਈ ਇਹ ਤਾਂ ਸਾਡਾ ਸੇਵਕ ਹੈ, ਸਾਡਾ ਸਰਵੈਂਟ ਹੈ, ਇਹ ਤਾਂ ਸਾਡੇ ਘਰ ਦਾ ਨੌਕਰ ਹੈ, ਜਿਹੜਾ ਸਾਡੇ ਘਰ 'ਚ ਝਾੜੂ ਮਾਰਿਆ ਕਰਦਾ ਸੀਗਾ, ਜੁੱਠੇ ਬਰਤਨ ਸਾਫ਼ ਕਰਿਆ ਕਰਦਾ ਸੀਗਾ। ਇਹ ਤਾਂ ਸਾਡਾ ਨੌਕਰ ਹੈ। ਹਮ ਸੁਤ ਉਰਦ ਪਦ ਅਧਿਕਾਰਾ। ਕਹਿੰਗੇ ਅਸੀਂ ਤਾਂ ਤੁਹਾਡੇ ਪੁੱਤਰ ਹਾਂ, ਤੁਹਾਡੇ ਗੱਦੀ ਦੇ ਲਾਇਕ ਹਾਂ, ਤੇ ਅਸੀਂ ਇਹਨੂੰ ਕਿਉਂ ਮੱਥਾ ਟੇਕੀਏ ਇੱਕ ਨੌਕਰ ਨੂੰ। ਕੈਸੇ ਬਣੇ ਬੰਦਨਾ ਕਰਨੀ। ਸਾਡੀ ਬੰਦਨਾ ਨਹੀਂ ਬਣਦੀ, ਅਸੀਂ ਕਿਉਂ ਮੱਥਾ ਟੇਕੀਏ, ਸਾਡੀ ਜਦ ਮੱਥਾ ਟੇਕਣਾ ਨਹੀਂ ਬਣਦਾ। ਹਮ ਤੇ ਕਰੀ ਨਾ ਜਾਏ ਅਕਰਨੀ। ਕਹਿਣ ਲੱਗੇ ਇਹ ਅਕਰਨ ਯੋਗ ਨਹੀਂ, ਕਰਨ ਯੋਗ ਨਹੀਂ, ਕਰਨ ਵਾਲੀ ਗੱਲ ਸਾਡੇ ਤੋਂ ਨਹੀਂ ਹੋ ਸਕਦੀ, ਅਸੀਂ ਨਹੀਂ ਕਰਨੀ। ਕਹਿਤ ਪਏ ਆਪਣੇ ਸਦਨ ਸਿਧਾਰੇ। ਇਹ ਕਹਿੰਦੇ ਆ ਹੋਇਆ ਉਹ ਘਰ ਨੂੰ ਮੁੜ ਗਏ। ਪਿਤ ਕਰਤਬ ਕੁਛ ਦ੍ਰਿਦੇ ਨਾ ਧਾਰੇ। ਤੇ ਆਪਣੇ ਪਿਤਾ ਦੇ ਕਰਤੱਵ, ਆਪਣੇ ਪਿਤਾ ਦਾ ਜਿਹੜਾ ਹੈ ਆਸ਼ਾ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨਾ ਸਮਝ ਸਕੇ ਆਪਣੇ ਹਿਰਦੇ ਵਿੱਚ। ਮਹਿਮਾ ਲੱਖ ਕਹਿ ਕਹਿਓ ਨਾ ਮਾਨਿਓ। ਕਹਿਣ ਲੱਗੇ ਮਹਿਮਾ ਲੱਖ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਿਮਾ ਜਾਣਦਿਆਂ ਹੋਇਆਂ ਵੀ ਉਹਨਾਂ ਦਾ ਬਚਨ ਨਹੀਂ ਉਹਨਾਂ ਨੇ ਮੰਨਿਆ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੇ। ਛਿਨ ਸ੍ਰੀ ਗੁਰ ਕੱਛ ਨਾ ਬਖਾਨਿਓ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੋਰ ਕੋਈ ਬਚਨ ਨਾ ਕੀਤਾ, ਆਪਣੇ ਪੁੱਤਰਾਂ ਨੂੰ ਕੁਝ ਨਾ ਕਿਹਾ। ਬੈਠ ਕਹੇ ਅੰਗਦ ਸੰਗ ਬਚਨਾ। ਉਸ ਵੇਲੇ ਬੈਠ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋ ਅੱਜ ਗੱਦੀ ਤੇ ਬੈਠੇ, ਗੁਰੂ ਨਾਨਕ ਸਾਹਿਬ ਜੀ ਥੱਲੇ ਬੈਠੇ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਪਰ ਉਪਕਾਰ ਜਿਨ ਹੈ ਮਨ ਰਚਨਾ। ਜਿਨ੍ਹਾਂ ਦੇ ਮਨ ਵਿੱਚ ਪਰ ਉਪਕਾਰ ਹੈ, ਦੁਨੀਆ ਦੀ ਕਲਿਆਣ ਕਰਨੀ ਗੁਰੂ ਨਾਨਕ ਸਾਹਿਬ ਨੇ, ਪਾਪੀਆਂ ਨੂੰ ਤਾਰਨਾ ਹੈ, ਉਹਨਾਂ ਨੂੰ ਤਾਰਨਾ ਜੇ ਲਾਇਕ ਨਹੀਂ ਹਨ, ਜਿਹੜੇ ਬੰਦੇ ਬਿਲਕੁਲ ਕੁਆਲੀਫਾਈਡ ਨਹੀਂ ਹਨ, ਉਹਨਾਂ ਨੂੰ ਵੀ ਤਾਰਨਾ ਹੈ ਗੁਰੂ ਨਾਨਕ ਨੇ। ਐਸਾ ਪਰ ਉਪਕਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਤੇ ਇਹ ਬਚਨ ਕੀਤੇ। ਅਬ ਤੁਮ ਜਗਤ ਉਦਾਹਰਨ ਕਾਰਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲੈਣੇ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ, ਅਬ ਤੁਮ, ਹੁਣ ਤੁਸੀਂ ਜਗਤ ਦਾ ਉਧਾਰ ਕਰਨਾ ਹੈ, ਜਗਤ ਨੂੰ ਤਾਰਨਾ ਹੈ। ਮੂਲ ਮੰਤਰ ਸਭ ਕਰੋ ਸੁਧਾਰਨ। ਹੁਣ ਤੁਸੀਂ ਮੂਲ ਮੰਤਰ ਜਿਹੜਾ ਹੈ ਉਸ ਨੂੰ ਜਿਹੜਾ ਪ੍ਰਗਟ ਕਰੋ। ਤੁਸੀਂ ਮੂਲ ਮੰਤਰ ਜਿਹੜਾ ਹੈ ਉਸ ਦਾ ਜਿਹੜਾ ਹੈ ਸੋ ਧਾਰਨ, ਤੁਸੀਂ ਮੂਲ ਮੰਤਰ ਦਾ ਜਿਹੜਾ ਧਾਰਨ ਕਰੋ ਤੇ ਤੇਰਾ ਧਾਰਨ ਕਰਕੇ ਤੇ ਫਿਰ ਇਹ ਮੂਲ ਮੰਤਰ ਨੂੰ ਪ੍ਰਗਟ ਕਰੋ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰ ਮੰਤਰ ਜਿਹੜਾ ਸੀ ਨਾ ਆਪਣੇ ਜਿਹੜੇ ਹਨ, ਗੁਰੂ ਨਾਨਕ ਨੇ ਜਿਹੜਾ ਇਹਨੂੰ ਪ੍ਰਗਟ ਕੀਤਾ। ਵਾਹਿਗੁਰੂ ਜਿਹੜਾ ਹੈ ਇਹ ਗੁਰੂ ਨਾਨਕ ਨੇ ਪ੍ਰਗਟ ਕੀਤਾ, ਪਰ ਜਿਹੜਾ ਮੂਲ ਮੰਤਰ ਹੈ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ
ਭੀ ਸੱਚ, ਇਹ ਜਿਹੜਾ ਮੂਲ ਮੰਤਰ ਹੈ ਨਾ, ਇਹਨੂੰ ਪ੍ਰਗਟ ਕਰਨ ਵਾਸਤੇ ਮਮ ਬਾਣੀ ਗੁਣ ਖਾਨੀ ਦੇਖਾ। ਇਹ ਹੇ ਗੁਣ ਖਾਨ, ਕਹਿਣ ਲੱਗੇ ਹੇ ਗੁਣਾ ਦੀ ਖਾਨ। ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਹੈ ਮੂਲ ਮੰਤਰ ਨੂੰ ਤੁਸੀਂ ਪ੍ਰਗਟ ਕਰਨਾ। ਹੁਣ ਇਹ ਤੁਹਾਡੀ ਡਿਊਟੀ ਹੈ, ਤੁਸੀਂ ਮੂਲ ਮੰਤਰ ਆਪਣੇ ਮੁਖਾਰ ਬਿੰਦ ਤੋਂ ਉਚਾਰਨਾ ਹੈ। ਲੀਜੈ ਬੀਨੈ ਬੀਨ ਵਿਸੇਖਾ। ਹਾਂ, ਕਹਿੰਦੇ ਲੀਜੈ ਬਿਨੈ ਬੀਨ ਵਿਸੇਖਾ। ਲੀਜੈ ਕਹਿਣ ਲੱਗੇ ਤੁਹਾਨੂੰ ਪਤਾ ਹੀ ਹੈ, ਤੁਸੀਂ ਸਾਡੇ ਸਰੂਪ ਹੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਲੈਣੇ ਨੂੰ, ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਅੱਡ ਥਾਵਾਂ ਤੇ ਬੜੀ ਬਾਣੀ ਉਚਾਰਨ ਕੀਤੀ ਹੈ। ਪੌੜੀਆਂ ਦੇ ਵਿੱਚ ਅੱਡ ਪੌੜੀਆਂ ਜਿਹੜੀਆਂ ਹਨ ਅਸੀਂ ਬਹੁਤ ਉਚਾਰਨ ਕੀਤੀਆਂ ਹਨ। ਸਿੱਧ ਗੋਸ਼ਟ ਸਮੇਂ ਜਾਂ ਹੋਰ ਕੋਈ ਚਰਚਾ ਸਮੇਂ ਜਾਂ ਹੋਰ ਕਿਸੇ ਨੂੰ ਉਪਦੇਸ਼ ਦੇਣ ਸਮੇਂ ਬਹੁਤ ਬਾਣੀ ਅਸੀਂ ਰਚੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਸੁਣਾਵਤ ਜਾਓ ਉਚਾਰਾ। ਤੇ ਹੁਣ ਤੁਸੀਂ ਉਸ ਬਾਣੀ ਨੂੰ ਅੱਡ ਪਈ ਬਾਣੀ ਨੂੰ ਇਕੱਠੀ ਕਰਕੇ ਉਸ ਦਾ ਮੂਲ ਮੰਤਰ ਕਰੋ। ਹੁਣ ਤੁਸੀਂ ਉਸ ਦਾ ਮੂਲ ਮੰਤਰ ਦਾ ਉਚਾਰਨ ਕਰੋ ਤੇ ਉਹ ਸਾਰੀ ਬਾਣੀ ਦਾ ਸਿੱਟਾ ਜਿਹੜਾ ਹੈ ਮੂਲ ਮੰਤਰ ਦੇ ਵਿੱਚ ਉਹਨੂੰ ਸਮਰਾਈਜ਼ ਕਰੋ। ਬੰਦ ਮਰਜ਼ਾਦ ਕਰੋ ਉਪਕਾਰਾ। ਤੇ ਇਹ ਮਰਿਆਦਾ ਬਣ ਦੋ ਮੂਲ ਮੰਤਰ ਵਾਲੀ ਦੁਨੀਆ ਵਾਸਤੇ। ਗੁਰ ਮੰਤਰ ਤੇ ਮੂਲ ਮੰਤਰ ਦੀ ਮਰਿਆਦਾ ਨੂੰ ਤੁਸੀਂ ਬਣ ਦਿਓ ਹੁਣ ਦੁਨੀਆ ਵਿੱਚ, ਪਰ ਉਪਕਾਰ ਕਰੋ ਜਿਹਦਾ ਜਾਪ ਕਰਕੇ ਪਾਪੀ ਵੀ ਤਰਿਆ ਕਰਨਗੇ। ਹਮ ਤੇ ਜੋ ਜਨਮੈ ਪਛਤਾਤਾ। ਜੋ ਸਾਡੇ ਤੋਂ ਬਾਅਦ ਜਨਮੇਗਾ, ਸਾਡੇ ਸਮੇਂ ਤੋਂ ਬਾਅਦ ਜਿਹੜਾ ਦੁਨੀਆ 'ਚ ਹੋਰ ਲੋਕ ਆਉਣਗੇ, ਜਨਰੇਸ਼ਨਸ ਜਿਹੜੇ ਆਉਣਗੇ, ਬਾਕੀ ਦੇ ਸਮੇਂ ਵਿੱਚ ਜਿਨ੍ਹਾਂ ਨੇ ਜਨਮ ਲੈਣਾ ਸੰਸਾਰ ਵਿੱਚ ਆਪਣੇ ਪ੍ਰਾਲਬੱਧ ਕਰਮਾਂ ਕਰਕੇ, ਉਹ ਸਾਰਿਆਂ ਦਾ ਉਧਾਰ ਹੋਵੇਗਾ। ਤਿਨ ਸਭ ਕੋ ਹੋਵੇ ਗਤ ਦਾਤਾ। ਉਹਨਾਂ ਸਾਰਿਆਂ ਦੀ ਗਤੀ ਹੋਏਗੀ ਮੂਲ ਮੰਤਰ ਪੜਨ ਕਰਕੇ। ਮੂਲ ਮੰਤਰ ਕਰਕੇ ਉਹਨਾਂ ਦਾ ਵੀ ਜਿਹੜਾ ਹੈ ਉਧਾਰ ਹੋਊਗਾ। ਉਹ ਵੀ ਜਿਹੜੇ ਹਨ ਸੰਸਾਰ ਸਾਗਰ ਤੋਂ ਤਰਨਗੇ। ਦੇਖੋ ਗੁਰੂ ਨਾਨਕ ਦਾ ਆਸ਼ਾ ਇਹ ਹੈ, ਮਹਾਰਾਜ ਜੀ ਦੇਖੋ ਉਸ ਵੇਲੇ ਵੀ ਬਾਣੀ ਨੂੰ ਪਰਮੇਸ਼ਰ ਰੂਪ ਜਾਣ ਕੇ ਉਹੀ ਉਪਦੇਸ਼ ਸਿੱਖਾਂ ਤੱਕ ਰੱਖਿਆ ਕਿ ਰਹਿੰਦੀ ਦੁਨੀਆ ਤੱਕ ਇਹੀ ਮੂਲ ਮੰਤਰ ਜਿਹੜਾ ਹੈ ਗਤਦਾਇਕ ਹੋਏਗਾ, ਗਤੀ ਕਰੇਗਾ, ਮੁਕਤੀ ਕਰੇਗਾ। ਜਿਉਂ ਜਹਾਜ਼ ਚੜ ਸਾਗਰ ਤਰਹੀ। ਜਿਵੇਂ ਜਿਹੜਾ ਹਨ ਜਹਾਜ਼ ਉੱਤੇ ਭਾਵੇਂ ਬੰਦੇ ਨੂੰ ਤਰਨਾ ਆਵੇ ਚਾਹੇ ਨਾ ਆਵੇ, ਚਾਹੇ ਕਿਸੇ ਕੋ ਸਮਰਥਾ ਹੋਵੇ ਚਾਹੇ ਨਾ ਹੋਵੇ, ਪਰ ਜਿਹੜਾ ਵੀ ਜਹਾਜ਼ ਵਿੱਚ ਚੜ ਜਾਂਦਾ ਹੈ ਨਾ ਉਹਨੂੰ ਤਾਰੇ ਲੈਂਦਾ। ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਕਹਿਣਗੇ ਇਹ ਗੁਰੂ ਨਾਨਕ ਦਾ ਇੱਕ ਜਹਾਜ਼ ਹੈ ਜਿਹਦੇ ਉੱਤੇ ਚੜ ਕੇ ਜਿਹੜੇ ਸਾਰੀ ਪਾਰ ਹੋ ਜਾਂਦੇ ਹਨ। ਤੇ ਪੜ ਸੰਸਾਰ ਉਧਰ ਹੀ। ਜਿਹਨੂੰ ਪੜ ਕਰਕੇ, ਜਿਹਦਾ ਸਿਮਰਨ ਕਰਨ ਕਰਕੇ ਉਸ ਮੂਲ ਮੰਤਰ ਦਾ ਸਾਰਾ ਸੰਸਾਰ ਤਰ ਜਾਏਗਾ। ਸੁਨ ਸ੍ਰੀ ਅੰਗਦ ਬੰਧਨ ਠਾਨੀ। ਉਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਤੋਂ ਉੱਠ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਮੱਥਾ ਟੇਕਿਆ। ਬੀਨ ਬੀਨ ਨੀਕੇ ਗੁਰਬਾਣੀ। ਜਿਹੜੀ ਬੀਨ ਅੱਡ ਗੁਰਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਹੋਈ ਸੀਗੀ, ਪੌੜੀਆਂ ਮਾਤਰ। ਆਨ ਸੁਨਾਵਨ ਕੀਨ ਸੁਹਾਨੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀਆਂ ਹੀ ਪੌੜੀਆਂ ਜਿਹੜੀਆਂ ਹਨ ਤਰਤੀਬ ਵਾਈਜ਼, ਸੀਕੁਐਂਸ ਵਾਈਜ਼, ਮੂਲ ਮੰਤਰ ਤੋਂ ਸ਼ੁਰੂ ਕਰਕੇ ਸਾਰਾ ਜਪਜੀ ਸਾਹਿਬ ਜਿਹੜਾ ਸੀਗਾ ਭਾਈ ਲਹਿਣਾ ਜੋ ਗੁਰੂ ਅੰਗਦ ਦੇਵ ਜੀ ਹਨ ਅੱਜ ਉਹਨਾਂ ਨੇ ਉਚਾਰਨ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਜਪਜੀ ਸਾਹਿਬ ਉਹਨੂੰ ਜਿਹੜਾ ਹੈ ਤਰਤੀਬ ਵਾਈਜ਼ ਕਰਕੇ ਪੌੜੀਆਂ ਆਫਟਰ ਪੌੜੀਆਂ ਕਰਕੇ ਭਾਈ ਲਹਿਣੇ ਨੇ ਸਾਰਾ ਹੀ ਉਚਾਰਨ ਕੀਤਾ। ਉਸ ਦੀ ਤਰਤੀਬ ਭਾਈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਸੋ ਇਹ ਜਿਹੜੀ ਹੈ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਐਸਾ ਕਿਉਂ ਕੀਤਾ? ਆਪਣਾ ਇੱਕ ਸਰੂਪ ਦਿਖਾਉਣ ਵਾਸਤੇ ਵੀ ਸਾਡੇ ਵਿੱਚ ਤੇ ਗੁਰੂ ਅੰਗਦ ਦੇਵ ਜੀ 'ਚ ਕੋਈ ਫਰਕ ਨਹੀਂ। ਭਾਵੇਂ ਜਿਹੜੀ ਬਾਣੀ ਅਸੀਂ ਉਚਾਰਨ ਕੀਤੀ ਅੱਜ ਇਹਨਾਂ ਨੂੰ ਵੀ ਸਾਰੀ ਬਾਣੀ ਫੁਰੀ ਹੋਈ ਹੈ, ਇਹਨਾਂ ਤੇ ਵੀ ਉਤਰੀ ਹੋਈ ਹੈ। ਇਹ ਵੀ ਉਹੀ ਬਾਣੀ ਦਾ ਪ੍ਰਚਾਰ ਜਿਹੜਾ ਹਨ ਬਾਣੀ ਉਚਾਰਨ ਕਰਦੇ ਨੇ ਤੇ ਉਹੀ ਬਾਣੀ ਦੀ ਤਰਤੀਬ ਜਪਜੀ ਸਾਹਿਬ ਦੀ ਜਿਹੜਾ ਹਨ ਪਹਿਲਾ ਕਾਰਜ ਪਹਿਲੀ ਬਾਣੀ ਦੀ ਤਰਤੀਬ ਗੁਰੂ ਸਾਹਿਬ ਨੇ ਜਿਹਨੇ ਬਣਾਈ ਆ, ਗੁਰੂ ਅੰਗਦ ਦੇਵ ਜੀ ਨੇ ਬਣਾਈ ਹੈ ਤੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਕਰਵਾਇਆ। ਤਬ ਜਪ ਨਾਮ ਧਰਿਓ ਗੁਣਖਾਨੀ। ਦੇਖੋ ਇਹ ਸਾਰੀ ਬਾਣੀ ਸੁਣ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਰੱਖਿਆ, ਜਪ ਰੱਖਿਆ। ਸੋ ਇਸ ਕਰਕੇ ਜਪਜੀ ਸਾਹਿਬ ਨਾਮ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਰੱਖਣਾ ਕੀਤਾ। ਇਹ ਜਿਹੜੇ ਹਨ ਪਰ ਬਾਣੀ ਦਾ ਉਚਾਰਨ ਤਰਤੀਬ ਵਾਈਜ਼ ਗੁਰੂ ਅੰਗਦ ਦੇਵ ਜੀ ਨੇ ਕੀਤੀ ਹੈ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ। ਫਿਰ ਜਿਹੜਾ ਹਨ ਦੇਖੋ ਸ਼ਲੋਕ ਆਉਂਦਾ ਹੈ, ਸ਼ਲੋਕ ਪਵਨ ਗੁਰੂ ਪਾਣੀ ਪੀਤਾ। ਸੋ ਜਿਹੜਾ ਹਨ ਪੌਣ ਗੁਰੂ ਇਹ ਅੱਗੇ ਵੀ ਆਉਂਦਾ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਸ਼ਬਦਾਂ ਵਿੱਚ ਵੀ ਆਉਂਦਾ ਹੈ ਸ਼ਲੋਕਾਂ ਵਿੱਚ। ਸੋ ਦੇਖੋ ਹੁਣ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਜਪਜੀ ਸਾਹਿਬ ਦੇ ਜਿਹੜੇ ਐਂਡ ਤੇ ਸ਼ਲੋਕ ਜਿਹੜਾ ਉਚਾਰਨ ਕੀਤਾ ਉਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ। ਸੋ ਉਹਨੂੰ ਕੰਕਲੂਡ ਕੀਤਾ ਹੈ ਜਪਜੀ ਸਾਹਿਬ ਨੂੰ। ਸੋ ਇਹ ਸਾਰੀ ਬਾਣੀ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਸ਼ਲੋਕ ਜਿਹੜਾ ਹੈ ਮਾਝ ਦੀ ਵਾਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਨੇ ਇਹ ਸ਼ਲੋਕ
ਜਿਹੜਾ ਉਚਾਰਨ ਕਰਕੇ ਸਮਾਪਤੀ ਕੀਤੀ ਜਪਜੀ ਸਾਹਿਬ ਦੀ। ਇਸ ਕਰਕੇ ਇਹ ਬਾਣੀ ਸਾਰੀ ਇਕੱਠੀ ਹੋਈ। ਸਿਰੇ ਮੁਖ ਤੇ ਮਹਿਮਾ ਪੁਨ ਭਾਖੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਦੀ ਮਹਿਮਾ ਦੱਸੀ। ਹੁਣ ਤੇ ਇਹ ਵੀ ਜਪਜੀ ਸਾਹਿਬ ਦਾ ਮਹੱਤਮ ਕੀ ਹੈ, ਗ੍ਰੇਟਨੈਸ ਕੀ ਹੈ। ਜੋ ਨਰ ਹੋਏ ਸਿੱਖੀ ਅਭਿਲਾਖੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੀ ਸਿੱਖ ਜਿਹਨੂੰ ਸਿੱਖੀ ਪਿਆਰੀ ਹੈ, ਜਿਹਨੂੰ ਸਿੱਖੀ ਦੀ ਜੇ ਅਭਿਲਾਸ਼ਾ ਹੈ, ਇੱਛਾ ਹੈ, ਜੋ ਮੇਰਾ ਸਿੱਖ ਬਣਨਾ ਚਾਹੁੰਦਾ ਹੈ, ਨਿਸਮਹਿ ਉੱਠੇ ਸੇ ਕਰਹਿ ਸਨਾਨਾ। ਮੇਰਾ ਸਿੱਖ ਸਵੇਰੇ ਉੱਠੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰੇ, ਜਪ ਪੜ ਹੈ ਇੱਕ ਚਿੱਤ ਸਵਧਾਨਾ। ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੇ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲਾ ਉਹ ਹੁੰਦਾ ਹੈ ਜੋ ਕਿ ਸਵਾ ਪਹਿਰ ਦਿਨ ਚੜ੍ਹਿਆਂ ਤੋਂ ਜਿਹੜਾ ਹੈ, ਦਿਨ ਚੜ੍ਹਨ ਤੋਂ ਪਹਿਲਾਂ। ਸੋ ਇਹ ਸਮਾਂ ਜਿਹੜਾ ਅੰਮ੍ਰਿਤ ਵੇਲਾ ਹੈ, ਜੋ ਅੱਜ ਦੇ ਸਮੇਂ ਵਿੱਚ ਆਪਾਂ ਕਹਿ ਸਕਦੇ ਹਾਂ ਮਿਡਨਾਈਟ ਤੋਂ ਬਾਅਦ ਜਿੱਦਣ ਦਿਨ ਬਦਲਦਾ ਹੈ, ਉਹ ਸਾਰਾ ਅੰਮ੍ਰਿਤ ਵੇਲਾ ਹੈ ਸਨਰਾਈਜ਼ ਤੋਂ ਪਹਿਲਾਂ ਪਹਿਲਾਂ। ਸੋ ਉਸ ਵੇਲੇ ਉੱਠ ਕਰਕੇ ਜਿਹੜਾ ਜਪਜੀ ਸਾਹਿਬ ਪੜ੍ਹੇ, ਅਰਥ ਵਿਚਾਰ ਕਰਹਿ ਉਰ ਮਾਹੀ। ਫਿਰ ਅਰਥਾਂ ਦੀ ਵਿਚਾਰ ਕਰੇ, ਬਾਕੀ ਦੇ ਦਿਨ ਵਿੱਚ ਅਰਥਾਂ ਦੀ ਵਿਚਾਰ ਕਰੇ। ਅਰਥਾਂ ਦੀ ਵਿਚਾਰ ਕਰਕੇ ਗੁਰਬਾਣੀ ਨੂੰ ਜਿਹੜਾ ਹੈ ਆਪਣਾ ਜਿਹੜਾ ਜੀਵਨ ਦਾ ਆਧਾਰ ਬਣਾਵੇ। ਮੁਕਤ ਹੋਏ ਸੋ ਸੰਸੇ ਨਾਹੀ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜਿਹੜਾ ਸਿੱਖ ਜਪਜੀ ਸਾਹਿਬ ਪੜ੍ਹਦਾ ਹੈ ਉਹਨੂੰ ਜਿਹੜਾ ਹਨ ਮੁਕਤੀ ਜ਼ਰੂਰ ਪਰ ਜ਼ਰੂਰ ਮਿਲੇਗੀ। ਇਹ ਹੋ ਹੀ ਨਹੀਂ ਸਕਦਾ ਕਿ ਉਹਨੂੰ ਮੁਕਤੀ ਨਾ ਮਿਲੇ ਜਿਹੜਾ ਸਿੱਖ ਜਪਜੀ ਸਾਹਿਬ ਪ੍ਰੇਮ ਨਾਲ ਪੜ੍ਹਦਾ ਹੈ। ਜਪ ਜੀ ਸੇਵਨ ਪ੍ਰੀਤ ਸੋ ਜਾਹੀ। ਦੇਖੋ ਜਿਸ ਨੂੰ ਵੀ ਪ੍ਰੀਤ, ਜਿਸ ਨੂੰ ਜਿਹੜਾ ਹਨ ਪਿਆਰ ਹੋਵੇ ਜਪਜੀ ਸਾਹਿਬ ਪੜਨ ਵਿੱਚ, ਮਮ ਸਮੀਪ ਪ੍ਰਾਪਤ ਹੋਏ ਤਾਹੀ, ਉਹਨੂੰ ਹਮੇਸ਼ਾ ਹੀ ਮੈਂ ਉਹਦੇ ਕੋਲ ਹੋਵਾਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਸਿੱਖ ਜਿਹੜਾ ਪ੍ਰੇਮ ਨਾਲ ਜਪਜੀ ਸਾਹਿਬ ਪੜਦਾ ਹੈ ਨਾ, ਗੁਰੂ ਨਾਨਕ ਦੀ ਇਹ ਗਾਰੰਟੀ ਹੈ ਕਿ ਮੈਂ ਉਹਨਾਂ ਦੇ ਕੋਲ ਰਵਾਂਗਾ, ਮੈਂ ਉਹਨਾਂ ਦੇ ਨੇੜੇ ਹੋ ਕੇ ਰਵਾਂਗਾ ਹਰ ਵੇਲੇ। ਧਰ ਹੈ ਕਾਮਨਾ ਪੜ ਹੈ ਇੱਕ ਮਨ। ਜੇ ਕੋਈ ਕਾਮਨਾ ਵਾਲਾ ਹੋਵੇ, ਜਿਹੜਾ ਕੋਈ ਇੱਛਾ ਧਾਰ ਕੇ ਜਪਜੀ ਸਾਹਿਬ ਦਾ ਪਾਠ ਕਰੇ, ਉਹਦੀ ਕੋਈ ਖਾਸ ਇੱਛਾ ਹੈ, ਖਾਸ ਉਹਦਾ ਕੋਈ ਪ੍ਰੋਬਲਮ ਹੈ, ਉਹਨੂੰ ਸੋਲਵ ਕਰਨ ਵਾਸਤੇ ਉਹ ਜਪਜੀ ਸਾਹਿਬ ਪਾਠ ਪੜੇ ਤਾਂ ਫਿਰ ਹੋਏ ਸਪੂਰਨ ਤਹਿਕੀ ਤਤ। ਉਹਦੀ ਇੱਛਾ ਵੀ ਪੂਰੀ ਹੋ ਜਾਏਗੀ। ਉਹਦੀ ਇੱਛਾ ਪੂਰਨ ਹੋਣ ਵਿੱਚ ਕੋਈ ਸ਼ੱਕ ਨਹੀਂਗਾ। ਜਿਹੜਾ ਜਪਜੀ ਸਾਹਿਬ ਪੜ੍ਹ ਕੇ ਅਰਦਾਸ ਕਰ ਦੇਵੇ ਨਾ, ਸਤਿਗੁਰੂ ਮੇਰਾ ਇਹ ਕਾਰਜ ਤੁਸੀਂ ਕਰ ਦਿਓ, ਉਹ ਹੋ ਜਾਏਗਾ। ਜੰਤਰ ਮੰਤਰ ਪੁਨ ਤੰਤਰ ਮਹਾਨਾ। ਫਿਰ ਦੇਖੋ ਜਿੰਨੇ ਵੀ ਦੁਨੀਆ ਦੇ ਜੰਤਰ ਹਨ, ਮੰਤਰ ਹਨ, ਤੰਤਰ ਹਨ, ਵੱਡੇ ਤੋਂ ਵੱਡੇ, ਤਕੜੇ ਤੋਂ ਤਕੜੇ ਵੀ ਭਾਵੇਂ ਹੋਣ, ਭੂਤ ਜੇ ਪ੍ਰੇਤ ਦੈਤ ਬਲਵਾਨਾ। ਇਸ ਤੋਂ ਇਲਾਵਾ ਭੂਤ ਹਨ, ਪ੍ਰੇਤ ਹਨ, ਦੈਂਤ ਹਨ, ਇਹ ਜਿਹੜੀਆਂ ਭੈੜੀਆਂ ਰੂਹਾਂ ਹਨ, ਸ਼ੈਤਾਨ ਹਨ, ਸਾਰੇ ਜਿਹੜੇ ਭਾਵੇਂ ਕਿੰਨੇ ਵੀ ਤਕੜੇ ਕਿਉਂ ਨਾ ਹੋਣ, ਤੇ ਸਮੀਪ ਨਹਿ ਆਵੇ ਕੋਈ। ਜਪਜੀ ਸਾਹਿਬ ਜਿਹੜਾ ਮੇਰਾ ਸਿੱਖ ਪੜਦਾ ਹੈ, ਇਹ ਚੀਜ਼ਾਂ ਸਾਰੀਆਂ ਉਹਦੇ ਨੇੜੇ ਨਹੀਂ ਲੱਗਦੀਆਂ। ਉਹਦੇ ਤੇ ਕੋਈ ਮੰਤਰ ਨਹੀਂ ਕਰ ਸਕਦਾ, ਉਹਦੇ ਉੱਤੇ ਕੋਈ ਭੂਤ ਦੀ ਛਾਇਆ, ਇਹ ਸਾਰੀਆਂ ਚੀਜ਼ਾਂ ਬਿਲਕੁਲ ਨਹੀਂ ਚੱਲ ਸਕਦੀਆਂ। ਇਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਪ੍ਰਾਣੀ ਨੂੰ ਲੈ ਕੇ ਆਏ, ਕਹਿੰਦੇ ਇਹਨੂੰ ਭੂਤ ਚਿੰਬੜਦੇ। ਮਹਾਰਾਜ ਕਹਿੰਦੇ ਇਹ ਜਪਜੀ ਸਾਹਿਬ ਪੜਦਾ ਕਿ ਨਹੀਂ? ਕਹਿੰਦੇ ਨਹੀਂ ਪੜਦਾ। ਕਹਿੰਦੇ ਫਿਰ ਆਪੇ ਭੂਤ, ਇਹਨੂੰ ਕੀ ਭੂਤ ਚਿੰਬੜਨੇ ਨੇ? ਸੋ ਐਸਾ ਜਿਹੜਾ ਹੈ ਕਾਰਜ ਹੈ, ਜਪਜੀ ਸਾਹਿਬ ਪੜ੍ਹਨਾ ਬਹੁਤ ਜ਼ਰੂਰੀ ਹੈ। ਜਪਜੀ ਸਾਹਿਬ ਨਾਲ ਪ੍ਰੇਮ ਕਰਨਾ, ਗੁਰੂ ਨਾਨਕ ਨਾਲ ਪ੍ਰੇਮ ਕਰਨਾ ਹੈ। ਪਠਨ ਪ੍ਰੇਤ ਨਿਤ ਨਰ ਜਿਹੇ ਹੋਈ। ਜਿਨ੍ਹਾਂ ਦੀ ਜਪਜੀ ਸਾਹਿਬ ਪੜਨ ਵਿੱਚ ਪ੍ਰੀਤੀ ਲੱਗੀ ਰਵੇ ਸਾਰੇ ਦਿਨ ਵਿੱਚ। ਮਾਨੁਖ ਦੇਹ ਜੀਵ ਜਿਨ ਪਾਈ। ਤੇ ਮਾਨੁਖ ਦੇਹ, ਜਿਨ੍ਹਾਂ ਨੇ ਮਨੁੱਖਾ ਦੇਹ ਪਾ ਕੇ ਇਹ ਜਪਜੀ ਸਾਹਿਬ ਨਾਲ ਪ੍ਰੀਤ ਕੀਤੀ ਹੈ। ਜਪ ਵਿਹੀਨ ਹੋਏ ਬਾਦ ਗਵਾਈ। ਕਹਿਣਗੇ ਜੇ ਜਪਜੀ ਸਾਹਿਬ ਨਾ ਪੜਿਆ ਇਸ ਸੰਸਾਰ ਵਿੱਚ ਆ ਕੇ ਮਨੁੱਖਾ ਜਨਮ ਧਾਰ ਕੇ, ਜਿਨ੍ਹਾਂ ਨੇ ਜਪਜੀ ਸਾਹਿਬ ਨਾ ਪੜਿਆ ਆਪਣੇ ਜੀਵਨ ਕਾਲ ਦੇ ਵਿੱਚ, ਉਹਨਾਂ ਦਾ ਬੇਅਰਥ ਹੈ, ਉਹ ਯੂਸਲੈਸ ਹੈ ਉਹਨਾਂ ਦੀ ਬੋਡੀ। ਸਿੱਖਨ ਯੋਗ ਮੰਤਰ ਗੁਰ ਕੇਰਾ। ਸੋ ਸਿੱਖਾਂ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਜਿਹੜਾ ਹੈ ਬੀਜ ਮੰਤਰ ਇੱਕ ਓੰਕਾਰ, ਜੋ ਜਿਹੜਾ ਹਨ ਮਹਾ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਫਿਰ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸਚ ਤੱਕ, ਫਿਰ ਮਾਲਾ ਮੰਤਰ ਜਿਹੜਾ ਸੰਪੂਰਨ ਜਪਜੀ ਸਾਹਿਬ ਦਾ ਪਾਠ, ਫਿਰ ਗੁਰ ਮੰਤਰ ਵਾਹਿਗੁਰੂ। ਕਹਿੰਦੇ ਸਿੱਖਾਂ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੁਕਤੀ ਦਾ ਜਿਹੜਾ ਹੈ ਸਾਧਨ ਬਣਾਏ ਹਨ। ਇੱਕ ਉਤ ਨਿਤ ਸੁਖ ਦੇਤ ਕਨੇਰਾ। ਕਹਿੰਦੇ ਇੱਕ ਉਤ, ਕਹਿਣਗੇ ਦਿਨ ਪਰ ਦਿਨ ਜੀਵਨ ਜਿਹੜਾ ਆਨੰਦ ਨਾਲ ਭਰੇਗਾ, ਆਨੰਦ ਉਹਨਾਂ ਨੂੰ ਮਾਣੇਗੇ, ਉਹ ਸੁਖ ਮਾਣਨਗੇ ਇਹ ਦੁਨੀਆ ਦੇ ਵਿੱਚ। ਹੋਏ ਸਿੱਖ ਜਪ ਕੰਠ ਨਾ ਕੀਨੋ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮੇਰਾ ਸਿੱਖ ਹੋਵੇ, ਉਹਨੂੰ ਜਪਜੀ ਸਾਹਿਬ ਬਾਈ ਹਾਰਟ ਨਾ ਆਉਂਦਾ ਹੋਵੇ, ਪੜਨ ਤੋਂ ਬਗੈਰ ਉਹਨੂੰ ਜਪਜੀ ਸਾਹਿਬ ਨਾ ਜਿਹੜਾ ਯਾਦ ਨਾ ਹੋਵੇ, ਉਹਨੂੰ ਕੰਠ ਨਾ ਹੋਵੇ, ਨਾ ਉਹ ਤਰੀਕ ਵੇਖ ਧਰ ਲਈ। ਹਾਂ, ਉਹ ਮੇਰਾ ਭੇਖੀ ਸਿੱਖ ਹੈ, ਉਹ ਮੇਰਾ ਸਿੱਖ ਹੀ ਨਹੀਂ ਹੈਗਾ। ਜਿਹਨੂੰ ਕੰਠ ਨਹੀਂ ਜਪਜੀ ਸਾਹਿਬ, ਜਿਹਨੂੰ ਬਾਏ ਹਾਰਟ ਜਿਹੜਾ ਹਨ ਜਪਜੀ ਸਾਹਿਬ ਨਹੀਂ ਆਉਂਦਾ, ਕਹਿੰਦੇ ਉਹ ਜਿਹੜਾ ਹਨ ਸਿਰਫ ਇੱਕ ਸ਼ੋਅ ਵਾਲਾ ਸਿੱਖ ਹੈ, ਉਹ ਭੇਖੀ ਸਿੱਖ ਹੋਵੇਗਾ, ਮੇਰਾ ਸੱਚਾ ਸਿੱਖ ਨਹੀਂ ਹੈ। ਇਸ ਤੇ ਔਰ ਨਾ ਕੋ ਬਿਦ ਉੱਚੀ।
ਕਹਿਣਗੇ ਇਹ ਜਪਜੀ ਸਾਹਿਬ ਨਾਲੋਂ ਹੋਰ ਕੋਈ ਵੀ ਤਰੀਕਾ ਉੱਚਾ ਨਹੀਂ ਹੈ, ਕੋਈ ਹੋਰ ਤਰੀਕਾ ਹੈ ਨਹੀਂ। ਜਪ ਸੇਵਨ ਇੱਕ ਮਨ ਹੋਏ ਸੂਚੀ। ਬਸ ਇੱਕ ਜਪਜੀ ਸਾਹਿਬ ਪੜਨ ਕਰਕੇ ਹੀ ਮਨ ਸੁੱਚਾ ਹੁੰਦਾ ਹੈ, ਮਨ ਦੇ ਵਿੱਚੋਂ ਪਾਪਾਂ ਦੀ ਮੈਲ ਲੱਥਦੀ ਹੈ ਤੇ ਸੱਚਾ ਜਿਹੜਾ ਹੈ ਪਰਮੇਸ਼ਰ ਹਿਰਦੇ ਵਿੱਚ ਵਸਦਾ ਹੈ। ਕਾਮ ਧੇਨ ਚਿੰਤਾਮਨ ਸੁਰ ਤਰ। ਦੇਖੋ ਜਪਜੀ ਸਾਹਿਬ ਹੀ ਕਾਮ ਧੇਨ ਗਊ ਹੈ, ਚਿੰਤਾਮਣੀ ਹੈ ਤੇ ਉਹ ਕਲਪ ਬ੍ਰਿਛ ਹੈ। ਕਰ ਨਹਿ ਸਕੇ ਅਦਾਤਿਲ ਸੰਸਾਰ। ਦੇਖੋ ਕਰ ਨਹਿ ਸਕੇ, ਜਪਜੀ ਸਾਹਿਬ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਸੰਸਾਰ ਦੇ ਵਿੱਚ। ਜਪਜੀ ਸਾਹਿਬ ਸਭ ਤੋਂ ਉੱਤਮ ਬਾਣੀ ਹੈ, ਜਿਹੜੀ ਕਲਿਆਣਕਾਰੀ ਬਾਣੀ ਹੈ, ਜਿਹਦੇ ਪੜਨ ਕਰਕੇ ਸਾਰੀਆਂ ਹੀ ਇੱਛਾ ਪੂਰੀਆਂ ਹੁੰਦੀਆਂ ਨੇ ਤੇ ਪਰਮਾਤਮਾ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ। ਦੋਹਰਾ ਮਹਿਮਾ ਬਰਨੀ ਅਲਪ ਮੈਂ ਕਹੀ ਨਾ ਜਾਏ ਮਤ ਮੰਦ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਜਿਹੜੀਆਂ ਹਨ ਬਚਨ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਤੇ ਆਪ ਆਪਣੇ ਵੱਲੋਂ ਕਵੀ ਜੀ ਕਹਿੰਦੇ ਨੇ ਵੀ ਜਿੰਨੀ ਵੀ ਮੈਂ ਮਹਿਮਾ ਜਪਜੀ ਸਾਹਿਬ ਦੀ ਇੱਥੇ ਲਿਖੀ ਹੈ, ਜੋ ਕਿ ਜਿਹੜਾ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਕਹਿੰਦੇ ਪਰ ਮੈਂ ਵੀ ਮਤ ਮੰਦ ਹਾਂ, ਮੈਂ ਵੀ ਭੈੜੀ ਮਤ ਵਾਲਾ, ਮੈਂ ਪੂਰੀ ਮੈਂ ਵੀ ਨਹੀਂ ਕਹਿ ਸਕਦਾ, ਇਹ ਤੋਂ ਤਾਂ ਬਹੁਤ ਜ਼ਿਆਦਾ ਹੈ, ਮੈਂ ਤਾਂ ਬਹੁਤ ਥੋੜੀ ਕਹੀ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਊਚ ਅਗਾਧ ਅਕਥ ਹੈ ਜੋ ਜਪਜੀ ਸੁਖ ਕੰਦ। ਊਚ ਅਗਾਧ ਕਹਿੰਦੇ ਉੱਚੇ ਤੋਂ ਉੱਚਾ, ਡੂੰਘੇ ਤੋਂ ਡੂੰਘਾ ਉਹ ਸਿੱਖ ਹੈ ਜੋ ਜਪਜੀ ਸਾਹਿਬ ਜੋ ਸੁੱਖਾਂ ਦਾ ਟ੍ਰੈਸ਼ਰ ਹੈ ਉਸ ਨੂੰ ਪੜ੍ਹਦਾ ਹੈ, ਉਸ ਨਾਲ ਪ੍ਰੇਮ ਕਰਦਾ ਹੈ, ਉਸ ਬਾਣੀ ਨਾਲ ਜਿਹੜਾ ਆਪਣਾ ਜੀਵਨ ਦਾ ਪ੍ਰਵਾਹ ਚਲਾਉਂਦਾ ਹੈ। ਚੌਪੇ ਮਨ ਮੂਰਖ ਨਿਤ ਪ੍ਰਤ ਜਪ ਸੇਵ। ਦੇਖੋ ਮਨ ਮੂਰਖ ਹਨ, ਆਪਣੇ ਮਨ ਨੂੰ ਸਮਝਾਉਂਦੇ ਹਨ ਕਵੀ ਸੰਤੋਖ ਸਿੰਘ ਜੀ, ਕਹਿੰਦੇ ਹੇ ਮੇਰੇ ਮੂਰਖ ਮਨਾ, ਤੂੰ ਹਰ ਰੋਜ਼ ਹਰ ਵੇਲੇ ਹਰ ਸਵਾਸ ਦੇ ਨਾਲ ਤੂੰ ਜਪਜੀ ਸਾਹਿਬ ਪੜ। ਜੇ ਕੋ ਚਾਹੇ ਮੁਨ ਜਨ ਦੇਵ। ਇਹ ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ, ਗੁਰੂ ਨਾਨਕ ਦੀ ਸਿੱਖੀ ਨੂੰ ਪ੍ਰਾਪਤ ਕਰਨ ਵਾਸਤੇ ਦੇਵਤੇ ਵੀ ਲੋਚਦੇ ਹਨ ਜੋ ਹੈਵਨ ਵਿੱਚ ਬੈਠੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਵੀ ਤਰਸਦੇ ਹਨ। ਕਿਤ ਬਿਦ ਹੋਵਹਿ ਮਾਨੁਖ ਦੇਹੀ। ਉਹ ਤਾਂ ਡੀਕਦੇ ਨੇ ਕਿ ਕਦੋਂ ਸਾਡਾ ਮਨੁੱਖਾ ਦੇਹ ਬਣੇਗਾ, ਸਾਡੀ ਬਾਡੀ ਸਾਨੂੰ ਮਨੁੱਖਾਂ ਵਾਲੀ ਮਿਲੇ ਤੇ ਅਸੀਂ ਸ੍ਰੀ ਨਾਨਕ ਸਿੱਖੀ ਮੰਗ ਲਏ। ਗੁਰੂ ਨਾਨਕ ਨੂੰ ਆਪਣਾ ਗੁਰੂ ਬਣਾ ਕੇ ਉਹਨਾਂ ਦੀ ਸਿੱਖੀ ਨੂੰ ਕਿਤੇ ਕਮਾ ਲਈਏ। ਇਹ ਦੇਵਤੇ ਵੀ ਜਿਹੜੇ ਤਰਸਦੇ ਹਨ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਜਿਹੜੀ ਹੈ, ਇਹ ਸਰੀਰ ਜਿਹੜਾ ਹੈ, ਦੇਖੋ ਇਹਨੂੰ ਜਿਹੜਾ ਹਨ ਤਰਸਦੇ ਹਨ ਦੇਵਤੇ ਵੀ ਅਸੀਂ ਇਹ ਦੇਹ ਵਿੱਚ ਕਿਤੇ ਆ ਜਾਈਏ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿੱਖੀ ਕਮਾ ਲਈਏ, ਗੁਰੂ ਨਾਨਕ ਦੀ ਜਿਹੜਾ ਹਨ ਮਹਾਰਾਜ ਦੇ ਬਚਨ ਮੰਨ ਲਈਏ, ਗੁਰੂ ਮਹਾਰਾਜ ਦਾ ਉਪਦੇਸ਼ ਕਮਾ ਲਈਏ ਆ ਕੇ, ਤਾਂ ਸਾਡੀ ਗਤੀ ਹੋਵੇ। ਉਹਨਾਂ ਨੂੰ ਵੀ ਚਾਂਸ ਨਹੀਂ ਮਿਲਦੀ, ਉਹਨਾਂ ਨੂੰ ਇਹ ਓਪਰਚੁਨਿਟੀ ਨਹੀਂ ਮਿਲਦੀ ਦੇਵਤਿਆਂ ਨੂੰ ਜਿਹੜੀ ਆਪਾਂ ਸਿੱਖਾਂ ਨੂੰ ਮਿਲੀ ਹੈ। ਜਪਜੀ ਸੇਵ ਕਟਹਿ ਜਮ ਫਾਸੀ। ਦੇਖੋ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਜਮਾਂ ਦੀ ਫਾਸੀ ਵੀ ਕੱਟੀ ਜਾਂਦੀ ਹੈ। ਹੋਰ ਮਿਲ ਹੈ ਪਦਵੀ ਅਬਿਨਾਸੀ। ਫੇਰ ਪਦਵੀ ਉਹ ਪਦਵੀ ਪ੍ਰਾਪਤ ਹੁੰਦੀ ਹੈ ਜਿਹੜੀ ਅਬਿਨਾਸ਼ ਹੈ, ਨਾਸ਼ ਤੋਂ ਪਰੇ ਹੈ। ਦੇਖੋ ਜਿੰਨੇ ਵੀ ਗੁਰਸਿੱਖ ਹੋਏ ਨੇ, ਜਿਵੇਂ ਬਾਬਾ ਬੁੱਢਾ ਜੀ, ਜਦੋਂ ਉਹਨਾਂ ਨੇ ਸਰੀਰ ਛੱਡਿਆ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਪੌੜੀ ਪੌੜੀ ਕਰਦਿਆਂ ਹੋਇਆਂ ਗੁਰੂ ਨਾਨਕ ਜੀ ਜਾ ਮਿਲੇ। ਜਿੰਨੇ ਵੀ ਗੁਰਸਿੱਖ ਨੇ ਉਹ ਜਪਜੀ ਸਾਹਿਬ ਪੜ੍ਹ ਕੇ ਹੀ ਆਪਣਾ ਸਰੀਰ ਤਿਆਗਦੇ ਹਨ। ਅਸ ਸੰਜੋਗ ਚਹਤ ਹੈ ਸੋਈ। ਦੇਖੋ ਜਿਸਨੂੰ ਐਸਾ ਸੰਜੋਗ ਪਰਮੇਸ਼ਰ ਨਾਲ ਮਿਲਾਪ ਚਾਹੀਦਾ ਹੈ, ਤੁਮਕੋ ਤੋਂ ਸਭ ਪ੍ਰਾਪਤ ਹੋਈ। ਕਹਿੰਦੇ ਕਵੀ ਜੀ ਕਹਿੰਦੇ ਹਨ, ਹੇ ਮਨਾ ਤੈਨੂੰ ਤਾਂ ਸਭ ਕੁਝ ਮਿਲਿਆ ਹੋਇਆ ਹੈ, ਹੇ ਮਨਾ ਤੂੰ ਕਿਉਂ ਨਹੀਂ ਜਪਜੀ ਸਾਹਿਬ ਦਾ ਪਾਠ ਕਰਦਾ? ਜਿਹੜੀ ਚੀਜ਼ ਨੂੰ ਦੇਵਤੇ ਵੀ ਤਰਸਦੇ ਹਨ ਉਹ ਤਾਂ ਤੈਨੂੰ ਪ੍ਰਾਪਤ ਹੋਇਆ ਹੋਇਆ। ਮਨੁੱਖਾ ਜਨਮ ਤੈਨੂੰ ਮਿਲ ਗਿਆ, ਗੁਰੂ ਨਾਨਕ ਵਰਗਾ ਗੁਰੂ ਤੈਨੂੰ ਮਿਲ ਗਿਆ ਤੇ ਤੈਨੂੰ ਉਹਨਾਂ ਦੀ ਜਿਹੜੀਆਂ ਹਨ ਚਰਨਾ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਹੋ ਗਿਆ ਤੇ ਤੈਨੂੰ ਕਾਹਦਾ ਘਾਟਾ ਹੈ? ਕਹਿਣਗੇ ਇਸ ਕਰਕੇ ਹੇ ਮਨਾ ਤੂੰ ਪਰ ਗੁਰੂ ਨਾਨਕ ਦਾ ਸ਼ੁਕਰਾਨਾ ਕਰ। ਬਾਰ ਬਾਰ ਕਿਆ ਕਹਾਂ ਬਣਾਈ। ਮੈਂ ਬਾਰ ਬਾਰ ਕੀ ਕਵਾਂ? ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੰਨੀ ਵਾਰੀ ਕਵਾਂ। ਹੋਏ ਅਬ ਅੰਤ ਸਮਾ ਦੁਖਦਾਈ। ਹੋਏ ਅਬ ਕਹਿਣਗੇ ਦੇਖੋ ਹੋਏ ਅਬ ਕਹਿਣਗੇ ਜਦੋਂ ਸਮਾਂ ਅੰਤ ਦਾ ਵੇਲਾ ਆਉਂਦਾ ਹੈ ਨਾ, ਜਦੋਂ ਕਹਿੰਦੇ ਜੀਵਨ ਦੇ ਸਵਾਸ ਮੁੱਕ ਜਾਂਦੇ ਹਨ, ਉਹ ਬੜਾ ਫਿਰ ਦੁਖਦਾਈ ਹੁੰਦਾ ਹੈ ਜੇ ਗੁਰੂ ਨਾਨਕ ਨਾ ਹੋਵੇ। ਛਿਨ ਪਛਤਾਵਾ ਹੈ ਮਲ ਹੱਥ। ਫੇਰ ਉਦੋਂ ਜਿਨ੍ਹਾਂ ਨੇ ਜਪਜੀ ਸਾਹਿਬ ਨਹੀਂ ਪੜਿਆ, ਗੁਰੂ ਨਾਨਕ ਦੀ ਸਿੱਖੀ ਨੂੰ ਨਹੀਂ ਕਮਾਇਆ, ਉਹ ਹੱਥ ਮਲਦੇ ਰਹਿ ਜਾਂਦੇ ਨੇ, ਪਛਤਾਉਂਦੇ ਨੇ, ਉਹ ਰਿਗਰੈਟ ਕਰਦੇ ਨੇ। ਜਦੋਂ ਸਮਾਂ ਸੀ ਉਦੋਂ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਪਦੇਸ਼ ਹੀ ਕਮਾ ਲੈਂਦੇ। ਹਮ ਕਿਉਂ ਖੋਇਓ ਜਨਮ ਅਕਾਥਾ। ਉਹ ਫਿਰ ਉਹਨਾਂ ਦਾ ਪਛਤਾਵਾ ਇਹ ਹੁੰਦਾ ਵੀ ਜਨਮ ਅਸੀਂ ਗਵਾ ਲਿਆ, ਅਸੀਂ ਵੇਸਟ ਕਰ ਲਿਆ, ਉਹ ਮਾਇਆ ਇਕੱਠੀ ਕਰ ਲਈ ਜਿਹੜੀ ਕੰਮ ਹੀ ਨਹੀਂ ਆਉਂਦੀ। ਜਿਹੜਾ ਕਮਾਉਣ ਵਾਲੀ ਚੀਜ਼ ਸੀ ਉਹ ਤਾਂ ਕਮਾਈਓ ਕੋ ਨਹੀਂ। ਨਰ ਤਨ ਦੁਰਲਭ ਇੱਕ ਇਹ ਪਾਇਓ। ਦੇਖੋ ਇਹ ਸਰੀਰ, ਪਹਿਲੀ ਗੱਲ ਇਹ ਮਨੁੱਖਾ ਸਰੀਰ ਪਰਮਾਤਮਾ ਤੋਂ ਪ੍ਰਾਪਤ ਹੋਇਆ ਹੈ। ਜਿਹੜਾ ਮਾਨੁਖ ਦੇਹ ਆਪਾਂ ਨੂੰ ਪ੍ਰਾਪਤ ਹੋਈ ਹੈ, ਭਈ ਪ੍ਰਾਪਤ ਮਾਨੁਖ ਦੇਹ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪੁੰਨ ਸਤਿਗੁਰ ਸਿੱਖ ਬੇਖ ਬਣਾਇਓ। ਫੇਰ ਦੇਖੋ ਪੁੰਨ ਸਤਿਗੁਰੂ, ਫੇਰ ਸਤਿਗੁਰਾਂ ਨੇ ਕਿਰਪਾ ਕੀਤੀ, ਉਹੀ ਪਰਮੇਸ਼ਰ ਨੇ ਗੁਰੂ ਨਾਨਕ
ਨਾਨਕ ਹੋ ਕੇ ਆਪਾਂ ਨੂੰ ਸਿੱਖੀ ਬਖਸ਼ਿਸ਼ ਕੀਤੀ, ਆਪਾਂ ਨੂੰ ਆਪਣੇ ਸਿੱਖ ਪੁੱਤਰ ਬਣਾਇਆ ਗੁਰੂ ਨਾਨਕ ਨੇ। ਤੀਜੋ ਕਲਯੁਗ ਕੋ ਹੈ ਕਾਲਾ। ਤੀਜੀ ਗੱਲ ਕਹਿੰਦੇ ਕਲਯੁਗ ਦਾ ਸਮਾਂ ਹੈ ਇਹ ਬਹੁਤ ਭਿਆਨਕ। ਥੋੜੀ ਸੇਵਾ ਮਹਿ ਹੋਏ ਦਇਆ। ਪਰ ਇਹਦਾ ਫਾਇਦਾ ਕੀ ਹੈ ਕਲਯੁਗ ਦੇ ਸਮੇਂ ਦਾ? ਥੋੜੀ ਸੇਵਾ ਦਾ ਬਹੁਤਾ ਜਿਹੜਾ ਹੈ ਫਲ ਮਿਲਦਾ ਹੈ, ਕਿਉਂਕਿ ਤੁਹਾਡੇ ਵਾਸਤੇ ਤਾਂ ਗੁਰੂ ਨਾਨਕ ਹੀ ਭਗਤੀ ਕਰ ਗਿਆ ਸਾਰੀ। ਐਸ ਸਮੇਂ ਤੇ ਜੋ ਚੁੱਕ ਜਾਏ। ਐਸਾ ਸਮਾਂ, ਐਸਾ ਅਵਸਰ ਨੂੰ ਪਾ ਕੇ, ਐਸੀ ਚਾਂਸ, ਐਸੀ ਓਪਰਚੁਨਿਟੀ ਨੂੰ ਪਾ ਕੇ ਵੀ ਜੇ ਗਵਾਲੀ ਤਾਂ ਫਿਰ ਚੜ ਕਰ ਮੇਰ ਰਸਾਤਲ ਪਾਏ। ਫਿਰ ਤਾਂ ਇਹ ਗੱਲ ਹੋਈ ਸੁਮੇਰ ਪਰਬਤ ਤੇ ਚੜ ਕੇ ਬੰਦਾ ਸਿੱਧਾ ਡਿੱਗ ਕੇ ਨਰਕਾਂ ਨੂੰ ਹੀ ਜਾਂਦਾ ਹੈ। ਓਪਰਚੁਨਿਟੀ ਮਿਲੀ ਪਰ ਕਮਾਈ ਨਹੀਂ, ਕਹਿੰਦੇ ਫਿਰ ਸਿੱਧਾ ਡਿੱਗ ਕੇ ਨਰਕਾਂ ਨੂੰ ਹੀ ਜਾਏਗਾ ਨਾ। ਜਪ ਜੇ ਕੰਠ ਨਿਤਾ ਪ੍ਰਤ ਰਟੈ। ਇਸ ਕਰਕੇ ਜਪਜੀ ਸਾਹਿਬ ਨੂੰ ਕੰਠ ਕਰਕੇ ਹਰ ਰੋਜ਼ ਇਸ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਹਰ ਵੇਲੇ। ਜਨਮ ਜਨਮ ਕੇ ਕਲਮਲ ਕੱਟੈ। ਕਿਉਂਕਿ ਇੱਕ ਜਨਮ ਦੇ ਨਹੀਂ ਲੱਖਾਂ ਕਰੋੜਾਂ ਜਨਮਾਂ ਦੇ ਪਾਪ ਲੱਥ ਜਾਂਦੇ ਹਨ, ਧੋਤੇ ਜਾਂਦੇ ਹਨ। ਸਨੈ ਸਨੈ ਮਨ ਨਿਰਮਲ ਹੋਏ। ਹੌਲੀ ਹੌਲੀ ਮਨ ਵੀ ਫਿਰ ਨਿਰਮਲ ਹੋ ਜਾਂਦਾ ਹੈ। ਗਤ ਪਾਵ ਹੈ ਭਵ ਬੰਧਨ ਖੋਏ। ਫਿਰ ਗਤ ਮੁਕਤੀ ਦੀ ਪ੍ਰਾਪਤ ਹੁੰਦੀ ਹੈ। ਇਹ ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ, ਜਨਮ ਮਰਨ ਦੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸ਼ਬਦ ਅਭਿਆਸ ਕਿਉ ਨਰ ਜਾਹੀ। ਦੇਖੋ ਸ਼ਬਦ ਅਭਿਆਸ ਕਿਉਂ ਨਰ ਜਾਹੀ, ਕਹਿਣ ਲਗੇ ਦੇਖੋ ਸ਼ਬਦ ਦਾ ਅਭਿਆਸ ਕਿਉਂ ਨਰ ਜਾਹੀ, ਕਿਉਂ ਐਸਾ ਅਵਸਰ ਗਵਾਰਿਆ ਹੈ ਸ਼ਬਦ ਅਭਿਆਸ ਦਾ, ਕਿਉਂ ਨਹੀਂ ਸ਼ਬਦ ਦਾ ਅਭਿਆਸ ਆਪਾਂ ਕਰਦੇ। ਰਹਿਓ ਨਾ ਕਰਨੋ ਕ੍ਰਿਤ ਕਛ ਤਾਹੀ। ਕਹਿਣ ਲਗੇ ਜਿਹਨੇ ਸ਼ਬਦ ਦਾ ਅਭਿਆਸ ਕਰ ਰਿਹਾ ਉਹਨੇ ਸਾਰੇ ਕੰਮ ਕਰ ਲਏ, ਕੋਈ ਐਸਾ ਕੰਮ ਰਹਿ ਨਹੀਂ ਗਿਆ ਜਿਹੜਾ ਉਹਨੇ ਨਾ ਕੀਤਾ ਹੋਵੇ। ਜੀਵਨ ਦੀ ਸੰਪੂਰਨਤਾ ਇਹੀ ਹੈ ਕਿ ਜਪਜੀ ਸਾਹਿਬ ਦਾ ਪਾਠ ਪੜੋ, ਗੁਰੂ ਨਾਨਕ ਦੀ ਸਿੱਖੀ ਨੂੰ ਜਿਹੜਾ ਕਮਾਉਣਾ ਕਰੋ। ਗੁਰੂ ਨਾਨਕ ਵਰਗਾ ਤੁਹਾਨੂੰ ਗੁਰੂ ਮਿਲਿਆ ਹੈ। ਇੱਥੇ ਸਮਾਪਤੀ ਇਸ ਅਧਿਆਇ ਦੀ ਹੈ। ਸ਼ਬਦ ਅਭਿਆਸ ਕਿਉ ਨਰ ਜਾਹੀ, ਰਹਿਓ ਨਾ ਕਰਨੋ ਕ੍ਰਿਤ ਕਛ ਤਾਹੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸ੍ਰੀ ਅੰਗਦ ਜੀ ਕੇ ਤਖਤ ਦੇਨ ਪ੍ਰਸੰਗ ਵਰਣਨ ਨਾਮ 52ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।